KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਮੰਗਲਵਾਰ ਦਾ ਦਿਨ ਹੈ 18 ਅਗਸਤ ਬਰਾ 2020 ਦਾ ਤੇ 3 ਭਾਦੋ ਨਾਨਕ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਮਨਿੰਦਰ ਸਿੰਘ ਹੋਣੀ BC ਸਿੱਖ ਕੌਂਸਲ BC ਗੁਰਦੁਆਰਾ ਕੌਂਸਲ ਦੇ ਸਪੋਕਸਪਰਸਨ ਨੇ, ਉਹ ਆਉਣਗੇ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਾਗਤ ਜੋਤ ਚਮੜ ਤਖਤ ਦੇ ਮਾਲਕ ਗੁਰੂ ਸਾਹਿਬ ਜੀ ਦੇ ਸਰੂਪਾਂ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਭਾਈਚਾਰੇ 'ਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੋਂ ਬਾਹਰ ਕਿਤੇ ਦੁਨੀਆ ਦੇ ਵਿੱਚ ਉਹ ਸਰੂਪ ਜਿਹੜੇ ਤਿਆਰ ਕਰਨੇ ਚਾਹੀਦੇ ਨੇ ਜਾਂ ਨਹੀਂ। ਛਪਾਈ ਸ਼ਬਦ ਨਹੀਂ, ਪ੍ਰਿੰਟਿੰਗ ਪ੍ਰੈਸ ਸ਼ਬਦ ਨਹੀਂ, ਗੁਰੂ ਸਾਹਿਬ ਦੇ ਸਰੂਪਾਂ ਦੀ ਤਿਆਰੀ ਦੀ ਗੱਲ। ਇਸ ਤੇ ਤੁਹਾਡੀ ਰਾਏ ਵੀ ਮੈਂ ਲਵਾਂਗਾ ਵੀ ਤੁਸੀਂ ਕੀ ਸੋਚਦੇ ਹੋ, ਆਮ ਲੋਕ ਰਾਏ ਕੀ ਹੈ। 12 ਤੋਂ 1 ਵਜੇ ਤੱਕ ਤੇ ਉਸ ਤੋਂ ਪਹਿਲਾਂ 12 ਵਜੇ ਤੋਂ 12:20 ਤੱਕ ਟਰੂਡੋ ਉਹਨਾਂ ਨੇ ਵਿੱਤ ਮੰਤਰੀ ਬਿਲ ਮੋਰਨੋ ਉਹਨਾਂ ਨੂੰ ਕਹਿਤਾ ਵੀ ਮਿੱਤਰਾ ਤੇਰੇ ਮੋਢਿਆਂ ਤੇ ਰੱਖ ਦਿੰਦੇ ਤੇ ਵਜਨ ਲੈ ਕੇ ਆਟਵਾ ਤੋਂ ਤੁਰ ਜਾ। ਉਹਦੀ ਬਾਡੀ ਲੈਂਗੁਏਜ ਦੱਸਣ ਦਾ ਢੰਗ ਵਿੱਤ ਮੰਤਰੀ ਦੱਸਦਾ ਸੀ ਬਈ ਕੂਕਿਆਂ ਦੇ ਡੋਲ ਵਾਂਗੂ ਮਾਂਜਿਆ। ਪਹਿਲਾਂ ਗੱਲ ਇਹ ਚੱਲ ਪਈ ਸੀ ਹੱਦ ਤੱਕ, ਪਹਿਲਾਂ ਟਰੂਡੋ ਹੋਣੀ ਆਉਣੋਂ ਜਾਣੋਂ ਹਟ ਗਏ ਸੀ ਸਾਰੀਆਂ ਮੀਟਿੰਗਾਂ ਦੇ ਵਿੱਚ ਵੀ ਕਿਤੇ ਟਰੂਡੋ ਹੋਣੀ ਨਾ ਤੁਰ ਜਾਣ। ਉਹਨਾਂ ਨੇ ਇੱਕ ਦਿਨ ਥੋੜਾ ਜਿਹਾ ਹਿੰਟ ਵੀ ਦੱਸੀ ਮੈਂ ਵੀ 2 ਵਾਰ ਹੀ ਮੈਂ ਪ੍ਰਧਾਨ ਮੰਤਰੀ ਬਣਨਾ ਸੀ, 2 ਵਾਰ ਮੈਂ ਬਣ ਗਿਆ। ਪਰ ਜਰਾਲਡ ਬਟਸ ਜਿਹੜਾ ਕੱਢਿਆ ਹੋਇਆ ਰਿਜ਼ਾਈਨ ਕੀਤਾ, ਹਲੇ ਵੀ ਉਹਦੀ ਤੂਤੀ ਬੋਲਦੀ ਆ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ। ਉਹਦੇ ਕੱਲ ਦੇ ਟਵੀਟ ਜਿਹੜੇ ਉਹ ਦੱਸਦੇ ਸੀ ਜਿੱਥੇ ਉਹ ਨੌਕ ਆਫ ਕਹਿ ਰਿਹਾ ਬਿਲ ਮੋਰਨੋ। ਇਹ ਬੰਦੇ ਜਿਹੜੇ ਨੇ ਇਹ ਸਿੱਧੀ ਪੋਲੀਟੀਕਲ ਕਰਪਸ਼ਨ ਹੈ। ਜਿੱਥੇ ਵੀ ਇਹ ਸਰਕਾਰਾਂ ਜਿਹੜੀਆਂ ਕਰਦੀਆਂ ਨੇ, ਕੋਈ ਆ ਜਾਵੇ ਇਹ ਉਹ ਨਹੀਂ ਵੇਖਦੇ ਜਿਹੜੀ ਆ ਗਈ ਆਟਵਾ 'ਚ ਉਹਨੇ ਜ਼ੋਰ ਕਰਨਾ ਹੀ ਕਰਨਾ, ਆਪਣੀਆਂ ਮਨਮਾਈਆਂ ਮਰਜ਼ੀਆਂ ਕਰਨੀਆਂ ਨੇ। ਇਸ ਤੇ ਵੀ ਕੁਛ ਪੜਚੋਲ ਕਰਾਂਗੇ ਕਿ ਕੀ ਆਉਣ ਵਾਲਾ ਭਵਿੱਖ ਕ੍ਰਿਸਟੀਆ ਫਰੀਲੈਂਡ ਵਿੱਚ ਮੰਤਰੀ ਬਣਦੇ ਆ। ਕਾਰਨ ਨੇ ਲੱਤ ਨਹੀਂ ਲਾਉਣੀ ਇਸ ਸਮੇਂ ਦੇ ਵਿੱਚ, ਪਰਦੇ ਤੋਂ ਪਿੱਛੋਂ ਗੱਲਬਾਤ ਉਹ ਕਰ ਸਕਦਾ ਹੈ। ਵਿੱਤ ਮੰਤਰੀ ਨੂੰ ਬਹੁਤ ਕ੍ਰਿਸਟੀਆ ਫਰੀਲੈਂਡ ਨੰਬਰ 2 ਦੀ ਲੀਡਰ ਹੈ, ਲਿਬਰਲ ਪਾਰਟੀ ਤੇ ਸੰਭਾਵੀ ਲੀਡਰ ਹੈ ਟਰੂਡੋ ਤੋਂ ਬਾਅਦ। ਤੁਹਾਡੇ ਸਾਹਮਣੇ ਹੈ, ਦੇਖਿਓ ਉਹਨੂੰ ਬੜੇ ਟਫ ਪੋਰਟਫੋਲੀਓ ਦਿੱਤੇ ਨੇ, ਕਦੇ ਨੈਫਟਾ ਦੀ ਡੀਲ, ਕਦੇ ਆਹ ਡੀਲ, ਕਦੇ ਉਹ ਡੀਲ। ਹੁਣ ਡਿਪਟੀ ਪ੍ਰਾਈਮ ਮਿਨਿਸਟਰ ਧੱਕੇ ਨਾਲ ਬਣੀ। ਨੈਫਟਾ ਉਹਨੇ ਸਾਈਨ ਬਾਅਦ ਚ ਕੀਤਾ, ਪਹਿਲਾਂ ਕਹਿੰਦੇ ਵੀ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਮਿੱਤਰਾ, ਫੇਰ ਗੱਲਬਾਤ ਬਣੂ। ਯੂਕਰੇਨ ਮੂਲ ਦੀ ਹੈ ਤੇ ਅਲਬਰਟਾ ਦੇ ਵਿੱਚ ਜੰਮੀ ਪਲੀ, ਲੋਅਰ, ਪਿਤਾ ਲੋਅਰ, ਦਾਦਾ ਲੋਅਰ ਤੇ ਫਾਰਮਰ। ਘੈਂਟ ਜਿਵੇਂ ਤਸਵੀਰ ਹੈ ਉਹ ਕ੍ਰਿਸਟੀਆ ਫਰੀਲੈਂਡ ਦੀ ਹੈ। ਉਹ ਹੁਣ ਨੰਬਰ 2 ਤੇ ਚੱਲਦੀ ਹੈ। ਉਸ ਦੀ ਗੱਲਬਾਤ ਤੇ ਫਿਰ ਤੁਹਾਡੇ ਨਾਲ ਗੱਲਬਾਤ ਖੋਲਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਬਾਰੇ। ਤੁਸੀਂ 12 ਤੋਂ 1 ਤੱਕ ਗੱਲਬਾਤ ਕਰਨੀ ਹੈ, 1 ਤੋਂ 2 ਵਜੇ ਤੱਕ। ਇਸ ਕੁਦਰਤ ਨੂੰ ਅਸੀਂ ਪਿਆਰ ਕਰਦੇ ਹਾਂ। ਕੁਦਰਤ ਨੂੰ ਸਾਡੀ ਬਾਣੀ ਦੇ ਵਿੱਚ ਸਾਨੂੰ ਸਭ ਕੁਝ ਪਾਉਣ, ਪਾਣੀ ਤੇ ਕੁਦਰਤ ਦਾ ਬਹੁਤ ਪਿਓ ਹੈ। ਪਰ ਇੱਕ ਵਿਸ਼ਾ ਅੱਜ ਮੈਂ ਛੂਹਣਾ ਚਾਹੁੰਦਾ ਹੈ ਵੀ ਜਿਹੜੇ ਪੁਰਾਣੇ ਦਰਖਤ ਨੇ ਘਰਾਂ ਦੇ ਵਿੱਚ, ਉਹਦਾ ਬਦਲ ਕੀ ਹੈ। ਸ਼ਹਿਰ ਮਸਾਂ ਹੀ ਕੋਈ ਲਾਟ ਬਣਦੀ ਹੈ। ਉਹ ਲਾਟ ਹਰ ਮਿਊਨਿਸਪੈਲਿਟੀ ਦੀ ਅਲੱਗ-ਅਲੱਗ ਗੱਲ ਹੈ। ਸਰੀ ਵਾਲੇ ਤਾਂ ਫਿਰ ਵੀ ਸੌਕ ਕਰ ਦਿੰਦੇ ਨੇ, ਡੈਲਟ ਵਾਲੇ ਤਾਂ ਹੱਥ ਵੀ ਨਹੀਂ ਲਾਉਣ ਦਿੰਦੇ। ਉਹ ਤਾਂ ਗੁਆਂਢੀ ਦਾ ਪਰਛਾਵਾਂ ਦੂਜੇ ਘਰ ਤੇ ਨਹੀਂ ਘਰ ਦਾ ਪੈਣ ਦਿੰਦੇ। ਸੋ ਇਹ ਦਰਖਤਾਂ ਦਾ ਬਦਲ ਕੀ ਹੈ। ਹੁਣ ਜੇ 4 ਸਾਲਾਂ 5 ਸਾਲਾਂ ਬਾਅਦ ਛੱਤ ਪੱਟ ਕੇ ਸਿੱਟਣੀ ਹੈ, ਉਹ ਵੀ ਇਨਵਾਇਰਮੈਂਟ ਦੇ ਵਿੱਚ ਖਰਾਬ ਹੀ ਹੈ। ਸਲੇਟਾਂ ਸਿੱਟ ਦੇਣੀਆਂ ਨੇ ਤੇ ਉੱਪਰ ਘਾਹ ਜੰਮ ਜਾਂਦਾ ਕੋਠਿਆਂ ਤੇ। ਇਹ ਪੁਰਾਣੇ ਦਰਖਤਾਂ ਦਾ ਬਦਲ ਕੀ ਹੈ। ਛਾਂਗਣ ਨਹੀਂ ਦਿੰਦੇ, ਟਾਹਣੀ ਨਹੀਂ ਤੋੜਨ ਦਿੰਦੇ। ਕੀ ਇਹਦਾ ਕੋਈ ਬਦਲ ਚਾਹੀਦਾ ਵੀ 1 ਦੀ ਜਗ੍ਹਾ 3 ਲਾ ਲਓ, 4 ਲਾ ਲਓ। ਕੋਈ ਸਰਕਾਰਾਂ ਇਹਦੇ ਤੇ ਸੈਕੰਡ ਥਾਟ ਦੇ ਸਕਦੀਆਂ ਨੇ। ਜਿਹੜੇ ਜੰਗਲ 'ਚ ਨੇ, ਪਾਰਕਾਂ 'ਚ ਨੇ, ਉਹਨੂੰ ਹੱਥ ਨਹੀਂ ਲਾਉਂਦੇ। ਜਿਹੜੇ ਕਿਸੇ ਬਿਲਡਿੰਗ ਐਨਵਲਪ ਦੇ ਵਿੱਚ ਆ ਰਹੇ ਨੇ, ਉਹਨਾਂ ਕੀ ਕੀਤਾ ਜਾਵੇ। ਇਹਦੇ ਤੇ ਤੁਹਾਡੀ ਰਾਏ ਕਿ ਕੀ ਹੋਣਾ ਚਾਹੀਦਾ, ਸ਼ਹਿਰਾਂ ਨੂੰ ਕੀ ਸੋਚਣਾ ਚਾਹੀਦਾ। ਜਿਹੜਾ ਤੁਸੀਂ ਸੋਚਦੇ ਹੋ ਇਹ ਗੱਲ ਅੱਗੇ ਫਿਰ ਜਾਂਦੀ ਹੈ। 1844 247 1550 ਆਉਣੇ ਨੰਬਰ ਹੈ। KRPradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਹੈ ਤੇ 604 440 64 ਨਿੰਮੀ ਡੋਲਾ ਜੀ ਦਾ ਨੰਬਰ ਹੈ। ਤੇ ਨਾਲ ਹੀ 604 729 1224 ਆਪਣਾ ਘਰ ਦੀ ਗੱਲ ਹੈ, ਜਿੱਥੇ ਇੱਥੇ ਵੀ ਸੁੱਖ ਸੁਨੇਹਾ ਤੁਹਾਡਾ ਆਉਂਦਾ ਰਹਿੰਦਾ ਤੇ ਐਡਵਰਟਾਈਜ਼ਮੈਂਟ ਲਈ ਇਹ ਨੰਬਰ ਖੜਕਾਇਆ ਕਰੋ। ਤੇ ਇਸ ਨੰਬਰ ਤੋਂ ਫਿਰ ਵਜ੍ਹਾ ਹੁੰਦੀ ਹੈ ਲੋਕ ਸੱਥ ਦੀ। ਜਿਹੜੇ ਬਿਲਕੁਲ ਖੜੇ ਖੂਹ ਨੇ ਉਹ ਚਲਾਏ ਨੇ। ਨਵਾਂ ਕੋਈ ਬਿਜ਼ਨਸ ਖੋਲ੍ਹਣਾ ਹੈ ਤੇ ਇੱਕ ਵਾਰ ਐਡਵਰਟਾਈਜ਼ਮੈਂਟ ਕਰਕੇ ਵੇਖਿਓ ਤੇ ਮੈਂ ਦੱਸੂ ਤੁਹਾਨੂੰ ਫਿਰ ਵੀ ਕਿਵੇਂ ਚੱਲਦਾ। ਤੇ 10-10 ਸਾਲ ਦੇ ਤਾਂ ਹੀ ਲੱਗੇ ਨੇ ਜਿਹੜੇ 1 ਦਿਨ ਤੋਂ ਸ਼ੁਰੂ ਹੋ ਗਏ, ਹਲੇ ਤੱਕ ਨਾਲ ਨੇ।
ਇੱਕ ਅੱਧੇ ਭਗੌੜੇ ਹੋਏ ਨੇ। ਆਹ ਸਮੇਂ 'ਚ ਜਦ COVID-19 ਆ ਗਿਆ, ਉਹ ਬਹਾਨਾ ਜਿਹਾ ਭਾਲਦੇ ਸੀ ਕਿ ਕਦ ਸਮਾਂ ਆਵੇ ਤੇ ਕਦ ਭੱਜੀਏ। ਹਰ ਇੱਕ ਨੂੰ ਜਿਹੜੀ ਹੈ ਸ਼ੋਹਰਤ ਜਿਹੜੀ ਹੈ ਉਹ ਰਾਸ ਨਹੀਂ, ਉਹਦੀ ਉਹਨਾਂ ਦੀ ਮਰਜ਼ੀ ਹੈ। ਪਰ ਕੋਸ਼ਿਸ਼ ਕਰੀਏ ਵੀ ਅਸੀਂ ਉਹ ਮੰਚ ਜਿਹੜੇ ਭਾਈਚਾਰੇ ਦੀ ਗੱਲ ਕਰਦੇ ਆ, ਲੋਕਾਂ ਦੇ ਹੱਕ ਸੱਚ ਦੀ ਗੱਲ ਕਰਦੇ ਤੇ ਨੰਗੇ ਧੜ ਖੜਦੇ ਆ। ਜਦ ਤੁਹਾਡਾ ਕੋਈ ਵੀ ਮੁੱਦਾ ਅਸੀਂ ਵਿਚਾਰਦੇ ਹਾਂ, ਇੱਕ ਰੇਡੀਓ ਸਟੇਸ਼ਨ ਦੀ ਜ਼ਿੰਮੇਵਾਰੀ ਹੈ। ਰੇਡੀਓ ਸਟੇਸ਼ਨ ਤੇ ਵੀ ਔਖਾ ਸਮਾਂ ਆਉਂਦਾ, ਪਰ ਨਿੱਜੀ ਤੌਰ ਤੇ ਵੀ ਆਉਂਦਾ। ਰੇਡੀਓ ਸਟੇਸ਼ਨ ਛੱਡ ਕੇ ਇੱਕ ਹਰਜੀਤ ਸਿੰਘ ਜਿਹੜਾ ਕਮਿਊਨਿਟੀ 'ਚ ਵਿਚਰਦਾ ਹੈ, ਕਮਿਊਨਿਟੀ ਦਾ ਇੱਕ ਹਿੱਸਾ ਹੈ, ਮੈਂ ਵੀ ਤੱਤੇ ਪਾਣੀ 'ਚ ਖੜਦਾ। ਪਰ ਗੱਲ ਸੱਚ ਦੀ ਕਰਨੀ ਉਹ ਕਰਨੀ ਹੈ, ਦੂਜੀ ਗੱਲ ਨਹੀਂ ਕਰਨੀ ਹੈ, ਉਹਦਾ ਫਾਇਦਾ ਕੋਈ ਨਹੀਂ ਹੈ। ਤਰਕ ਵਿਗਿਆਨ ਦੀਆਂ ਪਾਸੇ ਰੱਖ ਗੱਲਾਂ, ਖਾਲੀ ਮੁੜਿਆ ਨਾ ਕੋਈ ਗੁਰੂ ਦਰਬਾਰ ਵਿੱਚੋਂ। ਤਰਕ ਵਿਗਿਆਨ ਦੀਆਂ ਪਾਸੇ ਰੱਖ ਗੱਲਾਂ, ਖਾਲੀ ਮੁੜਿਆ ਨਹੀਂ ਕੋਈ ਗੁਰੂ ਦਰਬਾਰ ਵਿੱਚੋਂ। ਸੱਚੇ ਪਾਤਸ਼ਾਹ ਦੀ ਇਹ ਦੁਨੀਆਦਾਰ ਹੁੰਦੇ, ਸੱਚੇ ਪਾਤਸ਼ਾਹ ਵੀ ਜੇ ਦੁਨੀਆਦਾਰ ਹੁੰਦੇ, ਪੁੱਤ ਬਾਹਰ ਨਾ ਹੁੰਦਾ ਕੋਈ ਚਾਰ ਵਿੱਚੋਂ। ਬਿਨਾਂ ਸਿਰ ਤੋਂ ਕਿਵੇਂ ਕੋਈ ਲੜ ਸਕਦਾ, ਇਹ ਕੌਤਕ ਹੁੰਦੇ ਨੇ ਡੂੰਘੇ ਪਿਆਰ ਵਿੱਚੋਂ। ਅੱਗ ਜਜ਼ਬੇ ਦੀ ਰਫਲ ਦਾ ਨੱਪੇ ਘੋੜਾ, ਫਿਰ ਨਿਕਲੇ ਬਰੂਦ ਹਥਿਆਰ ਵਿੱਚੋਂ। ਕੱਢ ਕਾਲਜਾ ਪੁੱਤ ਦਾ ਮੂੰਹ ਵਿੱਚ ਪਾਇਆ, ਇਹ ਗੱਲਾਂ ਬਾਹਰ ਨੇ ਤੁਹਾਡੇ ਵਿਚਾਰਾਂ ਵਿੱਚੋਂ। ਇਹ ਕੱਢ ਕਾਲਜਾ ਪੁੱਤ ਦਾ ਮੂੰਹ ਵਿੱਚ ਪਾਇਆ, ਇਹ ਗੱਲਾਂ ਬਾਹਰ ਨੇ ਤੁਹਾਡੇ ਵਿਚਾਰ ਵਿੱਚੋਂ। ਜਿਹੜੇ ਪਿੰਡ ਜਾਣੇ ਨਹੀਂ ਉਹਦਾ ਰਾਹ ਨਹੀਂ ਪੁੱਛੀਦਾ, ਬਾਈ ਸਿਆ ਆਰਾਮ ਕਰੋ, ਇੱਧਰ ਨੂੰ ਵਾਲਾ ਝਾਕਿਆ ਕਰੋ। ਤਰਕ ਵਿਗਿਆਨ ਤੇ ਧਰਮ ਦੀਆਂ ਦੋ ਅਲੱਗ-ਅਲੱਗ ਗੱਲਾਂ ਨੇ। ਕੁੱਦਾ ਸਿੰਘ ਲਿਖਦਾ ਹੈ। ਮੇਰੇ ਨਾਲ ਸਰਦਾਰ ਮਨਿੰਦਰ ਸਿੰਘ ਨੇ। ਮਨਿੰਦਰ ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਸਾਡੇ ਨੌਜਵਾਨ ਇੱਥੇ ਪੰਥਕ ਕੰਮਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹਿੱਸਾ ਪਾਉਂਦੇ ਨੇ। ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਦੇ ਉਹ ਮੁੱਖ ਸੇਵਾਦਾਰ ਰਹੇ ਨੇ। BC ਗੁਰਦੁਆਰਾ ਸਾਹਿਬ ਦੀ ਜਿਹੜੀ ਸਾਡੀ ਕੌਂਸਲ ਆ ਉਹਦੇ ਸਪੋਕਸ ਪਰਸਨ ਨੇ। ਗੱਲ ਹੁਣ ਫੇਰ ਭਾਈਚਾਰੇ 'ਚ ਚੱਲਣੀ ਸ਼ੁਰੂ ਹੋ ਗਈ ਕਿ ਖਾਲਸਾ ਸਕੂਲ ਸਰੀ ਜਿਹੜਾ ਸਤਨਾਮ ਟਰਸਟ ਹੈ, ਖਾਲਸਾ ਸਕੂਲ ਨਾਲ ਮੈਂ ਕਹਾਂ ਸਤਨਾਮ ਟਰਸਟ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਨ ਦੀ ਗੱਲ ਜਿਹੜੀ ਉਹ ਸ਼ੁਰੂ ਹੋਈ ਹੈ। ਤੁਹਾਨੂੰ ਯਾਦ ਹੈ ਵੀ ਇੱਕ ਵਾਰ 2014 ਨਹੀਂ, 2014 ਤੋਂ ਪਹਿਲਾਂ ਗੁਰੂ ਮਹਾਰਾਜ ਦੇ ਸਰੂਪ 475-76 ਦੇ ਕਰੀਬ ਬੱਸ ਦੇ ਵਿੱਚ ਆਏ ਸੀ। ਸਭ ਤੋਂ ਪਹਿਲਾਂ ਜਦ ਉਹਨਾਂ ਦੇ ਬਾਰੇ ਗੱਲਬਾਤ ਸ਼ੁਰੂ ਹੋਈ, ਗੁਰੂ ਮਹਾਰਾਜ ਦੇ ਸਰੂਪ ਉਹ ਬੱਸ ਦੇ ਵਿੱਚ ਬੈਠੇ ਡਿੱਗੇ ਪਏ ਦੇਖ ਲਏ ਕਿਸੇ ਨੇ ਪੋਰਟ ਤੇ ਉਸੇ ਸਮੇਂ ਸਰਦਾਰ ਗੁਰਿੰਦਰ ਸਿੰਘ ਸੰਘਾ, ਗਗਨ ਸਿੰਘ, ਹਰਜਿੰਦਰ ਸਿੰਘ ਧਨਵੜ, ਅਸੀਂ ਉਸੇ ਸਮੇਂ ਗੱਲ ਹੋਈ ਤਾਂ ਆਪਾਂ ਲੋਕ ਸੱਥ ਚਲਦਿਆਂ ਤੇ ਉਹ ਗੱਲ ਸ਼ੁਰੂ ਕੀਤੀ ਸੀ। ਫਿਰ ਜਿਹੜਾ ਕੁਝ ਹੋਇਆ ਉਹਨੂੰ ਮੈਂ ਅੱਗੇ ਜਾ ਕੇ ਦੱਸਦਾ ਵੀ ਐਗਜ਼ੈਕਟਲੀ ਹੋਇਆ ਕੀ ਸੀ, ਗੱਲ ਕਿੱਥੇ ਖੜੀ। ਹੁਣ ਇਹ ਦੁਬਾਰਾ ਫੇਰ ਕਿਉਂ ਹੋਈ ਸ਼ੁਰੂ, ਇਹ ਜ਼ਰੂਰਤ ਕਿਉਂ ਹੈ ਆਪਾਂ ਨੂੰ ਵੀ ਇੱਥੇ ਸਰੂਪ ਤਿਆਰ ਕੀਤੇ ਜਾਣ, ਮੰਗ ਹੈ, ਕਾਰਨ ਕੀ, ਤੇ ਇਹਦੇ ਪਿੱਛੇ ਹੈ ਕੀ ਸਾਰਾ। ਮਨਿੰਦਰ ਸਿੰਘ ਜੀ ਧੰਨਵਾਦ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਮਨਿੰਦਰ ਸਿੰਘ ਜੀ, ਫੇਰ ਇਹ ਗੱਲ ਬੰਦ ਨਹੀਂ ਹੋ ਰਹੀ ਪਿਛਲੇ 20 ਵਰ੍ਹਿਆਂ ਤੋਂ। ਮੁੜ ਕੇ ਇਹ ਧਿਆਨ ਗੋਚਰੇ ਆਉਂਦੀ ਆ, ਮੀਟਿੰਗਾਂ ਹੁੰਦੀਆਂ ਨੇ ਤੇ ਸਤਨਾਮ ਟਰਸਟ ਵਾਲੇ ਇਸ ਨੂੰ ਗੁਰੂ ਮਹਾਰਾਜ ਦੇ ਸਰੂਪ ਇੱਥੇ ਤਿਆਰ ਕਰਨਾ ਚਾਹੁੰਦੇ ਆ। ਹੁਣ ਲੇਟਲੀ ਕਿਹੜੀ ਗੱਲ ਹੋਈ ਹੈ ਜੀ ਜਿਹੜੀ ਮੀਡੀਆ 'ਚ ਪਰਸੋਂ ਦੀ ਗੱਲ ਫੇਰ ਸ਼ੁਰੂ ਹੋਈ ਹੈ? ਕੋਈ ਮੀਟਿੰਗ ਕੱਲ ਹੋਈ ਹੈ, ਬਾਕੀ ਮੀਡੀਆ ਨੇ ਵੀ ਉਹਨੂੰ ਕਵਰ ਕੀਤਾ, ਓਮਨੀ ਨੇ ਵੀ ਕਵਰ ਕੀਤਾ ਹੈ। ਤੁਸੀਂ ਇਸ ਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਸਾਰੇ ਸੁਣਨ ਵਾਲਿਆਂ ਨੂੰ? ਇਹ ਜਿਹੜਾ ਮਸਲਾ ਹੈ ਇਹ ਕਾਫੀ ਚਿਰ ਤੋਂ, ਜਿੱਦਾਂ ਤੁਸੀਂ ਦੱਸਿਆ ਕਿ ਟਾਈਮ ਟੂ ਟਾਈਮ ਇਹ ਉੱਭਰ ਕੇ ਬਾਹਰ ਫਿਰ ਮੁੜ ਕੇ ਫੇਰ ਆ ਜਾਂਦਾ ਆ, ਤੇ ਇਹਦੀ ਇੱਕ ਕੋਈ ਨਾ ਕੋਈ ਇਹਦਾ ਹੱਲ ਜਿਹੜਾ ਆ ਉਹ ਕਿਤੇ ਨਾ ਕਿਤੇ ਨਤੀਜੇ ਤੇ ਹੁਣ ਆਉਣਾ ਪੈਣਾ ਆ। ਅਸੀਂ ਜਿਹੜੇ ਗੁਰਦੁਆਰੇ ਅਸੀਂ ਤਾਂ ਇਨਵੋਲਵਡ ਹੋਏ ਕਰਕੇ ਸਾਨੂੰ ਪਿਛਲੇ ਸਾਲ ਨਵੰਬਰ 2019 ਦੇ ਆਲੇ ਦੁਆਲੇ ਪਤਾ ਲੱਗਿਆ ਸੀਗਾ ਕਿ ਇੱਥੇ ਲੋਕਲੀ ਇੱਕ ਘਰ ਦੇ ਵਿੱਚ ਪ੍ਰਿੰਟਿੰਗ ਜਿਹੜੀ ਆ ਉਹ ਸ਼ੁਰੂ ਹੋਣੀ ਆ। ਉਸ ਟਾਈਮ ਤੇ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਉਹ ਕਿਸ ਦਾ ਘਰ ਆ ਤੇ ਕੌਣ ਇਨਵੋਲਵਡ ਆ। ਤੇ ਬਾਅਦ ਦੇ ਵਿੱਚ ਕੁਝ ਹਫ਼ਤਿਆਂ ਦੇ ਵਿੱਚ ਪਤਾ ਵੀ ਲੱਗ ਗਿਆ ਕਿ ਉਹ ਤਿਆਰੀ ਜਿਹੜੀ ਹੋ ਰਹੀ ਆ ਉਹ ਸਤਨਾਮ ਪ੍ਰਚਾਰ ਰਿਲੀਜੀਅਸ ਸੁਸਾਇਟੀ, ਇੱਕ ਨਵੀਂ ਸੁਸਾਇਟੀ ਜਿਹੜੀ ਖਾਲਸਾ ਸਕੂਲ ਦੇ ਸੇਵਾਦਾਰ, ਉਹਦੇ ਵਿੱਚ ਭਾਈ ਬਲਵੰਤ ਸਿੰਘ ਪੰਧੇਰ ਤੇ ਭਾਈ ਰੁਪਦਮਨ ਸਿੰਘ ਮਾਲਕ ਵੀ ਉਹਦੇ ਵਿੱਚ ਉਹਨਾਂ ਨਾਲ ਗੱਲ ਹੋਈ ਕਿ ਇਹ ਤੁਸੀਂ ਕਿੱਥੇ ਕਰ ਰਹੇ ਆ ਤੇ ਕਿਉਂ ਕਰ ਰਹੇ ਆ ਤੇ ਕੀ ਹੋ ਰਿਹਾ ਆ। ਉਹਨਾਂ ਨੇ ਫਿਰ ਮੈਨੂੰ ਪਰਸਨਲੀ ਆਪਣੇ ਬਲਵੰਤ ਸਿੰਘ ਪੰਧੇਰ ਦੇ ਗ੍ਰਹਿ ਦੇ ਵਿੱਚ ਵੀ ਸੱਦਿਆ ਕਿ ਇੱਥੇ ਜੋ ਸੈਟਅਪ ਆ ਤੁਸੀਂ ਆਣ ਕੇ ਦੇਖ ਲਓ। ਤੇ ਮੈਂ ਉਹਨਾਂ ਦੇ ਘਰ ਗਿਆ ਸੀਗਾ ਤੇ ਮੈਂ ਉੱਥੇ ਆਣ ਕੇ ਦੇਖਿਆ ਕਿ ਇੱਕ ਕਮਰੇ ਦੇ ਵਿੱਚ ਜਿੱਦਾਂ ਮਹਾਰਾਜ ਦੇ ਸਰੂਪਾਂ ਦੀ ਪ੍ਰਿੰਟਿੰਗ ਦੀ ਮਸ਼ੀਨਾਂ
ਉਹਨਾਂ ਨੇ ਆਪਣੇ ਵੱਲੋਂ ਜਿੰਨੀ ਵੀ ਉਹ ਸੇਵਾ ਸੰਭਾਲ ਸਤਿਕਾਰ ਦੇ ਨਾਲ ਸੈਟਅਪ ਕਰ ਸਕਦੇ ਸੀ ਉਹਨਾਂ ਨੇ ਕੀਤੀ ਸੀ, ਪਰ ਉਹ ਬਾਅਦ ਦੀ ਗੱਲ ਆ। ਪਰ ਜਿਹੜੀ ਪ੍ਰਿੰਟਿੰਗ ਦੀ ਕਰਨੀ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ 1998 ਦੇ ਆਏ ਆ ਭਾਈ ਰਣਜੀਤ ਸਿੰਘ ਦੇ ਸਿਗਨੇਚਰ ਹੇਠ, ਕਿ ਕੋਈ ਵੀ ਜਿਹੜੀ ਪ੍ਰਿੰਟਿੰਗ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਨਹੀਂ ਹੋ ਸਕਦੀ। ਸਾਨੂੰ ਲੱਗਿਆ ਸੀਗਾ ਕਿ ਇਹ ਜਿਹੜੀ ਗੱਲ ਆ ਠੀਕ ਨਹੀਂ ਹੈਗੀ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿੰਨੇ ਵੀ ਇੱਥੇ ਲੋਕਲ ਗੁਰਦੁਆਰੇ ਸਾਡੇ ਕਾਉਂਸਲ ਦੇ ਅਸੀਂ ਉਹਨਾਂ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ। ਤੇ ਸਾਡੀ ਮੀਟਿੰਗ ਤੇ ਹੋਈ ਜਨਵਰੀ ਫੈਬਰੂਅਰੀ ਜਿਹੜੀ 2020 ਦੇ ਸਾਲ ਦੇ ਵਿੱਚ। ਉਹਦੇ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਤਿਆਰੀ ਹੈ ਤੁਹਾਡੇ ਕੋਲ ਕੋਈ ਮਨਜ਼ੂਰੀ ਹੈਗੀ ਇਹ ਗੱਲ ਦੀ, ਤੁਹਾਨੂੰ SGPC ਨੇ ਕੋਈ ਆਗਿਆ ਦਿੱਤੀ ਹੈ? ਤੇ ਉਹਦੇ ਵਿੱਚ ਸਾਨੂੰ ਦੱਸਿਆ ਵੀ ਗਿਆ ਭਾਈ ਰਮਨ ਸਿੰਘ ਵੱਲੋਂ ਕਿ ਉਹ ਪੰਜਾਬ ਦੇ ਜਦੋਂ ਫੇਰੀ ਤੇ ਗਏ ਸੀਗੇ 2019 ਦੇ ਵਿੱਚ, ਉਦੋਂ ਉਹ ਸੁਖਬੀਰ ਬਾਦਲ, ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਗੂ ਆ ਉਹਨਾਂ ਨਾਲ ਮਿਲੇ ਵੀ ਸੀ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਈਮੇਲਸ ਵੀ ਲਿਖੀਆਂ ਸੀਗੀਆਂ ਜਿਹੜੇ ਭਾਈ ਮਾਲਕ ਤੇ ਬੰਦੇਰ ਨੇ ਸਾਨੂੰ ਦਿੱਤੀਆਂ ਵੀ ਸੀ, ਉਹਦੀ ਕਾਪੀ ਵੀ ਸਾਡੇ ਕੋਲ ਆ। ਉਹਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਕਿਹਾ ਜਿਹੜੀ ਸੀਗਾ ਕਿ ਐਂਡ ਤੇ ਨਤੀਜਾ ਇਹ ਨਿਕਲਿਆ ਬਹੁਤ ਗੱਲਬਾਤ ਤੋਂ ਬਾਅਦ ਕਿ ਤੁਸੀਂ ਚਾਰਟਰਡ ਫਲਾਈਟਸ ਦੇ ਰਾਹੀਂ ਹਾਲ ਦੀ ਘੜੀ ਮਹਾਰਾਜ ਦੇ ਸਰੂਪ ਜਿੰਨੀ ਲੋੜ ਮੁਤਾਬਕ ਪੰਜਾਬ ਤੋਂ ਲਿਆਇਆ ਕਰੋ, ਪਰ ਕੋਈ ਵੀ ਹਾਲੇ ਲੋਕਲਾਈਜ਼ ਜਿਹੜੀ ਪ੍ਰਿੰਟਿੰਗ ਹੈ ਉਹ ਨਹੀਂ ਹੋਣੀ ਚਾਹੀਦੀ। ਇਹ ਗੱਲ ਉੱਥੋਂ ਤੁਰਦੀ ਅਸੀਂ ਸਾਰੇ ਜਾਣੇ ਜਦੋਂ ਬੈਠੇ ਸੀਗੇ, ਸਾਡੇ ਵਿੱਚ ਇਹ ਸੀਗਾ ਕਿ ਅਸੀਂ ਇੱਕ ਗੁਰਦੁਆਰਾ ਜਾਂ ਇੱਕ ਸੰਸਥਾ ਜਾਂ ਕੋਈ ਇੱਕ ਵਿਅਕਤੀ ਉਹਦਾ ਕੋਈ ਹੱਕ ਨਹੀਂ ਬਣਦਾ ਇਹੋ ਜਿਹਾ ਕਦਮ ਚੁੱਕਣਾ। ਤੇ ਅਸੀਂ ਇਹ ਸਲਾਹ ਕੀਤੀ ਸੀਗੀ ਕਿ ਜਿਹੜੀ ਸ਼੍ਰੋਮਣੀ ਕਮੇਟੀ ਆਪ ਅਮਰੀਕਾ ਦੇ ਵਿੱਚ 2 ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਨਾਰਥ ਕੈਰੋਲਾਈਨਾ ਤੇ USA ਦੀ ਪ੍ਰਿੰਟਿੰਗ ਕਰਨ ਲਈ ਕਿ ਉੱਥੇ ਕੋਈ ਸੈਟਅਪ ਹੋ ਜਾਵੇ, ਉਹ ਗੱਲ ਸਿਰੇ ਨਹੀਂ ਲੱਗੀ। ਅਸੀਂ ਫਿਰ ਸੋਚਿਆ ਕਿ ਜੇ ਇੱਦਾਂ ਦੀ ਕੋਈ ਪ੍ਰਿੰਟਿੰਗ ਬਾਹਰ ਸ਼ੁਰੂ ਹੋਣ ਨੂੰ ਰੋਕਣ ਲਈ ਅਸੀਂ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਇੱਕ ਚਿੱਠੀ ਲਿਖੀ ਜਿਹੜੀ ਪਿਛਲੇ ਹਫ਼ਤੇ ਉਹਨਾਂ ਨੂੰ ਭੇਜੀ। ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਅਸੀਂ ਕੋਈ ਵੀ ਇੱਕ ਵਿਅਕਤੀ ਸੰਸਥਾ ਜਾਂ ਗੁਰਦੁਆਰਾ ਸਾਹਿਬ ਨਹੀਂ ਹੈਗੇ। ਅਸੀਂ ਓਨਟਾਰੀਓ BC ਕਈ ਗੁਰਦੁਆਰੇ ਜਿਹੜੇ ਸੁਸਾਇਟੀਜ਼ 40-50 ਗੁਰਦੁਆਰੇ ਜਿਹੜੇ ਅਸੀਂ ਸਾਂਝੇ ਨੇ ਇੱਕ ਬਿਆਨ ਲਿਖਿਆ ਉਹਨਾਂ ਨੂੰ ਕਿ ਅਸੀਂ ਇਸ ਹੁਕਮਨਾਮੇ ਨਾਲ ਖੜੇ ਹਾਂ ਜਿਹੜੀ 1998 ਦੇ ਨਾਲ ਆ। ਅਸੀਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਜੇ ਉਹ ਪ੍ਰਿੰਟਿੰਗ ਬਾਹਰ ਕਰਨਾ ਚਾਹੁੰਦੇ ਹਾਂ, ਜੇ ਉਹ ਚਾਹੁਣ ਕੈਨੇਡਾ ਦੇ ਵਿੱਚ, ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ, ਪਰ ਸਿਰਫ ਉਹਨਾਂ ਦੀ ਅਗਵਾਈ ਹੇਠ। ਅਸੀਂ ਆਪ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਕਿਸੇ ਇੱਕ ਵਿਅਕਤੀ ਨੂੰ ਵੱਲੋਂ ਵੀ ਇਹ ਦੇਖਣਾ ਨਹੀਂ ਚਾਹੁੰਦੇ। ਸੋ ਉਹ ਇਸ ਤੇ ਗੌਰ ਕਰਨ ਤੇ ਸਾਡੇ ਨਾਲ ਟੈਲੀ ਕਾਨਫਰੰਸ ਜਾਂ ਹੋਰ ਰਾਹੀਂ ਸਾਡੇ ਨਾਲ ਵਿਚਾਰ ਕਰਨ। ਇਹਦੇ ਵਿੱਚ ਭਾਈ ਜਿਹੜੀ ਗੱਲ ਉੱਭਰ ਕੇ ਹੁਣ ਬਾਹਰ ਨਿਕਲੀ ਹੈ ਤੇ ਸਾਰਿਆਂ ਦੇ ਮੂਹਰੇ ਗੱਲ ਆਈ ਹੈ, ਉਹ ਤਾਂ ਜਿਆਦਾ ਹੁਣ ਚਰਚਾ ਹੋਈ ਹੈ ਕਰਕੇ ਆਈ ਫੀਲ ਕਿ ਜਿਹੜੀ ਘਰ ਦੇ ਵਿੱਚ ਪ੍ਰਿੰਟਿੰਗ ਹੋਈ ਸੀ ਉਹਦੇ ਵਿੱਚ ਸਾਨੂੰ ਇੱਕ ਮੀਟਿੰਗ ਦੇ ਵਿੱਚ ਭਾਈ ਰਮਨ ਸਿੰਘ ਨੇ ਦੱਸਿਆ ਕਿ ਐਟ ਲੀਸਟ 15 ਸਰੂਪ ਜਿਹੜੇ ਆ ਪ੍ਰਿੰਟ ਹੋ ਚੁੱਕੇ ਨੇ। ਅਸੀਂ ਉਹਨਾਂ ਨੂੰ ਜਿਹੜੀ ਸਾਡੀ ਅਖੀਰਲੀ ਮੀਟਿੰਗ ਉਹਨਾਂ ਦੇ ਨਾਲ ਸੀਗੀ ਜੁਲਾਈ ਦੇ ਵਿੱਚ, ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਮੀਡੀਏਟਲੀ ਇਹ ਤੇ ਰੋਕ ਲਾਵੋ ਕਿ ਅਸੀਂ ਕਦੀ ਵੀ ਇਸ ਦੇ ਨਾਲ ਸਹਿਮਤ ਨਹੀਂ ਸੀਗੇ। ਸਾਨੂੰ ਲਗਾਤਾਰ ਇਹ ਕਹਿ ਰਹੇ ਹਾਂ ਕਿ ਅਸੀਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰੂੰਗੇ ਸਾਂਝੇ ਤੌਰ ਤੇ ਕਿ ਉਹ ਕੀ ਚਾਹੁੰਦੇ ਆ। ਤੇ ਇਹਨਾਂ ਨੇ 15 ਸਰੂਪ ਛਾਪੇ ਵੀ ਸੀ, ਸਾਨੂੰ ਦੱਸਿਆ ਵੀ ਆ। ਉਹਨੇ ਇਹ ਵੀ ਦੱਸਿਆ ਸੀਗਾ ਕਿ ਉਹ ਟੈਸਟ ਜਿਹੜਾ ਮਸ਼ੀਨਾਂ, ਪੇਪਰ, ਕੁਆਲਿਟੀ ਸਾਰਾ ਕੁਛ ਉਹਨਾਂ ਨੇ ਟੈਸਟ ਕਰਨਾ ਸੀਗਾ। ਅਸੀਂ ਫਿਰ ਵੀ ਇਹ ਗੱਲ ਨੂੰ ਕਿਹਾ ਕਿ ਇਹ ਗੱਲ ਸ਼੍ਰੋਮਣੀ ਕਮੇਟੀ ਤੱਕ ਜਾਣੀ ਚਾਹੀਦੀ ਆ। ਅਸੀਂ ਆਪਣਾ ਜਿਹੜਾ ਚਿੱਠੀ ਵੀ ਲਿਖੀ ਆ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹਦੇ ਵਿੱਚ ਦਰਜ ਵੀ ਕੀਤਾ ਆ ਕਿ ਇੱਥੇ ਲੋਕਲ ਪ੍ਰਿੰਟਿੰਗ ਸ਼ੁਰੂ ਹੋ ਗਈ ਆ। ਇਹ ਜਿਹੜਾ ਹੁਕਮਨਾਮਾ ਆ ਉਹਦੀ ਉਲੰਘਣਾ ਆ ਤੇ ਜੇ ਕੋਈ ਕਾਰਵਾਈ ਅਕਾਲ ਤਖਤ ਸਾਹਿਬ ਨੇ ਕਰਨੀ ਹੋਊਗੀ ਹੁਣ ਉਹ ਕਰਨ। ਉਹਨਾਂ ਦੀ ਅਗਵਾਈ ਹੇਠ ਸਾਰਾ ਕੁਛ ਹੁੰਦਾ ਆ। ਪਰ ਸਾਡਾ ਫਰਜ਼ ਬਣਦਾ ਸੀਗਾ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਗੱਲ ਲਿਆਉਣੀ ਕਿ ਇੱਥੇ ਲੋਕਲੀ ਪ੍ਰਿੰਟਿੰਗ ਜਿਹੜੀ ਹੈ ਹੋਈ ਵੀ ਆ ਤੇ ਸਰੂਪ ਛਾਪੇ ਵੀ ਗਏ ਨੇ। ਤੇ ਹੁਣ ਅਸੀਂ ਹਾਲੇ ਵੀ ਉੱਥੇ ਹੀ ਖੜੇ ਹਾਂ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਸ ਮਸਲੇ ਬਾਰੇ, ਤੇ ਜੋ ਉਹਨਾਂ ਦਾ ਫੈਸਲਾ ਹੋਊਗਾ ਅਸੀਂ ਉਹਨੂੰ ਨਤਮਸਤਕ ਹਾਂ। ਕਿ ਇੱਕ ਭਾਵੇਂ ਸਾਡੇ ਕੋਈ ਸਿਆਸੀ ਖਿਆਲ ਜਿਹੜੇ ਆ ਉਹ ਡਿਫਰੈਂਟ ਹੋ ਸਕਦੇ ਆ, ਪਰ ਫਿਰ ਵੀ ਉਹ ਸਿੱਖਾਂ ਦੀ ਇੱਕ ਸਿਰਮੌਰ ਜਥੇਬੰਦੀ ਆ, ਬਹੁਤ ਕੁਰਬਾਨੀ ਤੋਂ ਬਾਅਦ ਉਹ ਹੋਂਦ ਵਿੱਚ ਆਈ। ਤੇ ਇਹ ਜਿਹੜਾ ਸਪੈਸ਼ਲੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਆ, ਇਹ ਇੱਕ ਗੁਰਦੁਆਰਾ ਜਾਂ 3 ਸੁਸਾਇਟੀਜ਼ ਜਾਂ 50 ਗੁਰਦੁਆਰਿਆਂ ਦਾ ਮਸਲਾ ਨਹੀਂ ਹੈਗਾ, ਇਹ ਦੁਨੀਆ ਭਰ ਦਾ ਪੰਥ ਦਾ ਇੱਕ ਮਸਲਾ ਆ। ਤੇ ਜੇ ਅਸੀਂ ਹੁਣ ਕਿਤੇ ਨਾ ਕਿਤੇ ਇੱਕ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਜਿਹਦੇ ਵਿੱਚ ਪ੍ਰਿੰਟਿੰਗ ਕਿਤੇ ਹੋਣ ਆਪੀ ਆ, ਫਿਰ ਤਾਂ ਇਹ ਇੱਕ ਨਾ ਜਿੱਦਾਂ ਕਹਿੰਦੇ ਇੱਥੇ ਇੰਗਲਿਸ਼ ਦੇ ਵਿੱਚ ਕਿ ਫਲੱਡ ਗੇਟਸ ਖੁੱਲ ਜਾਂਦੇ ਆ, ਫਿਰ ਤਾਂ ਇਹ ਤੇ ਰੋਕ ਲਾਉਣੀ ਬਹੁਤ ਜ਼ਿਆਦਾ ਔਖੀ ਹੋ ਜਾਣੀ ਹੈ। ਮਸੀਂ ਇਹ ਮਸਲਾ ਭਾਈ ਰਣਜੀਤ ਸਿੰਘ ਨੇ 1998 ਦੇ ਵਿੱਚ ਜਦੋਂ ਉਹ ਸਿੰਘ ਬ੍ਰਦਰਸ ਤੇ ਹੋਰਾਂ ਨੇ ਚਤਰ ਸਿੰਘ, ਜੀਵਨ ਸਿੰਘ ਹੋਰਾਂ ਨੂੰ ਰੋਕ ਲਾਈ, ਉਸ ਤੋਂ ਬਾਅਦ ਮਸੀਂ ਇਹ ਮਸਲਾ ਜਿਹੜਾ ਆ ਇਹ ਥੋੜਾ ਜਿਹਾ ਲਾਈਕ ਕੰਟਰੋਲ ਦੇ ਵਿੱਚ ਆਇਆ। ਤੇ ਹੁਣ ਇਹ ਨਾ ਹੋਵੇ ਕਿ ਆਊਟ ਆਫ ਕੰਟਰੋਲ ਚਲੇ ਜਾਏ। ਇਹਦੇ ਵਿੱਚ ਮੈਂ ਇਹ ਵੀ ਉਦੋਂ ਦੱਸਣਾ ਚਾਹੁੰਦਾ ਹਾਂ, ਭਾਈ ਰਮਨ ਸਿੰਘ ਤੇ ਭਾਈ ਬਲਵੰਤ ਸਿੰਘ ਨੇ ਸਾਡੇ ਨਾਲ ਵਚਨ ਕੀਤੇ ਸੀਗੇ ਜੁਲਾਈ ਦੇ ਵਿੱਚ ਕਿ ਅਕਤੂਬਰ ਤੱਕ ਜਦੋਂ ਤੱਕ SGPC ਦਾ ਕਹਿ ਲਓ ਕਿ ਜਵਾਬ ਨਹੀਂ ਆਉਂਦਾ ਉਹ ਕੋਈ ਪ੍ਰਿੰਟਿੰਗ ਨਹੀਂ ਕਰਨਗੇ, ਉਹ ਸਾਰਾ ਕੁਛ ਤੇ ਰੋਕ ਲਾਓਗੇ।
ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੇਵਾ ਜਿਹੜੀ ਆ ਭਾਵੇਂ ਗੁਰਦੁਆਰੇ ਕਰ ਲੈਣ ਜਾਂ SGPC ਕਰ ਲੈਣ, ਉਹ ਪਿੱਛੇ ਹਟਣ ਨੂੰ ਤਿਆਰ ਆ ਜੇ ਗੁਰਦੁਆਰੇ ਮੋਹਰੇ ਹੋ ਕੇ ਕਰਦੇ ਆ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜੋ ਉਹੀ ਕਰਨਾ ਆ ਜੋ SGPC ਦਾ ਫੈਸਲਾ ਹੋਊਗਾ। ਅਸੀਂ ਉਹਨਾਂ ਦੇ ਇਸ ਮਸਲੇ ਦੇ ਵਿੱਚ ਕਦੀ ਵੀ ਖਿਲਾਫ ਨਹੀਂ ਜਾ ਸਕਦੇ, ਨਾ ਅਸੀਂ ਹੁਕਮਨਾਮੇ ਦੀ ਕੋਈ ਵੀ ਤਰ੍ਹਾਂ ਦੀ ਉਲੰਘਣਾ ਕਰਨੀ ਹੈ। ਅਸੀਂ ਉਹ ਤੇ ਨਤਮਸਤਕ ਹਾਂ ਹਾਲੇ ਵੀ। ਸੋ ਇਹ ਸਾਰੀ ਗੱਲ ਅਸੀਂ ਕੱਲ ਜਿਹੜਾ ਉੱਥੇ ਰਾਸ਼ਟਰੀ ਗੁਰਦੁਆਰਾ ਸਾਹਿਬ ਜਿਹੜੀਆਂ ਸੁਸਾਇਟੀਆਂ ਇਕੱਠੀਆਂ ਹੋਈਆਂ ਸੀ, ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਹੁਣ ਹਰੇਕ ਆਈ ਥਿੰਕ ਮੀਡੀਆ ਚੈਨਲ ਦੇ ਉੱਤੇ ਗੱਲ ਚੱਲ ਰਹੀ ਆ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣਾ ਵੀ ਦੱਸੀਏ ਕਿ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਕਿੱਥੇ ਤੱਕ ਪਹੁੰਚੇ ਹਾਂ ਤੇ ਅਸੀਂ ਐਕਚੁਅਲੀ ਕਿਹੜੇ ਬਿਆਨ ਕੱਢੇ ਆ ਤੇ SGPC ਨਾਲ ਕੀ ਸੰਪਰਕ ਕੀਤਾ ਹੈ। ਐਟਲੀਸਟ ਸਾਡਾ ਮਿਨੀਮਮ ਜਿਹੜੀ ਸੰਗਤ ਹੈ ਉਹਨੂੰ ਇਹ ਜਾਣਕਾਰੀ ਦੇਣੀ ਸਾਡਾ ਫਰਜ਼ ਬਣਦਾ ਹੈ। ਜੀ ਮਨਿੰਦਰ ਸਿੰਘ ਜੀ, ਜੇ ਇਸ ਤਰ੍ਹਾਂ ਵੀ ਬਿਨਾਂ ਪਰਮਿਸ਼ਨ ਤਾਂ ਸ਼੍ਰੋਮਣੀ ਕਮੇਟੀ ਨੇ ਦਿੱਤੀ ਨਹੀਂ, ਫਿਰ ਜੇ ਉਹ ਛਾਪੇ ਖਾਨਣ ਲੱਗੇ, ਕੱਲ ਨੂੰ ਆਸਟ੍ਰੇਲੀਆ ਵਾਲੇ ਕਹਿਣਗੇ, ਨਿਊਜ਼ੀਲੈਂਡ ਵਾਲੇ ਕਹਿਣਗੇ, ਅਮਰੀਕਾ ਵਾਲੇ ਕਹਿਣਗੇ, ਤੇ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਸਰੂਪ ਛਪਣ ਲੱਗ ਗਏ ਤੇ ਅਸੀਂ ਤਾਂ ਮਰਨ ਮਾਰਨ ਤੇ ਕੌਮ ਖੜੀ ਆ ਵੀ ਸਾਡੇ ਗੁਰੂ ਮਹਾਰਾਜ ਦੇ ਸਰੂਪਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਦੂਜੀ ਸਾਡਾ ਦੁਸ਼ਮਣ ਵਿੱਚ ਬਾਣੀ ਆਪਣੀ ਕਰ ਰਿਹਾ ਹੈ ਤੇ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਦੇ ਲਈ ਬੰਦੇ ਸ਼ਹੀਦ ਹੋ ਰਹੇ ਨੇ ਪੰਜਾਬ 'ਚ। ਤੇ ਇਹੀ ਤਾਂ ਸਾਰਾ ਕੁਝ ਹੈ ਜਿਹਦੇ ਆਲੇ ਦੁਆਲੇ ਕੌਮ ਹੈ। ਸਾਡਾ ਜਾਗਤ ਜੋਤ ਚਬਰ ਤਖਤ ਦਾ ਮਾਲਕ ਨੇ ਇਹ 10ਵੇਂ ਪਾਤਸ਼ਾਹਾਂ ਦੀ ਜਗ੍ਹਾ 11ਵੇਂ ਪਾਤਸ਼ਾਹ ਨੇ ਸਾਡੇ। ਜੇ ਇਹਨੂੰ ਜੇ ਇੱਕ ਕਿਤਾਬ ਦੇ ਮੰਗੋ ਫਿਰ ਤਾਂ ਸਾਡਾ 78 ਦਾ ਰੌਲਾ ਹੀ ਕੋਈ ਨਹੀਂ ਸੀ। ਨਰਕ ਧਾਰੀਏ ਨਾਲ ਵੀ ਉਹ ਵੀ ਉੱਪਰੇ ਬਹਿੰਦਾ ਸੀ, ਉਹ ਕਹਿੰਦਾ ਸੀ ਇਹ ਕਿਤਾਬ ਹੈ ਤੇ ਸਾਡਾ ਦੁਸ਼ਮਣ ਵੀ ਉਹੀ ਕਹਿੰਦਾ। ਤੇ ਫਿਰ ਜੇ ਇਹਨੂੰ ਐ ਛਾਪਣ ਲੱਗਣਾ ਹੈ ਵੀ ਇੱਕ ਘਰ ਦੇ ਵਿੱਚ ਤੁਸੀਂ ਇਹਨੂੰ ਛਾਪ ਲਓ, ਇਹ ਕਹਿੰਦੇ ਨੇ ਸਾਡਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਇਸ ਨੂੰ ਇਹ ਛਾਪਣਾ। ਇਹ ਮੈਨੂੰ ਪਹਿਲਾਂ ਤਾਂ ਇੱਕ ਦੱਸੋ, ਤੁਸੀਂ ਗੁਰਦੁਆਰਾ ਸਾਹਿਬ ਦੇ ਸਪੋਕਸ ਪਰਸਨ ਹੋ, ਬਈ ਕਿੰਨੀ ਕੁ ਜ਼ਰੂਰਤ ਹੈ, ਕਿੰਨੇ ਗੁਰੂ ਮਹਾਰਾਜ ਦੇ ਸਰੂਪ ਚਾਹੀਦੇ ਨੇ? ਤੇ ਇਸ ਤਰ੍ਹਾਂ ਘਰ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਲਿਜਾਣ ਦੀ ਗੱਲ ਜਿਹੜੀ ਇਹ ਚੱਲਦੀ ਹੈ, ਡਿਮਾਂਡ ਕਿੱਥੋਂ ਆਈ ਆ ਵੀ ਜਿਹੜੀ ਇੰਨੇ ਸਰੂਪ ਚਾਹੀਦੇ? ਹਾਂਜੀ, ਇਹਦੇ ਵਿੱਚ ਜਿਹੜੀ ਹੁਣ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨ ਰਹਿਤ ਮਰਿਆਦਾ ਹੈ, ਉਹਦੇ ਵਿੱਚ ਇਹ ਵੀ ਦਰਜ ਹੈ ਕਿ ਹਰੇਕ ਸਿੱਖ ਨੂੰ ਇਹ ਯਤਨਸ਼ੀਲ ਹੋਣਾ ਚਾਹੀਦਾ ਹੈ ਕਿ ਆਪਣੇ ਘਰ ਦੇ ਵਿੱਚ ਗ੍ਰਹਿ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਆ ਪ੍ਰਕਾਸ਼ ਕਰਨ। ਉਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਮੈਸ ਪ੍ਰਿੰਟਿੰਗ ਦੇ ਪਿੱਛੇ ਲੱਗ ਜਾਈਏ। ਉਹਦਾ ਮਤਲਬ ਜਿਹੜੀ ਇੱਕ ਤਿਆਰੀ ਵੀ ਹੁੰਦੀ ਹੈ, ਐਜੂਕੇਸ਼ਨ ਹੁੰਦਾ ਹੈ। ਅਸੀਂ ਅੱਜ ਤੱਕ ਇਹ ਨਹੀਂ ਸਾਨੂੰ ਪਤਾ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਭਾਈ ਸਾਹਿਬ, ਕਿ ਸਾਨੂੰ ਇਹ ਨਹੀਂ ਪਤਾ ਕਿ ਕੈਨੇਡਾ ਦੀ ਗੱਲ ਛੱਡੀਏ ਕਿ ਸਰੀ ਦੇ ਵਿੱਚ ਕਿੰਨੇ ਮਹਾਰਾਜ ਦੇ ਸਰੂਪ ਘਰਾਂ ਦੇ ਵਿੱਚ ਨੇ। ਸਾਡੇ ਕੋਲ ਕੋਈ ਰਜਿਸਟਰੀ ਨਹੀਂ ਹੈਗੀ, ਕੋਈ ਇਨਵੈਂਟਰੀ ਨਹੀਂ ਹੈਗੀ। ਜਿਹਨੇ ਕਿਸੇ ਨੇ ਸਰੂਪ ਆਪਣੇ ਘਰਾਂ ਨੂੰ ਲਿਜਾਣੇ ਵੀ ਆ, ਉਹਨਾਂ ਦਾ ਕੋਈ ਲੱਤੇ ਮੈਂ ਇਮਤਿਹਾਨ ਨਹੀਂ ਕਹਿੰਦਾ, ਪਰ ਉਹਨਾਂ ਨੂੰ ਅਸੀਂ ਕੋਈ ਐਜੂਕੇਸ਼ਨ ਦਾ ਪ੍ਰੋਗਰਾਮ ਵੀ ਨਹੀਂ ਦਿੱਤਾ। 8-10 ਘੰਟੇ ਜਿਹਦੇ ਵਿੱਚ ਪ੍ਰਕਾਸ਼, ਸੁਖਾਸਨ, ਸੇਵਾ ਸੰਭਾਲ, ਅਰਦਾਸ, ਲੰਗਰ ਦੀ ਅਰਦਾਸ, ਕੋਈ ਸੇਵਾ ਸੰਭਾਲ ਦੀ ਗੱਲ ਆ, ਉਹ ਕਿਹੋ ਜਿਹਾ ਘਰ ਆ, ਉਹਦੇ ਵਿੱਚ ਕੋਈ ਇੰਸਪੈਕਸ਼ਨ ਆ, ਕੋਈ ਇਨਫਰਾਸਟਰਕਚਰ ਲੋਕਲੀ ਬਣੇ ਜਿਹਦੇ ਵਿੱਚ ਇੱਕ ਕ੍ਰਾਈਟੇਰੀਆ ਸੈੱਟ ਹੋਏ ਕਿ ਜੇ ਸਰੂਪ ਜਿਹੜੇ ਆ ਉਹ ਘਰਾਂ ਦੇ ਵਿੱਚ ਜਾਣੇ ਵੀ ਆ ਸ਼ਰਧਾਲੂਆਂ ਦੇ ਘਰ, ਸੰਗਤ ਦੇ ਘਰਾਂ ਦੇ ਵਿੱਚ, ਤੇ ਉਹ ਉਹਦਾ ਕੋਈ ਪ੍ਰੋਸੈਸ ਹੋਣਾ ਚਾਹੀਦਾ ਆ। ਅਸੀਂ ਜਿੰਨਾ ਚਿਰ ਉਹ ਪ੍ਰੋਸੈਸ ਨਹੀਂ ਸੈਟਅਪ ਕਰਦੇ, ਅਸੀਂ ਪ੍ਰਿੰਟਿੰਗ ਤਾਂ ਬਹੁਤ ਗਾਂਹ ਦੀ ਗੱਲ ਹੈ। ਹਾਲੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਇਹੋ ਜਿਹੇ ਕਨਵਰਸੇਸ਼ਨ ਤੇ ਵਿਚਾਰ ਹੋਣ। ਜਿੱਦਾਂ ਇਹ ਸਾਰਾ ਗੱਲ ਚੱਲ ਰਿਹਾ ਕਿ ਇਹਦੀ ਡਿਮਾਂਡ ਗੁਰਦੁਆਰੇ ਦੇ ਵਿੱਚ, ਮੈਨੂੰ ਭਾਈ ਸਾਹਿਬ 10-12 ਸਾਲ ਗੁਰਦੁਆਰਾ ਸਾਹਿਬ ਦੇ ਸਮੇਤ ਦਰਬਾਰ ਹੋ ਗਏ ਸੇਵਾ ਕਰਦੇ ਨੂੰ, ਤੇ ਬਾਕੀ ਸਾਰੇ ਗੁਰਦੁਆਰਿਆਂ ਨਾਲ ਆਬਵੀਅਸਲੀ ਜਾਣ ਪਛਾਣ ਰਹਿੰਦੀ ਹੈ ਤੇ ਅਸੀਂ ਇੱਕ ਦੂਜੇ ਨਾਲ ਸਾਂਝ ਪਾਉਂਦੇ ਰਹਿੰਦੇ ਹਾਂ। ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ ਡਿਮਾਂਡ ਹੈ, ਕਿਉਂਕਿ ਹੁਣ ਹਰੇਕ ਗੁਰਦੁਆਰੇ ਸਾਹਿਬ ਦੇ ਵਿੱਚ ਕਈ ਜਿਹੜੇ ਸਰੂਪ ਆ ਉਹ ਸੰਗਤ ਦੇ ਘਰਾਂ ਨੂੰ, ਜਿਹਨਾਂ ਨੇ ਹੁਣ ਸੇਵਾ ਸੰਭਾਲ ਨਹੀਂ ਹੁੰਦੀ, ਉਹ ਆਣ ਕੇ ਉੱਥੇ ਅਸੀਂ ਉੱਥੇ ਸੁਖਾਸਨ ਕਰਕੇ ਉੱਥੇ ਸੁਖਾਸਨ ਦੇ ਕਮਰੇ 'ਚ ਰੱਖੇ ਹੁੰਦੇ ਆ। ਉਹਦੇ ਵਿੱਚ ਹੁਣ ਕਹਿ ਲਓ ਕਿ ਜਿੱਦਾਂ ਗੁਰਦੁਆਰਾ ਸਾਹਿਬ ਦੇ ਸਮੇਤ ਦਰਬਾਰ ਆ, ਲੈਟਸ ਸੇ 35 ਤੋਂ 40 ਸਰੂਪ ਗੁਰਦੁਆਰਾ ਸਾਹਿਬ ਆ। ਸਾਨੂੰ ਪਿਛਲੇ 10-12 ਸਾਲਾਂ ਦੇ ਵਿੱਚ ਕੋਈ ਸਰੂਪ ਦੀ ਲੋੜ ਨਹੀਂ ਪਈ। ਤੇ ਏਦਾਂ ਅਸੀਂ ਜੇ ਆਂਟੇਰੀਓ ਦੇ ਗੁਰਦੁਆਰੇ ਨੂੰ ਪੁੱਛਿਆ, ਲੋਕਲੀ ਤੇ ਪੁੱਛਿਆ, ਗੁਰਦੁਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਡਿਮਾਂਡ ਹੈ ਕਿ ਗੁਰਦੁਆਰਾ ਸਾਹਿਬ ਨੂੰ ਆਪ ਕੋਈ ਸਰੂਪ ਦੀ ਲੋੜ ਹੋਵੇ। ਜਿਹੜੀ ਸੰਗਤ ਹੈ, ਸੰਗਤ ਦੇ ਵਿੱਚੋਂ ਵੀ ਬਹੁਤ ਘੱਟ ਜਿਹੜੀ ਗੁਰਦੁਆਰਾ ਸਾਹਿਬ ਤੱਕ ਡਿਮਾਂਡ ਆਉਂਦੀ ਹੈ। ਪਰ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਸਤਨਾਮ ਟਰੱਸਟ ਆ ਤੇ ਗੁਰੂ ਖਾਲਸਾ ਸਕੂਲ ਦੇ ਸੇਵਾਦਾਰ ਆ, ਪਿਛਲੇ 40 ਸਾਲਾਂ ਤੋਂ ਉਹਨਾਂ ਨੇ ਇਹ ਸੇਵਾ ਨਿਭਾਈ ਆ ਤੇ ਉਹੀ ਗੁਰਦੁਆਰਾ ਸਾਹਿਬ ਵਿੱਚ ਸਰੂਪ ਲਾ ਕੇ ਉਹਨਾਂ ਨੇ ਲਿਆਂਦੇ ਆ ਤੇ ਉਹਨਾਂ ਨੇ ਬਿਨਾਂ ਭੇਟਾ ਇਹ ਸੇਵਾ ਬਹੁਤ ਚਿਰਾਂ ਦੀ ਨਿਭਾਈ ਦੀ ਹੈ। ਸੋ ਹੋ ਸਕਦਾ ਕਿ ਉਹਨਾਂ ਨੂੰ ਇਹ ਡਿਮਾਂਡ ਥੋੜੀ ਜਿਹੀ ਦੱਸਦੀ ਹੋਵੇ। ਹੁਣ ਜੇ ਉਹ ਡਿਮਾਂਡ ਜਿਹੜੀ ਆ 100 ਸਰੂਪ ਆ, 200 ਸਰੂਪ ਆ, 300 ਸਰੂਪ ਆ ਸਾਲ ਦੇ, ਉਹਦੇ ਵਿੱਚ ਵੀ ਘਾਟ ਇਹ ਆ ਕਿ ਉਹਦੀ ਇੱਕ ਕੋਈ ਇਨਵੈਂਟਰੀ ਨਹੀਂ ਹੈਗੀ। ਜਦੋਂ 420 ਸਰੂਪ ਆਈ ਥਿੰਕ ਸੀਗੇ ਜਿਹੜੇ 2014 ਦੇ ਵਿੱਚ ਬੱਸ ਰਾਹੀਂ ਆਏ ਸੀਗੇ, ਉਹਨਾਂ ਦੀ ਵੀ ਅਸੀਂ ਕਈ ਵਾਰੀ ਗੱਲ ਪੁੱਛ ਸਕਦੇ ਹਾਂ ਕਿ ਉਹ ਕਿੱਥੇ ਨੇ ਸਰੂਪ, ਉਹਦੀ ਇਨਵੈਂਟਰੀ ਕੋਈ ਹੈਗੀ ਆ, ਕਿੱਥੇ ਭੇਜੇ ਗਏ ਸੀ, ਤੇ ਉਹ ਵੀ ਬਿਰਲਾ ਹੀ ਪਤਾ ਲੱਗਦਾ ਹੈ ਕਿ ਕਿਹਨਾਂ ਦੇ ਕੋਲ ਸਰੂਪ ਆ।
ਸੋ ਇਹ ਇੱਕ ਸਾਰਾ ਪ੍ਰੋਸੈਸ ਹੀ ਫਲॉड ਹੈ ਇਹਦੇ ਵਿੱਚ। ਤਾਂ ਹੀ ਅਸੀਂ SGPC ਨੂੰ ਇਹ ਬੇਨਤੀ ਕੀਤੀ ਸੀਗੀ ਕਿ ਜੇ ਉਹ ਬਾਹਰ ਪ੍ਰਿੰਟ ਹਾਲੇ ਵੀ ਲੱਭ ਰਹੇ ਆ ਕਿ ਅਮਰੀਕਾ 'ਚ ਹੋ ਜਾਵੇ, ਕੈਨੇਡਾ 'ਚ ਹੋ ਜਾਵੇ, ਅਸੀਂ ਉਹਨਾਂ ਦਾ ਸਹਿਯੋਗ ਦੇ ਸਕਦੇ ਹਾਂ ਅਗਵਾਈ ਹੇਠ। ਆਪ ਅਸੀਂ ਨਹੀਂ ਕਰਨਾ ਚਾਹੁੰਦੇ, ਪਰ ਉਹਦੇ ਵਿੱਚ ਇਹ ਵੀ ਗੱਲ ਆ ਕਿ ਪਹਿਲੋਂ ਇੱਕ ਕ੍ਰਾਈਟੇਰੀਆ ਤੇ ਪ੍ਰੋਸੈਸ ਸਾਡੇ ਨਾਲ ਸੈੱਟ ਕਰਨ ਕਿ ਇਹ ਨਾ ਹੋਵੇ ਕਿ ਇੱਥੇ ਅਸੀਂ ਹਰੇਕ ਮਹੀਨੇ ਕਈ 100 ਜਿਹੜੇ ਸਰੂਪ ਹੈ ਮਹਾਰਾਜ ਦੇ ਪ੍ਰਿੰਟ ਕਰੀ ਜਾਈਏ। ਉਹ ਵੀ ਕੋਈ ਸੈਂਸ ਨਹੀਂ ਮੇਕ ਕਰਦੀ ਗੱਲ, ਜਿੰਨਾ ਚਿਰ ਸਾਨੂੰ ਡਿਮਾਂਡ ਦਾ ਹੀ ਨਹੀਂ ਪਤਾ ਕਿ ਡਿਮਾਂਡ ਪੱਕੀ ਤੌਰ ਤੇ। ਹੁਣ ਜਿੱਦਾਂ ਮੈਂ ਇੱਕ ਗੋਲ ਮੋੜ ਦੀ ਗੱਲ ਤੁਹਾਨੂੰ ਕਰ ਦਿੱਤੀ, ਮੈਂ ਆਪ ਮੰਨਦਾ ਹਾਂ ਕਿਉਂਕਿ ਸਾਨੂੰ ਆਪ ਵੀ ਨਹੀਂ ਪਤਾ ਕਿ ਡਿਮਾਂਡ ਕਿੰਨੀ ਹੈ। ਅੱਛਾ, ਅਸੀਂ ਤਾਂ ਇੱਕ ਗੈਸ ਕਰ ਰਹੇ ਹਾਂ ਕਿ ਡਿਮਾਂਡ 100 ਸਰੂਪਾਂ ਦੀ ਹੈ ਜਾਂ 300 ਦੀ ਹੈ, ਬਟ ਜੇ 100 ਤੋਂ 300 ਦੀ ਸਰੂਪਾਂ ਦੀ ਵੀ ਹੈ ਤੇ ਇੱਕ ਚਾਰਟਰਡ ਫਲਾਈਟ ਦੇ ਵਿੱਚ 300 ਸਰੂਪ ਆ ਸਕਦੇ ਆ। ਤੇ ਕਈ ਰੇਡੀਓ ਪ੍ਰੋਗਰਾਮ ਤੇ ਮੈਂ ਸੰਗਤ ਦੇ ਵੱਲੋਂ ਇਹ ਸੁਣੀ ਵੀ ਹੈ ਗੱਲ ਕਿ ਜੇ ਅਸੀਂ ਮਹਾਰਾਜ ਨੂੰ ਇੰਨੇ ਲਾਈਕ ਐਜ਼ ਐਨ ਸਾਡੇ ਸਭ ਕੁਛ ਨੇ ਮਹਾਰਾਜ ਸਾਡੀ ਜ਼ਿੰਦਗੀ ਦੇ ਵਿੱਚ, ਤੇ ਜੇ ਸਾਡੇ ਗੁਰੂ ਲਈ ਅਸੀਂ ਇੱਕ ਭੇਟਾ ਜਿਹੜੀ ਆ ਉੱਥੋਂ $9 ਲੱਖ ਦੀ ਫਲਾਈਟ ਆਉਂਦੀ ਹੈ ਚਾਰਟਰਡ ਜਿਹੜੀ ਇੱਥੇ ਕੈਨੇਡਾ ਨੂੰ ਆਉਂਦੀ ਹੈ। ਤੇ ਕਈ ਸੰਗਤ ਵੱਲੋਂ ਇਹ ਆ ਕਿ ਜੇ ਅਸੀਂ $2-3 ਹਜ਼ਾਰ ਦੀ ਭੇਟਾ ਸੇਵਾ ਦੇ ਵਿੱਚ ਨਹੀਂ ਇਹ ਕਰ ਸਕਦੇ ਹਾਂ, ਫਿਰ ਅਸੀਂ ਘਰਾਂ ਦੇ ਵਿੱਚ ਕਿੰਨੀ ਕੁ ਸੇਵਾ ਕਰੂੰਗੇ ਜੇ ਅਸੀਂ ਕੋਈ ਤਨ ਮਨ ਧਨ ਦੇ ਨਾਲ ਤਿੰਨ ਚੀਜ਼ਾਂ ਦੇ ਨਾਲ ਅਸੀਂ ਸੇਵਾ ਕਰਦੇ ਹਾਂ। ਜੇ ਅਸੀਂ ਇੰਨਾ ਵੀ ਨਹੀਂ ਸੈਕਰੀਫਾਈਸ ਕਰਨ ਲਈ ਤਿਆਰ ਹਾਂਗੇ, ਫਿਰ ਅਸੀਂ ਜਿਹੜੇ ਮਹਾਰਾਜ ਦੇ ਸਰੂਪ ਹੈ ਉਹ ਘਰ ਦੇ ਵਿੱਚ ਅਸੀਂ ਕਿੰਨੀ ਕੁ ਸੇਵਾ ਸੰਭਾਲ ਕਰਾਂਗੇ। ਸੋ ਆਈ ਥਿੰਕ ਇਹ ਵੀ ਥੋੜੀ ਸਾਨੂੰ ਸਾਰੀ ਇਹ ਐਂਡ ਤੇ ਨਤੀਜਾ ਇਹ ਆ ਰਿਹਾ ਹੈ ਰਾਈਟ ਨਾਓ ਸਾਡੇ ਮਨਾਂ ਦੇ ਵਿੱਚ ਕਿ ਅਸੀਂ ਹਾਲੇ ਵੀ ਕੋਈ ਵੀ ਸਟੈਪ ਲੈਣ ਲਈ ਕਿਤੇੋਂ ਵੀ ਤਿਆਰ ਨਹੀਂ ਹੈਗੇ, ਨਾ SGPC ਤੇ ਗੁਰਦੁਆਰਾ ਸੁਸਾਇਟੀਜ਼ ਫॉर ਸ਼ੋਰ ਜਿਹੜੀਆਂ ਅਸੀਂ ਸੰਪਰਕ ਰੱਖ ਰਹੇ ਹਾਂ, ਜਿਹੜੀਆਂ 40-50 ਗੁਰਦੁਆਰਿਆਂ ਨੇ ਚਿੱਠੀ ਭੇਜੀ ਆ, ਅਸੀਂ ਤਾਂ ਬਿਲਕੁਲ ਜਿਹੜੀ SGPC ਦਾ ਫੈਸਲਾ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਹਰ ਨਹੀਂ ਜਾਣਾ। ਤੇ ਹੁਣ ਕਿਉਂਕਿ ਇਹ ਮੈਂ ਬਹੁਤ ਚਿਰਾਂ ਦਾ ਪਿਛਲੇ 20 ਵਰਿਆਂ ਤੋਂ ਵੇਖ ਰਿਹਾ, GK ਆ ਗਿਆ, ਸਰਨਾ ਆ ਗਿਆ, ਦਿੱਲੀ ਕਮੇਟੀ ਵਾਲੇ ਆ ਗਏ, ਉਹ ਜੀ ਬਸ ਛਪਾਈ ਗੁਰੂ ਮਹਾਰਾਜ ਦੇ ਸਰੂਪਾਂ ਦੀ ਪ੍ਰਿੰਟਿੰਗ ਪ੍ਰੈਸ ਸਾਡਾ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਪ੍ਰੋਜੈਕਟ ਆ। ਮੈਨੂੰ ਨਹੀਂ ਸਮਝ ਲੱਗਦੀ ਤੁਸੀਂ ਤਾਂ 9 ਲੱਖ ਦੀ ਗੱਲ ਕਹਿੰਦੇ ਹੋ ਭਾਈ ਸਾਹਿਬ, ਜਦ ਹੁਣ ਬੰਦਿਆਂ ਨੂੰ ਲਿਆਉਣ ਲਈ ਭਾਰਤ 'ਚ ਫਸਿਆ ਨੂੰ ਅਸੀਂ 1.5 ਮਹੀਨਾ ਕੰਮ ਕੀਤਾ, 3.5 ਲੱਖ ਤੋਂ 4 ਲੱਖ ਚਾਰਟਰਡ ਫਲਾਈਟ ਸੀ। ਜਰਮਨ ਦੇ ਵਿੱਚ ਲੁਫਤਾਂਜ਼ਾ ਦੀ ਸਿਸਟਰ ਕੰਪਨੀ, ਉਹਦੇ 'ਚ 300 ਸੀਟਾਂ ਨੇ। ਜੇ 4 ਲੱਖ ਦੇ ਵਿੱਚੋਂ ਆਉਂਦੀ ਆ ਤਾਂ $1,000-1,200 ਪਰ ਸੀਟ ਹੈ, ਤੇ ਉਹਦੇ ਉੱਪਰ ਵਿਛਾਈ ਕਰਕੇ ਤੇ ਉੱਪਰ ਪੂਰਾ ਉਹਨੂੰ ਗੁਰੂ ਮਹਾਰਾਜ ਦੇ ਸਰੂਪ ਰੱਖ ਕੇ ਬੈਲਟ ਉਹਦੇ ਉੱਪਰ ਰੱਖ ਕੇ ਤੁਹਾਨੂੰ ਸਫਾਈ ਕਰਕੇ ਜਹਾਜ਼ ਦੀ, ਉਹ ਜਹਾਜ਼ ਦੇ ਵਿੱਚ ਜੀ ਮੀਟ ਹੁੰਦਾ ਹੈ, ਜਹਾਜ਼ ਤੋਂ ਮੀਟ ਤੋਂ ਬਿਨਾਂ ਕਿਵੇਂ ਹੋ ਜੂ? ਬੰਦੇ 'ਚ ਕੀ ਆ? ਜਾਂ ਗੁਰੂ ਮਹਾਰਾਜ ਦੇ ਸਰੂਪ ਤੁਸੀਂ ਸੇਵਾ ਕਰਦੇ ਹੋ, ਇਨਸਾਨ ਵੀ ਹੱਡ ਮਾਸ ਦੇ ਬਣਿਆ ਹੋਇਆ, ਮੀਟ ਖਾਣਾ ਨਹੀਂ ਖਾਣਾ ਇੱਕ ਅਲੱਗ ਚੀਜ਼ ਹੈ, ਪਰ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਬਿਨਾਂ ਪਰਮਿਸ਼ਨ ਤੋਂ ਸ਼੍ਰੋਮਣੀ ਕਮੇਟੀ ਦੇ ਤੁਸੀਂ ਇਸ ਤਰ੍ਹਾਂ ਘਰਾਂ ਦੇ ਵਿੱਚ ਕਰਦੇ ਹੋ। ਇਹ ਗੱਲ ਬਿਲਕੁਲ ਠੀਕ ਆ ਕਿ ਸਾਰੇ ਭਾਈਚਾਰੇ ਦੇ ਜਿਹੜੇ ਪ੍ਰੋਮੀਨੈਂਟ ਬੰਦੇ ਨੇ ਉਹਨਾਂ ਨਾਲ ਗੱਲ ਕੀਤੀ, ਇਹ ਜਿਹੜੇ ਪੰਧੇਰ ਸਾਹਿਬ ਨੇ ਵੀ ਕੀਤੀ ਕਿ ਬਈ ਇਹ ਮੈਂ ਕਰਨਾ ਚਾਹੁੰਦਾ, ਪਰ ਹੁਣ ਉਹ ਦੱਸਣ ਦੀ ਗੱਲ ਹੋਰ ਹੈ, ਕੋਈ ਕਰਨ ਦੀ ਗੱਲ ਹੋਰ ਹੈ। ਜੇ ਤੁਸੀਂ ਪਰਮਿਸ਼ਨ ਨਹੀਂ ਲਈ ਤੇ ਤੁਸੀਂ ਆਪਣੀ ਮਰਜ਼ੀ ਨਾਲ ਇਸ ਨੂੰ ਕਿਵੇਂ ਇਸ ਤਰ੍ਹਾਂ ਛਾਪ ਸਕਦੇ ਆ, ਇਹ ਗੱਲ ਹੈ। ਤੇ ਅਖੀਰ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੋ ਮਨਿੰਦਰ ਸਿੰਘ ਜੀ? ਹਾਂਜੀ, ਇਹ ਸਿਰਫ ਇਹੀ ਹੈ ਕਿ ਸੰਗਤ ਜਿਹੜੀ ਹੈ ਉਹ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਲਾਈਕ ਅਸੀਂ ਜਿੰਨੀ ਵੀ ਆਪਣੇ ਵੱਲੋਂ ਸਾਵਧਾਨ ਹੋ ਕੇ ਅਕਾਲ ਤਖਤ ਸਾਹਿਬ ਨੂੰ SGPC ਨੂੰ ਚਿੱਠੀਆਂ ਲਿਖੀਆਂ ਆ, ਅਸੀਂ ਲੋਕਲੀ ਇਹ ਜਿਹੜੇ ਸਿੰਘ ਆ ਭਾਈ ਰੂਪਦਾਮਨ ਸਿੰਘ ਤੇ ਭਾਈ ਬਲਵੰਤ ਸਿੰਘ ਹੋਰਾਂ ਨਾਲ ਮਿਲੇ ਵੀ ਆ, ਉਹਨਾਂ ਨੇ ਵੀ ਸਾਡੀ ਕਈ ਗੱਲਾਂ ਮਨਜ਼ੂਰ ਕੀਤੀਆਂ ਆ। ਤਾਂ ਇੱਦਾਂ ਦੀ ਗੱਲ ਨਹੀਂ ਹੈਗੀ, ਪਰ ਉਹ ਬੜੇ ਇੱਕ ਸਟਰੋਂਗ ਸਟੈਂਸ ਲੈ ਰਹੇ ਆ ਕਿ ਉਹਨਾਂ ਨੇ ਅਗਾਂਹ ਪ੍ਰਿੰਟਿੰਗ ਕਰਨੀ ਹੈ, ਤੇ ਅਸੀਂ ਉਹਨਾਂ ਨੂੰ ਕੰਮ ਕਰਨ ਦੀ ਨਾਲ ਕੋਸ਼ਿਸ਼ ਕਰਦੇ ਹਾਂ ਕਿ ਇੱਦਾਂ ਦਾ ਮਸਲਾ ਨਾ ਪੈਦਾ ਹੋਵੇ। ਤੇ ਜੇ ਉਹ ਇਹ ਵੀ ਕਹਿ ਰਹੇ ਆ ਕਿ ਜੇ SGPC ਆਪ ਕਰਦੇ ਆ ਕਿ ਉਹ ਬਿਲਕੁਲ ਪਿੱਛੇ ਹਟਣ ਨੂੰ ਤਿਆਰ ਆ, ਜੋ ਵੀ ਉਹਨਾਂ ਦਾ ਸਮਾਨ ਆ ਪ੍ਰਿੰਟਿੰਗ ਪ੍ਰੈਸ ਜਾਂ ਕੁਛ ਵੀ ਆ ਉਹ ਸਾਰਾ ਕੁਝ ਉਹ ਸੇਵਾ ਦੇ ਵਿੱਚ ਦੇ ਦੂਗੇ ਇਸ ਕਾਰਜ ਲਈ। ਆਈ ਥਿੰਕ ਉਹ ਇੱਕ ਫਰਸਟ੍ਰੇਸ਼ਨ ਦੇ ਵਿੱਚ ਉਹ ਲੰਘ ਰਹੇ ਆ, ਜਿਹਦੇ ਵਿੱਚ ਇਹ ਸਾਰਾ ਇੱਕ ਹੀ ਭਾਈਚਾਰਾ ਆ ਹਾਲੇ, ਲਾਈਕ ਆਪਣੇ ਸਿੱਖਾਂ ਦਾ ਇੱਥੇ ਲੋਕਲੀ। ਅਸੀਂ ਵੀ ਨਹੀਂ ਕੋਈ ਲੜਾਈ ਜਾਂ ਫੁੱਟ ਦੇਖਣਾ ਚਾਹੁੰਦੇ ਇਹਦੇ ਵਿੱਚ, ਪਰ ਜਿੱਥੇ ਇਹ ਮਸਲਾ ਆ ਉਹਦੇ ਵਿੱਚ ਅਸੀਂ ਕਹੂੰਗੇ ਕਿ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਇੰਤਜ਼ਾਰ ਕਰੋ, ਇੱਥੇ ਹੋਰ ਵਿਚਾਰ ਹੋਣੇ ਚਾਹੀਦੇ ਆ ਜਿਹੜੇ ਇੱਥੇ ਆਪਣੀ ਸੂਝਵਾਨ ਸੱਜਣ ਨੇ। ਇਹਦਾ ਮਤਲਬ ਇਹ ਨਹੀਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕਮੇਟੀਆਂ ਦੇ ਵਿੱਚ ਸਾਡੇ ਵਰਗੇ ਅਸੀਂ ਸਾਰਿਆਂ ਤੋਂ ਜ਼ਿਆਦਾ ਸਿਆਣੇ ਆ, ਪਰ ਸਾਡੇ ਕੋਲ ਇੱਕ ਜ਼ਿੰਮੇਵਾਰੀ ਜਿਹੜੀ ਆ, ਅਸੀਂ ਜੇ ਉਹ ਨਹੀਂ ਨਿਭਾਉਂਦੇ ਫਿਰ ਸਾਡੀ ਵੀ ਇਹਦੇ ਵਿੱਚ ਗਲਤੀ ਹੈ ਤੇ ਅਸੀਂ ਵੀ ਉਨੇ ਹੀ ਦੋਸ਼ੀ ਹਾਂ ਜੇ ਅਸੀਂ ਇਸ ਗੱਲ ਨੂੰ ਨਹੀਂ ਸਾਰਿਆਂ ਦੇ ਮੂਹਰੇ ਰੱਖਦੇ। ਸੋ ਮੈਂ ਤਾਂ ਸਿਰਫ ਇਹੀ ਬੇਨਤੀ ਕਰਨਾ ਹੀ ਚਾਹੁੰਦਾ ਹਾਂ ਕਿ ਇਹ ਜਿਹੜਾ ਮਸਲਾ ਹੈ ਇਹ ਕਿਤੇ ਤੱਕ ਨਹੀਂ ਹਾਲੇ ਪਹੁੰਚਿਆ, ਇਹ ਸ਼੍ਰੋਮਣੀ ਕਮੇਟੀ ਦੇ ਅੱਗੇ ਗਿਆ ਆ। ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ ਕਿ ਇੱਥੇ ਲੋਕਲੀ ਕੀ ਹੋਇਆ ਹੈ। ਜੇ ਉਹਨਾਂ ਨੇ ਕੋਈ ਵੀ ਕਾਰਵਾਈ ਕਰਨੀ ਆ, ਹੁਣ ਉਹਨਾਂ ਦੇ ਹੱਥ ਦੇ ਵਿੱਚ ਹੈ ਉਹ ਕਿਹੜੀ ਕਾਰਵਾਈ ਹੋਊਗੀ, ਪਰ ਇਹਦੇ ਵਿੱਚ ਇਹ ਵੀ ਹੈ ਕਿ ਜਿਹੜਾ ਵੀ ਉਹ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਕੰਮ ਕਰਨ ਲਈ ਤਿਆਰ ਹਾਂ।
ਪਰ ਉਹ ਜਿਹੜਾ ਅਸੀਂ ਹਾਲੇ ਵੀ ਉਹ ਜਿਹੜਾ 1998 ਦਾ ਹੁਕਮਨਾਮਾ ਆ ਭਾਈ ਰਣਜੀਤ ਸਿੰਘ ਵੱਲੋਂ ਜਾਰੀ ਕੀਤਾ ਹੋਇਆ ਕਿ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਹੀ ਪ੍ਰਿੰਟਿੰਗ ਹੋ ਸਕਦੀ ਹੈ, ਅਸੀਂ ਉਹਦੇ ਨਾਲ ਹੀ ਹਾਲੇ ਤੱਕ ਖੜੇ ਹਾਂ। ਪਰ ਮਨਿੰਦਰ ਸਿੰਘ ਜੀ, ਰਾਜਸੀ ਇੱਕ ਪਾਰਟੀ ਇਨਵੋਲਵ ਹੈ ਉਹਦੇ ਨਾਲ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਧਾਨਗੀ ਤੋਂ ਲੈ ਕੇ ਥੱਲੇ ਬਥੇਰੇ ਜਿਹੜੇ ਨੇ ਭਗੌੜੇ ਨੇ 84 ਦੇ, ਕਿਸੇ ਨੇ ਕੁਛ ਕਰਪਸ਼ਨ ਕਰਕੇ ਕੋਈ ਕਰਪਟ ਬੰਦੇ ਨੂੰ ਪੈਸੇ ਧੇਲੇ ਦੇ ਵਿੱਚ ਜੇ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ ਤੇ ਫਿਰ ਬਾਹਰਲੀ ਸਿੱਖ ਸੰਗਤ ਕੀ ਕਰੂਗੀ ਜੀ? ਆਈ ਥਿੰਕ ਜੇ ਇੱਦਾਂ ਦੀ ਗੱਲ ਆਉਂਦੀ ਹੈ ਬਾਹਰ ਤੇ ਉਹਦੇ ਖਿਲਾਫ ਵੀ ਪਏ ਜੇ ਇਹ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਜੇ ਇਹੀ ਪ੍ਰੋਸੈਸ ਆ ਇਹ ਤਾਂ ਉਹਦੇ ਖਿਲਾਫ ਲਾਈਕ ਬੰਦਿਆਂ ਨੂੰ ਖੜਨਾ ਪਊਗਾ ਇੱਥੇ ਜਿਹੜੀ ਸੰਗਤ ਆ ਕਿ ਜਿਹੜੇ ਇੱਕ ਵੀ ਕੋਈ ਵੀ ਇੰਡੀਵਿਜੂਅਲ ਵਿਅਕਤੀ ਜਿਹੜਾ ਆ ਭਾਵੇਂ ਉਹ ਸ਼੍ਰੋਮਣੀ ਕਮੇਟੀ, ਹੁਣ ਅਸੀਂ ਕਹਿ ਸਕਦੇ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਸਹੀ ਫੈਸਲੇ ਲੈਂਦੀ ਹੈ ਅਸੀਂ ਉਹਦੇ ਨਾਲ ਸਹਿਮਤ ਹੈਗੇ ਹਾਂ। ਪਰ ਜੇ ਇੱਦਾਂ ਦਾ ਫੈਸਲਾ ਆ ਜਾਂਦਾ ਹੈ ਜਿਹਦੇ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਆ ਕਿਸੇ ਇੱਕ ਇੰਡੀਵਿਜੂਅਲ ਦੀ ਕੋਈ ਪ੍ਰਾਪਰਟੀ ਨਹੀਂ ਹੁੰਦੇ, ਇਹ ਤਾਂ ਸਾਡੇ ਤੱਕ ਸ਼ਬਦ ਗੁਰੂ ਆ, ਜੇ ਇੱਦਾਂ ਦੀ ਕੋਈ ਸ਼੍ਰੋਮਣੀ ਕਮੇਟੀ ਵੀ ਜਿਹੜੀ ਆ ਉਹ ਵੀ ਸਿੱਖਾਂ ਦੀ ਜਥੇਬੰਦੀ ਆ ਤੇ ਇਹ ਤੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਜਿਹਦਾ ਕਮਰ ਕਸੇ ਕਰਕੇ ਵਚਨਬੰਦ ਹੋਣਾ ਪੈਣਾ ਹੈ ਕਿ ਜੇ ਇੱਦਾਂ ਦੇ ਕੋਈ ਫੈਸਲੇ ਲਏ ਵੀ ਜਾਂਦੇ ਆ ਉਹਨਾਂ ਚਿਰ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜਿੰਨਾ ਚਿਰ ਇਹ ਜਿਹੜੇ ਆ ਇਹ ਹੁਕਮਨਾਮੇ ਦੇ ਨਾਲ ਤੁਰਦੇ ਆ। ਜੇ ਜਿੱਦਾਂ ਤੁਸੀਂ ਕਿਹਾ ਕਿ ਕਰਪਸ਼ਨ ਰਾਹੀਂ ਜਾਂ ਕੰਪਰੋਮਾਈਜ਼ ਰਾਹੀਂ ਕੋਈ ਫੈਸਲੇ ਹੁੰਦੇ ਆ ਇਹ ਕੌਮ ਨੂੰ ਆਪਣਾ ਜਿਹੜਾ ਆ ਫਰਜ਼ ਆਪੀ ਸੰਭਾਲਣਾ ਪੈਣਾ ਹੈ ਕਿ ਅਸੀਂ ਇਹ ਜਿਹੜੇ ਸਿਚੁਏਸ਼ਨ ਨਾਲ ਕਿੱਦਾਂ ਨਜਿੱਠਣਾ ਹੈ। ਧੰਨਵਾਦ ਭਾਈ ਸਾਹਿਬ, ਬਹੁਤ ਬਹੁਤ ਤੁਹਾਡੇ ਸਮੇਂ ਲਈ। ਤੇ ਫਿਰ ਮੈਂ ਹੁਣ ਬ੍ਰੇਕ ਤੋਂ ਬਾਅਦ ਸੰਗਤ ਲੋਕ ਸੁਣਨ ਵਾਲੇ ਨੇ ਉਹਨਾਂ ਦੀ ਇਨਪੁਟ ਲੈਣਾ ਜੀ। ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਨੇ ਸਰਦਾਰ ਮਨਿੰਦਰ ਸਿੰਘ ਜਿਹੜੇ ਸਪੋਕਸ ਪਰਸਨ ਨੇ BC ਗੁਰਦੁਆਰਾ ਕੌਂਸਲ ਦੇ। ਤੁਸੀਂ ਸੁਣਿਆ ਇੱਥੇ ਤਾਂ ਮਹਿਤੇ ਚਾਵਲੇ ਹੋਣੀ ਗੇੜੇ ਕੱਢਦੇ ਫਿਰਦੇ ਆ, ਮਹਿਤਾ ਲਾਈਨ 'ਚ ਲੱਗਿਆ ਬੈਠਾ, ਕੱਲ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਲਈ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਉਹ, ਤੇ ਪੈਸਿਆਂ ਦੇ ਨਹੀਂ ਕੋਈ ਬੰਦਾ ਜੇਬ ਕਰਕੇ ਗਰਮ ਉਹਨਾਂ ਦੀ, ਕੱਲ ਨੂੰ ਕੋਈ ਉੱਥੋਂ ਲੈ ਕੇ ਪਰਸੋਂ ਨੂੰ ਮੈਂ ਦੇ ਦੂੰਗਾ $5 ਲੱਖ ਤੇ ਮੈਨੂੰ ਦੇ ਦਿਓ ਮੇਰੀ ਇੱਥੇ ਪ੍ਰਿੰਟਿੰਗ ਪ੍ਰੈਸ, ਇਹ ਨਾਵਲ ਛਪਦੇ ਆ ਕਿਸੇ ਦੇ। ਔਰ ਜੇ ਪਰਮਿਸ਼ਨ ਨਹੀਂ ਉਹਨਾਂ ਨੇ ਦਿੱਤੀ, ਕਿਹੜੇ ਕੰਮ ਨੇ ਜਿਹੜਾ ਕੋਈ ਜਾਂ ਤਾਂ ਦੱਸੋ ਲੋਕਾਂ ਦੇ ਵੀ ਆਹ ਕੰਮ ਅੜ ਗਿਆ, ਇਹ ਸਾਨੂੰ ਇੱਥੇ ਪ੍ਰਿੰਟ ਕਰਨੇ ਪੈਣਾ, ਇਹ ਗੁਰੂ ਮਹਾਰਾਜ ਦੇ ਸਰੂਪ ਬਣਾਉਣ ਪਏ, ਸਾਡੀ ਐਡੀ ਕਮੀ ਹੋ। ਇਹ ਤੁਹਾਡੀ ਮਰਿਆਦਾ ਵੀ 25 ਅਖੰਡ ਪਾਠ ਸਾਹਿਬ ਤੁਸੀਂ ਰੱਖ ਕੇ ਗੁਰੂ ਘਰ 'ਚ ਬਹਿ ਜਾਂਦੇ ਹੋ, ਕਿ ਇਹ ਮਰਿਆਦਾ 25 ਗੁਰੂ ਅਖੰਡ ਪਾਠਾਂ ਦੀ ਇੱਕੋ ਵਾਰ? ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਆ ਫਿਰ ਉਹਦੇ ਤੇ ਚੱਲ ਕੇ ਆਪਾਂ ਇਸ ਨੂੰ ਸਹੀ ਕਰੀਏ। ਬਾਕੀ ਸੁਣਨ ਵਾਲਿਆਂ ਦੇ ਮੈਂ ਵਿਚਾਰ ਤੁਸੀਂ ਆਪਣੇ ਫੋਨ ਕਰਿਓ। ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦਾ। 1844 247 1550। ਮੈਂ ਕਾਲਰਸ ਨੂੰ ਬੇਨਤੀ ਕਰਾਂ ਜੀ, 11:30 ਵਜੇ ਅਮਨ ਖਹਿਰਾ ਉਹਨਾਂ ਦੀ ਇੰਟਰਵਿਊ ਸੀ, ਥੋੜੀ ਜੀ ਸਾਨੂੰ ਲੇਟ ਕਰਨੀ ਪਈ ਕਿਉਂਕਿ ਗੱਲਬਾਤ ਸ਼ੁਰੂ ਹੋ ਗਈ ਮਨਿੰਦਰ ਉਹਨਾਂ ਨਾਲ। ਅਮਨ ਖਹਿਰਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਅਕੋਮੋਡੇਟ ਕੀਤਾ। ਤੁਹਾਡੇ ਨਾਲ ਮੈਂ 12:20 ਤੋਂ ਬਾਅਦ ਇਹ ਮਸਲਾ ਵਿਚਾਰਾਂਗਾ। 12:20 ਤੇ ਤੁਸੀਂ ਪਲੀਜ਼ ਸਾਰੇ ਫੋਨ ਕਰਿਓ। ਬਹੁਤ ਬਹੁਤ ਧੰਨਵਾਦ। ਅਮਨ ਜੀ ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਧੰਨਵਾਦ ਜੀ। ਤੇ ਬਹੁਤ ਬਹੁਤ ਤੁਸੀਂ ਅਕੋਮੋਡੇਟ ਕੀਤਾ, ਥੋੜੀ ਜਿਹੀ ਗੱਲ ਮੇਰੀ ਅੱਗੇ ਹੋ ਗਈ ਸੀ। ਅੱਛਾ, ਫਾਰਮਰਸ ਦੀ ਹੁਣ ਸਾਡਾ ਇੱਕੋ ਹੀ ਆ ਵੀ ਸਾਡਾ ਭਾਈਚਾਰਾ ਉੱਥੇ ਜਿਹੜਾ ਫਾਰਮਿੰਗ ਕਰਦਾ, ਖੇਤੀ ਖਤਮ ਹੋ ਰਹੀ ਹੈ, ਜ਼ਮੀਨਾਂ ਇਕੱਠੀਆਂ ਸਰਕਾਰਾਂ ਨੇ ਵੇਚ ਦੇਣੀਆਂ ਨੇ ਜਿਸ ਤਰ੍ਹਾਂ ਪਲੈਜ ਹੋਈਆਂ ਹੋਏ ਨੇ। ਹੁਣ ਲੋਕ ਚਾਹੁੰਦੇ ਆ ਵੀ ਅਸੀਂ ਉੱਥੋਂ ਖੇਤੀ ਕਰਦੇ ਕਰਦੇ ਇੱਥੇ ਨੂੰ ਆ ਜਾਈਏ। ਮੈਨੀਟੋਬਾ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ 'ਚ ਬਹੁਤ ਲੋਕ ਸੱਦੇ, BC 'ਚ ਪਤਾ ਨਹੀਂ ਮੈਨੂੰ ਵੀ ਕਿੰਨੇ ਕੁ ਆ ਰਹੇ ਨੇ, ਹਲੇ ਵੀ ਪ੍ਰੇਰੀਜ਼ ਦੇ ਵਿੱਚ ਲੋਕ ਫਾਰਮਰਸ ਕਮਿਊਨਿਟੀ 'ਚ ਆ ਰਹੇ ਨੇ। ਮੈਨੂੰ ਇਹ ਵੀ ਪਤਾ ਲੱਗਿਆ ਐਟਲਾਂਟਿਕ ਕੈਨੇਡਾ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵਗੈਰਾ ਜ਼ਮੀਨ ਲੈ ਕੇ ਲੋਕਾਂ ਨੂੰ ਇਮੀਗ੍ਰੇਸ਼ਨ ਹੋਈ ਹੈ। ਸੋ ਜੇ ਕਿਸੇ ਫਾਰਮਰ ਨੇ ਆਉਣਾ ਹੋਵੇ, ਸਿੱਧੇ ਸਾਫ਼ ਸਪਸ਼ਟ ਸ਼ਬਦਾਂ 'ਚ ਸਮਝਾਇਓ ਕਿ ਕਿੰਨੀ ਕੁ ਮਨੀ ਦੀ ਲੋੜ ਆ, ਕੀ ਕੁਆਲੀਫਿਕੇਸ਼ਨ ਆ, ਕਿਸ ਤਰ੍ਹਾਂ ਆ ਸਕਦੇ ਨੇ ਫਾਰਮ, ਉੱਥੇ ਕਿੰਨਾ ਚਿਰ ਰੱਖਣਾ ਪਊ, ਇਹਦੇ ਬਾਰੇ ਜਾਣਕਾਰੀ ਦਿਓ ਜੀ। ਜੀ ਬਿਲਕੁਲ, ਜਿਹੜੇ ਫਾਰਮਿੰਗ ਇੱਕ ਮੇਜਰ ਕਿੱਤਾ ਹੈਗਾ ਖਾਸ ਕਰਕੇ ਪੰਜਾਬ ਦੇ ਵਿੱਚ, ਔਰ ਜ਼ਿਆਦਾ ਜਿਹੜੇ ਲੋਕ ਇਨਕਲਾਈਨਡ ਹੈ, ਚਾਹੇ ਉਹ ਪੰਜਾਬ ਹੋਇਆ ਜਾਂ ਗੁਜਰਾਤ ਹੋਇਆ, ਉੱਥੋਂ ਜਿਹੜੇ ਫਾਰਮਿੰਗ ਸੈਕਟਰ 'ਚ ਲੋਕ ਨੇ ਉਹੀ ਸਭ ਤੋਂ ਜ਼ਿਆਦਾ ਪੀੜਤ ਨੇ, ਖਾਸ ਕਰਕੇ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ। ਉਹੀ ਡਿਸਾਈਡ ਕਰਦੇ ਨੇ ਕੈਨੇਡਾ ਦੇ ਵਿੱਚ ਮੂਵ ਕਰਨਾ। ਨਾ ਕੋਸ਼ਿਸ਼ ਫਾਰਮਰ ਦੀ ਇਹ ਹੁੰਦੀ ਸੀ, ਜਿਵੇਂ ਪਿਛਲੇ ਟਾਈਮ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਵੀ ਮੈਂ ਆਪਣੀ ਜਿਹੜੀ ਜ਼ਿੰਦਗੀ ਹੈ ਇੱਥੇ ਪੰਜਾਬ ਦੇ ਵਿੱਚ ਬਿਤਾ ਲਈ ਹੈ। ਸੋ ਮੈਂ ਆਪਣੀ ਜਿਹੜੀ ਨੈਕਸਟ ਜਨਰੇਸ਼ਨ ਹੈ, ਆਪਣੇ ਜਿਹੜੇ ਬੱਚੇ ਨੇ, ਉਹਨਾਂ ਨੂੰ ਮੈਂ ਕੈਨੇਡਾ ਪੜ੍ਹਨ ਭੇਜਦਾ ਤਾਂ ਪੜ੍ਹ ਕੇ ਉਹ ਆਪਣੀ ਇਮੀਗ੍ਰੇਸ਼ਨ ਲੈ ਲੈਣ ਤੇ ਉਹ ਤੋਂ ਬਾਅਦ
ਬਜ਼ੁਰਗ ਜਦੋਂ ਹੋ ਜਾਣਗੇ ਤੇ ਸਾਨੂੰ ਵੀ ਉਹ ਬੁਲਾ ਲੈਣਗੇ। ਸੋ ਇੱਕ ਯੂਜੂਅਲ ਟ੍ਰੈਂਡ ਹੁੰਦਾ ਸੀ ਕਾਫੀ ਲੰਬੇ ਸਮੇਂ ਤੋਂ, ਔਰ ਇਹ ਸਕਸੈਸਫੁਲ ਟ੍ਰੈਂਡ ਵੀ ਰਿਹਾ ਕਿਉਂਕਿ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਲੈਣੀ ਕਾਫੀ ਆਸਾਨ ਹੁੰਦੀ ਸੀ ਇੱਥੇ। ਬਟ ਹੁਣ ਕੀ ਹੋਇਆ, ਹੁਣ ਜਿਹੜੀਆਂ ਚੇਂਜਸ ਕੁਝ ਕੰਡੀਸ਼ਨਸ ਬਦਲੀਆਂ ਨੇ ਬਿਕੋਜ਼ ਆਫ ਕੋਵਿਡ, ਬਿਕੋਜ਼ ਆਫ ਜਿਹੜੀ ਕਰੰਟ ਗਵਰਨਮੈਂਟ ਸੀ ਇੰਡੀਆ ਦੀ, ਉਹ ਕੋਈ ਇਕਨੋਮਿਕ ਜਿਹੜੀ ਬੈਨੀਫਿਟ ਨਾ ਪਹੁੰਚਾ ਸਕੀ ਫਾਰਮਰਸ ਨੂੰ। ਉਸ ਨਿਰਾਸ਼ਾ ਕਰਕੇ ਹੁਣ ਫਾਰਮਰਸ ਨੇ ਡਿਸਾਈਡ ਕੀਤਾ ਵੀ ਜਿਹੜਾ ਇਮੀਗ੍ਰੇਸ਼ਨ ਹੈ ਅਸੀਂ ਉਹ ਪੂਰੇ ਪਰਿਵਾਰ ਦੇ ਸਮੇਤ ਕੈਨੇਡਾ ਦੇ ਵਿੱਚ ਲੈ ਲਈਏ। ਸੋ ਪਿਛਲੇ ਸਮੇਂ ਦੇ ਵਿੱਚ ਬਹੁਤ ਆਰਟੀਕਲਸ ਵੀ ਛਪੇ ਵੀ ਤੁਸੀਂ 50 ਲੱਖ ਰੁਪਈਆ ਲਗਾਓ ਤੇ ਤੁਸੀਂ ਫਾਰਮ ਲੈ ਕੇ ਕੈਨੇਡਾ ਦੇ ਵਿੱਚ ਆ ਸਕਦੇ ਹੋ। ਨਾ ਇਹ ਤੁਹਾਨੂੰ ਬਹੁਤ ਆਸਾਨ ਲੱਗਦਾ ਬਈ ਜੀ, ਇਹ ਪ੍ਰੋਸੈਸ ਜਿਹੜਾ ਪਾਥਵੇ ਹੈ ਉਹ ਕਾਫੀ ਡਿਫਿਕਲਟ ਪਾਥਵੇ ਹੈ। ਐਪਲੀਕੇਸ਼ਨ ਕਰੀ ਜਾ ਸਕਦੀ ਹੈ ਬਟ ਉਹਦੇ 'ਚ ਜਿਹੜੇ ਤੁਹਾਡੇ ਚਾਂਸਿਸ ਨੇ ਉਹ ਬਹੁਤ ਘੱਟ ਚਾਂਸਿਸ ਬਣਦੇ ਨੇ ਬਿਕੋਜ਼ ਜਿਹੜੀਆਂ ਫਾਰਮਿੰਗ ਟੈਕਨੀਕਸ ਇੰਡੀਆ ਦੇ ਵਿੱਚ ਨੇ ਤੇ ਫਾਰਮਿੰਗ ਕੈਨੇਡਾ ਦੇ ਵਿੱਚ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਨਵੈਸਟਮੈਂਟ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਸ ਦੇ ਵਿੱਚ ਤੁਸੀਂ ਜਦੋਂ ਕੋਈ ਫਾਰਮਰ ਕੈਨੇਡਾ ਦੇ ਵਿੱਚ ਲੈਂਡ ਕਰਦਾ ਹੈ, ਕਿਸੇ ਵੀ ਪ੍ਰੋਗਰਾਮ ਜਿਹੜਾ ਇਕਨੋਮਿਕ ਸਟਰੀਮ ਦੇ ਵਿੱਚ ਆਉਂਦਾ ਜਿੱਥੇ ਉਹ ਐਜ਼ ਅ ਇਨਵੈਸਟਰ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ, ਤਾਂ ਫਿਰ ਉਹਨਾਂ ਨੂੰ ਸਭ ਤੋਂ ਪਹਿਲਾਂ ਇੱਕ ਫਿਜ਼ੀਬਿਲਿਟੀ ਸਟੱਡੀ ਰਿਪੋਰਟ ਸਬਮਿਟ ਕਰਨੀ ਪੈਂਦੀ ਹੈ ਜਿਹਦੇ 'ਚ ਉਹਨਾਂ ਨੂੰ ਸਾਬਤ ਕਰਨਾ ਪੈਂਦਾ ਵੀ ਜੇ ਉਹ ਐਕਸ ਅਮਾਊਂਟ ਆਫ ਇਨਵੈਸਟਮੈਂਟ, ਸਰਕਾਰ ਨੇ ਤਾਂ ਜਿਵੇਂ $1 ਲੱਖ ਹੀ ਮੰਗੇ ਨੇ ਇਨਵੈਸਟਮੈਂਟ ਦੇ, ਪਰ $1 ਲੱਖ ਦੇ ਵਿੱਚ ਕੀ ਉਹ ਆਪਣੇ ਪੂਰੇ ਪਰਿਵਾਰ ਨੂੰ ਪਾਲ ਸਕੇਗਾ ਕਿ ਨਹੀਂ ਪਾਲ ਸਕੇਗਾ। ਸੋ ਇਹ ਜਿਹੜਾ ਫਿਜ਼ੀਬਲ ਟੈਸਟ ਹੈ ਇਹਦੇ 'ਚ ਉਹ ਫੇਲ ਹੋ ਜਾਂਦੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਇਨਵੈਸਟਮੈਂਟ ਹੈ ਉਹ ਮਿਨੀਮਮ ਸਰਕਾਰ ਨੇ ਰੱਖੀ ਹੋਈ ਹੈ 1 ਲੱਖ, ਜਿਹੜੀ ਕਿ ਬਹੁਤ ਹੀ ਘੱਟ ਇਨਵੈਸਟਮੈਂਟ ਹੈ ਜੇ ਕਿਸੇ ਨੇ ਫਾਰਮ ਕਿੱਤੇ ਦੇ ਵਿੱਚ ਕੈਨੇਡਾ ਦੇ ਵਿੱਚ ਐਸਟੈਬਲਿਸ਼ ਹੋਣਾ। ਬਟ ਅਦਰਵਾਈਜ਼ ਕਈ ਪ੍ਰੋਵਿੰਸਿਸ ਹੈਗੀਆਂ ਜਿਨ੍ਹਾਂ ਨੇ ਬੜੀ ਡੀਸੈਂਟ ਅਮਾਊਂਟਸ ਰੱਖੀਆਂ ਹੋਈਆਂ ਨੇ, ਜਿਵੇਂ ਮੈਨੀਟੋਬਾ ਹੋ ਗਿਆ ਜਾਂ ਪ੍ਰਿੰਸ ਐਡਵਰਡ ਆਈਲੈਂਡ ਹੋ ਗਿਆ, ਜਿਹੜੇ ਸਿਰਫ ਕਹਿੰਦੇ ਨੇ ਵੀ ਸਾਡੇ ਕੋਲੋਂ ਤੁਸੀਂ $1.5 ਲੱਖ ਦੀ ਜਿਹੜੀ ਹੈ ਜ਼ਮੀਨ ਲਓ ਤੇ ਤੁਸੀਂ ਫਿਜ਼ੀਬਿਲਿਟੀ ਟੈਸਟ ਜਾਂ ਫਿਜ਼ੀਬਿਲਿਟੀ ਜਿਹੜੀ ਰਿਪੋਰਟ ਸਾਨੂੰ ਸਬਮਿਟ ਕਰੋ ਤੇ ਫਿਰ ਤੁਸੀਂ ਜਿਹੜੀ ਇਮੀਗ੍ਰੇਸ਼ਨ ਹਾਸਲ ਕਰ ਸਕਦੇ ਹੋ। ਨਾ ਇਹਦੇ ਵਿੱਚ ਫਾਰਮਰਸ ਜਿਹੜੇ ਨੇ ਉਹੀ ਸਕਸੈਸਫੁਲ ਫਿਜ਼ੀਬਿਲਿਟੀ ਰਿਪੋਰਟਸ ਹੋਈਆਂ ਨੇ ਜਿੱਥੇ ਉਹ ਕੋਈ ਲੌਂਗ ਟਰਮ ਜਿਹੜੀ ਹੈ ਆਪਣੀ ਇਨਵੈਸਟਮੈਂਟ ਪਲਾਨ ਸਬਮਿਟ ਕਰ ਸਕਦੇ ਨੇ। ਫਰਜ਼ ਕੀਤਾ ਤੁਸੀਂ ਔਰ ਤੁਹਾਡੀ ਜਿਹੜੀ ਐਕਟਿਵ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਉਸ ਕਿੱਤੇ ਦੇ ਵਿੱਚ। ਇਹ ਨਹੀਂ ਹੈਗਾ ਵੀ ਤੁਸੀਂ ਇੱਕ ਫਾਰਮ ਬਾਏ ਕਰ ਲਿਆ ਜਾਂ ਫਾਰਮ ਖਰੀਦ ਲਿਆ ਜਾਂ ਔਰਚਰਡ ਖਰੀਦ ਲਿਆ, ਉਹਨੂੰ ਅੱਗੇ ਤੁਸੀਂ ਰੈਂਟ ਕਰਤਾ, ਉਹ ਪੈਸਿਵ ਇਨਵੈਸਟਮੈਂਟ ਗਿਣਿਆ ਜਾਂਦਾ, ਉਹਦੀ ਐਪਲੀਕੇਸ਼ਨ ਤੁਹਾਡੀ ਨਾਮਨਜ਼ੂਰ ਹੋ ਜਾਏਗੀ। ਬਟ ਜਿਹੜੀਆਂ ਐਪਲੀਕੇਸ਼ਨ ਐਜ਼ ਅ ਇਨਵੈਸਟਰ ਤੁਸੀਂ ਫਾਈਲ ਕਰਨੀਆਂ ਨੇ ਉਹ ਤੁਸੀਂ ਚਾਹੇ ਤਾਂ ਫੈਡਰਲ ਸਰਕਾਰ ਦਾ ਓਨਰ ਆਪਰੇਟਰ ਪ੍ਰੋਗਰਾਮ ਚੂਜ਼ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ 51% ਮਾਲਕ ਹੋਣੇ ਚਾਹੀਦੇ ਹੋ ਉਸ ਪ੍ਰਾਪਰਟੀ ਦੇ। ਤੁਹਾਡੀ ਹਿੱਸੇਦਾਰੀ ਕਿਸੇ ਕੈਨੇਡੀਅਨ ਨਾਲ ਵੀ ਐਕਸੈਪਟੇਬਲ ਹੈ, ਕਿਸੇ ਬਾਹਰਲੇ ਇੰਡੀਵਿਜੂਅਲ ਜੇ ਨਾਲ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਉਹ ਵੀ ਐਕਸੈਪਟੇਬਲ ਹੈ। ਉਹਦੇ 'ਚ ਸਿਰਫ ਐਂਡ ਸਿਰਫ ਤੁਸੀਂ ਇੱਕ ਫਿਜ਼ੀਬਿਲਿਟੀ ਆਫ ਦਾ ਟੈਸਟ ਜਿਹੜੇ ਹੈ ਉਹ ਪਾਸ ਕਰਨਾ। ਜੇ ਉਹ ਪਾਸ ਹੋ ਜਾਂਦਾ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਸਰਕਾਰ ਮਨਜ਼ੂਰ ਕਰੇਗੀ। ਨਾ ਦੂਸਰੇ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਨੇ ਜਿਹਦੇ 'ਚ ਫਾਰਮਰਸ ਨੂੰ ਹਾਇਰ ਕੀਤਾ ਜਾਂਦਾ ਹੈ ਕਿ ਕੋਈ ਐਗਜ਼ਿਸਟਿੰਗ ਫਾਰਮ ਹੈ ਉਹ ਫਾਰਮਰਸ ਨੂੰ ਜੌਬ ਆਫਰ ਐਕਸਟੈਂਡ ਕਰਦਾ ਤੇ ਕੈਨੇਡਾ ਦੇ ਵਿੱਚ ਬੁਲਾਉਂਦਾ ਥਰੂ LMIA ਜਾਂ ਥਰੂ PNP ਅਪਰੂਵਲ। ਉਹ ਵੱਖਰੇ ਤੌਰ ਦੇ ਪ੍ਰੋਗਰਾਮ ਨੇ ਜਿੱਥੇ ਤੁਸੀਂ ਐਜ਼ ਅ ਇੰਪਲੋਈ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਜਿਹੜੀ ਇਮੀਗ੍ਰੇਸ਼ਨ ਜਿਹੜੀ ਹਾਸਲ ਕਰਦੇ ਹੋ। ਅੱਛਾ, ਇਹ ਮਤਲਬ ਫੈਡਰਲ ਕੋਈ ਪਲੈਨਿੰਗ ਨਹੀਂ ਹੈ ਸਰ, ਸਟਿਲ PNP ਦੇ ਥੱਲੇ ਹੀ ਹੈ? ਜੀ ਬਿਲਕੁਲ, ਜਿਹੜਾ ਫੈਡਰਲ ਪ੍ਰੋਗਰਾਮ ਐਗਜ਼ਿਸਟ ਕਰਦਾ ਉਹ ਹੈਗਾ ਓਨਰ ਆਪਰੇਟਰ ਪ੍ਰੋਗਰਾਮ ਜਿਹੜਾ ਐਗਜ਼ਿਸਟ ਕਰਦਾ, ਜਿਹਦੇ 'ਚ ਤੁਸੀਂ ਐਜ਼ ਅ ਫਾਰਮਰ ਜਿਵੇਂ ਤੁਸੀਂ ਕੋਈ ਫਾਰਮ ਲੈਂਡ ਬਾਏ ਕਰਦੇ ਹੋ ਤਾਂ ਚਾਹੇ ਤਾਂ ਤੁਸੀਂ 100% ਉਹਦੇ ਮਾਲਕ ਹੋ, ਘੱਟੋ ਘੱਟ ਜਿਹੜਾ ਤੁਹਾਡਾ ਸ਼ੇਅਰ ਹੈ ਉਹ 51% ਹੋਣਾ ਚਾਹੀਦਾ। ਸੈਕਿੰਡ ਜਿਹੜਾ ਟੈਸਟ ਰੱਖਿਆ ਗਿਆ, ਤੁਸੀਂ ਸਾਬਤ ਕਰਨਾ ਵੀ ਜਿਹੜੇ ਪੈਸੇ ਤੁਸੀਂ ਟ੍ਰਾਂਸਫਰ ਕਰ ਰਹੇ ਹੋ ਉਹਦੇ ਸੋਰਸ ਤੁਸੀਂ ਡਿਫਾਈਨ ਕਰਨਾ ਵੀ ਇਹ ਪੈਸੇ ਤੁਹਾਡੇ ਕੋਲ ਕਿੱਥੋਂ ਆਏ ਨੇ। ਥਰਡ ਜਿਹੜੀ ਚੀਜ਼ ਹੈ ਤੁਸੀਂ ਸਾਬਤ ਕਰਨੀ ਹੈ ਵੀ ਤੁਸੀਂ ਜੇ ਉਹ ਫਾਰਮ ਤੁਸੀਂ ਬਾਏ ਕਰੋਗੇ ਤਾਂ ਉਹਦੇ ਵਿੱਚ ਕੰਮ ਕਰਨ ਦੇ ਨਾਲ ਤੁਸੀਂ ਆਪਣਾ ਪੂਰੇ ਪਰਿਵਾਰ ਨੂੰ ਪਾਲ ਸਕੋਗੇ। ਸੋ ਇਹ ਇੱਕ ਬਿਜ਼ਨਸ ਪਲਾਨ ਦੇ ਰਾਹੀਂ ਤੁਹਾਨੂੰ ਪ੍ਰੋਵੀਜ਼ਨ ਰੱਖੀ ਗਈ ਹੈ ਸਰਕਾਰ ਨੇ ਜਿੱਥੇ ਤੁਸੀਂ ਬਿਜ਼ਨਸ ਪਲਾਨ ਨੂੰ ਸਬਮਿਟ ਕਰਨਾ ਹੈ। ਨਾਓ ਜੇ ਸਰਵਿਸ ਕੈਨੇਡਾ ਆਫਿਸਰ ਇਸ ਪਲਾਨ ਨੂੰ ਐਕਸੈਪਟ ਕਰਦਾ ਤਾਂ ਫਿਰ ਤੁਹਾਨੂੰ ਉਹ ਹਾਈ ਸਕਿੱਲ ਜਿਹੜੀਆਂ LMI ਹੈ ਉਹ ਦੇ ਦਿੰਦਾ, ਜਿਹਦੇ ਕਰਕੇ ਤੁਹਾਨੂੰ 200 ਪੁਆਇੰਟਸ ਜਿਹੜੇ ਨੇ ਅਚੀਵ ਕਰ ਲੈਣੇ ਤੁਸੀਂ। ਸੋ ਨਾਓ 200 ਪੁਆਇੰਟਸ ਇਨਫ ਸਕੋਰ ਹੁੰਦਾ ਜਿਹੜੇ ਬੰਦੇ ਜਿਹੜੇ ਫਾਰਮਰਸ ਗ੍ਰੈਜੂਏਟ ਨੇ
ਤਾਂ ਉਹਨਾਂ ਲਈ ਇਮੀਗ੍ਰੇਸ਼ਨ ਲੈਣੀ ਕਾਫੀ ਆਸਾਨ ਆ ਉਸ ਪ੍ਰੋਗਰਾਮ ਦੇ ਰਾਹੀਂ, ਜਿੱਥੇ ਉਹ ਕੈਨੇਡਾ ਦੇ ਵਿੱਚ ਆ ਕੇ ਆਪਣਾ ਫਾਰਮਿੰਗ ਵੀ ਕਰ ਸਕਦੇ ਨੇ, ਇਸ ਦੇ ਨਾਲ ਨਾਲ ਆਪਣੀ ਇਮੀਗ੍ਰੇਸ਼ਨ ਐਪਲੀਕੇਸ਼ਨ ਵੀ ਪ੍ਰੋਸੈਸ ਕਰਾ ਸਕਦੇ ਨੇ। ਅੱਛਾ ਜੀ, ਹੁਣ ਇਸ ਕੇਸ ਦੇ ਵਿੱਚ ਅਪੀਲ ਕਹਿੰਦੇ ਚੰਡੀਗੜ੍ਹ ਵਾਲੇ ਆਫਿਸ ਦੇ ਵਿੱਚੋਂ ਕੇਸ ਬਹੁਤ ਰਿਜੈਕਟ ਹੋ ਰਹੇ ਨੇ, ਉਹਦਾ ਕੀ ਪ੍ਰੋਸੈਸ ਆ ਅਪੀਲਿੰਗ ਦਾ? ਤੇ ਇਹ ਗੱਲ ਸਹੀ ਹੈ ਵੀ ਕੋਈ ਸਪੈਸੀਫਿਕ ਅਫੀਸਰ ਕਿਸੇ ਨੂੰ ਰਿਜੈਕਟ ਕਰ ਸਕਦਾ ਜਾਂ ਕੋਈ ਪ੍ਰੋਟੋਕਾਲ ਆ ਉਹਦੇ ਥਰੂ ਹੀ ਜਾਂਦਾ? ਲੋਕਾਂ ਦੇ ਮਨ 'ਚ ਵਹਿਮ ਆ ਕੋਈ ਮਾੜਾ ਵੀਜ਼ਾ ਅਫੀਸਰ ਬੈਠਾ ਹੋਵੇ ਉਹ ਸਾਨੂੰ ਉਈਓ ਫੇਲ ਕਰੀ ਜਾਂਦਾ, ਇਹਦਾ ਵੀ ਸਮਝਾਇਓ ਜੀ। ਬਿਲਕੁਲ ਭਾਈ ਜੀ, ਜਿਹੜੇ ਇੱਕ ਮਿੰਟ ਹੋਲਡ ਕਰਿਓ ਹੋਲਡ ਕਰਿਓ। You're listening to 1550 AM KRPI Ferndale. The views expressed are not necessarily those of the staff, management, or ownership of this station. ਅਮਨ ਜੀ ਬਿਲਕੁਲ ਭਾਈ, ਜਿਹੜੇ ਖਾਸ ਕਰਕੇ ਆਪਾਂ ਪੰਜਾਬ ਦੀ ਗੱਲ ਕਰਦੇ ਸੀ ਵੀ ਜੇ ਉੱਥੇ ਤੁਸੀਂ ਫੋਰਨ ਵਰਕਰਸ ਨੂੰ ਬੁਲਾਉਂਦੇ ਹੋ, ਸਪਾਂਸਰਸ਼ਿਪ ਦਿੰਦੇ ਹੋ, ਕਿਉਂਕਿ ਮੈਜੋਰਿਟੀ ਆਫ ਜਿਹੜੀਆਂ ਐਪਲੀਕੇਸ਼ਨਸ ਖਾਸ ਕਰਕੇ BC ਦੇ ਵਿੱਚੋਂ ਫਾਈਲ ਹੁੰਦੀਆਂ ਨੇ, ਈਵਨ ਦੋ ਜੇ ਮੈਂ ਪੂਰੇ ਕੈਨੇਡਾ ਦੀ ਗੱਲ ਕਰਾਂ ਤਾਂ ਤਕਰੀਬਨ 60,000 ਪਲੱਸ ਜਿਹੜਾ ਐਗਰੀਕਲਚਰ ਵਰਕਰ ਹੈ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਥਰੂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ। ਨਾ ਉਹਨਾਂ 'ਚ ਕਾਫੀ ਜਿਹੜੇ ਆਪਣੇ ਇੱਥੇ ਫਾਰਮਰਸ ਨੇ, ਉਹ ਉਹਨਾਂ ਦਾ ਬੈਕਗਰਾਊਂਡ ਜਾਂ ਜਿਹੜੀ ਉਹਨਾਂ ਦੇ ਪਿੱਛੇ ਕੰਟਰੀਜ਼ ਤੋਂ ਆਏ ਨੇ ਉਹ ਹਿੰਦੁਸਤਾਨ ਹੈ, ਤੋਂ ਖਾਸ ਕਰਕੇ ਜਿਹੜਾ ਰੀਜਨ ਹੈ ਉਹ ਪੰਜਾਬ ਹੈ। ਨਾ ਇਹ ਇੱਕ ਆਮ ਜਦੋਂ ਅਸੀਂ ਕਿਸੇ ਦੀ ਐਪਲੀਕੇਸ਼ਨ ਡਿਨਾਈ ਹੁੰਦੀ ਹੈ, ਅਪੀਲ ਫਾਈਲ ਕਰਨੀ ਹੁੰਦੀ ਹੈ, ਤਾਂ ਸਾਨੂੰ ਡਿਸਕਲੋਜ਼ਰ ਸਟੇਟਮੈਂਟਸ ਵੀਜ਼ਾ ਆਫਿਸ ਤੋਂ ਲੈਣੀਆਂ ਪੈਂਦੀਆਂ ਨੇ। ਤੋ ਜਿਹੜੀ ਉਹਨਾਂ ਦੀ ਇੰਟਰਨਲ ਕਮਿਊਨੀਕੇਸ਼ਨ ਹੈ ਵਿਦਨ ਦਾ ਆਫਿਸ, ਕਈ ਦਫਾ ਉੱਥੇ ਪੜ੍ਹਨ ਨੂੰ ਮਿਲਦਾ ਵੀ ਉਹ ਕਹਿੰਦੇ ਨੇ ਵੀ ਇਹ ਇੱਕ ਡਿਫਾਈਨ ਨਹੀਂ ਕਰ ਪਾਇਆ, ਜਿਹੜਾ ਫੋਰਨ ਵਰਕਰ ਹੈ ਉਹ ਡਿਫਾਈਨ ਨਹੀਂ ਕਰ ਪਾਇਆ ਵੀ ਉਹਨਾਂ ਨੂੰ ਜੌਬ ਆਫਰ ਜਿਹੜੀ ਹੈ ਕੈਨੇਡਾ 'ਚ ਉਹ ਮਿਲ ਕਿਵੇਂ ਗਈ, ਕਿਉਂਕਿ ਉਹ ਹਿੰਦੁਸਤਾਨ 'ਚ ਬੈਠੇ ਨੇ। ਸੋ ਇਹਦੀ ਕੋਈ ਡਿਸਕ੍ਰਿਪਸ਼ਨ ਨਹੀਂ ਹੈ, ਕੋਈ ਇਨਫੋਰਮੇਸ਼ਨ ਨਹੀਂ ਹੈ। ਸੋ ਉਹਨਾਂ ਨੂੰ ਇਹ ਡਾਊਟ ਹੁੰਦਾ ਜਾਂ ਤਾਂ ਲਾਸਟ ਨੇਮ ਜਾਂ ਮਿਡਲ ਨੇਮ ਸੇਮ ਹੋਣ ਕਰਕੇ ਵੀ ਇਹ ਇੱਕ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਦੇ ਤੌਰ ਤੇ ਵਰਤਿਆ ਜਾ ਰਿਹਾ ਪ੍ਰੋਗਰਾਮ ਨੂੰ। ਇੰਪਲੋਇਮੈਂਟ ਜਿਹੜੀ ਆ ਉਹ ਇਨਜੈਨੂਨ ਆਫਰ ਹੈ, ਔਰ ਇਹ ਇਨਜੈਨੂਨ ਆਫਰ ਨੂੰ ਯੂਜ਼ ਕਰਕੇ ਕੈਨੇਡਾ ਦੇ ਵਿੱਚ ਕਿਸੇ ਇੰਡੀਵਿਜੂਅਲ ਨੂੰ ਬੁਲਾਇਆ ਜਾ ਰਿਹਾ। ਸੋ ਇਹ ਜਿਹੜਾ ਹੈਗਾ ਇਸ ਇੱਕ ਮੇਜਰ ਕਾਰਨ ਹੈ ਜਿਹਦੇ ਕਰਕੇ ਐਪਲੀਕੇਸ਼ਨਾਂ ਰਿਫਿਊਜ਼ ਹੁੰਦੀਆਂ ਨੇ। ਨਾਓ ਸੈਕਿੰਡ ਜਿਹੜੀਆਂ ਆਫਕੋਰਸ ਰਿਫਿਊਜ਼ਲ ਹੋ ਸਕਦਾ ਬਿਕੋਜ਼ ਤੁਸੀਂ ਆਪਣੀ ਫਾਈਨੈਂਸ਼ੀਅਲ ਐਬਿਲਿਟੀ ਨਹੀਂ ਪ੍ਰੂਵ ਕਰ ਸਕਦੇ, ਜਾਂ ਮੇਜਰ ਕਾਰਨ ਹੁੰਦਾ ਜਿਹੜਾ ਫੋਰਨ ਨੈਸ਼ਨਲ ਉਹ ਸਾਬਤ ਨਹੀਂ ਕਰ ਸਕਦਾ ਵੀ ਉਹ ਟੈਂਪਰੇਰੀ ਤੌਰ ਤੇ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ, ਉਸ ਤੋਂ ਬਾਅਦ ਉਹ ਵਾਪਸ ਜਾਏਗਾ। ਨਾ ਇਹਦਾ ਇੱਕੋ ਇਲਾਜ ਹੈ ਬਈ ਜੀ, ਜਿਹੜਾ ਵੀਜ਼ਾ ਆਫਿਸਰ ਦਾ ਡਿਸੀਜਨ ਹੈ, ਕਿਉਂਕਿ ਮੈਂ ਜਿਵੇਂ ਜ਼ਿਕਰ ਕੀਤਾ ਸੀ ਵੀ ਉੱਥੇ ਜਿਹੜੀ ਐਪਲੀਕੇਸ਼ਨ ਦਾ ਫਲੋ ਹੈ, ਫਲੱਡ ਹੈ, ਉਹ ਬਹੁਤ ਮੈਸਿਵ ਅਮਾਊਂਟ ਆਫ ਐਪਲੀਕੇਸ਼ਨ ਜਿਹੜੀਆਂ ਰਿਸੀਵ ਹੁੰਦੀਆਂ ਨੇ ਵੀਜ਼ਾ ਪੋਸਟ ਦੇ ਉੱਤੇ, ਔਰ ਮੈਸਿਵ ਅਮਾਊਂਟ ਆਫ ਐਪਲੀਕੇਸ਼ਨ ਨੂੰ ਰਿਫਿਊਜ਼ ਕੀਤਾ ਜਾਂਦਾ ਫॉर ਡਿਫਰੈਂਟ ਰੀਜ਼ਨ। ਉੱਥੇ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਵੀ ਜਦੋਂ ਵੀ ਤੁਹਾਨੂੰ ਤੁਸੀਂ ਐਪਲੀਕੇਸ਼ਨ ਕੋਈ ਫਾਈਲ ਕਰਨੀ ਹੈ, ਤਾਂ ਜੇ ਤੁਸੀਂ ਥਰਡ ਪਾਰਟੀ ਚੂਜ਼ ਕਰਦੇ ਹੋ, ਪਲੀਜ਼ ਉਹ ਥਰਡ ਪਾਰਟੀ ਚੂਜ਼ ਕਰਿਆ ਕਰੋ ਜਿਹੜਾ ਤੁਹਾਡਾ ਅੱਗੇ ਰਾਈਟ ਨੂੰ ਡਿਫੈਂਡ ਕਰ ਸਕੇ। ਇਹ ਨਾ ਹੋਵੇ ਵੀ ਤੁਸੀਂ ਆਪਣੀ LMIA ਯੂਜ਼ ਕਰ ਲਈ, ਕਿਸੇ ਵਰਕਰ ਨੂੰ ਸਪਾਂਸਰ ਕੀਤਾ ਔਰ ਉਸ ਤੋਂ ਬਾਅਦ ਉਹ ਰਿਫਿਊਜ਼ ਹੋ ਗਿਆ, ਔਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਸੌਰੀ ਟੂ ਬੈਡ, ਵੀਜ਼ਾ ਆਫਿਸਰ ਬੜਾ ਸਖਤ ਸੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ। ਇਹ ਜੀ ਕੋਈ ਗੱਲ ਨਹੀਂ ਹੈ। ਵੀਜ਼ਾ ਆਫਿਸਰ ਵੀ ਫੇਅਰ ਡਿਸੀਜਨ ਦੇ ਸਕਦਾ, ਪਰ ਜੇ ਵੀਜ਼ਾ ਆਫਿਸਰ ਨੂੰ ਇਹ ਪਤਾ ਹੈ ਵੀ ਜੇ ਮੈਂ ਇਹਨੂੰ ਇੰਡੀਵਿਜੂਅਲ ਨੂੰ ਰਿਫਿਊਜ਼ ਕਰੂੰਗਾ, ਕੀ ਇਹ ਅੱਗੇ ਜਾ ਕੇ ਮੈਨੂੰ ਕੁਐਸਚਨ ਕਰ ਸਕਦਾ ਇੰਡੀਵਿਜੂਅਲ, ਜਾਂ ਇਹ ਚੁੱਪ ਕਰਕੇ ਘਰ ਬੈਠ ਜਾਏਗਾ। ਨਾ ਉਹ ਬਹੁਤ ਇਹੋ ਜਿਹੀ ਐਪਲੀਕੇਸ਼ਨਸ ਨੇ ਬਾਈ ਜੀ ਜਿਹੜੀਆਂ ਤੁਸੀਂ ਸਬਮਿਟ ਕਰਦੇ ਹੋ ਤਾਂ ਵਿਦਿਨ ਅ ਵੀਕ ਤੁਹਾਨੂੰ ਜਿਹੜਾ ਰਿਫਿਊਜ਼ਲ ਤੁਹਾਡੇ ਹੱਥ ਦੇ ਉੱਤੇ ਹੁੰਦਾ। ਤੁਹਾਡੀ ਐਪਲੀਕੇਸ਼ਨ ਬਹੁਤ ਸਟਰੋਂਗ ਹੁੰਦੀ ਹੈ, ਤੁਸੀਂ ਕੰਟਰੀਜ਼ ਹੋਰ ਵੀ ਟਰੈਵਲ ਕਰਿਆ, ਵਾਪਸ ਗਏ ਹੋ ਕੰਟਰੀਜ਼ ਦੇ ਵਿੱਚੋਂ, ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਹੋ, ਤੁਹਾਡੀ ਐਪਲੀਕੇਸ਼ਨ ਡਿਨਾਈ ਹੋ ਜਾਂਦੀ ਹੈ। ਫਰਸਟ ਅਸੈਸਮੈਂਟ ਤੇ ਹੀ ਤੁਹਾਡੀ ਐਪਲੀਕੇਸ਼ਨ ਨੂੰ ਡਿਨਾਈ ਕਰ ਦਿੱਤਾ ਜਾਂਦਾ, ਕਿਉਂਕਿ ਉੱਥੇ ਇੰਨੀਆਂ ਨੰਬਰ ਆਫ ਐਪਲੀਕੇਸ਼ਨ ਜਾਂਦੀਆਂ ਨੇ। ਤੋ ਜਿਹੜੇ ਐਪਲੀਕੇਸ਼ਨ ਹੈ ਕਈ ਵਾਰ ਉਹ ਚੰਗੀ ਤਰ੍ਹਾਂ ਪੜ੍ਹੀ ਵੀ ਨਹੀਂ ਜਾਂਦੀ, ਉਹਦੀ ਨਾ ਪ੍ਰੋਪਰ ਤਰ੍ਹਾਂ ਨਾਲ ਜਿਹੜੀ ਅਸੈਸਮੈਂਟ ਹੁੰਦੀ ਹੈ, ਤਾਂ ਤੁਹਾਡੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਦਿੱਤਾ ਜਾਂਦਾ। ਨਾ ਜਦੋਂ ਵੀ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਬਈ ਜੀ, ਉਹ ਤੁਸੀਂ ਆਲਵੇਜ਼ ਉਹਨੂੰ ਚੈਲੰਜ ਕਰਿਆ ਕਰੋ ਡਿਸੀਜਨ ਨੂੰ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇਨਫ ਐਵੀਡੈਂਸ ਸਬਮਿਟ ਕੀਤਾ ਸੀ
ਔਰ ਤੁਸੀਂ ਤੁਹਾਡੇ ਕੋਲ ਐਂਪਲ ਅਮਾਊਂਟ ਆਫ ਐਵੀਡੈਂਸ ਹੈ ਸਾਬਤ ਕਰਨ ਲਈ ਵੀ ਵੀਜ਼ਾ ਆਫਿਸਰ ਨੇ ਤੁਹਾਨੂੰ ਫੇਅਰਲੀ ਪ੍ਰੋਸੈਸ ਨਹੀਂ ਕੀਤਾ ਜਾਂ ਪ੍ਰੋਸੀਜਰਲ ਫੇਅਰਨੈਸ ਹੈ ਜਿਹੜੀ ਓਬਜ਼ਰਵ ਨਹੀਂ ਕੀਤੀ ਗਈ, ਤਾਂ ਡੈਫੀਨੇਟਲੀ ਜਿਹੜਾ ਕੋਰਟ ਹੈਗਾ ਤੁਹਾਡੀ ਗੱਲ ਸੁਣਦਾ ਔਰ ਵੀਜ਼ਾ ਆਫਿਸਰ ਦਾ ਜਿਹੜਾ ਡਿਸੀਜਨ ਉਹਨੂੰ ਓਵਰਟਰਨ ਕਰ ਦਿੰਦਾ। ਨਾ ਇਹ ਬਹੁਤ ਪ੍ਰਾਈਮ ਐਗਜ਼ਾਮਪਲ ਹੈ ਜਿੱਥੇ ਕਿ ਜਿਹੜੀ ਅਪੀਲ ਦਾ ਜਿਹੜਾ ਸਕਸੈਸ ਰੇਟ ਹੈ ਇਸ ਵਕਤ ਸਾਡੇ ਆਫਿਸ ਦੇ ਵਿੱਚ ਆਲਮੋਸਟ 90% ਹੈ। ਜੇ 100 ਐਪਲੀਕੇਸ਼ਨਾਂ ਰਿਫਿਊਜ਼ ਹੋਈਆਂ ਅਸੀਂ ਚੈਲੰਜ ਕਰਦੇ ਹਾਂ ਤਾਂ 90% ਵਿਚ ਇਜ਼ ਅ ਵੈਰੀ ਹਾਈ ਨੰਬਰ ਜਿਹੜਾ ਵੀਜ਼ਾ ਆਫਿਸਰ ਦਾ ਡਿਸੀਜਨ ਹੈ ਉਹ ਓਵਰਟਰਨ ਕੀਤਾ ਜਾ ਰਿਹਾ। ਇਟ ਮੀਨਸ ਇਹ ਜਦੋਂ ਕੋਈ ਨੈਕਸਟ ਸਾਡਾ ਕੋਈ ਕਲਾਇੰਟ ਹੈ ਅਸੀਂ ਉਹਨੂੰ ਰਿਪਰੈਜ਼ੈਂਟ ਕਰਦੇ ਹਾਂ ਤਾਂ ਬਿਲਕੁਲ ਇਹ ਇੱਕ ਐਡਮਿਨਿਸਟ੍ਰੇਟਿਵ ਡਿਸੀਜਨ ਜਦੋਂ ਲੈਂਦੀ ਹੈ ਵੀਜ਼ਾ ਪੋਸਟ ਤਾਂ ਉਹ ਦੇਖਦੀ ਹੈ ਵੀ ਕਿਹੜੇ ਇੰਡੀਵਿਜੂਅਲ ਸਾਡੇ ਡਿਸੀਜਨ ਨੂੰ ਚੈਲੰਜ ਕਰਦੇ ਨੇ, ਤਾਂ ਐਟਲੀਸਟ ਕਲਾਇੰਟ ਨੂੰ ਇੱਕ ਫੇਅਰ ਮਿਲੇਗਾ ਡਿਸੀਜਨ, ਉਹਨੂੰ ਪ੍ਰੋਪਰ ਪਰਖਿਆ ਜਾਏਗਾ ਔਰ ਐਟਲੀਸਟ ਉਹਨੂੰ ਇੰਟਰਵਿਊ ਕਰਿਆ ਜਾਏਗਾ ਬਿਫੋਰ ਐਂਡਰਿੰਗ ਅ ਡਿਸੀਜਨ। ਕਿਉਂਕਿ ਜੇ ਵੀਜ਼ਾ ਆਫਿਸਰ ਪਾਲਿਸੀ ਇੰਟੈਂਟ ਨੂੰ ਫੋਲੋ ਨਹੀਂ ਕਰਦਾ, ਉਹਨੂੰ ਗਾਈਡਲਾਈਨ ਮਿਲੀ ਹੋਈ ਹੈ ਥਰੂ ਆਪਰੇਸ਼ਨਲ ਜਿਹੜਾ ਮੈਨੂਅਲਸ ਹੈ, ਜੇ ਉਹਨੂੰ ਫੋਲੋ ਨਹੀਂ ਕਰਦਾ, ਉਹ ਸਟੈਪਸ ਨੂੰ ਫੋਲੋ ਨਹੀਂ ਕਰਦਾ, ਤਾਂ ਫਿਰ ਵੀਜ਼ਾ ਆਫਿਸਰ ਨੂੰ ਡੈਫੀਨੇਟਲੀ ਚੈਲੰਜ ਕੀਤਾ ਜਾ ਸਕਦਾ। ਔਰ ਕੋਰਟ ਇਹ ਚੀਜ਼ ਨੂੰ ਬਹੁਤ ਸਟ੍ਰਿਕਟਲੀ ਓਬਜ਼ਰਵ ਕਰਦਾ ਔਰ ਡਾਇਰੈਕਸ਼ਨ ਜਿਹੜੀਆਂ ਨੇ ਉਹ ਦਿੰਦਾ ਵੀ ਇਹ ਕੇਸ ਨੂੰ ਜਿਹੜਾ ਹੈਗਾ ਦੁਬਾਰਾ ਸੁਣਿਆ ਜਾਵੇ, ਰੀਓਪਨ ਕੀਤਾ ਜਾਵੇ ਫਾਈਲ ਨੂੰ ਔਰ ਡਿਸੀਜਨ ਜਿਹੜਾ ਹੈਗਾ ਐਪਲੀਕੈਂਟ ਦੇ ਫੇਵਰ 'ਚ ਦਿੱਤਾ ਜਾਵੇ। ਨਾਓ ਇਸ ਦੇ ਵਿੱਚ ਮੈਂ ਇਹ ਵੀ ਗੱਲ ਐਡ ਕਰਨਾ ਚਾਹੂੰਗਾ ਬਈ ਜੀ, ਜਦੋਂ ਵੀ ਵੀਜ਼ਾ ਆਫਿਸ ਦੇ ਵਿੱਚ ਤੁਸੀਂ ਅਪਰੋਚ ਕਰਦੇ ਹੋ, ਐਪਲੀਕੇਸ਼ਨ ਦਾਇਰ ਕਰਦੇ ਹੋ, ਤਾਂ ਤੁਸੀਂ ਇੱਕ ਫਲੋ ਚਾਰਟ ਦੇ ਰਾਹੀਂ ਐਕਸਪਲੇਨ ਕਰਨਾ ਹੁੰਦਾ ਵੀ ਜੌਬ ਆਫਰ ਮਿਲੀ ਕਿਵੇਂ। ਸੈਕੰਡ ਜਿਹੜੀ ਤੁਹਾਡੀ ਜਿਹੜਾ ਐਜ਼ ਐਨ ਇੰਪਲੋਇਰ ਤੁਹਾਡੀ ਫਾਈਨੈਂਸ਼ੀਅਲ ਐਬਿਲਿਟੀ ਨੂੰ ਵੀ ਰੀਟੈਸਟ ਕੀਤਾ ਜਾਂਦਾ। ਨਾਟ ਓਨਲੀ ਵੀ ਸਰਵਿਸ ਕੈਨੇਡਾ ਤੋਂ ਤੁਹਾਨੂੰ LMI ਮਿਲ ਗਈ ਤੇ ਵਰਕ ਪਰਮਿਟ ਤੁਹਾਨੂੰ ਗਾਰੰਟੀ ਹੋ ਗਿਆ ਜਾਂ ਕੋਈ ਗੱਲ ਨਹੀਂ ਹੈ, ਤੁਹਾਨੂੰ ਦੁਬਾਰਾ ਰੀਟੈਸਟ ਕੀਤਾ ਜਾਂਦਾ। ਤੁਹਾਡੇ ਜਿਹੜੇ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਦੇਖਿਆ ਜਾਂਦਾ ਵੀ ਇਹ ਜੈਨੂਇਨ ਨੇ, ਕਿਉਂਕਿ ਆਏ ਦਿਨ ਅਖਬਾਰ 'ਚ ਖਬਰਾਂ ਵੀ ਆਉਂਦੀਆਂ ਨੇ, ਨਿਊਜ਼ 'ਚ ਵੀ ਇਹ ਗੱਲਾਂ ਚੱਲਦੀਆਂ ਨੇ ਵੀ ਜਿਹੜੀਆਂ ਜੌਬ ਆਫਰਸ ਨੇ ਉਹ ਵਿਕ ਰਹੀਆਂ ਨੇ ਜਾਂ ਖਰੀਦੀਆਂ ਜਾ ਰਹੀਆਂ ਨੇ। ਸੋ ਇਸ ਕਰਕੇ ਵੀਜ਼ਾ ਆਫਿਸ ਨੂੰ ਵੀ ਇਹ ਗੱਲ ਦਾ ਪਤਾ ਹੁੰਦਾ। ਸੋ ਉਹ ਚੀਜ਼ ਵੀ ਉਹ ਬਿਲਕੁਲ ਸਟ੍ਰਿਕਟ ਇੱਕ ਪੈਰਾਮੀਟਰਸ ਰੱਖੇ ਹੋਏ ਨੇ ਜਿਹਦੇ ਵਿੱਚੋਂ ਉਹ ਪਰਖਿਆ ਜਾਂਦਾ। ਬਟ ਜਦੋਂ ਪਰਖ ਹੁੰਦੀ ਹੈ ਤਾਂ ਫਿਲਟਰ ਜਿਹੜਾ ਇੰਨਾ ਬਰੀਕ ਹੁੰਦਾ ਤਾਂ ਉਹਦੇ ਵਿੱਚ ਜਿਹੜੇ ਚੰਗੇ ਕੇਸਿਸ ਨੇ, ਜਿਹੜੇ ਜੈਨੂਇਨ ਲੈਜਿਟ ਕੇਸਿਸ ਨੇ, ਉਹ ਵੀ ਰਹਿ ਜਾਂਦੇ ਨੇ। ਔਰ ਬਹੁਤ ਇਹੋ ਜਿਹੇ ਫਾਰਮਰਸ ਅੱਜ ਦੀ ਘੜੀ ਦੇ ਵਿੱਚ ਬਹੁਤ ਬੜੀ ਸੀਰੀਅਸ ਪ੍ਰੋਬਲਮ ਦੇ ਵਿੱਚ ਨੇ ਜਿੱਥੇ ਉਹਨਾਂ ਦੇ ਖੜੀ ਫਸਲ ਨੂੰ ਕੋਈ ਵੀ ਨਾ ਉਹਨਾਂ ਨੂੰ ਕੋਈ ਇੱਥੇ ਅਸਿਸਟੈਂਸ ਮਿਲ ਰਹੀ ਹੈ। ਕਾਫੀ ਲੋਕ ਨੇ ਜਿਹੜੇ ਵੇਟ ਕਰਦੇ ਨੇ ਆਪਣੀ ਐਪਲੀਕੇਸ਼ਨ ਦੇ ਡਿਸੀਜਨ ਦੀ, ਕਾਫੀ ਜਿਹੜੀਆਂ ਰਿਫਿਊਜ਼ਲਸ ਹੋਣ ਕਰਕੇ ਇੰਡੀਵਿਜੂਅਲਸ ਆਏ ਨਹੀਂ। ਔਰ ਜਿਹੜੀਆਂ ਕੰਟਰੀਜ਼ ਤੋਂ ਮੇਜਰ ਆਉਂਦੇ ਹੁੰਦੇ ਸੀ ਇੰਡੀਵਿਜੂਅਲ, ਜਿਵੇਂ ਮੈਕਸੀਕੋ ਹੋ ਗਿਆ, ਉੱਥੋਂ ਵੀ ਕਾਫੀ ਦੇਰ ਤੱਕ ਜਿਹੜੇ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਟਾਈਮਲੀ ਮੈਨਰ 'ਚ ਆ ਨਾ ਸਕੇ, ਜਿਹਦੇ ਕਰਕੇ ਇਹ ਜਿਹੜਾ ਇੰਪੈਕਟ ਹੈ ਫਾਰਮਰਸ ਨੂੰ ਡਾਇਰੈਕਟਲੀ ਇਹਦਾ ਇੰਪੈਕਟ ਹੋਇਆ। ਵਪਾਰਕ ਸੰਦੇਸ਼ ਲੈਲਮਾ ਜੀ ਵਾਪਸ ਆ ਕੇ ਕੁਝ ਹੋਰ ਸਵਾਲ ਪੁੱਛਣ। ਅੱਛਾ ਅਮਨ ਜੀ, ਇੱਕ ਹੋਰ ਇਹਦੇ ਵਿੱਚ ਹੁਣ ਦੱਸਿਓ, ਕੁਝ ਸਵਾਲ ਵੀ ਆ ਗਏ ਵੀ ਕਿਹੜੇ ਸੂਬੇ ਦੇ ਵਿੱਚ ਹੁਣ ਪ੍ਰੋਫੈਸ਼ਨਲ ਨੋਮੀਨੀ ਪ੍ਰੋਗਰਾਮ ਚੱਲ ਰਿਹਾ। ਹੁਣ ਲੋਕਾਂ ਨੂੰ ਕਿਉਰਿਓਸਿਟੀ ਆ, ਉਹ ਪੁੱਛਣਾ ਚਾਹੁੰਦੇ ਆ ਵੀ ਕਿੱਥੇ ਅਸੀਂ ਸੱਦ ਸਕਦੇ ਹਾਂ ਤੇ ਰਿਕੁਆਇਰਮੈਂਟਸ ਕੀ ਨੇ। ਜੀ ਬਿਲਕੁਲ, ਜੇ ਆਪਾਂ ਪ੍ਰੋਵਿੰਸਿਸ ਦੀ ਗੱਲ ਕਰੀਏ ਤਾਂ ਸੂਬਾ ਵਾਈਜ਼ ਹਰੇਕ ਪ੍ਰੋਵਿੰਸ ਦੇ ਵਿੱਚ ਜਿਹੜਾ ਇਨਵੈਸਟਰ ਪ੍ਰੋਗਰਾਮ ਚੱਲ ਰਿਹਾ। ਤੁਸੀਂ ਕਿਸੇ ਵੀ ਜਿਹੜੀ ਹੈ ਪ੍ਰੋਵਿੰਸ ਨੂੰ ਜਿਹੜੀ ਇਨਫੋਰਮੇਸ਼ਨ ਸੀਕ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਕੇ ਉਸ ਪ੍ਰੋਵਿੰਸ ਦੇ ਵਿੱਚ। ਸੈਕੰਡ ਚੀਜ਼ ਇਹ ਵੀ ਹੈ ਤੁਹਾਡੀ ਇੰਟੈਂਸ਼ਨ ਵੀ ਉਸ ਪ੍ਰੋਵਿੰਸ ਦੇ ਵਿੱਚ ਰਿਜ਼ਾਈਡ ਕਰਨ ਦੀ ਹੋਣੀ ਚਾਹੀਦੀ ਹੈ। ਇਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਸਕਸੈਸਫੁਲ ਬਿਜ਼ਨਸ ਪਲਾਨ ਦੇਤਾ ਤੇ ਤੁਹਾਡੀ ਮੈਜੋਰਿਟੀ ਆਫ ਫੈਮਿਲੀ ਫੋਰ ਐਗਜ਼ਾਮਪਲ BC ਦੇ ਵਿੱਚ ਰਹਿ ਰਹੀ ਹੈ ਔਰ ਤੁਸੀਂ ਇਨਵੈਸਟਮੈਂਟ ਜਿਹੜੀ ਆ ਉਹ ਫੋਰ ਐਗਜ਼ਾਮਪਲ ਮੈਨੀਟੋਬਾ ਦੇ ਵਿੱਚ ਕਰਨ ਜਾ ਰਹੇ ਹੋ, ਤਾਂ ਵੀਜ਼ਾ ਆਫਿਸ ਤੁਹਾਡੀ ਐਪਲੀਕੇਸ਼ਨ ਨੂੰ ਮਾਫ ਕਰਨਾ ਜਿਹੜਾ PNP ਆਫਿਸਰ ਹੈ ਉਹ ਤੁਹਾਡੀ ਐਪਲੀਕੇਸ਼ਨ ਨੂੰ ਟਰਨ ਡਾਊਨ ਕਰ ਸਕਦਾ ਔਨ ਦਿਸ ਬੇਸਿਸ ਵੀ ਇਹ ਜਿਹੜੀ ਤੁਹਾਡੀ ਇੰਟੈਂਸ਼ਨ ਹੈ, ਇਰਾਦਾ ਜਿਹੜਾ ਹੈਗਾ ਇੱਕ ਪ੍ਰੋਗਰਾਮ ਨੂੰ ਯੂਜ਼ ਕਰਕੇ ਇਨਵੈਸਟਮੈਂਟ ਕਰਕੇ ਤਾਂ ਤੁਸੀਂ ਇਮੀਗ੍ਰੇਸ਼ਨ ਲੈਣ ਤੋਂ ਬਾਅਦ ਜਿਹੜਾ ਪ੍ਰੋਵਿੰਸ ਨੂੰ ਛੱਡ ਕੇ ਚਲੇ ਜਾਓਗੇ। ਫਿਰ ਕਿਉਂਕਿ ਪ੍ਰੋਵਿੰਸ ਇੱਕ ਐਗਰੀਮੈਂਟ ਦੇ ਤਹਿਤ ਫੈਡਰਲ ਸਰਕਾਰ ਦੇ ਨਾਲ ਇਹ ਜਿਹੜੀਆਂ ਪੋਜੀਸ਼ਨਸ ਨੇ ਉਹਨੂੰ ਜਨਰੇਟ ਕਰਦਾ ਔਰ ਹਰ ਸਾਲ ਸਰਕਾਰ ਜਿਹੜੀ ਫੈਡਰਲ ਸਰਕਾਰ ਹੈ ਉਹ ਲਿਮਿਟਡ ਪੋਜੀਸ਼ਨਸ ਇਹਨਾਂ ਪ੍ਰੋਵਿੰਸਿਸ ਨੂੰ ਦਿੰਦੀ ਹੈ ਇਹਨਾਂ ਪਰਟੀਕੂਲਰ ਕੈਟੇਗਰੀਜ਼ ਦੇ ਵਿੱਚ। ਤਾਂ ਪ੍ਰੋਵਿੰਸ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਵੀ ਕਿਸੇ ਨੂੰ ਨੋਮੀਨੇਸ਼ਨ ਦੇ ਰਿਹਾ ਨਾਟ ਓਨਲੀ ਸਕਸੈਸਫੁਲ ਉਹਦੀਆਂ ਮੈਨੇਜਮੈਂਟ ਤੇ ਇੰਟਰਪ੍ਰੀਨਿਓਰੀਅਲ ਸਕਿੱਲਸ ਦੇਖੇ, ਸੈਕੰਡ ਚੀਜ਼ ਹੈ ਇਨਵੈਸਟਮੈਂਟ ਲੈ ਕੇ ਆਵੇ ਇੰਡੀਵਿਜੂਅਲ। ਥਰਡ ਜਿਹੜੀ ਮੋਸਟ ਇੰਪੋਰਟੈਂਟ ਹੈ ਇਰਾਦਾ ਇੰਡੀਵਿਜੂਅਲ ਦਾ ਹੋਵੇ ਵੀ ਇਮੀਗ੍ਰੇਸ਼ਨ ਲੈਣ ਤੋਂ ਬਾਅਦ
ਉਸੇ ਪ੍ਰੋਵਿੰਸ ਦੇ ਵਿੱਚ ਉਹ ਰਹੇਗਾ। ਔਰ ਇਹ ਜਿਹੜਾ ਪ੍ਰੋਮਿਸ ਹੈ ਇਹ ਫੋਰਐਵਰ ਕਰਿਆ ਹੁੰਦਾ, ਲਾਈਕ ਇਹਦਾ ਕੋਈ ਡੈਡਲਾਈਨ ਨਹੀਂ ਹੈ। ਇਹ ਨਹੀਂ ਹੈਗਾ ਵੀ ਤੁਸੀਂ 2 ਸਾਲ ਉੱਥੇ ਰਹਿਣਾ ਹੈ, 3 ਸਾਲ ਇੱਥੇ ਰਹਿਣਾ ਹੈ, ਇਹੋ ਜਿਹਾ ਕੋਈ ਕੰਡੀਸ਼ਨ ਨਹੀਂ ਹੈ। ਜਿਹੜਾ ਪ੍ਰੋਮਿਸ ਹੈ ਉਹ ਤੁਹਾਨੂੰ ਫॉर ਲਾਈਫ ਹੁੰਦਾ। ਬਟ ਇਹ ਜਿਹੜੀਆਂ ਚੀਜ਼ਾਂ ਨੇ ਚੇਂਜ ਹੋ ਸਕਦੀਆਂ ਨੇ ਵਿਦ ਟਾਈਮ। ਜਿਵੇਂ ਫੋਰ ਐਗਜ਼ਾਮਪਲ ਕੋਈ ਇਮੀਗ੍ਰੈਂਟ ਬਣ ਜਾਂਦਾ ਹੈ, ਉਸ ਤੋਂ ਬਾਅਦ ਉਹਨਾਂ ਨੂੰ ਇੱਕ ਓਪਰਚੁਨਿਟੀ ਕਿਤੇ ਮਿਲਦੀ ਹੈ, ਬੈਟਰ ਓਪਰਚੁਨਿਟੀ ਹੈਗੀ, ਤਾਂ ਡੈਫੀਨੇਟਲੀ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਤੁਹਾਨੂੰ ਜਿਹੜਾ ਤੁਹਾਡਾ ਰਾਈਟ ਟੂ ਮੋਬਿਲਿਟੀ ਇਹਨੂੰ ਰਿਸਟ੍ਰਿਕਟ ਨਹੀਂ ਕੀਤਾ ਜਾ ਸਕਦਾ। ਪ੍ਰੋਵਿੰਸ ਤੁਹਾਨੂੰ ਰੋਕ ਨਹੀਂ ਸਕਦੀ, ਉਹਨਾਂ ਚਿਰ ਤੁਹਾਨੂੰ ਟੈਸਟ ਤੇ ਰੱਖ ਸਕਦੀ ਹੈ ਜਿੰਨੇ ਚਿਰ ਤੁਹਾਨੂੰ ਇਮੀਗ੍ਰੇਸ਼ਨ ਨਹੀਂ ਮਿਲੀ। ਪਰ ਜਦੋਂ ਤੁਹਾਨੂੰ ਇਮੀਗ੍ਰੇਸ਼ਨ ਮਿਲ ਜਾਂਦੀ ਹੈ ਉਹ ਤੋਂ ਬਾਅਦ ਪ੍ਰੋਵਿੰਸ ਦੀਆਂ ਬਹੁਤ ਲਿਮਿਟੇਸ਼ਨਸ ਹੁੰਦੀਆਂ ਨੇ ਵੀ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਜੇ ਤੁਸੀਂ ਫੋਰ ਐਗਜ਼ਾਮਪਲ PI ਜਿਵੇਂ ਪ੍ਰਿੰਸ ਐਡਵਰਡ ਆਈਲੈਂਡ ਹੈ, ਉੱਥੇ ਬਹੁਤ ਹੀ ਘੱਟ ਪੋਪੂਲੇਸ਼ਨ ਹੈ, ਤਕਰੀਬਨ $1.5 ਲੱਖ ਜਿਹੜੇ ਬੰਦੇ ਨੇ ਉੱਥੇ ਰਹਿ ਰਹੇ ਨੇ। ਉਹ ਜਿਹੀ ਜਗ੍ਹਾਵਾਂ ਤੇ ਜਿਹੜੀ ਇਮੀਗ੍ਰੇਸ਼ਨ ਹੈ ਕਾਫੀ ਆਸਾਨ ਹੁੰਦੀ ਹੈ, ਐਪਲੀਕੇਸ਼ਨ ਬਹੁਤ ਫਾਸਟ ਮੂਵ ਕਰਦੀ ਹੈ, ਆਫਿਸਰਸ ਬਹੁਤ ਜ਼ਿਆਦਾ ਫਲੈਕਸੀਬਲ ਹੁੰਦੇ ਨੇ ਐਜ਼ ਕੰਪੇਅਰ ਟੂ ਜੇ ਆਪਾਂ BC ਦੀ ਗੱਲ ਕਰੀਏ ਤੇ BC 'ਚ ਆਪਾਂ ਇਨਵੈਸਟਮੈਂਟ ਕਰਨ ਲੱਗੇ ਤਾਂ ਡੈਫੀਨੇਟਲੀ ਇਹ ਮੋਸਟ ਡਿਜ਼ਾਇਰਡ ਪ੍ਰੋਵਿੰਸ ਹੈ। ਬਹੁਤ ਜ਼ਿਆਦਾ ਹਾਈ ਵੋਲਿਊਮ ਆਫ ਐਪਲੀਕੇਸ਼ਨ ਜਾ ਰਹੀਆਂ, ਤਾਂ ਤੁਹਾਨੂੰ ਟੈਸਟ ਤੇ ਵੀ ਰੱਖਿਆ ਜਾਂਦਾ ਔਰ ਤੁਹਾਨੂੰ ਜਿਹੜੇ ਕੰਪੀਟੀਸ਼ਨ ਹੈ ਉਹ ਕਾਫੀ ਜਿਹੜੇ ਹੋਰ ਸਟਰੋਂਗ ਐਪਲੀਕੈਂਟਸ ਨੇ ਜਿਹੜੇ BC 'ਚ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਤੁਹਾਡਾ ਜਿਹੜਾ ਕੰਪੀਟੀਸ਼ਨ ਹੁੰਦਾ, ਜਿਹਦੇ ਕਰਕੇ ਤੁਹਾਨੂੰ ਐਪਲੀਕੇਸ਼ਨ ਕਈ ਵਾਰ ਸਕਸੈਸਫੁਲ ਹੁੰਦੀ। ਔਰ ਇਸ ਤੋਂ ਇਲਾਵਾ ਜਿਹੜਾ ਡਿਸੀਜਨ ਹੈ ਉਹ ਵੀ ਤੁਹਾਨੂੰ ਦੇਰੀ ਨਾਲ ਮਿਲਦਾ ਹੈ। ਔਰ ਪਲੱਸ ਤੁਹਾਡਾ ਜਿਹੜਾ ਐਪਲੀਕੇਸ਼ਨ ਹੈ ਪੂਲਸ ਦੇ ਵਿੱਚ ਐਂਟਰ ਹੁੰਦੀ ਹੈ। ਬਾਕੀ ਪ੍ਰੋਵਿੰਸਿਸ ਜਿਹੜੀਆਂ ਜਿੱਥੇ ਘੱਟ ਲੋਕ ਜਾਂਦੇ ਨੇ ਉੱਥੇ ਕੋਈ ਪੂਲ ਨਹੀਂ ਬਣਿਆ ਹੋਇਆ, ਸਿੱਧੀ ਤੁਹਾਡੀ ਐਪਲੀਕੇਸ਼ਨ ਇੱਕ ਟ੍ਰੈਡੀਸ਼ਨਲ ਤਰੀਕੇ ਨਾਲ ਜਿਵੇਂ ਤੁਸੀਂ ਐਪਲੀਕੇਸ਼ਨ ਸਬਮਿਟ ਕੀਤੀ ਤਾਂ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾਂਦਾ। ਸੋ ਕਾਫੀ ਇਹ ਜਿਹੀਆਂ ਪ੍ਰੋਵਿੰਸਿਸ ਨੇ ਬਾਈ ਜੀ ਜਿੱਥੇ ਤੁਸੀਂ $1.5 ਲੱਖ ਇਨਵੈਸਟ ਕਰਕੇ ਇਮੀਗ੍ਰੇਸ਼ਨ ਜਿਹੜੀ ਹੈ ਲੈ ਸਕਦੇ ਹੋ। ਓਕੇ ਜੀ, ਇੱਕ ਦੋ ਸਵਾਲ ਨੇ। ਇੱਕ ਨੈਣੀ ਦਾ ਸਵਾਲ ਹੈ, ਜਨਰਲ ਸਵਾਲ ਪੁੱਛਣਾ ਚਾਹੁੰਦਾ ਵੀ ਕਿਸੇ ਨੈਣੀ ਨੇ ਅਪਲਾਈ ਕੀਤਾ, ਉਸ ਸਮੇਂ ਉਹ ਇਕੱਲੀ ਸੀ ਤੇ ਜਦ ਤੱਕ ਉਹਦਾ ਵੀਜ਼ਾ ਆਉਣਾ ਜੇ ਉਸਦੇ ਬੱਚਾ ਹੋ ਜਾਂਦਾ ਕੀ ਉਹ ਬੱਚਾ ਨੈਣੀ ਦੇ ਨਾਲ ਆ ਸਕਦਾ? ਜੀ ਬਿਲਕੁਲ ਬਾਈ ਜੀ, ਜਿਹੜਾ ਨਵਾਂ ਪ੍ਰੋਗਰਾਮ ਹੈਗਾ ਉਹਦੇ ਵਿੱਚ ਨਾਟ ਓਨਲੀ ਬੱਚਾ ਨਾਲ ਆ ਸਕਦਾ, ਬੱਚੇ ਨੂੰ ਸਟੱਡੀ ਪਰਮਿਟ ਵੀ ਮਿਲੇਗਾ ਫਿਊਚਰ ਦੇ ਵਿੱਚ। ਉਸ ਤੋਂ ਇਲਾਵਾ ਉਹਨਾਂ ਦੇ ਜੇ ਹਸਬੈਂਡ ਵੀ ਆਉਣਾ ਚਾਹੁੰਦੇ ਨੇ ਤਾਂ ਹਸਬੈਂਡ ਨਾਲ ਆ ਸਕਦੇ ਨੇ। ਔਰ ਇਸ ਤੋਂ ਇਲਾਵਾ ਸਰਕਾਰ ਹਸਬੈਂਡ ਨੂੰ ਓਪਨ ਪਰਮਿਟ ਦੇਗੀ। ਸੋ ਜਿਹੜਾ ਨਵਾਂ ਪ੍ਰੋਗਰਾਮ ਸਰਕਾਰ ਨੇ ਪਿਛਲੇ ਸਾਲ ਲਾਂਚ ਕੀਤਾ ਸੀ, ਇਹਦੇ ਵਿੱਚ ਇਹ ਸਭ ਤੋਂ ਬੜੀ ਐਡਵਾਂਟੇਜ ਹੈ। ਐਜ਼ ਅ ਨੈਨੀ ਜੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਹ ਆਪਣੇ ਪੂਰੇ ਪਰਿਵਾਰ ਦੇ ਸਮੇਤ ਦਾਖਲ ਹੋਣਗੇ ਔਰ ਤੁਹਾਡੀ ਐਪਲੀਕੇਸ਼ਨ ਦੇ ਦਾ ਕੋਈ ਇੰਪੈਕਟ ਨਹੀਂ ਪਏਗਾ। ਅੱਛਾ, ਤੇ ਇੱਕ ਹੋਰ ਸਵਾਲ ਹੈ ਜੀ, ਵਿਆਹ ਹੋ ਜਾਂਦਾ ਹੈ, ਵਿਆਹ ਹੋਣ ਤੋਂ ਬਾਅਦ ਕਿਸੇ ਕਾਰਨ ਕਰਕੇ ਫਾਈਲ ਵੀ ਅਪਲਾਈ ਹੋ ਜਾਂਦੀ ਹੈ, ਸਪੋਜ਼ਲੀ ਇੱਥੇ ਆ ਕੇ ਘਰ ਵਾਲਾ ਜਾਂ ਘਰ ਵਾਲੀ ਆਪਣੇ ਪਾਰਟਨਰ ਲਈ ਅਪਲਾਈ ਕਰ ਦਿੰਦੀ ਹੈ, ਉਹਦੇ ਬਾਅਦ ਕੋਈ ਗੜਬੜ ਹੋ ਜਾਂਦੀ ਆ, ਹੁਣ ਉਹ ਕਹਿੰਦਾ ਵੀ ਮੈਂ ਤੈਨੂੰ ਅਪਲਾਈ ਨਹੀਂ ਕਰਨਾ, ਉਹਦੇ ਕੋਲ ਕੀ ਹੱਕ ਹੈ ਜਿਸਨੇ ਕੈਨੇਡੀਅਨ ਇਮੀਗ੍ਰੈਂਟ ਦੇ ਤੌਰ ਤੇ, ਕੈਨੇਡੀਅਨ ਸਿਟੀਜ਼ਨ ਦੇ ਤੌਰ ਤੇ ਜਾਂ ਇਮੀਗ੍ਰੈਂਟ ਦੇ ਤੌਰ ਤੇ ਵਿਆਹ ਕਰਾਇਆ, 5-7 ਮਹੀਨੇ ਰਹੇ, ਉਹ ਸਪੋਜ਼ ਕਿਸੇ ਤਰੀਕੇ ਨਾਲ ਇੱਥੇ ਆ ਸਕਦਾ ਜਾਂ ਆ ਸਕਦੀ ਹੈ? ਨਹੀਂ ਬਾਈ ਜੀ, ਜਿਹੜਾ ਸਪਾਂਸਰਸ਼ਿਪ ਰਾਈਟ ਹੈ ਉਹ ਕੈਨੇਡੀਅਨ ਜਾਂ ਪਰਮਨੈਂਟ ਰੈਜ਼ੀਡੈਂਟ ਦਾ ਉਹ ਰਾਈਟ ਬਣਦਾ। ਜੇ ਉਹ ਇੰਡੀਵਿਜੂਅਲ ਜਿਹੜਾ ਸਪਾਂਸਰ ਹੈ ਵਿਡਰੋ ਕਰ ਲੈਂਦਾ ਸਪਾਂਸਰਸ਼ਿਪ ਤਾਂ ਐਪਲੀਕੇਸ਼ਨ ਜਿਹੜੀ ਆ ਉਹ ਪ੍ਰੋਸੈਸ ਨਹੀਂ ਹੋ ਸਕਦੀ, ਕਿਉਂਕਿ ਇੱਕ ਜੁਆਇੰਟ ਐਪਲੀਕੇਸ਼ਨ ਹੈ। ਜੇ ਇੱਕ ਪਾਰਟੀ ਵਿਡਰੋ ਕਰ ਲੈਂਦੀ ਹੈ ਤਾਂ ਸਾਰੀ ਐਪਲੀਕੇਸ਼ਨ ਹੀ ਰਿਫਿਊਜ਼ ਹੋ ਜਾਂਦੀ ਹੈ। ਨਾਓ ਇਸ ਤੋਂ ਇਲਾਵਾ ਜਿਹੜੇ ਤੁਸੀਂ ਮੇਰੇ ਖਿਆਲ ਕੁਐਸਚਨ ਤੁਹਾਡਾ ਸੀ ਸੰਬੰਧਿਤ ਜਿਹੜੇ ਲੋਕ ਇੰਡੀਆ ਦੇ ਵਿੱਚ ਬੈਠੇ ਨੇ ਉਹਨਾਂ ਦੇ ਕੀ ਹੱਕ ਰਹਿਣਗੇ ਜੇ ਉਹ ਵਿਡਰੋ ਹੋ ਜਾਂਦੀ ਐਪਲੀਕੇਸ਼ਨ, ਤੁਸੀਂ ਇਹ ਪੁੱਛਣਾ ਚਾਹੁੰਦੇ ਸੀ? ਜੀ 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 ਮਤਲਬ ਕੋਈ ਬੰਦਾ ਵਿਆਹ ਕਰਾ ਕੇ ਆ ਗਿਆ ਪਰ ਇੱਥੇ ਆ ਕੇ ਉਸਨੇ ਆਪਣੀ ਘਰ ਵਾਲੀ ਲਈ ਅਪਲਾਈ ਕਰਤਾ 5-7 ਮਹੀਨਿਆਂ ਦੇ ਵਿੱਚ, ਉਹਦੇ ਬਾਅਦ ਅਪਲਾਈ ਕਰਨ ਤੋਂ ਬਾਅਦ ਖੜਕ ਗਈ ਤੇ ਉਹ ਕਹਿੰਦਾ ਮੈਂ ਹੁਣ ਆਪਣੀ ਘਰ ਵਾਲੀ ਨਹੀਂ ਸੱਦਣੀ, ਕੀ ਉਹਦਾ ਕੀ ਹੋ ਸਕਦਾ? ਜੀ ਜਿਹੜੇ ਇੰਡੀਵਿਜੂਅਲ ਵਿਡਰੋ ਕਰ ਸਕਦੇ ਨੇ ਐਜ਼ ਅ ਸਪਾਂਸਰ, ਪਰ ਜਿਹੜੇ ਇੰਡੀਆ ਦੇ ਵਿੱਚ ਬੈਠੇ ਨੇ ਉਹਨਾਂ ਕੋਲ ਇਹਦਾ ਕੋਈ ਬੇਸਿਸ ਨਹੀਂ ਹੈ, ਕਿਉਂਕਿ ਜਿਹੜਾ ਰਾਈਟ ਮਿਲਿਆ ਹੋਇਆ ਸਪਾਂਸਰਸ਼ਿਪ ਦਾ ਉਹ ਸਪਾਂਸਰ ਨੂੰ ਮਿਲਿਆ ਹੋਇਆ। ਇਸ ਤੋਂ ਇਲਾਵਾ ਜੇ ਕੋਈ ਉਹ ਆਪਣੇ ਤੌਰ ਤੇ ਜਿਹੜੀ ਉਹਨਾਂ ਦੀ ਲੋਕਲ ਡੋਮੈਸਟਿਕ ਪੁਲਿਸ ਹੈ ਉਹਦੇ ਕੋਲ ਕੋਈ ਕੰਪਲੇਂਟ ਲੌਜ ਕਰਨਾ ਚਾਹੁੰਦੇ ਨੇ ਇਸ ਮਾਮਲੇ ਤੋਂ ਇਲਾਵਾ ਤਾਂ ਡੈਫੀਨੇਟਲੀ ਉਹ ਕਰੀ ਜਾ ਸਕਦੀ ਹੈ। ਬਟ ਅਦਰ ਦੈਨ ਦੈਟ ਕੈਨੇਡੀਅਨ ਗਵਰਨਮੈਂਟ ਨੂੰ ਜਿਹੜਾ ਐਪਲੀਕੈਂਟ ਇੰਡੀਆ ਦੇ ਵਿੱਚ ਬੈਠਾ ਹੈ ਉਹ ਕਿਸੇ ਕਿਸਮ ਦਾ ਇਨਫਲੂਐਂਸ ਨਹੀਂ ਕਰ ਸਕਦਾ ਵੀ ਮੇਰੇ ਨਾਲ ਫਰਾਡ ਹੋ ਗਿਆ ਜਾਂ ਧੋਖਾ ਹੋ ਗਿਆ ਜਾਂ ਮੈਨੂੰ ਕੈਨੇਡਾ ਜਾਣ ਲਈ ਪ੍ਰੋਮਿਸ ਕੀਤਾ ਗਿਆ ਤੇ ਹੁਣ ਮੈਨੂੰ ਲੈ ਕੇ ਨਹੀਂ ਜਾਇਆ ਜਾ ਰਿਹਾ, ਇਹੋ ਜਿਹੀ ਕੋਈ ਐਪਲੀਕੇਸ਼ਨ ਜਿਹੜੀ ਹੈ ਉਹ ਕਰੀ ਨਹੀਂ ਜਾ ਸਕਦੀ। ਉਹ ਸਿਰਫ ਐਂਡ ਸਿਰਫ ਇੱਕ ਕੰਪਲੇਂਟ ਲੌਜ ਹੋਊਗੀ ਜਿਹੜਾ ਤੁਸੀਂ ਆਪਣੀ ਜਿਸ ਕੰਟਰੀ ਦੇ ਵਿੱਚ ਰਹਿੰਦੇ ਹੋ
ਤਾਂ ਉੱਥੇ ਕਰ ਸਕਦੇ ਹੋ। ਅੱਛਾ ਜੀ, ਅਖੀਰਲਾ ਇੱਕ ਸਵਾਲ, ਜਿੰਨੇ ਵੀਜ਼ਾ ਅਫੀਸਰ ਨੇ ਕੋਈ ਵੀ ਫਾਈਲ ਇਮੀਗ੍ਰੇਸ਼ਨ ਲਈ ਅਪਲਾਈ ਹੁੰਦੀ ਆ, ਚਾਹੇ PNP 'ਚ ਹੁੰਦੀ ਆ, ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਕਰਦੇ ਨੇ ਜਾਂ ਵਨ ਫਾਈਲ 1 ਬਾਈ 1 ਸਾਰੀਆਂ ਫਾਈਲਾਂ ਚੈੱਕ ਕਰਦੇ ਨੇ? ਦੇਖੋ ਜੀ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਯੂਜ਼ ਕੀਤਾ ਜਾ ਰਿਹਾ ਸਪੈਸ਼ਲੀ ਆਨਲਾਈਨ ਐਪਲੀਕੇਸ਼ਨਸ ਦੇ ਵਿੱਚ। ਇਹ ਬਹੁਤ ਅੱਛਾ ਤੁਸੀਂ ਪੁਆਇੰਟ ਭਾਈ ਜੀ ਕਰਨਾ ਹੋ ਗਿਆ, ਜਿਹੜਾ ਰੀਜ਼ਨ ਆਫ ਰਿਫਿਊਜ਼ਲ ਹੈ ਉਹਦੇ ਵਿੱਚ ਵੀ ਇਹ ਵੀ ਇੱਕ ਮੇਜਰ ਕਾਰਨ ਹੈ। ਜਦੋਂ ਐਪਲੀਕੇਸ਼ਨ ਫਰਸਟ ਅਸੈਸਮੈਂਟ ਹੁੰਦੀ ਹੈ ਉਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਕਈ ਦਫਾ ਤੁਹਾਡੀ ਐਪਲੀਕੇਸ਼ਨ ਨੂੰ ਜਿਹੜਾ ਰੈੱਡ ਅਲਰਟ ਕੀਤਾ ਜਾਂਦਾ ਕਿਸੇ ਨਾ ਕਿਸੇ ਕਾਰਨ ਕਰਕੇ। ਜਿਵੇਂ ਤੁਹਾਨੂੰ ਕੁਝ ਬੇਸਿਕ ਸਵਾਲ ਪੁੱਛੇ ਜਾਂਦੇ ਨੇ ਜਿੱਥੇ ਤੁਹਾਡਾ ਬਿਹੇਵੀਅਰ ਚੈੱਕ ਕੀਤਾ ਜਾਂਦਾ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇੰਡੀਵਿਜੂਅਲ ਦਾ ਬੈਕਗਰਾਊਂਡ ਬਿਹੇਵੀਅਰ ਕੀ ਰਿਹਾ, ਤਾਂ ਫਿਰ ਉਹ ਇੱਕ ਐਨਾਲਾਈਜ਼ ਇੱਕ ਜਿਹੜਾ ਪ੍ਰੋਗਰਾਮ ਯੂਜ਼ ਕੀਤਾ ਜਾਂਦਾ, ਇੱਕ ਸੋਫਿਸਟੀਕੇਟਡ ਪ੍ਰੋਗਰਾਮ ਹੈ ਜਿਹੜਾ ਸਰਕਾਰ ਯੂਜ਼ ਕਰਦੀ ਹੈ, ਜਿਹਦੇ ਵਿੱਚ ਇਹ ਐਨਾਲਾਈਜ਼ ਕੀਤਾ ਜਾਂਦਾ ਵੀ ਇੰਡੀਵਿਜੂਅਲ ਜਿਹੜਾ ਹੈਗਾ ਇਹਦੇ ਕੀ ਚਾਂਸਿਸ ਨੇ ਵੀ ਉਹ ਇਮੀਗ੍ਰੇਸ਼ਨ ਜਿਹੜਾ ਐਕਟ ਹੈ ਇਹਦੀਆਂ ਕੰਡੀਸ਼ਨ ਨੂੰ ਬਰੀਚ ਨਹੀਂ ਕਰੇਗਾ। ਇਹਦੇ ਉੱਤੇ ਬਹੁਤ ਕੰਟਰੋਵਰਸੀਜ਼ ਵੀ ਹੋਈਆਂ ਨੇ ਔਰ ਜਿਹੜੀ ਸਪੈਸ਼ਲੀ ਲਾਅ ਸੁਸਾਇਟੀਜ਼ ਨੇ ਡਿਫਰੈਂਟ ਪ੍ਰੋਵਿੰਸ ਦੀਆਂ, ਉਹਨਾਂ ਨੇ ਵੀ ਬਹੁਤ ਇਹਨੂੰ ਓਬਜੈਕਸ਼ਨੇਬਲ ਵੇ ਆਫ ਡਿਸੀਜਨ ਮੇਕਿੰਗ ਕਿਹਾ। ਔਰ ਇਸੇ ਕਰਕੇ ਜਿਹੜੇ ਕੋਰਟਸ ਨੇ ਇੰਨੇ ਫੇਵਰੇਬਲ ਡਿਸੀਜਨ ਆ ਰਹੇ ਨੇ, ਤਾਂ ਹੀ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਵੀ ਜਿਹੜੇ ਡਿਸੀਜਨਸ ਹੁੰਦੇ ਨੇ ਉਹ ਫੁੱਲ ਐਂਡ ਫਾਈਨਲ ਡਿਸੀਜਨਸ ਨਹੀਂ ਹੁੰਦੇ। ਤੁਹਾਡੇ ਕੋਲ ਆਪਣੇ ਰਾਈਟ ਹੁੰਦੇ ਨੇ। ਜੇ ਤੁਹਾਡੀ ਐਪਲੀਕੇਸ਼ਨ ਡਿਨਾਈ ਕੀਤੀ ਜਾਂਦੀ ਹੈ ਔਰ ਡਿਸੀਜਨ ਜਿਹੜੇ ਨੇ ਉਹ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ ਲਏ ਜਾ ਸਕਦੇ, ਕਿਉਂਕਿ ਹਿਊਮਨਲੀ ਇੰਨੀ ਐਪਲੀਕੇਸ਼ਨ ਨੂੰ ਰਿਵਿਊ ਕਰਨਾ ਔਰ ਪ੍ਰੋਸੈਸ ਕਰਨਾ ਇੰਪੋਸੀਬਲ ਹੈ ਬਿਨਾਂ ਕਿਸੇ ਦੀ ਜਿਹੜੇ ਸਪੈਸ਼ਲੀ ਜਿਹੜੀ ਕੰਪਿਊਟਿੰਗ ਮਦਦ ਲਏ ਬਿਨਾਂ। ਸੋ ਇਸੇ ਕਰਕੇ ਜਿਹੜੀਆਂ ਅਪੀਲਸ ਦੇ ਆਪਣੇ ਹੱਕ ਨੇ ਉਹਦਾ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਔਰ ਉੱਥੇ ਹੀ ਤੁਹਾਨੂੰ ਜਿਹੜਾ ਹੈਗਾ ਸਹੀ ਜਿਹੜੀ ਹੈ ਤੁਹਾਨੂੰ ਡਿਸੀਜਨ ਮਿਲ ਸਕਦਾ ਜੇ ਤੁਹਾਨੂੰ ਤੁਹਾਡੀ ਕਿਸੇ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਦਿੱਤਾ ਗਿਆ। ਧੰਨਵਾਦ ਬਹੁਤ ਬਹੁਤ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਭਾਈ। ਇਹ ਸਨ ਅਮਨ ਖਹਿਰਾ ਜੀ। ਤੇ ਬਾਅਦ ਐਡਵਰਟਾਈਜ਼ਮੈਂਟਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਿਹੜੀ ਛਪਾਈ ਦੀ ਗੱਲ ਚੱਲਦੀ ਹੈ ਉਸ ਤੇ ਤੁਸੀਂ ਫੋਨ ਕਰ ਸਕਦੇ ਹੋ 1844 247 1550। ਹੁਣ ਇਹ ਗੁਰੂ ਮਹਾਰਾਜ ਦੇ ਸਰੂਪਾਂ ਦੀ ਗੱਲ ਕਰਨ ਤੋਂ ਪਹਿਲਾਂ ਸੁਣ ਲਿਓ 2007 ਦੀ ਖਬਰ ਮੇਰੇ ਸਾਹਮਣੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰੇੜਕਾ ਟਾਈਮਜ਼ ਆਫ ਇੰਡੀਆ ਤੇ ਜਦ ਸਰਨਾ ਪ੍ਰਧਾਨ ਸੀ, ਸਰਨਾ ਤੇ GK ਆ ਕੇ ਇੱਥੇ ਸਤਨਾਮ ਟਰਸਟੀਆਂ ਦੇ ਇਹਨਾਂ ਦੇ ਇਕੱਠਾਂ 'ਚ ਇਹਨਾਂ ਦੇ ਘਰਾਂ 'ਚ ਰਹਿੰਦੇ ਆ। ਜਦ ਵੀ ਗੁਰੂ ਮਹਾਰਾਜ ਦੇ ਸਰੂਪ 2007 ਦੀ ਖਬਰ ਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਨੇ ਨੇ 100 ਸਰੂਪ ਜਸਜੀਤ ਸਿੰਘ ਮਲਕ ਦੇ ਰਾਹੀਂ, ਜਿਹੜਾ ਰੁਕਦਮਨ ਮਲਕ ਦਾ ਭਾਈ ਹੈ, ਉਸ ਦੇ ਰਾਹੀਂ ਭੇਜੇ ਸੀ ਤੇ SGPC ਨੂੰ ਪਤਾ ਲੱਗ ਗਿਆ। ਉਹਨਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਸਰੂਪ ਨਹੀਂ ਭੇਜ ਸਕਦੇ। ਗੁਰੂ ਮਹਾਰਾਜ ਦੇ ਸਰੂਪਾਂ ਦੀ ਜਿੱਥੇ ਛਪਾਈ ਹੁੰਦੀ ਸੀ ਉਹਦੀਆਂ ਵੀਡੀਓ ਵਾਇਰਲ ਹੋਈਆਂ ਸਰਨੇ ਦੇ ਸਮੇਂ ਵੀ ਉਹ ਕੀ ਕਰਦਾ। ਇਹ ਜਿਹੜੇ ਵਪਾਰੀ ਨੇ ਇਹਨਾਂ ਦਾ ਧਰਮ ਨਾਲ ਕੋਈ ਮਤਲਬ ਨਹੀਂ। ਜੇ ਮੈਂ ਕਹਾ ਨਾ ਵੀ ਸਰਨੇ ਉਹਨੀ ਧਰਮ ਨੂੰ ਮੰਨਣ ਵਾਲੇ ਬੰਦੇ ਹੈ, ਆ 2007 ਦੀ ਖਬਰ ਹੈ। ਉਹ ਇਹ ਅੱਜ ਦੀ ਕੰਟਰੋਵਰਸੀ ਨਹੀਂ ਚੱਲ ਰਹੀ ਗੁਰੂ ਮਹਾਰਾਜ ਦੇ ਸਰੂਪ ਬਣਾਉਣ ਦੀ। ਪਤਾ ਨਹੀਂ ਇਹ ਸਰੂਪ ਲਿਆ ਕੇ ਇੰਨੇ ਚਿਰਾਂ ਦੇ 13 ਸਾਲ ਹੋ ਗਏ ਇਹੀ ਰੇੜਕਾ ਸਰੂਪ ਲਿਆਉਣੇ ਨੇ, ਸਰੂਪ ਲਿਆਉਣੇ ਨੇ, ਸਰੂਪ ਛਾਪਣੇ ਨੇ, ਸਰੂਪ ਲਿਆਉਣੇ ਨੇ। ਇਸ 2007 ਦੀ ਖਬਰ ਹੈ ਜਿਹਦੇ ਵਿੱਚ ਜਸਜੀਤ ਸਿੰਘ ਮਲਕ ਜਿਹੜਾ ਰਿਲੇਟਿਵ ਲਿਖਿਆ ਹੋਇਆ ਆਫਿਸ ਵੇਰੀਅਸ ਸਤਨਾਮ ਟਰਸਟ ਹੈ, ਉਹਨੇ ਸਰੂਪ ਲਏ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ। SGPC ਨੂੰ ਪਤਾ ਲੱਗ ਗਿਆ ਤੇ ਫਿਰ ਉਹ ਸਰੂਪ ਜਿਹੜੇ ਬਾਦਸ਼ਾਹ ਇੱਕ ਕੰਟੇਨਰ ਦਾ, ਤੁਹਾਨੂੰ ਪਤਾ ਹੈ ਉਸ ਕੰਟੇਨਰ 'ਚ ਜਿਹੜੇ ਮਹਾਰਾਜ ਦੇ ਸਰੂਪ ਉਹਨਾਂ ਨੇ ਛੜਵਾਏ ਸੀ ਮੁੰਡਿਆਂ ਨੇ, ਉਹਨਾਂ ਦੀ ਵੀ ਆਪਾਂ ਇੰਟਰਵਿਊ ਕੀਤੀ ਸੀ ਆਪਣੇ ਰੇਡੀਓ ਤੇ। 2014 ਦੇ ਵਿੱਚ ਫਿਰ 450 ਸਰੂਪ ਬੱਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੀਲੀ ਬੱਸ ਦੇ ਵਿੱਚ ਆਏ। ਉਹ ਬੱਸ ਦੇ ਵਿੱਚੋਂ ਸਰੂਪ ਡਿੱਗੇ, ਸਾਡੇ ਕਿਸੇ ਡਰਾਈਵਰ ਵੀਰ ਨੇ ਵੇਖੇ, ਉਹ ਆਪਾਂ ਰੇਡੀਓ ਤੇ ਗੱਲ ਕੀਤੀ। ਉਸ ਵੇਲੇ GK ਸੀ, ਪਹਿਲਾਂ ਸਰਨਾ ਸੀ, ਹੁਣ GK ਸੀ। GK ਨੇ ਦਿੱਲੀੋਂ ਆਉਣਾ ਸੀ, ਫਿਰ ਗੁਰੂ ਮਹਾਰਾਜ ਦੇ ਸਰੂਪ ਪੋਰਟ ਤੋਂ ਇੱਕ ਨਗਰ ਕੀਰਤਨ ਦੇ ਰੂਪ 'ਚ ਲਿਆਉਣੇ ਸੀ, ਨਾਲ ਗੋਲਕ ਲਾਉਣੀ ਸੀ ਤੇ ਆ ਕੇ ਜੀ ਅਸੀਂ ਲੈ ਤੇ ਉਹ ਫਿਰ ਅਖੀਰ ਜਦ ਆਪਾਂ ਰੌਲਾ ਪਾਇਆ, ਜਦ ਹੀ ਇੱਥੇ ਚਿੱਟ ਕੱਪੜੀਏ 5 ਪਿਆਰੇ ਜਿਹੜੇ ਲੱਗਦੇ ਨੇ ਬੰਨ ਕੇ ਸਿਰਾਂ ਤੇ ਬੰਨ ਕੇ ਦਮਾਲੇ ਜਾ ਬੜੇ ਲੈ ਕੇ ਮੋਰ ਪੰਖ, ਦੇਖੋ ਜੀ ਆ ਅਸੀਂ ਕਰ ਰਹੇ ਹਾਂ, ਅਸੀਂ ਸੇਵਾ ਕਰ ਰਹੇ ਹਾਂ। ਉਹ 414 ਸਰੂਪ ਕਿਹਨੂੰ ਦਿੱਤੇ, ਕਿੰਨੀ ਭੇਟਾ ਲਈ, ਪਹਿਲੀ ਤਾਂ ਇਹਦੀ ਗੱਲ ਦਾ ਪਤਾ ਕਰੇ ਸਿੱਖ ਸੰਗਤ। ਤੇ ਹੁਣ ਬਿਨਾਂ SGPC ਦੀ ਪਰਮਿਸ਼ਨ ਤੇ ਇਹ ਕਿਸ ਤਰ੍ਹਾਂ ਜਿਹੜੇ ਸਰੂਪ ਸ਼ੁਰੂ ਹੋਏ ਨੇ, ਪਰਮਿਸ਼ਨ ਕਿਉਂ ਨਹੀਂ ਲਈ ਗਈ, 15 ਸਰੂਪ ਕਿਹਨੇ ਛਾਪੇ, ਕਿਉਂ ਛਪਵਾਏ,
ਇਹਦੇ ਤੇ ਨਵੀਂ ਸਿੱਖ ਸੰਗਤ ਜਿਹੜੀ ਸਿੱਖ ਸੰਗਤ ਇਹਦੇ ਤੇ ਪਹਿਰਾ ਦੇਵੇ। ਮੈਨੂੰ ਇਹਦੇ ਤੋਂ ਮੁਸ਼ਕ ਆਉਂਦਾ ਵੀ ਪਹਿਲਾਂ ਸਾਡਾ ਉੱਪਰ ਤੇ ਥੱਲੇ ਬਹਿਣ ਦਾ ਜਿਹੜਾ ਰੇੜਕਾ ਮੁੱਕਿਆ ਨਹੀਂ, ਕਿਤੇ ਹੁਣ ਕੌਮ ਇੱਕ ਦੂਜੇ ਦੇ ਸਾਹਮਣੇ ਨਾ ਖੜ ਜਵੇ। ਅੱਧੇ ਕਹਿਣ ਅਸੀਂ ਤੇ ਛਾਪਣੇ ਨੇ, ਅੱਧੇ ਕਹਿਣ ਅਸੀਂ ਛਾਪ ਨਹੀਂ ਦੇਣੇ, ਤੇ ਉਹੀ ਸਿਆਪੇ 'ਚ ਅਸੀਂ ਫੇਰ ਪੈ ਜਾਈਏ। ਇਹਦੇ ਤੇ ਨੇੜੇ ਦੇ ਫਾਇਦੇ ਨਾਲੋਂ ਦੂਰ ਦਾ ਜਿਹੜਾ ਨੁਕਸਾਨ ਉਹ ਵੇਖਣ ਦੀ ਲੋੜ ਆ, ਤੇ ਇਹਦੇ ਤੇ ਲੋਕ ਸੰਗਤ ਜਿੱਥੇ ਵੀ ਸੁਣਦੀ ਹੈ ਇਸ ਤੇ ਪਹਿਰਾ ਦੇਵੇ, ਤੇ ਇਹ ਲੋਕ ਜਵਾਬ ਦੇ ਹੋਣ ਜਿਨ੍ਹਾਂ ਨੇ ਬਿਨਾਂ ਪਰਮਿਸ਼ਨ ਤੋਂ ਛਾਪੇ ਨੇ। ਔਰ ਇਹਦਾ ਜਿਹੜਾ ਗੁਰੂ ਮਹਾਰਾਜ ਦੇ ਸਰੂਪਾਂ ਦੀ ਇੱਥੇ ਛਪਾਈ ਹੈ ਜਿਹੜੀ, ਉਹਦੇ ਬਿਨਾਂ ਰੁਕਿਆ ਕੀ ਹੋਇਆ, ਲੋਕਾਂ ਨੂੰ ਇਹ ਸਮਝਾਉਣ ਵੀ ਕਿਹੜੀ ਗੱਲ ਦਾ ਜਿਹੜਾ ਰੇੜਕਾ ਹੈ ਇਹ ਰੁਕਿਆ। 14 ਵੇਲੇ ਵੀ ਅਖੌਤੀ ਜਥੇਦਾਰ ਗੱਡੀਆਂ 'ਚ ਬਹਿ ਕੇ ਜਦ ਗਏ ਘਰ 'ਚ ਗੱਲ ਕਰਨ ਵਾਈਟ ਰੌਕ ਦੇ ਵਿੱਚ, ਬਲਕਿ ਉਹਨਾਂ ਦੇ ਘਰੇ ਵੀ ਚਲੋ ਜੀ ਮੀਟਿੰਗ ਕਰਦੀਆਂ, ਅੱਧਿਆਂ ਤੋਂ ਐਡਰੈਸ ਨਹੀਂ ਸੀ ਪਤਾ, ਜਾਣ ਕਰਕੇ ਖੱਬੇ ਕਰ ਲਓ ਸੱਜੇ ਕਰ ਲਓ। ਕਾਹਦਾ ਦਾਬਾ ਕਿਸੇ ਬੰਦੇ ਦਾ? ਕੀ ਤੁਸੀਂ 4 ਪੈਸਿਆਂ ਪਿੱਛੇ ਲੋਕਾਂ ਨੂੰ ਹੱਥ ਜੋੜ ਕੇ ਤੁਸੀਂ ਖੜ ਜਾਂਦੇ ਹੋ ਹਰ ਜਗ੍ਹਾ ਤੇ ਜਿਹੜੀਆਂ ਰਿਲੀਜੀਅਸ ਸੁਸਾਇਟੀਆਂ ਤੇ ਜਿਹੜੇ ਇੰਸਟੀਚਿਊਟ ਬਣਾਏ ਨੇ, ਇਹ ਇੰਸਟੀਚਿਊਟਸ ਦੇ ਪਿੱਛੇ ਕੌਣ ਹੈ? ਕਿਹੜੇ ਬੰਦੇ ਨੇ ਜਿਨ੍ਹਾਂ ਨੇ ਘਰਾਂ ਤੋਂ ਮੋਹਰ ਜਾਂ ਚੱਕ ਕੇ ਇਹ ਅਦਾਰੇ ਖੜੇ ਕੀਤੇ? ਅੱਜ ਉਹ ਬੰਦੇ ਕਿੱਥੇ ਨੇ? ਕੀ ਉਹ ਬੋਰਡ ਆਫ ਡਾਇਰੈਕਟਰ 'ਚ ਹੈ? ਇੱਕ ਬੰਦਾ ਕੋਈ ਕੱਢ ਕੇ ਦਿਖਾਵੇ ਮੈਨੂੰ ਵੀ ਜਿਹੜੇ ਬੰਦਿਆਂ ਨੇ ਮੋਹਰ ਜਾਂ ਚੱਕੀਆਂ ਘਰਾਂ ਦੇ ਵਿੱਚੋਂ ਚੱਕ ਕੇ ਜਵਾਕ ਲਿਆ ਕੇ ਮਿਹਨਤਾਂ ਕਰਕੇ ਇਹਨਾਂ ਸਕੂਲਾਂ 'ਚ ਪੜ੍ਹਾਏ, ਤੇ ਅੱਜ ਉਹ ਜਵਾਕ ਕਿੱਥੇ ਨੇ? ਤੇ ਉਹ ਜਿਹੜੇ ਬੰਦਿਆਂ ਨੇ ਇਹ ਇੰਸਟੀਚਿਊਟ ਬਣਾਏ, ਉਹ ਮੈਂ ਨਾਂ ਹੁਣ ਦੇ ਦਿੰਦਾ ਇਹ ਔਨ ਏਅਰ, ਇੱਕ ਬੰਦਾ ਵੀ ਜੇ ਬੋਰਡ ਆਫ ਡਾਇਰੈਕਟਰਾਂ 'ਚ ਹੋ। ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਹਰ ਇੱਕ ਚੀਜ਼ ਕੌਮ ਭਰ ਕੇ ਸਾਡੇ ਮੋਢਿਆਂ ਤੇ ਪਾ ਦਿੰਦੇ ਹੋ। ਜਿਹਨੂੰ ਜ਼ਰੂਰਤ ਹੋਊ ਉਹ ਗੁਰੂ ਮਹਾਰਾਜ ਦੇ ਸਰੂਪ ਆਪ ਲੈ ਕੇ ਆਵੇ, ਸਤਿਕਾਰ ਨਾਲ ਲੈ ਕੇ ਆਵੇ, ਸਿਰ ਤੇ ਰੱਖ ਕੇ ਲਿਆਵੇ, ਕਿਤੇ ਲਿਆਵੇ। ਸਿੱਖ ਸੰਗਤ 5 ਲੱਖ ਦਾ, ਜਦ ਗੁਰਦੁਆਰੇ ਨੂੰ ਸਾਨੂੰ ਪਤਾ ਲੱਗਿਆ ਅਸੀਂ 400 ਸਰੂਪ ਲਿਆਉਣੇ ਨੇ, ਅਸੀਂ 5 ਲੱਖ ਦਾ ਜਿਹੜਾ ਪੂਰਾ ਇੱਕ ਜਹਾਜ਼ ਕਿਰਾਏ ਤੇ ਕਰਕੇ ਜਿੰਨੀਆਂ ਸੀਟਾਂ ਹੋਣਗੀਆਂ ਉਹਨਾਂ ਤੇ ਗੁਰੂ ਮਹਾਰਾਜ ਦੇ ਸਰੂਪ ਰੱਖ ਕੇ ਲਿਆਵਾਂਗੇ ਤੇ ਸਤਿਕਾਰ ਦੇ ਨਾਲ। ਜਦ ਤੱਕ SGPC ਪਰਮਿਸ਼ਨ ਨਹੀਂ ਦਿੰਦੀ, ਅਕਾਲ ਤਖਤ ਸਾਹਿਬ ਦੀ ਪਰਮਿਸ਼ਨ ਦੀ ਕੋਈ ਕਿਸੇ ਜਗ੍ਹਾ ਤੇ ਛਪਾਈ ਨਹੀਂ ਹੋ ਸਕਦੀ। ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ। ਜਤਪਾਲ ਸਿੰਘ ਦੀ ਲਾਈਨ ਨੰਬਰ 2 ਤੁਸੀਂ ਏਅਰ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਵੀਰ ਜੀ ਸਾਹਿਬ ਦੇਖੋ, ਜੇ ਨੇ ਗੁਰੂ ਸਾਹਿਬ ਨੂੰ ਜਾ ਕੇ ਨਮਸਤਕ ਹੋਣਾ ਆ, ਉਹਨੂੰ ਇਸ ਗੱਲ ਦਾ ਪਤਾ ਹੈ ਵੀ ਗੁਰੂ ਸਾਹਿਬ ਨੇ ਆਪ ਫਰਮਾਇਆ ਹੈਗਾ ਵੀ ਜੇ ਇੱਕ ਪੈਰ ਅਸੀਂ ਗੁਰੂ ਸਾਹਿਬ ਨੂੰ ਪੁੱਟਦੇ ਆ ਤਾਂ ਗੁਰੂ ਸਾਡਾ ਆ 100 ਕਦਮ ਸਾਡੇ ਵੱਲ ਨੂੰ ਚੱਲ ਕੇ ਆਉਂਦਾ ਆ। ਤਾਂ ਇਹ ਗੱਲ ਤਾਂ ਜਾਣੀ ਕਿ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਜ਼ਰੂਰਤ ਪੈ ਗਈ, ਆਹ ਹੋ ਗਿਆ ਜੀ ਉਹ ਹੋ ਗਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਇੱਥੋਂ ਪਤਾ ਲੱਗ ਜਾਣੀਆਂ ਚਾਹੀਦੀਆਂ। ਸਾਡੇ ਉੱਥੇ ਅੰਮ੍ਰਿਤਸਰ ਸਾਹਿਬ ਤੋਂ 250 ਤੋਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਾਪਤਾ ਕਰ ਦਿੱਤੇ ਗਏ, ਤਾਂ ਉੱਥੇ ਨਿਤ ਜਿਹੜੀਆਂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਆ। ਜੋ ਇਹੋ ਵਰਤਾਰਾ ਜਿਹੜਾ ਵਰਤ ਰਿਹਾ ਹੈਗਾ ਆ, ਸਿਰਫ ਜਿਹੜਾ ਆ ਸਾਡੇ ਧਰਮ ਦੇ ਵਿੱਚ ਜਿਹੜਾ ਆ ਦੁਬਦਾ ਪੈਦਾ ਕਰਨ ਤੇ ਸਾਡੇ ਵਿੱਚ ਆਪਸ ਵਿੱਚ ਲੜਾਈ ਕਰਨ ਲਈ ਕੀਤਾ ਜਾਂਦਾ। ਤੁਹਾਨੂੰ ਯਾਦ ਹੋਣਾ ਜਿਹੜੇ ਆ ਮਲਕ ਸਾਹਿਬ ਹੈਗੇ, ਇਹਨਾਂ ਦੇ ਰਿਸ਼ਤੇਦਾਰ ਤੁਹਾਡੇ ਰੇਡੀਓ ਤੇ ਆ ਕੇ ਕਹਿ ਕੇ ਗਏ ਸੀ ਵੀ ਇਹ ਉੱਥੇ ਜਾ ਕੇ ਇੰਟੈਲੀਜੈਂਸ ਏਜੰਸੀਆਂ ਦੇ ਦਫ਼ਤਰਾਂ 'ਚ ਮਲਕ ਸਾਹਿਬ ਮਿਲ ਕੇ ਆਉਂਦੇ ਆ, ਉੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ, ਤੇ ਇੱਧਰ ਏਅਰ ਇੰਡੀਆ ਦਾ ਰੌਲਾ ਪਾਇਆ ਆ। ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ, ਤੇ ਦੂਸਰਾ ਜਿਹੜਾ ਆਪਣੇ ਭਾਈ ਮਨਿੰਦਰ ਸਿੰਘ ਹੁਣੀ ਵੀ ਆਏ ਸੀ, ਮੇਰੇ ਖਿਆਲ ਉਹਨਾਂ ਨੂੰ ਕਿਤੇ ਨਾ ਕਿਤੇ ਭੁਲੇਖਾ ਲੱਗ ਗਿਆ ਗੱਲ ਕਰਦਿਆਂ ਨੂੰ। ਜਿਹੜੀ ਗੱਲ ਉਹ ਜਦੋਂ ਆਪਣੀ ਜਿਹੜਾ ਮਿਲ ਕੇ ਆਏ ਹੈਗੇ ਆ, ਉੱਥੇ ਗੱਲਬਾਤ ਕਰਨ ਤੋਂ ਬਾਅਦ ਇਹਨੀ ਗੁਰੂ ਗ੍ਰੰਥ ਸਾਹਿਬ ਦੀ ਛਪਵਾਈ ਇੱਥੇ ਕੀਤੀ ਆ, ਨਾ ਕਿ ਪਹਿਲਾਂ ਜਿਹੜੀ ਆ। ਜਾਣ ਕੇ ਇਹਨਾਂ ਨੂੰ ਕੋਈ ਗੱਲ ਨਹੀਂ ਹੈਗੀ ਤੁਸੀਂ ਗੱਲ ਕਰਦੇ ਕਿ ਨਹੀਂ ਕਰਦੇ। ਇਹ ਸਿਰਫ ਵਪਾਰੀ ਲੋਕ ਹੈਗੇ ਆ, ਪੈਸੇ ਲਈ ਜਿਹੜਾ ਆ ਸਿਰਫ ਇੱਕ ਕਿਤਾਬ ਦੀ ਤਰ੍ਹਾਂ ਇਹੋ ਦੂਜਾ ਵੇਚਣ ਦਾ ਇਹਨਾਂ ਦਾ ਕੰਮ ਹੈਗਾ ਆ। ਸ਼ਰਧਾ ਇਹਨਾਂ 'ਚ ਕੋਈ ਲੈਣਾ ਦੇਣਾ ਨਹੀਂ। ਈਵਨ ਆਪਣੇ ਤੁਹਾਡੇ ਰੇਡੀਓ ਤੇ ਭਾਈ ਕੁਲਦੀਪ ਸਿੰਘ ਹੋਣੀ ਆ, ਰੇਡੀਓ ਤੇ ਦਲਗੀਰ ਹੋਣਾ ਨੂੰ ਲੈ ਕੇ ਆਏ, ਐਤਵਾਰ ਨੂੰ ਪ੍ਰੋਗਰਾਮ ਕੀਤਾ ਆ। ਉਹ ਇਸੇ ਗੱਲ ਤੇ ਐਮਫਸਿਸ ਕਰ ਰਹੇ ਆ। ਉਹ ਕਹਿੰਦੇ ਆ ਜੀ ਕਿੱਧਰ ਨੂੰ ਇਹਦੀਆਂ ਲੱਤਾਂ ਤੇ ਕਿੱਧਰ ਨੂੰ ਬਾਹਾਂ, ਕਿਹੜੇ ਅੰਗ, ਕਿਹੜੀ ਗੱਲ ਕਰ ਰਹੇ ਆ। ਇਹ ਜਾਗਤ ਜੋਤ ਵਾਲਾ ਜਿਹੜਾ ਕੌਨਸੈਪਟ ਆ, ਉਹਦੇ ਤੇ ਰੇਡੀਓ ਤੇ ਹੀ ਆ ਕੇ ਉਹਨੇ ਉਹ ਗੱਲਾਂ ਕਰ ਦਿੱਤੀਆਂ ਹੈਗੀਆਂ। ਤੇ ਦੁੱਖ ਉਦੋਂ ਹੋਇਆ ਜਦੋਂ ਸਰਦਾਰ ਮਹਿੰਦਰ ਸਿੰਘ ਹੋਣੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੁੰਦੇ ਆ ਕੇ, ਉਹ ਵੀ ਕਹਿੰਦੇ ਆ ਕੇ ਭਾਈ ਕੁਲਦੀਪ ਸਿੰਘ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ। ਇਹ ਜਿਹੜੀ ਗੱਲ ਆ ਇਹ ਗਲਤ ਪਾਸੇ ਨੂੰ ਜਾ ਰਹੀ। ਇਸੇ ਗੱਲ ਨੂੰ ਸਮਝਦੇ ਆ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਸੀ, ਔਰ ਉਹਨਾਂ ਨੂੰ ਕੋਈ ਡਰ ਉਹਨੇ ਤਾਂ ਪਹਿਲਾਂ ਕਿਹਾ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮਰਨਾ ਨਹੀਂ ਮੰਨਦਾ, ਜ਼ਮੀਰ ਦੇ ਮਰਨ ਨੂੰ ਮੌਤ ਮੰਨਦਾ। ਤੇ ਇਹ ਜਿਹੜੀ ਆ ਉਹ ਲੜਾਈ ਲਈ ਤਿਆਰ ਸੀ, ਉਹਨਾਂ ਨੂੰ ਆਪਣਾ ਨਹੀਂ ਸੀ ਕੁਛ। ਉਹਨੇ ਕਿਹਾ ਜੇ ਖਾਲਸਾ ਪੰਥ ਦੇ ਤੁਸੀਂ ਸੇਵਾ ਕਰਨੀ ਆ ਤੇ ਫਿਰ ਖਾਲਸਾ ਪੰਥ ਦਾ ਰਾਜ ਸਿਰਜਿਓ, ਖਾਲਸਤਾਨ ਦੀ ਗੱਲ ਕਰਿਓ। ਅਸੀਂ ਜਿਹੜਾ ਆ ਆਲੇ ਦੁਆਲੇ ਨਾ ਫਰੀਏ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ।
ਗੁਰਫਤਿਹ ਜੀ। ਸਾਹਿਬ ਭੁਪਿੰਦਰ ਸਿੰਘ ਲਾਈਨ ਨੰਬਰ 3। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ। ਭਾਈ ਸਾਹਿਬ, ਆਪਣਾ ਇਹ ਜਿਹੜੇ ਰਿਪਨ ਸਿੰਘ ਜਿਹੜੇ ਮਲਕ ਆ, ਇਹ ਲਾਸਟ ਈਅਰ ਜਿੱਦਾਂ ਇੰਡੀਆ ਜਾ ਕੇ ਆਏ ਸੀਗੇ, ਲਾਈਵ ਟੈਲੀਕਾਸਟ ਜਿਹੜਾ ਇਹਨਾਂ ਦਾ ਹੋਇਆ ਸੀਗਾ, ਤੇ ਉਹਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਇੱਕ ਬੰਦਾ ਬੈਠਾ ਸੀਗਾ, ਉਹਨੇ ਜਿੱਦਾਂ ਰਾਜ ਦੇ ਮੁਖੀ ਦੀ ਬੜੀ ਸਿਫਤ ਸਲਾਹ ਕੀਤੀ ਸੀਗੀ, ਤੇ ਜਿੱਦਾਂ ਆਪਣੇ ਵੀਰ ਮਨਿੰਦਰ ਸਿੰਘ ਹੋਣੀ ਵੀ ਦੱਸ ਕੇ ਗਏ ਆ ਵੀ ਇਹ ਸੁਖਬੀਰ ਬਾਦਲ ਤੇ ਲੌਂਗੋਵਾਲ ਦੇ ਨਾਲ ਇਹਨਾਂ ਨੇ ਮੀਟਿੰਗਾਂ ਕੀਤੀਆਂ ਹਨਾ, ਤੇ ਉਸ ਦੇ ਵਿੱਚੋਂ ਜਿੱਦਾਂ ਇਹਨਾਂ ਦੀ ਰਾਤ ਜਿਹੜੀ RSS ਦੀ ਜਿਹੜੀ ਕੌਂਸਪੀਰੇਸੀ ਜਿੱਦਾਂ ਨਿਕਲ ਕੇ ਆਉਂਦੀ ਹੈ ਵੀ ਜਿਹੜੀ ਇਹ ਇੰਟਰਨੈਸ਼ਨਲ ਜਿਹੜੇ ਸਿੱਖਾਂ ਨੂੰ ਜਿੱਦਾਂ ਵੀ ਉਹਨਾਂ ਦੀ ਇਮੇਜ ਨੂੰ ਟਾਰਨਿਸ਼ ਕਰਨਾ ਚਾਹੁੰਦੇ ਆ, ਉਹ ਵੀ ਇਸ ਮੌਕੇ ਤੇ ਜਦੋਂ ਮਤਲਬ ਜਿਹੜੇ ਸਿੱਖ ਆ ਉਹ ਨੈਰੇਟਿਵ ਦੀ ਤੇ ਜਿੱਦਾਂ ਇੰਡੀਪੈਂਡੈਂਸ ਦੀ ਜਿਹੜੀ ਲੜਾਈ ਲੜ ਰਹੇ ਆ ਨਾ ਰੈਫਰੈਂਡਮ 2020 ਦੇ ਮਤਲਬ ਜਿੱਦਾਂ, ਸੋ ਇਹ ਜਿੱਦਾਂ ਵੀ ਇੱਧਰ ਵੀ ਇਹੋ ਕੰਮ ਹੀ ਕਰਨਾ ਚਾਹੁੰਦੇ ਆ, ਤੇ ਜਿੱਦਾਂ ਜਿਹੜੇ ਇਹਨਾਂ ਦੇ ਇੰਸਟੀਟਿਊਸ਼ਨ ਆ ਉਹਨਾਂ ਦੇ ਵਿੱਚ ਜਿੱਦਾਂ ਵੀ ਕਿੱਦਾਂ ਇਹ ਟਰਸਟ ਤੇ ਜਿਹੜੀ ਇੰਟੈਗ੍ਰਿਟੀ ਹੈ ਬਰੀਚ ਕੀਤੀ ਹੈ ਇਹਨਾਂ ਨੇ, ਤੇ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਿੱਦਾਂ ਕਿ ਇਹ ਰਾਗਮਾਲਾ ਵੀ ਨਹੀਂ ਪੜ੍ਹਦੇ ਹੁਣ, ਉਹਦੇ ਵਿੱਚ ਮਤਲਬ ਇਹ ਕਿਸੇ ਕੋ ਕੀ ਸਬੂਤ ਹੈ ਵੀ ਉਹਦੇ ਵਿੱਚ ਇਹਨਾਂ ਇਹ ਰਾਗਮਾਲਾ ਛਾਪੀ ਵੀ ਹੈ ਕਿ ਨਹੀਂ ਛਾਪੀ, ਸੋ ਇਹੋ ਜਿਹੇ ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਜੀ। ਧੰਨਵਾਦ ਜੀ। ਇਹ ਜਿਹੜੀ ਬਣਦੀ ਸੀਗੀ ਇਹ ਪੰਜਾਂ ਸਿੰਘਾਂ ਦੀ ਬਣਦੀ ਸੀਗੀ, ਜਿਹੜੇ ਧਾਰਮਿਕ ਜਿਹੜੇ ਇੱਥੇ ਅੰਮ੍ਰਿਤ ਸੰਚਾਰ ਕਰਦੇ ਆ, ਤੇ ਉਹਨਾਂ ਨੇ ਵੀ ਜਿੱਦਾਂ ਜਦੋਂ BC ਕੌਂਸਲ ਦੀ ਇੱਥੇ ਮੀਟਿੰਗ ਹੋਈ ਆ ਆਪਣੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਦੇ ਵਿੱਚ, ਤੇ ਉਹਨਾਂ ਦੀ ਜਿੱਦਾਂ ਉਹਨਾਂ ਨੂੰ ਸੱਦਿਆ ਗਿਆ ਸੀਗਾ ਉਹਦੇ ਵਿੱਚ, ਤੇ ਉਹਦੇ ਵਿੱਚ ਉਹਨਾਂ ਵੀ ਜਿੱਦਾਂ ਕੋਈ ਜਿੱਦਾਂ ਵੀ ਕੋਈ ਮਤਲਬ ਉਹਨਾਂ ਵਿਖਾਇਆ ਨਹੀਂ ਕੋਈ ਜਿੱਦਾਂ ਜੌਹਰ ਜਿੱਦਾਂ ਉਹਨਾਂ ਨੂੰ ਵਿਖਾਉਣਾ ਚਾਹੀਦਾ ਸੀਗਾ। ਉਹ ਨਹੀਂ ਜੀ ਨਹੀਂ, ਭੁਪਿੰਦਰ ਸਿੰਘ ਜੀ ਇਕੱਠਾਂ ਦੇ ਵਿੱਚ ਗੱਲ ਕਰ ਲੈਂਦੇ ਆ, ਇਕੱਠਾਂ 'ਚ ਮੀਟਿੰਗ 'ਚ ਗੱਲ ਕਰ ਲੈਂਦੇ ਆ, ਮੀਟਿੰਗ ਦੇ ਵਿੱਚੋਂ ਜਦ ਨਿਕਲਦੇ ਆ ਉਹਦੇ ਬਾਅਦ ਜਾ ਕੇ ਪੈਰਾਂ 'ਚ ਫੇਰ ਬਹਿੰਦੇ ਆ। ਡਬਲ ਸਟੈਂਡਰਡ ਹੈ ਮੀਟਿੰਗ ਦੇ ਵਿੱਚ, ਅੱਧੇ ਨਾਲ ਹੋ ਜਾਂਦਾ, ਅੱਧੇ ਦੇਖੋ ਜੀ ਇਹ ਇਸ ਤਰ੍ਹਾਂ ਵੀ ਹੈ, ਇਹ ਵੀ ਚੰਗੇ ਨੇ, ਤੁਹਾਡੀ ਮਰਿਆਦਾ ਵੀ ਠੀਕ ਹੈ, ਮੁੜ ਕੇ ਘਰ 'ਚ ਜਾ ਕੇ ਪੈਰਾਂ 'ਚ ਬਹਿੰਦੇ ਨੇ ਚਾਰ ਛਿਲੜਾ ਖਾਤਰ। ਜੇ ਪਹਿਰਾ ਨਹੀਂ ਦੇਣਾ ਤਾਂ ਮੀਟਿੰਗਾਂ 'ਚ ਗੱਲ ਨਹੀਂ ਕਰਨੀ ਚਾਹੀਦੀ। ਸਭ ਨੂੰ ਪਤਾ ਜਦ ਪਿਛਲੇ ਸਾਲ ਇਹ ਗੁਰੂ ਨਾਨਕ ਗੁਰਦੁਆਰਾ ਸਾਹਿਬ 'ਚ ਗੱਲਾਂ ਸ਼ੁਰੂ ਹੋਈਆਂ, ਜਦ ਸ਼ੁਰੂਆਤ ਹੋਈ ਉੱਥੇ ਪੈਰ ਗੱਡ ਕੇ ਖੜਨਾ ਚਾਹੀਦਾ ਵੀ ਅਸੀਂ ਨਹੀਂ ਹੋਣ ਦੇਣੀ ਇਹ ਗੱਲ। ਉੱਥੋਂ ਢਿੱਲੀ ਛੱਡੀ ਗੱਲ, ਤੇ ਹੁਣ ਅਗਲੇ ਨੇ ਪ੍ਰਿੰਟ ਕਰਕੇ 15 ਗੁਰੂ ਮਹਾਰਾਜ ਦੇ ਸਰੂਪ ਦੱਸਤਾ ਵੀ ਮੈਂ ਕਰ ਲਏ। ਹਰ ਇੱਕ ਗੱਲ ਦੇ ਵਿੱਚ ਆਕਰ ਤੇ ਹਰ ਗੱਲ ਦੇ ਵਿੱਚ ਪੈਸਾ ਮੂਹਰੇ ਰੱਖ ਕੇ ਜੇ ਤੁਸੀਂ ਕੌਮ ਦੇ ਨਾਲੇ ਕਰਦੇ ਹੋ ਤੇ ਤੁਸੀਂ ਸ਼ਰੇਆਮ ਕਮੇਟੀ ਨੂੰ ਵੰਡ ਕੇ ਅੱਧੇ ਹੱਕ 'ਚ ਹੋ ਜਾਣਗੇ। ਕੱਲ ਨੂੰ ਦੁਸ਼ਮਣ ਜਿਹੜਾ ਬੈਠਾ ਉਹ ਨਾਲ ਆ ਕੇ ਖੜ ਜੂ। ਨਹੀਂ ਜੀ ਇੱਥੇ ਪ੍ਰਿੰਟ ਹੋਣੇ ਚਾਹੀਦੇ ਆ। ਪਰਸੋਂ ਵੀਕਐਂਡ ਤੇ ਟੋਰਾਂਟੋ ਦੇ ਵਿੱਚ ਉਹਨਾਂ ਨੇ ਗੰਨਾਂ ਫੜੀਆਂ ਗੱਡੀਆਂ ਦੇ ਵਿੱਚੋਂ, ਜਿੱਥੇ ਰੈਫਰੈਂਡਮ 2020 ਵਾਲਿਆਂ ਦੇ ਕੋਲੋਂ ਪੁਲਿਸ ਨੇ ਫੜੀਆਂ, ਤੇ ਉਹ ਗੰਨਾਂ ਲੈ ਕੇ ਝੰਡੇ ਲਾ ਕੇ ਮੂਹਰੇ ਗੱਡੀਆਂ ਦੇ ਕੌਣ ਆ ਰਹੇ ਸੀ ਕੋਈ ਹੁਣ, ਪਰ ਕਮਿਊਨਿਟੀ 'ਚ ਪ੍ਰੋਬਲਮ ਹੋ ਸਕਦੀ। ਧੰਨਵਾਦ। ਰਣਜੀਤ ਸਿੰਘ ਜੀ ਲਾਈਨ ਨੰਬਰ 4। ਹਾਂਜੀ ਜੀ ਸਿੰਘ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਤੁਸੀਂ ਬਹੁਤ ਪੁਰਾਣੇ ਆ, ਗਿਆਤਾ ਹੈ, ਤੁਸੀਂ ਇਹ ਦੱਸੋ ਵੀ ਇਹਦਾ ਹੱਲ ਕੀ ਹੈ ਤੇ ਇਹ ਕੀ ਹੋਣਾ ਚਾਹੀਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੇਖੋ ਇਹ 1914 ਦੇ ਪਹਿਲਾਂ ਵੀ ਇਹਨੇ ਦੇਖੋ ਇਹਨੇ ਪਹਿਲਾਂ 400 ਸਰੂਪਾਂ ਦਾ ਬੇਅਦਬੀ ਕੀਤੀ। 8 ਸੁਸਾਇਟੀਆਂ ਨੇ ਇਹਨੂੰ ਚਿੱਠੀ ਲਿਖੀ, ਪਰ 8 ਸੁਸਾਇਟੀਆਂ ਨੇ ਅੱਜ ਤੱਕ ਇਹਨੂੰ ਕੋਈ ਨਹੀਂ ਪੁੱਛਿਆ ਵੀ ਇਹ ਤਾਂ ਪਹਿਲਾਂ ਹੀ ਗੁਨਾਹਗਾਰ ਹੈ 400 ਸਰੂਪ ਬੇਅਦਬੀ ਕਰਨ ਦਾ। ਉੱਥੇ ਅਸੀਂ ਰੋਂਦੇ ਹਾਂ ਵੀ ਉਹਨੂੰ ਮਹਾਰਾਜ ਦੇ ਸਰੂਪ ਹੋਏ ਉੱਥੇ ਗੋਲੀਆਂ ਖਾਣ ਆ, ਤੇ ਇਹਦੀ ਅਸੀਂ ਸਪੋਰਟ ਕਰਦੇ। ਸਾਡੀਆਂ 8 ਸੁਸਾਇਟੀਆਂ 'ਚ ਵੀ ਵੇਖੋ ਹੀ ਪਾਸ ਹੋਇਆ, ਫੇਰ ਵੀ ਇਹਨੂੰ ਸਾਬੋਤਾਜ ਕਰਨ ਦਾ ਸਾਡੇ ਵਿੱਚ ਬੈਠਿਆਂ ਨੇ ਉਹਨਾਂ ਨੂੰ ਅਕਾਲ ਤਖਤ ਨੂੰ ਚਿੱਠੀ ਨਹੀਂ ਪਾਉਣ ਦਿੱਤੀ। ਹੁਣ ਇਹਨਾਂ ਨੇ ਹੁਣ ਵੇਖਿਆ ਜਦੋਂ ਵੀ ਸਾਰੇ ਪਾਸੇ ਗੱਲ ਉੱਠੀ ਹੈ ਤਾਂ ਹੁਣ ਚਿੱਠੀ ਗਈ ਆ ਅਕਾਲ ਤਖਤ ਸਾਹਿਬ ਨੂੰ, ਨਹੀਂ ਤੇ ਉਹ ਵੀ ਰੋਕ ਲਈ ਗਈ। ਇਹ ਹਾਲਤ ਹੈ ਸਾਡੀ, ਚੰਦ ਕੌਡੀਆਂ ਬਦਲੇ। ਦੇਖੋ ਗੱਲ ਅਸਲ ਵਿੱਚ ਪੈਸੇ ਦੀ ਵੀ ਨਹੀਂ। ਇੱਥੇ ਜਿਹੜੇ 267 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਨੇ, ਉਹਨਾਂ ਦਾ ਕਰਤਾ ਧਰਤਾ ਇਹਦੀ ਛੱਪਰ ਸ਼ਹਿਰ 'ਚ ਬੈਠਾ ਹੋਇਆ। ਇਹ ਪੈਸੇ ਦੀ ਗੱਲ ਨਹੀਂ ਗੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਾਬੋਤਾਜ ਕੀਤਾ ਜਾ ਰਿਹਾ, ਸਾਬੋਤਾਜ ਹੋ ਰਿਹਾ ਹੈ। ਇਹਨਾਂ ਨੇ ਕੀ ਕਰਨਾ ਵੇਖੋ, ਇਹ ਕੋਈ ਸਾਡੇ ਗੁਰਦੁਆਰਾ ਸਾਹਿਬ 4 ਘਰ ਤੋਂ ਲੋਕੀ ਵਾਪਸ ਕਰ ਗਏ ਨੇ, ਡਿਮਾਂਡ ਕਿੱਥੇ ਆ? ਫਿਰ ਅਸੀਂ ਸਭ ਜਦੋਂ ਪਹਿਲੀ ਦੇਖੋ ਪਹਿਲਾਂ ਉੱਥੇ ਵੀ ਤੇ ਇੱਥੇ ਵੀ ਜੇ ਪੁਰਾਣੇ ਸਰੂਪ ਅੱਗ ਲਪੇਟ ਕਰ ਦਿਓ। ਇੱਥੇ ਵੀ ਅਸੀਂ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਤੁਹਾਡੇ ਕੋਲ 2 ਪੁਰਾਣੇ ਸਰੂਪ ਆਏ ਆ, ਉਹ ਮੈਨੂੰ ਦੇ ਦਿਓ। ਉਹਨੇ ਦਿੱਤੇ ਨਹੀਂ, ਮੈਨੂੰ ਟਾਲ ਮਟੋਲ ਕਰਦਾ ਜੀ ਉਹ ਸਰ ਮੇਰੀ ਨਹੁੰ ਆ ਉਹਦੇ ਅੰਦਰ। ਮਤਲਬ ਅਸਲ ਵਿੱਚ ਇਹ ਆ ਕਿ ਇਹਨਾਂ ਦੇ ਸਰੂਪਾਂ ਦਾ ਮਹਾਰਾਜ ਦੇ ਸਰੂਪ ਵਿਗਾੜੇ ਜਾਣਗੇ। ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਕੀ ਕਰਨਗੇ, ਆ ਸਾਰਾ ਕੁਝ ਹੈਗਾ ਅੱਜ ਇੰਟਰਨੈਟ। ਉਹ ਭਲਿਓ ਮਾਨਸੋ, ਜਿਹੜੇ ਤੁਹਾਡੇ 267 ਸਰੂਪ ਚੋਰੀ ਹੋਏ ਨੇ, ਉਹਨਾਂ ਦਾ ਚੋਰ ਇਹਨਾਂ ਕੋਲ ਬੈਠਾ ਹੋਇਆ, ਉੱਥੇ ਚਲੇ ਗਏ ਨੇ ਨਾਗਪੁਰ ਸਾਹਿਬ 'ਚ, ਉਹਨਾਂ ਬਦਲੀ ਕਰ ਦਿੱਤੀਆਂ ਉਹਨੇ, ਤੇ ਗੁਰੂ ਮਹਾਰਾਜ ਦੇ ਸਾਈਨ ਨੇ। ਔਰ ਉਹ ਸਰੂਪ ਉੱਥੇ ਹੁਣ ਔਖਾ ਹੋ ਗਿਆ ਪੰਜਾਬ 'ਚ, ਉਹਨਾਂ ਨੇ ਇੱਕ ਥਾਂ ਕਰ ਦਿੱਤੇ। ਇਹਨਾਂ ਕਿ ਵੀ ਬਾਹਰ ਛਾਪਣੇ ਸ਼ੁਰੂ ਕਰ ਦੇ। ਔਰ 8 ਸੁਸਾਇਟੀਆਂ ਦੇ ਸਾਹਮਣੇ ਬੈਠ ਕੇ ਬੰਦਾ ਇੰਨਾ ਹੰਕਾਰ ਰਿਹਾ ਹੋਇਆ, ਮੈਂ ਤੇ ਛਾਪਣੇ ਹੱਦ ਹੋ ਗਈ। ਅੱਗੇ ਅਸੀਂ ਮੂੰਗਿਆਂ ਵਾਂਗੂ ਬੈਠੇ ਹਾਂ।
ਅਸੀਂ ਉਹਨੂੰ ਸਤਿਕਾਰ ਦੇਈ ਜਾਂਦੇ। ਉਹ ਕਹਿੰਦੇ ਉਹਨੂੰ ਸੱਦਿਆ ਕਰੋ ਜੀ। ਮੈਂ ਕਿਹਾ ਜੀ 8 ਕਮੇਟੀਆਂ ਦੀ ਮੀਟਿੰਗ ਉਹਦਾ ਕੀ ਕੰਮ ਹੈ? ਅਸੀਂ ਧੂਤੇ ਹਾਂ ਫਿਰ ਇੱਥੇ ਬੈਠੇ। ਸੋ ਇਹ ਹਾਲਤ ਹੈ, ਕੌਮ ਨੂੰ ਜਾਗਣਾ ਚਾਹੀਦਾ। ਗੁਰਦੁਆਰੇ ਵਾਲਿਆਂ ਦੇ ਉੱਤੇ ਤੁਸੀਂ ਨਿਰਭਰ ਨਾ ਕਰੋ। ਇਹ ਛੂਛਾ ਫਾਸੀ 2 ਮਿੰਟਾਂ ਕਰਕੇ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਰੋਕ ਲਈ। ਜਿਹੜਾ ਉੱਥੇ ਬੈਠਾ ਤਰਲੋਚਨ ਸਿੰਘ, ਉਹਨੇ ਬਿਆਨ ਦਿੱਤਾ ਜੀ ਜਥੇਦਾਰ ਨੂੰ 267 ਦੇ ਉੱਤੇ ਨਹੀਂ ਐਕਸ਼ਨ ਲੈਣਾ ਚਾਹੀਦਾ। ਮੈਂ ਵੀ ਕਮੇਟੀ 'ਚ ਗੱਲ ਕੀ, ਮੈਂ ਜਦੋਂ ਉਹਦੀ ਇੰਟਰਵਿਊ ਆਈ ਮੈਂ ਉਹਦੇ ਉੱਤੇ ਕਮੈਂਟ ਪਾਏ। ਉੱਥੇ ਕਹਿੰਦੇ ਜੀ ਹਾਂ ਜਥੇਦਾਰ ਨੂੰ ਕੀ ਕੋਲ ਇਹਦੇ ਵਿੱਚ ਉੱਤੇ ਜਥੇਦਾਰ ਨੇ ਉੱਥੇ ਹੋਰ ਮੱਝਾਂ ਚਾਹ ਨੂੰ ਰੱਖਿਆ ਹੋਇਆ। ਧਾਰਮਿਕ ਮਸਲੇ ਨਹੀਂ ਉਹਨੇ ਉਠਾਉਣੇ ਜਾਂ ਧਾਰਮਿਕ ਮਸਲਿਆਂ 'ਚ ਉਹਨੇ ਦਖਲ ਅੰਦਾਜ਼ੀ ਨਹੀਂ ਕਰਨੀ। ਸੋ ਅਸਲ ਵਿੱਚ ਬੜਾ ਸੀਰੀਅਸ ਪੈਸੇ ਤੇ ਮਿਲ ਗਏ, ਪੈਸੇ ਤੇ ਇਹਨਾਂ ਨੂੰ ਮਿਲ ਗਏ ਨੇ। ਅਸਲ ਵਿੱਚ ਜਿਹੜੀ ਇਹ ਗੱਲ ਹੋਣੀ ਹੈ, ਕਿਉਂ ਬੈਠਾ ਉਹ ਰੂਪ ਸਿੰਘ ਇਹਦੇ ਕੋਲ ਆ ਕੇ, ਕਿਉਂ ਇਹਨੇ ਛੱਪ ਪ੍ਰਸ਼ਾਦ ਦਿੱਤੀ ਹੋਈ ਹੈ? ਇਹਨੂੰ ਨਹੀਂ ਪਤਾ ਵੀ ਇਹ ਚੋਰ ਆ। ਖਾਲਸਾ ਸਕੂਲ ਉੱਤੇ ਇਹਨੇ ਹੇਰਾਫੇਰੀ ਕਰਕੇ ਕਬਜ਼ਾ ਕੀਤਾ। 1.5 ਲੱਖ ਦੀ ਮੈਂ ਟੱਕੋ ਕੀਤੀ ਫਰੀ ਉੱਥੇ ਮੈਂਬਰਸ਼ਿਪ। ਮੈਨੂੰ ਦਿੱਤੀ, ਕਦੀ ਚਿੱਠੀ ਪਾਈ ਮੈਨੂੰ? ਨੈਵਰ। ਸਕੂਲ ਇਹਨੇ 50 ਬੰਦਿਆਂ ਨੇ ਆਪਣਾ ਜਿਹੜੀ ਸੀ ਖਾਲਸਾ ਕ੍ਰੈਡਿਟ ਯੂਨੀਅਨ, ਇਹਨੇ 1 ਪੈਸਾ ਵੀ ਨਹੀਂ ਦਿੱਤਾ। ਉਸ ਦਿਨ ਤੁਹਾਡੇ ਇੱਥੇ ਕੁਲਦੀਪ ਸਿੰਘ ਦੇ ਰੇਡੀਓ ਵਿੱਚੋਂ ਬੰਦੇ ਜਿਹਨੇ 2000 ਦਿੱਤੇ, ਉਹ ਕਹਿ ਕੇ ਗਿਆ ਵੀ ਇਹਨੇ ਤਾਂ 2000 ਵੀ ਨਹੀਂ ਦਿੱਤਾ ਸੀ। ਸੋ ਇਹ ਬੜੀ ਸੀਰੀਅਸ ਇਸ਼ੂ ਹੈ। ਇੱਕ ਪਾਸੇ ਬੰਦਾ ਪ੍ਰਾਈਮ ਸਾਡੇ ਮੱਥੇ ਤੇ ਕਲੰਕ ਹੋਵੇ, ਇਹ ਬੰਦੇ ਨੂੰ ਉੱਥੇ ਏਜੰਸੀਆਂ ਜਿਹੜੀਆਂ VIP ਦੇ ਰਹੀਆਂ। ਕੌਮ ਨੂੰ ਜਾਗਣਾ ਪਊਗਾ। ਇਹੋ ਜਿਹੇ ਕੁੱਤੇ ਕੰਮ ਕਰਕੇ ਜਿਹੜੀ ਕੌਮ 100 ਸਾਲ ਪਿੱਛੇ ਚਲੇ ਗਈ। ਸਿੱਖਾਂ ਦਾ ਸਤਿਕਾਰ ਕਰਿਆ, ਸਿੱਖ ਟੈਰਰਿਸਟ ਬਣ ਗਏ। ਆਪਾਂ ਸੁੱਤੇ ਰਹਿ ਚੰਦ ਕੌਡੀਆਂ ਬਦਲੇ। ਹੱਦ ਹੋ ਗਿਆ। ਤੁਸੀਂ ਇੱਕ ਸਿੱਖ ਹੋ, ਜੇ ਕਿਸੇ ਦੇ ਕੋਲ ਸਜਾ ਕਹਿੰਦਾ ਮੈਂ 50,000 ਦੇ ਦੂੰ, ਇਹ ਕਹਿੰਦਾ ਮੈਂ ਲੱਖ ਦੇ ਦੂੰ, ਤੇ ਅਸੀਂ ਉੱਥੇ ਵਿਚ ਗਏ। ਸੋ ਇਹ ਸ਼ਰਮ ਵਾਲੀ ਗੱਲ। ਧੰਨਵਾਦ ਸਰਜੀਤ ਸਿੰਘ ਜੀ, ਤੁਹਾਡੇ ਬਹੁਤ ਧੰਨਵਾਦ ਜੀ। ਧੰਨਵਾਦ ਜੀ ਜਸਦਾਰ ਜੀ। ਬਿਲਕੁਲ ਰੂਪ ਸਿੰਘ ਉੱਥੋਂ ਆਇਆ ਹੋਇਆ 76, ਮੈਂ ਤੁਹਾਨੂੰ ਦੱਸਿਆ ਉੱਥੇ ਸ਼ਿਕੰਜਾ ਕੱਸਿਆ ਜਾਣਾ ਸੀ 276 ਸਰੂਪਾਂ ਦਾ। ਰੂਪ ਸਿੰਘ ਨੇ ਸਪੈਸ਼ਲ ਉਹਨੂੰ ਪਰਮਿਸ਼ਨ ਦਵਾਈ ਗਈ ਵੀ ਇਹਦੇ ਦਰਦ ਹੈ, ਇਹਦੇ ਦਿਲ 'ਚ ਦਰਦ ਹੈ ਤੇ ਇਹਦੀ ਇਹਦੇ ਲਈ ਜਾਣਾ, ਇਹਨੇ ਡਾਕਟਰੀ ਇਲਾਜ ਲਈ। ਉਹ ਸਰੀ ਦੇ ਵਿੱਚ ਆ, ਕਿਹਦੇ ਕੋਲ ਆ ਮੈਨੂੰ ਇਹ ਨਹੀਂ ਪਤਾ। ਜਸਦਾਰ ਜੀ ਦੱਸ ਕੇ ਗਏ ਨੇ, ਪਰ ਮੈਨੂੰ ਨਹੀਂ ਪਤਾ ਉਹ ਕਿਹਦੇ ਕੋਲ ਹੈ। ਸਰੀ 'ਚ ਆ ਉਹ ਬੰਦਾ। ਇੱਥੇ ਆਇਆ ਕਿਉਂਕਿ ਉੱਥੇ ਪੁੱਛਤਾਛ ਹੋਣੀ 276 ਸਰੂਪਾਂ ਦੇ ਸੰਬੰਧੀ। ਤੇ ਇੱਥੇ ਜਿਹੜੇ ਇਹ ਉਹਨਾਂ ਹੁਣ ਜਿਹੜੀ ਅੱਜ ਮਨਿੰਦਰ ਹੋਣੀ ਦੱਸ ਕੇ ਗਏ ਨੇ ਵੀ 15 ਮਹਾਰਾਜ ਦੇ ਸਰੂਪ ਛਾਪ ਦਿੱਤੇ ਆ। ਗੁਰਿੰਦਰ ਸਿੰਘ ਜੀ, ਲਾਈਨ ਨੰਬਰ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ। ਹਾਂਜੀ, ਗੱਲ ਤਾਂ ਵਿੱਚ ਇਹ ਹੈ ਜੀ, ਦੇਖੋ ਇੱਕ ਵਾਰ ਤਾਂ ਨਾਗਵਾਰ ਵਾਲਿਆਂ ਦੀ ਗੱਲ ਕਰਦੇ ਸੀ। ਸਦਾ ਹੀ ਇਹ ਗੱਲ ਵਿਚਾਰਦੇ ਆ ਵੀ ਨਾਗਵਾਰ ਵਾਲੇ 100 ਸਾਲ ਗਾਂਹ ਦੀ ਸੋਚਦੇ ਆ ਵੀ ਕਿਹੜੇ ਮਸਲੇ ਆਉਣੇ ਆ, ਅਸੀਂ ਉਹਨਾਂ ਦਾ ਕੀ ਹੱਲ ਕਰਨਾ, ਕਿੱਧਰ ਨੂੰ ਡਾਇਰੈਕਸ਼ਨ ਦੇਣੀ ਆ। ਦੂਜੇ ਪਾਸੇ ਸਾਡੀ ਕੌਮ ਵਿੱਚ ਕੋਈ ਵੀ ਮਸਲਾ ਆਉਂਦਾ 4-5 ਸਾਲ ਰੌਲਾ ਪੈਂਦਾ ਰਹਿੰਦਾ, ਉਹਦੇ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ। ਮੈਂ ਤਾਂ ਕਹਿੰਦਾ ਵੀ ਪ੍ਰੋਬਲਮ ਹੀ ਸਾਰੀ ਇੱਥੇ ਆ। ਚਲੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਮੇਰੀ ਸ਼੍ਰੋਮਣੀ ਕਮੇਟੀ ਜਿਹਨੂੰ ਸਾਰੇ ਸੋਚਦੇ ਆ ਵੀ ਇਹਦੇ ਠੀਕ ਫੈਸਲੇ ਨਹੀਂ ਲੈ ਰਹੇ, ਗੱਲ ਤਾਂ ਪ੍ਰੋਬਲਮ ਤਾਂ ਉੱਥੋਂ ਹੋ ਰਹੀ ਆ। ਸਾਡੀਆਂ ਕਿਉਂ ਨਹੀਂ ਸਾਡੇ ਬੁੱਧੀਜੀਵੀ ਨੂੰ ਕਮੇਟੀਆਂ ਬਣਦੀਆਂ ਜਿਹੜੇ ਸਾਡੇ ਮਸਲਿਆਂ ਤੇ ਵਿਚਾਰ ਕਰਨ, ਕੌਮ ਨੂੰ ਸੇਧ ਦੇਣ, ਉਹ ਵਿਚਾਰ ਕਰੇ, ਸ਼੍ਰੋਮਣੀ ਕਮੇਟੀ ਨੂੰ ਕਹਿਣ ਵੀ ਆਹ ਮਸਲੇ ਦਾ ਆਹ ਹੱਲ ਹੋ ਸਕਦਾ। ਅਸਲ ਵਿੱਚ ਤਾਂ ਇਹੀ ਆ ਵੀ ਜਦ ਮਾਮਲੇ ਜ਼ਿਆਦਾ ਲੰਮਕ ਜਾਂਦੇ ਆ ਤਾਂ ਫਿਰ ਉੱਥੇ ਕੌਮ ਦਫਾੜ ਹੁੰਦੀ ਹੈ। ਇੰਨੀ ਕੁ ਵਿਚਾਰੀ ਸਸਤੀ। ਧੰਨਵਾਦ ਜੀ। ਵਪਾਰਕ ਸੰਦੇਸ਼ ਦਿਓਲ ਸਾਹਿਬ ਤੇ ਜਸਵੀਰ ਸਿੰਘ ਜੀ, ਤੁਹਾਡੇ ਨਾਲ ਗੱਲ ਕਰਦਾ। ਗੱਲਬਾਤ ਚੱਲ ਰਹੀ ਹੈ ਜੀ ਵੀ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਕਿਤੇ ਛੱਪਣੇ ਚਾਹੀਦੇ। ਆਪਾਂ ਪਿਛਲੇ ਹਫ਼ਤੇ ਹਲੇ ਮੈਂ ਗੱਲਬਾਤ ਅਜਪਾਲ ਸਿੰਘ ਬਰਾੜ ਉਹਨਾਂ ਨਾਲ ਕਰ ਰਿਹਾ ਸੀ ਵੀ ਇੰਨੀ ਲੇਟੈਸਟ ਟੈਕਨੋਲੋਜੀ ਆ, ਗੁਰੂ ਮਹਾਰਾਜ ਦੇ ਸਰੂਪ ਦੇ ਜਿਲਦ ਦੇ ਵਿੱਚ ਇੱਕ ਚਿੱਪ ਲੱਗਣੀ ਚਾਹੀਦੀ ਜਿੱਥੋਂ ਪਤਾ ਲੱਗੇ ਕਿ ਕਿੱਥੇ ਜਾ ਰਹੇ ਨੇ, ਕੌਣ ਲੈ ਕੇ ਜਾ ਰਿਹਾ, ਤੇ ਉਹਦਾ ਕੋਈ ਨੰਬਰ ਹੋਵੇ ਅਤੇ ਸਾਰੇ ਲੋਕ ਜਿੱਥੇ ਦੁਨੀਆ 'ਚ ਕੌਮ ਬੈਠੀ ਹੈ ਉੱਥੇ ਜਿਹੜਾ ਵੀਡੀਓ ਸਰਵੇਲੈਂਸ ਕੈਮਰੇ ਨੇ ਉਹਨਾਂ ਨੂੰ ਐਕਸੈਸ ਕਰ ਸਕੇ ਵੀ ਮੇਰੇ ਗੁਰੂ ਮਹਾਰਾਜ ਦੇ ਸਰੂਪ ਨੇ, ਸਤਿਕਾਰ ਹੋ ਰਿਹਾ, ਕੀ ਹੋ ਰਿਹਾ। ਕਿਸੇ ਦਾ ਗੁਰੂ ਥੋੜਾ ਇਹ, ਸ਼੍ਰੋਮਣੀ ਕਮੇਟੀ ਵਾਲਿਆਂ ਦਾ ਇਹ ਗੁਰੂ ਹੈ, ਸਾਡੀ ਕੌਮ ਦਾ ਇਹ ਗੁਰੂ ਹੈ ਤੇ ਅਸੀਂ ਆਪਣੇ ਗੁਰੂ ਦੇ ਸਤਿਕਾਰ ਲਈ ਸਾਡੇ ਕੋਲ ਹੱਕ ਹੋਣੇ ਚਾਹੀਦੇ। ਦਿਓ ਸਾਹਿਬ, ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਚਲੋ ਇਹਨਾਂ ਨੇ ਰਲ ਮਿਲ ਕੇ ਜੋ ਵੀ ਫੈਸਲਾ ਲਿਆ, ਰੋਕਿਆ ਨਾ, ਗੱਲ ਬੰਦਿਆਂ ਦੂਜੀਆਂ ਕਮੇਟੀਆਂ ਦੀ ਚੰਗੀ ਗੱਲ ਆ। ਪਰ ਦੇਖੋ ਮੈਂ ਇਹ ਸੋਚਦਾ ਵੀ ਕੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਇੰਨੇ ਸਰੂਪਾਂ ਦੀ ਸੱਚਮੁੱਚ ਲੋੜ ਆ? ਲੋੜ ਉਹਨੂੰ ਹੁੰਦੀ ਬੰਦੇ ਨੂੰ ਜਿਹੜਾ ਮੰਨ ਲਓ ਕੋਈ ਕਿਤਾਬ ਵੀ, ਇੱਥੇ ਕੋਈ ਚੀਜ਼ ਵੀ ਕਿਸੇ ਨੂੰ ਉਦੋਂ ਲੈ ਕੇ ਦੇਈਦੀ ਆ ਜਾਂ ਗੱਡੀ ਵੀ ਉਦੋਂ ਲੈ ਕੇ ਆਪਾਂ ਦਿੰਦੇ ਆ ਜਿਹਨੂੰ ਚਲਾਉਣੀ ਆਉਂਦੀ ਹੋਵੇ। ਇਹਨੀ ਗੁਰੂ ਗ੍ਰੰਥ ਸਾਹਿਬ ਨੂੰ ਮਜ਼ਾਕ ਸਮਝਿਆ ਆ। ਮੇਰੇ ਖਿਆਲ ਦੇ ਨਾਲ ਇੱਥੇ ਬਹੁਤੀਆਂ ਕਮੇਟੀਆਂ ਆ, ਬਹੁਤੀਆਂ ਉਹਨਾਂ ਦਾ ਸਿਰਫ ਪ੍ਰਬੰਧਾਂ ਤੇ ਕਬਜ਼ਾ ਆ, ਇਮਾਰਤਾਂ ਬਣਾਉਣ ਤੱਕ ਸੀਮਿਤ ਆ। ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਇਤਿਹਾਸ ਨਾਲ ਉਹਨਾਂ ਦਾ ਦੂਰ ਦੂਰ ਦਾ ਵਾਸਤਾ ਨਹੀਂ। ਉਹ ਜੋ
ਮੰਨ ਲਓ ਸਟੇਟ ਦੇ ਕਾਨੂੰਨਾਂ ਦੇ ਅਕੋਰਡਿੰਗ ਉਹਨਾਂ ਨੂੰ ਲੱਗਦਾ ਵੀ ਅਸੀਂ ਬਸ ਠੀਕ ਆ, ਬਾਹਰੀ ਦਿਖਾਵੇ ਦੇ ਤੌਰ ਤੇ ਚੱਲ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ 1849 ਤੋਂ ਪਹਿਲਾਂ ਫਿਰ ਸਾਨੂੰ ਮੁੜ ਕੇ ਵਾਰ-ਵਾਰ ਉੱਧਰ ਜਾਣਾ ਪੈਂਦਾ ਅੱਗੇ ਵੀ ਇੱਕ ਦਿਨ ਵੀ ਇਹਦੀ ਗੁਰੂ ਗ੍ਰੰਥ ਸਾਹਿਬ ਦੀ ਕਿੱਦਾਂ ਪਹਿਲਾਂ ਸੀਗੀ ਪ੍ਰਿੰਟਿੰਗ ਪ੍ਰੈਸਾਂ ਤੋਂ ਪਹਿਲਾਂ ਇਹਨੂੰ ਕਿੱਦਾਂ ਤਿਆਰ ਕੀਤਾ ਜਾਂਦਾ ਹੁੰਦਾ ਹੈ, ਕੀ ਉਹਦੇ ਵਿੱਚ ਤਕਰੀਬਨ ਹੁਣ ਆਪਣੇ 99% ਸਿੱਖਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਰਹੇ ਹਾਂ ਇਹ ਸਾਡਾ ਮੂਲ ਸਰੋਤ ਨਹੀਂ ਹੈਗਾ, ਇਹ ਪਦਛੇਦ ਵਾਲਾ। ਸਾਡਾ ਮੂਲ ਸਰੋਤ ਹੈਗਾ ਲੜੀਵਾਰ। ਲੜੀਵਾਰ ਜਿਹੜਾ ਆ ਇਹਨਾਂ ਨੂੰ ਜਿੰਨੇ ਇੱਥੇ ਗ੍ਰੰਥੀ ਆ ਇਹਨਾਂ ਨੇ ਰੱਖਿਓ ਆ ਜਾਂ ਰੋਜ਼ ਇੱਥੇ ਜਿੰਨੇ ਵਿਵਾਦ ਖੜੇ ਕਰਦੇ ਰੇਡੀਓ ਤੇ ਆ ਕੇ ਤਕਰੀਬਨ 90-95% ਲੋਕਾਂ ਨੂੰ ਪੜ੍ਹਨਾ ਨਹੀਂ ਆਉਂਦਾ ਲੜੀਵਾਰ। ਇਹਨੇ ਉਹਦੇ ਤੇ ਗੱਲ ਤਾਂ ਕੀ ਕਰਨੀ ਆ ਜੇ ਇੱਕ ਵੀ ਲੜੀਵਾਰ ਪੜ੍ਹ ਕੇ ਉੱਤੇ ਵਿਆਖਿਆ ਕਰਕੇ ਦਿਖਾ ਦੇਣ, ਕਿਉਂਕਿ ਲੜੀਵਾਰ ਪੜ੍ਹਨ ਦੇ ਲਈ ਅੱਜ ਵੀ ਆ ਉਹਨਾਂ ਨੂੰ ਸੰਪਰਦਾਵਾਂ ਵਿੱਚ ਜਾਣਾ ਪੈਂਦਾ। ਅੱਜ ਵੀ ਟਕਸਾਲਾਂ ਵਿੱਚ ਮੈਂ ਸਰੀ ਗੁਰਦੁਆਰੇ ਆ ਉਹਨਾਂ ਦਾ ਗਿਆਨੀ ਹੋਣਾ ਦਾ ਨਾਮ ਜਰਨੈਲ ਸਿੰਘ ਆ, ਮੈਂ ਉਹਨਾਂ ਨਾਲ ਇੱਕ ਦੋ ਵਾਰੀ ਅੱਗੇ ਮਿਲੇ ਵੀ ਆ, ਮੈਨੂੰ ਪਤਾ ਕਿਉਂਕਿ ਸਾਨੂੰ ਆਪ ਖੁਸ਼ੀ ਹੁੰਦੀ ਵੀ ਯਾਰ ਲੜੀਵਾਰ ਵਾਲੇ ਸਾਡੇ ਕੋਲ ਬੈਠੇ ਆ, ਉਹ ਸੰਥਿਆ ਵੀ ਦਿੰਦੇ ਆ, ਸ਼ਾਇਦ ਦਸ਼ਮੇਸ਼ ਦਰਬਾਰ ਵੀ ਹੈਗੇ ਆ ਮਨ ਲੱਗਦਾ। ਕਿਉਂਕਿ ਜਿੰਨਾ ਚਿਰ ਤੁਸੀਂ ਨਹੀਂ ਆਪਣੇ ਸਮਝਦੇ ਵੀ ਉਹਨਾਂ ਚੀਜ਼ਾਂ ਨੂੰ ਉਹਨਾਂ ਬੰਦਿਆਂ ਨੂੰ ਹੀ ਲੋੜ ਆ ਜਿਨ੍ਹਾਂ ਲੋਕਾਂ ਨੇ ਸੰਥਿਆ ਲਈ ਆ ਜਾਂ ਜਿਨ੍ਹਾਂ ਨੂੰ ਇਹਨਾਂ ਨੂੰ ਸੇਵਾ ਸੰਭਾਲ ਇਹਦੀ ਕਿੱਦਾਂ ਕਰਨੀ, ਇਤਿਹਾਸ ਵਿੱਚ ਸਾਡੇ ਬਜ਼ੁਰਗ ਕਿੱਦਾਂ ਕਰਦੇ ਰਹੇ। ਅਦਰਵਾਈਜ਼ ਬਹੁਤੇ ਲੋਕ ਤਾਂ ਇਹਨੂੰ ਕਿਤਾਬ ਸਮਝਦੇ ਆ। ਦਲਗੀਰ ਵਰਗੇ ਤਾਂ ਮੰਨ ਲਓ ਟੇਬਲ ਤੇ ਰੱਖ ਕੇ ਦੱਸਦੇ ਹੁੰਦੇ ਆ ਅਸੀਂ ਏਦਾਂ ਰੱਖਦੇ ਆ, ਜਿਨ੍ਹਾਂ ਨੂੰ ਸਾਡੇ ਇੱਥੇ ਮਾਫ ਕਰਨਾ ਇੱਥੇ ਨੇਕੀ ਨਿਊਜ਼ੀਲੈਂਡ ਵਰਗੇ ਕਿਰਦਾਰ ਲੱਗੇ ਉਹ ਕਦੇ ਘੱਗੇ ਹੋਣਾ ਨੂੰ ਲਿਆ ਕੇ, ਜਿਨ੍ਹਾਂ ਨੂੰ ਊੜਾ ਜਿਹੜਾ ਤੱਕ ਨਹੀਂ ਪਤਾ, ਇਹ 2-2 ਸਾਲ ਦੇ ਮਿਸ਼ਨਰੀ ਕਾਲਜਾਂ ਵਾਲੇ ਇਹਨਾਂ ਨੇ ਤਾਂ ਖੇਲ ਬਣਾਈ ਹੋ ਆ ਇਤਿਹਾਸ ਦੇ ਨਾਂ ਤੇ ਆਪਣੀ ਮਤਲਬ ਦੇ ਸ਼ਬਦ ਕੱਢ ਕੇ, ਨਾ ਅੰਗਰੇਜ਼ੀ ਦੇ ਸ਼ਬਦਾਂ ਦਾ ਇਹਨਾਂ ਨੂੰ ਪਤਾ, ਨਾ ਗੁਰਬਾਣੀ ਦੇ ਨਹੀਂ ਕਿੱਥੋਂ ਆਇਆ। ਦਲਗੀਰ ਕੌਣ ਹੈ? ਡਾਕਟਰ ਇੱਥੇ ਬਥੇਰੇ ਡਾਕਟਰ। ਦਲਗੀਰ ਨੂੰ ਮਾਫ ਕਰਨਾ, ਮੈਂ ਉਹਨੂੰ ਸੋਸ਼ਲ ਮੀਡੀਆ ਤੇ ਮੈਂ ਕਿਹਾ ਵੀ ਸੀਗਾ, ਮੈਂ ਕਿਹਾ ਵੀ ਤੇਰੀਆਂ ਕਿਤਾਬਾਂ ਮੇਰੇ ਕੋਲ ਪਈਆਂ, ਉਹਨਾਂ ਕਿਤਾਬਾਂ ਤੋਂ ਆਪ ਹੀ ਤੂੰ ਹੁਣ ਮੁੱਕਰਨ ਲੱਗਾ ਜੋ ਤੂੰ ਪਹਿਲਾਂ ਲਿਖਿਆ। ਉਹ ਤਾਂ ਗੁਰੂ ਸਾਹਿਬਾਂ ਨੂੰ ਇੱਕ ਮਨੁੱਖਾਂ ਵਾਂਗੂ ਟਰੀਟ ਕਰਦੇ ਵੀ ਜਿੱਦਾਂ ਅਸੀਂ ਆਖਰ ਵੀ ਉਦਾਂ ਦੇ ਹੋ ਸਕੇ। ਮੇਰੇ ਖਿਆਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਸਾਡੇ ਮੂਲ ਵੀ ਇਹਨਾਂ ਨੂੰ ਬਣਾਇਆ ਸਾਂਭਿਆ ਕਿੱਦਾਂ ਜਾਂਦਾ। ਅੱਗੇ ਅੰਗ ਵੀ ਜਿੱਦਾਂ ਹੁਣ ਅਸੀਂ 2 ਪੰਨੇ ਦੇ ਦੋਨੋਂ ਪਾਸੇ ਗਿਣ ਲੈਣੇ 1-2 ਹੁਣ 1430 ਅੱਗੇ ਇਦਾਂ ਨਹੀਂ, ਅੱਗੇ ਇੱਕ ਪੇਜ ਨੂੰ ਇੱਕ ਪੂਰੇ ਪੰਨੇ ਨੂੰ ਇੱਕ ਅੰਗ ਗਿਣਿਆ ਜਾਂਦਾ, ਫਿਰ ਇੱਕ ਨੂੰ ਉਹਦਾ ਪਹਿਲਾ ਤੇ ਦੂਜਾ ਹਿੱਸਾ ਗਿਣ ਕੇ ਫਿਰ ਉਹਨੂੰ ਇੱਕ ਮੰਨ ਲਓ 1430 ਪੰਨਿਆਂ ਦਾ ਉਹ 715 ਬਣਨੇ ਆ, ਉਹ ਇਸ ਤਰ੍ਹਾਂ ਗਿਣਿਆ ਜਾਂਦਾ ਗਾ। ਮੇਰਾ ਕਹਿਣ ਤੋਂ ਭਾਵ ਜੇ ਤੁਸੀਂ ਸੰਪਰਦਾਵਾਂ 'ਚ ਸਾਡੇ 'ਚ ਲੱਖ ਵਿਗਾੜ ਆ ਚੁੱਕੇ, ਬੰਦੇ ਲੱਖ ਮਾੜੇ ਹੋਊਗੇ, ਪਰ ਘੱਟੋ ਘੱਟ ਅਸੀਂ ਉਹਨਾਂ ਦੇ ਵਿੱਚ ਪਿਆ ਸਰਮਾਇਆ ਜੇ ਨਹੀਂ ਸਾਂਭਾਂਗੇ ਤੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਇਹਦੇ ਇਤਿਹਾਸ ਬਾਰੇ ਨਹੀਂ ਪਤਾ ਲੱਗਣਾ। ਉਹਨਾਂ ਨੂੰ ਪ੍ਰਬੰਧਕਾਂ ਨੂੰ ਵੀ ਚਾਹੀਦਾ ਜੇ ਤੁਸੀਂ ਮਾੜੀ ਮੋਟੀ ਤੁਹਾਡੇ 'ਚ ਕੋਈ ਸਿੱਖੀ ਦੀ ਹੈਗਾ ਗੁਰੂ ਨਾਲ ਪ੍ਰੇਮ ਤੇ ਆਪਣੇ ਉਹ ਕਿੱਦਾਂ ਸੇਵਾ ਸੰਭਾਲ ਕਰਨੀ ਆ ਉਹਨਾਂ ਚੀਜ਼ਾਂ ਨੂੰ ਜੇ ਆਪਾਂ ਸਾਂਭਾਂਗੇ ਕਿੱਦਾਂ ਰੱਖਣਾ। ਅਸੀਂ ਕਿਸੇ ਦੇ ਠੀਕ ਹੈ ਕਿਸੇ ਦੇ ਨਾਲ ਸਹਿਮਤੀ ਹੋ ਸਕਦੀ ਕਿਸੇ ਇਤਿਹਾਸਕ ਗ੍ਰੰਥ ਨਾਲ ਠੀਕ ਹੈ, ਪਰ ਘੱਟੋ ਘੱਟ ਇੱਕ ਸਾਹਿਤ ਦੇ ਤੌਰ ਤੇ ਸਾਡਾ ਸਿੱਖ ਸਾਹਿਤ ਆ ਕਿੱਦਾਂ ਉਹਨੂੰ ਸਾਂਭਣਾ। ਯਾਰ ਮਾੜੀ ਤੋਂ ਮਾੜੀ ਇੱਥੇ ਕਿ ਮਾੜੇ ਕਵੀਆਂ ਦੀ ਕਵਿਤਾਵਾਂ ਵੀ ਅਸੀਂ ਏਦਾਂ ਉੱਚੀ ਗਾਉਣ ਲੱਗੇ, ਉਹਨੇ ਵੀ ਪਤਾ ਨਹੀਂ ਕਿੱਡਾ ਵੱਡਾ ਉਹਨੇ ਲਿਖ ਦਿੱਤਾ, ਜਿਹਦੇ ਵਿੱਚ ਇੱਕ ਇਲਾਹੀ ਸਾਡੇ ਗਾਹਾਂ ਸਿੱਖ ਇਤਿਹਾਸਕਾਰਾਂ ਨੇ ਇਹਨਾਂ ਨਾਲ ਵਧੀਆ ਸਾਡੇ ਆਪਣੇ ਭਾਈ ਸੰਤੋਖ ਸਿੰਘ ਵਰਗਿਆਂ ਨੇ ਜਾਂ ਹਰੀ ਸਿੰਘ ਦੂਜਿਆਂ ਨੇ ਭੰਗੂ ਹੋਣਾ ਨੇ ਲਿਖੇ ਆ, ਰਤਨ ਸਿੰਘ ਭੰਗੂ ਹੋਣਾ ਨੇ, ਉਹਨਾਂ ਨੂੰ ਅਸੀਂ ਮਜ਼ਾਕ ਬਣਾ ਕੇ ਕੂੜ ਕਬਾੜ ਦੱਸਣ ਲੱਗੇ। ਉਹ ਸਾਡੇ ਇੱਥੇ ਤੁਹਾਡੇ ਇੱਥੇ ਇੱਕ ਹੋਸਟ ਨੇ ਕਹਿੰਦਾ ਮੈਂ ਉੱਥੇ ਗਰਾਹ 'ਚ ਰੱਖਿਆ ਦੱਸਦਾ, ਮੈਂ ਉਹਨੂੰ 10 ਵਾਰੀ ਮੈਸੇਜ ਕਰ ਚੁੱਕਾ ਫੋਨ, ਮੈਨੂੰ ਉਹਦੀਆਂ ਮੁੜ ਕੇ ਜਵਾਬ ਮੈਨੂੰ ਪਤਾ ਵੀ ਉਹਦੇ 'ਚ ਇੰਨੀ ਹਿੰਮਤ ਹੈ ਨਹੀਂ ਗੱਲ ਕਰਨ ਦੀ। ਫਿਰ ਮੈਂ ਗਰਾਹ 'ਚ ਕਹਿੰਦਾ 10 ਗਰਾਹ ਰੱਖਿਆ, ਮੈਂ ਕਿਹਾ ਵੀ ਮੈਂ ਆ ਜਾਣਾ ਚੱਕਣ ਦੇ ਮੈਨੂੰ, ਪਰ ਮੈਂ ਕਹਿੰਦਾ ਵੀ ਜਿੱਥੇ ਗੱਲ ਤਾਂ ਕਰੋ ਸੋਸ਼ਲ ਮੀਡੀਆ ਜਾਂ ਮੀਡੀਆ ਤੁਸੀਂ ਵੀ ਗੱਲ ਕਰਕੇ ਚੱਲ ਜੂਗੇ, ਜਿਹੜੀ ਤੁਸੀਂ ਗੱਲ ਕਰਦੀ ਤੁਹਾਨੂੰ ਉਹਦਾ ਜਵਾਬ ਦੇਣਾ ਪੈਣਾ ਜੇ ਤੁਸੀਂ ਉਹ ਗੱਲ ਤੇ ਨਹੀਂ ਖੜਦੇ। ਇਹ ਤੁਸੀਂ ਇੱਥੋਂ ਚੱਲ ਜੂਗੇ ਘਰ ਚੱਲ ਜੂਗੇ, ਛੱਡਣਾ ਨਹੀਂ ਕਿਸੇ ਨੇ ਵੀ, ਏਦਾਂ ਛੱਡਣ ਵਾਲੇ ਅਸੀਂ ਵੀ ਹੈ ਨਹੀਂ। ਪਿਛੇ ਮਲ ਕਰਕੇ ਹੁਣ ਜਾਂ ਕੁਛ ਵੀ ਹੁਣ ਤੁਸੀਂ ਆ ਵਕਤੀ ਤੌਰ ਤੇ ਕਿਸੇ ਤੇ ਪ੍ਰਬੰਧ ਤੇ ਕਬਜ਼ਾ ਕਰ ਲਓਗੇ, ਪਰ ਇਹ ਏਦਾਂ ਆਉਣ ਜਾਣ ਰਹਿੰਦੀ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ। ਇਹ ਜਿੱਥੇ ਮੰਨ ਲਓ ਜੋ ਉੱਥੇ ਹੈਗੀ ਖਾਲਸੇ ਦੀ ਜਿਹੜੀ ਆ ਜਿੱਥੇ ਉਹ ਇਹਨਾਂ ਦੀਆਂ ਲਗਾਮਾਂ ਖਿੱਚਣੀਆਂ ਕਿਸੇ ਨਾ ਕਿਸੇ ਨੇ। ਤੇ ਮੇਰੇ ਖਿਆਲ ਨਾਲ ਸਭ ਨੂੰ ਆਪਣੇ ਗੱਲ ਕਰਨ ਤੋਂ ਪਹਿਲਾਂ ਆਪਣੇ ਮੂਲ ਤੱਕ ਜਿਹਨੂੰ ਪੂਰੀ ਸਮਝ ਆ ਨਾ ਉਨੀ ਕਰਨੀ ਚਾਹੀਦੀ ਆ। ਮੁੜ ਕੇ ਮਾਡਰਨ ਕਿਤਾਬਾਂ ਦੇ ਵਿੱਚੋਂ ਕੱਢ ਕੇ ਇਤਿਹਾਸ ਪੜ੍ਹ ਕੇ ਸੁਣਾਉਣ ਦੀ ਲੋੜ ਨਹੀਂ ਹੈਗੀ। ਇਹ ਚੀਜ਼ਾਂ ਨੂੰ ਮਿੰਟਾਂ ਦੇ ਵਿੱਚ ਬੰਦਾ ਕਰ ਦਿੰਦਾ ਜੇ ਤੁਸੀਂ ਸਿੱਧ ਕਰਦੇ ਆ ਝੂਠੀਆਂ, ਤਾਂ ਦੂਜੇ ਕੋਲ ਵੀ ਇਦਾਂ ਦੀਆਂ ਬਹੁਤ ਉਦਾਹਰਨਾਂ ਹੁੰਦੀਆਂ। ਮੇਰੇ ਖਿਆਲ ਨਾਲ ਸਾਨੂੰ ਪ੍ਰੇਮ ਵਿੱਚ ਰਹਿ ਕੇ ਅਸਲ ਦੇ ਨਾਲ ਜੁੜਨਾ ਚਾਹੀਦਾ। ਨਕਲ ਤਾਂ ਹਰ ਕੋਈ ਕਰ ਸਕਦਾ ਹੈ, ਨਹੀਂ ਪੜ੍ਹਨ ਵਾਲੇ ਤਾਂ ਇੰਟਰਨੈਟ ਤੇ ਵੀ ਪੜ੍ਹੀ ਜਾਂਦੇ ਆ, ਉਹਨਾਂ ਨੂੰ ਕਿੱਡੀ ਦਿਲਚਸਪੀ ਆ। ਥੈਂਕ ਯੂ। ਧੰਨਵਾਦ। ਜਸਵੀਰ ਸਿੰਘ ਜੀ ਲਾਈਨ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਸਰਦਾਰ ਸਾਹਿਬ ਮੈਂ ਤਾਂ ਕੋਈ ਇੰਨਾ ਗੁਰਸਿੱਖ ਵੀ ਹੈ ਨਹੀਂ ਤੇ ਨਾ ਹੀ ਮੇਰੀ ਇੰਨੀ ਜ਼ਿਆਦਾ ਸਮਝ, ਪਰ ਜਿੰਨੇ ਕੋ ਸਾਰਾ ਵਿਵਾਦ ਗੁਰੂ ਸਾਹਿਬ ਦੇ ਸਰੂਪਾਂ ਨੂੰ ਭਗਵਾਨ ਦਾ ਉਹਦੇ ਅਨੁਸਾਰ ਆਪਣੀ ਤੁਸ ਬੁੱਧੀ ਅਨੁਸਾਰ ਹੀ ਕਹਿਣਾ ਚਾਹਾਂਗਾ ਵੀ ਜਿਹੜਾ ਤੁਸੀਂ ਗੱਲ ਕੀਤੀ ਹੈ ਜਾਂ ਹੋਰਾਂ ਨੇ ਕੀਤੀ ਵੀ ਗੁਰੂ ਸਾਹਿਬ ਦੇ ਸਰੂਪਾਂ ਦੀ ਜਦੋਂ ਮੰਗ 100 ਤੱਕ ਪਹੁੰਚ ਜਾਏ ਤੇ ਉਹਦੇ ਵਾਸਤੇ ਜਹਾਜ਼ ਕਿਰਾਏ ਤੇ ਕਰਕੇ ਭਾਰਤ ਪੰਜਾਬ ਤੋਂ ਸਿੱਧੇ ਲੈ ਜਾਂਦੇ ਜਾਣ ਤਾਂ ਕਿ ਮਰਿਆਦਾ ਕਾਇਮ ਰਹਿ ਸਕੇ।
ਤੇ ਬਾਕੀ ਜਿਹੜੇ ਲੋਕ ਕਹਿ ਰਹੇ ਨੇ ਮਲਕ ਸਾਹਿਬ ਵਰਗੇ ਜਾਂ ਫੈਮਿਲੀ, ਵੇਖੋ ਇਹ ਬਿਜ਼ਨਸਮੈਨ ਨੇ, ਮਲਕ ਸਾਹਿਬ ਦੀ ਤੇ ਅਸਲੀਅਤ ਸਾਹਮਣੇ ਆ ਗਈ ਹੈ। ਇਸ ਤਰ੍ਹਾਂ ਮਲਕ ਸਾਹਿਬ ਜਦੋਂ 에ਅਰ ਇੰਡੀਆ ਦਾ ਕ੍ਰੈਸ਼ ਹੋਇਆ ਤਾਂ ਮੇਨ ਸਸਪੈਕਟ ਸੀਗੇ, ਜਦੋਂ ਇਹ ਜਾਣ ਕੇ ਕੇਸ ਤੋਂ ਫਾਰਕ ਹੋ ਗਿਆ ਤਾਂ ਜਦੋਂ ਇੰਡੀਆ ਗਏ ਕਿਸ ਤਰ੍ਹਾਂ ਮਲਕ ਸਾਹਿਬ ਨੇ ਰਾਏ ਸਾਹਿਬ ਦੇ ਉਹਦੇ ਇੰਡੀਅਨ ਇੰਟੈਲੀਜੈਂਸੀ ਦੇ ਨਾਲ ਸੋਫੇ ਤੇ ਬਹਿ ਕੇ ਚਾਹ ਪਾਣੀ ਪੀਤਾ ਤੇ ਜੋ ਵੀ ਉਹਨਾਂ ਨੇ ਕਿਹਾ ਖਾਲਿਸਤਾਨ ਦੇ ਖਿਲਾਫ ਇਹਨਾਂ ਨੇ ਬੋਲਿਆ। ਸੋ ਮੇਰੀ ਸਾਰੇ ਸਿੱਖ ਪੰਥ ਨੂੰ ਬੋਲਿਓ, 에ਅਰ ਇੰਡੀਆ ਦੇ ਕ੍ਰੈਸ਼ ਨੇ ਸਿੱਖ ਪੰਥ ਦੀ ਜਿਹੜੀ ਐਜੂਟੇਸ਼ਨ ਸਿੱਖਾਂ ਦੇ ਚੜੀ ਸੀ ਜ਼ੀਰੋ ਲੈਣ ਦੀ, ਉਸੇ ਤਰ੍ਹਾਂ ਦਾ ਹੀ ਆਪਣਾ ਭਾਰਤੀ ਇੰਟੈਲੀਜੈਂਸੀਆਂ ਨੇ 15 ਅਗਸਤ ਨੂੰ ਕੈਨੇਡਾ ਦੇ ਵਿੱਚ ਬਰਮਟਨ ਦੇ ਵਿੱਚ ਕਾਰਾ ਕੀਤਾ, ਜਦੋਂ ਸੰਨ 2020 ਵਾਲੇ ਨੌਜਵਾਨ ਪਾਰਕਿੰਗ ਗਰਾਜ 'ਚ ਇਕੱਠੇ ਹੋ ਰਹੇ ਸੀ ਕਿਤੇ ਉੱਥੇ ਉਹ ਅਸਲਾ ਲੈ ਕੇ ਪਹੁੰਚੇ ਨੇ ਤੇ ਉਹ ਫੜ ਲੈ ਗਏ ਨੇ। ਸੋ ਮੇਰੀ ਬੇਨਤੀ ਇਹੋ ਜਿਹੇ ਅਨਸਰਾਂ ਨੂੰ ਪਛਾਣਿਆ ਜਾਏ, ਗੁਰੂ ਸਾਹਿਬ ਦੇ ਸਰੂਪ ਤੁਸੀਂ ਸਿੱਧੇ ਲਿਆ ਸਕਦੇ ਹੋ ਜੀ, ਮਿਹਰਬਾਨੀ। ਧੰਨਵਾਦ ਜੀ। ਰਣਜੀਤ ਸਿੰਘ ਜੀ, ਲਾਈਨ ਨੰਬਰ 4। ਹੈਲੋ, ਹਾਂਜੀ ਚਰਨਜੀਤ ਸਿੰਘ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਹੁਣੇ ਸੁਣ ਰਿਹਾ ਸੀਗਾ ਤੇ ਬੜੀ ਮਨ ਨੂੰ ਠੇਸ ਪਹੁੰਚੀ ਕਿ ਦੇਖੋ ਕੋਈ ਵੀ ਇੱਕ ਵਿਸ਼ੇਸ਼ ਵਿਅਕਤੀ ਜਾਂ ਕੋਈ ਵੀ ਇੱਕ ਸੰਸਥਾ ਵੀ ਜਿੰਨੀ ਮਰਜ਼ੀ ਉਹ ਪੰਥਕ ਹੋਵੇ, ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਆਪਣੇ ਬੇਸਮੈਂਟਾਂ ਜਾਂ ਘਰਾਂ ਦੇ ਵਿੱਚ ਸਰੂਪਾਂ ਦੀ ਸਫਾਈ ਕਰੇ, ਹਨਾ ਜੀ। ਤੇ ਦੂਜੀ ਗੱਲ ਆ ਭਾਜੀ ਵੀ ਸਾਨੂੰ ਸਿਰਫ ਇੱਥੇ ਤੱਕ ਨਹੀਂ ਸੋਚਣਾ ਚਾਹੀਦਾ ਵੀ ਇਹ ਉਹਨਾਂ ਨੇ ਕਿਉਂ ਇੰਨੀ ਕਾਹਲੀ ਪਈ ਆ ਤੇ ਉਹਨਾਂ ਨੂੰ ਕੀ ਇੰਨੀ ਮਤਲਬ ਲੋੜ ਸੀਗੀ ਵੀ ਕਿ ਆਪਾਂ ਸਰੂਪ ਛਾਪੀਏ, ਹਨਾ। ਤੇ ਕਹਿਣ ਦਾ ਮਤਲਬ ਵੀ ਸਾਨੂੰ ਦੇਖੋ ਜਦੋਂ ਕੌਮ ਆਜ਼ਾਦੀ ਲਈ ਜੂਝ ਰਹੀ ਹੋਵੇ, ਕੌਮ ਤੇ ਜ਼ਬਰ ਜ਼ੁਲਮ ਹੁੰਦੇ ਹੋਣ ਤੇ ਕੌਮ ਦੇ ਜਿਹੜਾ ਧਿਆਨ ਵਾ ਉਹ ਛੋਟੇ ਛੋਟੇ ਹੋਰ ਇਹਨਾਂ ਮਸਲਿਆਂ ਤੋਂ ਇਲਾਵਾ ਹੋਰ ਛੋਟੇ ਛੋਟੇ ਮਸਲਿਆਂ 'ਚ ਲੜਾਈਆਂ 'ਚ ਉਲਝਾ ਕੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ, ਹਨਾ, ਕਿ ਤਾਂ ਕਿ ਇਹਨਾਂ ਦਾ ਧਿਆਨ ਜਿਹੜਾ ਆਜ਼ਾਦੀ ਤੋਂ ਲਾਂਭੇ ਕੀਤਾ ਜਾ ਸਕੇ। ਉਹ ਤੁਸੀਂ ਇੰਟਰਵਿਊ ਪਹਿਲਾਂ ਸੁਣੇ ਵੀ ਰਹੇ ਨਾ, ਰਾਹ ਵਾਲਿਆਂ ਨੇ ਕੀ ਕਿਹਾ ਸੀਗਾ। ਤੇ ਮੇਰੇ ਕਹਿਣ ਦਾ ਮਤਲਬ ਆ ਤੇ ਉਹਦੇ 'ਚ ਦੋਸ਼ੀ ਸਿਰਫ ਉਹੀ ਧਿਰ ਨਹੀਂ ਹੈਗੀ ਕਿ ਜਿਨ੍ਹਾਂ ਨੇ ਸਰੂਪਾਂ ਦੀ ਸਫਾਈ ਕੀਤੀ ਆ, ਉਹਦੇ ਵਿੱਚ ਬਰਾਬਰ ਦੇ ਦੋਸ਼ੀ ਉਹ ਵੀ ਲੋਕ ਹਨ ਜਿਹੜੇ ਕਹਿੰਦੇ ਸਾਨੂੰ ਕੀ, ਅਸੀਂ ਕੀ ਲੈਣਾ, ਜਿਹੜਾ ਕਰੂ ਉਹੀ ਭਰੂ, ਹਨਾ, ਜਿਹੜੀ ਇਹ ਸੋਚ ਰੱਖਦੀ ਉਹ ਬਰਾਬਰ ਦੇ ਦੋਸ਼ੀ ਆ। ਜੇਕਰ ਸੰਗਤ ਨੇ ਅੱਜ ਵੀ ਇਹ ਫੈਸਲਾ ਮਤਲਬ ਨਹੀਂ ਲਿਆ ਤੇ ਆਪਾਂ ਵੀ ਬਰਾਬਰ ਦੇ ਦੋਸ਼ੀ ਆ। ਤੇ ਦੂਜੀ ਗੱਲ ਆ, ਦੇਖੋ ਪਹਿਲੀ ਗੱਲ ਹੁਣ ਸਾਨੂੰ ਕੀ ਪਤਾ ਕਿਸੇ ਵੀ ਇੱਕ ਵਿਅਕਤੀ ਨੇ ਉਹਨੇ ਉਹਦੇ 'ਚ ਕੀ ਗੱਡ ਕਰਨੀ ਆ, ਕੀ ਉਹਦੇ 'ਚ ਹਨਾ, ਉਹਦੇ 'ਚ ਲਾਮ ਦਲਾਮ ਦਾ ਕੀ ਫਰਕ ਪਾਉਣਾ ਹੈ, ਹਨਾ। ਤੇ ਦੂਜੀ ਗੱਲ ਆ ਭਾਜੀ ਦੇਖੋ ਪਹਿਲੀ ਗੱਲ ਇਹ ਸਾਨੂੰ ਹੁਣ ਇਹਦੇ ਨਾਲ ਸਾਨੂੰ ਇੱਕ ਪੜਤਾਲ ਕਮੇਟੀ ਬਣਾਉਣੀ ਚਾਹੀਦੀ, ਜਿਹੜੇ ਪਹਿਲਾਂ ਹੀ ਸਾਡੇ ਕੋਲ ਸਰੂਪ ਪਹੁੰਚ ਚੁੱਕੇ ਹਨ ਤੇ ਕੀ ਉਹ ਬਿਲਕੁਲ ਮਤਲਬ ਸਹੀ ਹਨ ਤੇ ਉਹਦੇ ਬਾਰੇ ਜਿਹੜੀ ਪੜਤਾਲ ਕਮੇਟੀ ਆ ਇੱਕ ਹੁਣ ਜਿਹੜਾ ਚੱਕਿਆ ਉਹਦੇ ਨਾਲ ਸਾਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ, ਤਾਂ ਕਿ ਜਿਹੜੇ ਸਰੂਪ ਕਿਸੇ ਕੋਲ ਪਏ ਆ ਉਹ ਕਿੰਨੇ ਪਏ ਆ ਤੇ ਕਿੰਨੇ ਚਿਰ ਦੇ ਪਏ ਆ ਤੇ ਉਹਨਾਂ ਨੇ ਕਿੱਥੋਂ ਲਏ ਆ, ਤੇ ਉਹਦੇ ਬਾਰੇ ਵੀ ਸਾਨੂੰ ਮਤਲਬ ਸਾਡਾ ਜਿਹੜਾ ਧਿਆਨ ਜਿਹੜਾ ਮਤਲਬ ਉੱਧਰ ਜਾਣਾ ਚਾਹੀਦਾ। ਤੇ ਬਾਕੀ ਇਹ ਆ ਭਾਜੀ ਵੀ ਸਾਨੂੰ ਜਿੰਨਾ ਚਿਰ ਅਸੀਂ ਸਾਰੇ ਹੁਣ ਇਕੱਠੇ ਹੋ ਕੇ ਹੁਣ ਜੇ ਇਹ ਮਸਲਾ ਚੱਕਿਆ ਤੇ ਇਹਨੂੰ ਸਿਰੇ ਤੱਕ ਜਾਣਾ ਚਾਹੀਦਾ, ਤਾਂ ਕਿ ਹੋਰ ਵੀ ਕਿਸੇ ਵਿਅਕਤੀ ਦਾ ਜ਼ਰੂਰਤ ਨਾ ਪਵੇ। ਜੇ ਚਤਰ ਸਿੰਘ ਜੀਵਨ ਸਿੰਘ ਨੇ ਪੰਜਾਬ ਦੇ ਵਿੱਚੋਂ ਛਾਪੇ ਸੀ ਤੇ ਉਹਦੇ ਖਿਲਾਫ ਹੁਕਮਨਾਮਾ ਜਾਰੀ ਹੋ ਸਕਦਾ। ਤੇ ਦੂਜੀ ਗੱਲ ਆਪਾਂ ਸਿਰਫ ਇਸ ਗੱਲ ਨੂੰ ਲੈਂਦੇ ਹਾਂ ਜੀ ਇਹ ਸਫਾਈ ਲਈ ਇਹਨਾਂ ਨੇ ਪਰਮਿਸ਼ਨ ਲੈ ਰਹੇ ਵੀ ਅਸੀਂ ਸਫਾਈ ਕਰਨੀ ਆ, ਬਿਲਕੁਲ ਨਹੀਂ। ਜਿਹੜੀ ਉਹ ਸਫਾਈ ਕਰ ਚੁੱਕੇ ਪਹਿਲਾਂ ਉਸ ਗੱਲ ਲਈ ਉਹ ਦੋਸ਼ੀ ਆ, ਪਹਿਲਾਂ ਉਹਦਾ ਫੈਸਲਾ ਹੋਣਾ ਚਾਹੀਦਾ ਵੀ ਜਿਹੜੇ ਸਰੂਪ ਛਾਪੇ ਆ ਉਹ ਕਿਹਦੇ ਇਸ਼ਾਰੇ ਤੇ ਛਾਪੇ ਆ, ਜੇ ਕਿਹਦੇ ਕਾਰਨ। ਦੇਖੋ ਜਿਹੜਾ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀਂ, ਸਾਡੀ ਕੋਈ ਕਿਸੇ ਨਾਲ ਲਾਗ ਡਰ ਨਹੀਂ, ਪਰ ਜਿਹੜਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਨੂੰ ਨਿੱਜੀਕਰਨ ਜਾਂ ਵਪਾਰੀਕਰਨ ਕਰੇ, ਦੇਖੋ ਉਹਦੇ ਨਾਲ ਸਾਡਾ ਵਿਰੋਧ ਆ। ਤੇ ਦੂਜੀ ਗੱਲ ਆ, ਠੀਕ ਹੈ ਜੀ, ਧੰਨਵਾਦ ਭਾਈ ਸਾਹਿਬ, ਹੋ ਗਈ ਗੱਲ ਜੀ। ਬਹੁਤ ਕਾਲਰ ਨੇ ਚਰਨਜੀਤ ਸਿੰਘ ਜੀ, ਪਲੀਜ਼ ਮੈਂ ਤੁਹਾਡੀ ਗੱਲ ਹੋ ਗਈ ਸਾਰੀ। ਵਪਾਰਕ ਸੰਦੇਸ਼ ਆ ਕੇ ਗੱਲ ਕਰਦੇ ਆ ਜੀ ਪਰਮਵੀਰ ਸਿੰਘ ਤੇ ਮਲਕੀਤ ਸਿੰਘ ਜੀ ਤੁਹਾਡੇ ਨਾਲ। ਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ, ਮੈਂ ਤੁਹਾਡਾ ਸੁਝਾਅ ਬਹੁਤ ਵਧੀਆ ਗਿੱਲ ਸਾਹਿਬ। ਜਿਹੜੇ ਸਰੂਪ ਆਲਰੇਡੀ ਹੈਗੇ ਵੀ ਆ ਉਹਨਾਂ ਦੇ ਵਿੱਚ ਕੋਈ ਏਦਾਂ ਦਾ ਸਿਸਟਮ ਬਣਾਇਆ ਜਾਵੇ ਜਿਹੜਾ ਪਤਾ ਲੱਗੇ ਵੀ ਸਰੂਪ ਗਿਆ ਕਿਹਨੂੰ ਆ, ਉਹਦੀ ਸੇਵਾ ਸੰਭਾਲ ਪੂਰੀ ਤਰ੍ਹਾਂ ਹੋ ਰਿਹਾ ਜਾਂ ਨਹੀਂ ਹੋ ਰਿਹਾ। ਔਰ ਜਿਹੜੇ ਉਹ ਪੂਰੀ ਮੈਂ ਕਹਿੰਦਾ ਇੱਥੇ ਗਿਣਤੀ ਹੋਣੀ ਚਾਹੀਦੀ ਹੈ ਹਰੇਕ ਜਗ੍ਹਾ ਦੀ ਵੀ ਕਿਹੜੇ ਸਰੂਪ ਕਿੰਨੇ ਆ ਤੇ ਕਿਹਦੇ ਕੋਲ ਆ। ਔਰ ਦੂਜਾ ਜਿਹੜਾ ਆ ਮਸਲਾ ਗਿੱਲ ਸਾਹਿਬ ਵੀ ਇੱਕ ਇੰਡੀਵਿਜੂਅਲ ਬੰਦਾ ਉਹਨੂੰ ਸ਼੍ਰੋਮਣੀ ਕਮੇਟੀ ਨੇ ਪਰਮਿਸ਼ਨ ਵੀ ਨਹੀਂ ਹਜੇ ਦਿੱਤੀ। ਹਜੇ ਉਹ ਕਹਿੰਦੇ ਵੀ ਵਿੱਚ ਵਿਚਾਲੇ ਆ, ਉਹ ਕਹਿੰਦਾ ਸੁਖਬੀਰ ਨਾਲ ਵੀ ਗੱਲ ਹੋਈ ਆ, ਲੌਂਗੋਵਾਲ ਨਾਲ ਵੀ ਗੱਲ ਹੋਈ ਆ, ਲੇਕਿਨ ਉਹਨੇ ਸਰੂਪ ਛਾਪ ਕਿਵੇਂ ਲਾਏ ਬਿਨਾਂ ਕਿਸੇ ਤੇ ਛਾਪਾਖਾਨਾ ਉਹਨੇ ਕਿਵੇਂ ਲਾ ਲਿਆ। ਔਰ ਸਰੂਪ ਚਾਹੀਦੇ ਸੰਗਤ ਨੂੰ, ਔਰ ਸੰਗਤ ਨੇ ਪੂਰੇ ਕੈਨੇਡਾ ਦੇ ਵਿੱਚ ਦੇ ਲਓ ਵੀ ਬੰਦਿਆਂ ਦੇ ਵਿਚਾਰ ਆ ਰਿਹਾ, ਕਿਸੇ ਨੇ ਕਿਹਾ ਨਹੀਂ ਹੈ ਵੀ ਸਾਨੂੰ ਸਰੂਪ ਚਾਹੀਦੇ ਆ। ਔਰ ਸ਼੍ਰੋਮਣੀ ਕਮੇਟੀ ਨੇ ਜੇ ਦੇਣਾ ਵੀ ਆ ਕਿਸੇ ਨੂੰ, ਔਰ ਇੱਥੇ ਪਹਿਲਾਂ ਸੰਗਤ ਨਾਲ ਸਲਾਹ ਕਰਨੀ ਚਾਹੀਦੀ ਸੀ ਵੀ ਅਸੀਂ ਇੱਥੇ ਲਾਉਣਾ ਚਾਹੁੰਦੇ ਹਾਂ ਛਾਪਣ ਦੇ ਲਈ, ਪਰ ਤੁਹਾਡੀ ਕੀ ਸੰਗਤ ਦੀ ਰਾਏ ਕੀ ਆ,
ਸ਼੍ਰੋਮਣੀ ਕਮੇਟੀ ਵੀ ਇਕੱਲੀ ਆਪਣੇ ਤੌਰ ਤੇ ਫੈਸਲਾ ਕਿੱਦਾਂ ਲੈ ਸਕਦੀ ਹੈ ਬਿਨਾਂ ਲੋਕਾਂ ਦੀ ਰਾਏ ਜਾਣੇ? ਜਿਨ੍ਹਾਂ ਨੂੰ ਸਰੂਪ ਚਾਹੀਦੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਸੇ ਨੂੰ, ਔਰ ਪਰਮਿਸ਼ਨ ਵੀ ਹਜੇ ਨਹੀਂ ਮਿਲੀ ਤਾਂ ਉਹਨੇ ਸਰੂਪ ਛਾਪ ਵੀ ਲਏ ਆ। ਔਰ ਇਹਦੇ ਪਿੱਛੇ ਬਹੁਤ ਕੋਈ ਵੱਡੀ ਗਿਲ ਸਾਹਿਬ ਸਾਜ਼ਿਸ਼ ਯਾਨੀ ਕਾਹਲੀ ਕੀ ਹੈ ਕੇਸ ਗੱਲ ਦੀ? ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਸਾਨੂੰ ਸਰੂਪ ਵੀ ਚਾਹੀਦੇ ਸਾਨੂੰ ਕਿ ਨਹੀਂ ਚਾਹੀਦੇ, ਔਰ ਉਹ ਕਹਿੰਦੇ ਅਸੀਂ ਛਾਪਣ ਨੂੰ ਤਿਆਰ ਬੈਠੇ ਆ। ਔਰ ਇਹਦੀ ਮੈਂ ਕਹਿੰਦਾ ਲੋਕ ਸਾਰੀ ਸੰਗਤ ਨੂੰ ਮੈਂ ਤਾਂ ਕਹਿੰਦਾ ਗਿਲ ਸਾਹਿਬ ਉੱਤੇ ਡਟ ਕੇ ਪਹਿਰਾ ਦੇਣਾ ਚਾਹੀਦਾ, ਕਿਉਂਕਿ ਜੇ ਇਦਾਂ ਕੱਲ ਹੋ ਗਿਆ ਤਾਂ ਕੱਲ ਨੂੰ ਕੀ ਪਤਾ ਇਹਨਾਂ ਨੇ ਛਾਪ ਕੇ ਕੀ ਪਾ ਦੇਣਾ ਇਹਦੇ ਵਿੱਚ। ਇਹ ਸਾਨੂੰ ਬਿਲਕੁਲ ਗਿਲ ਸਾਹਿਬ ਨੇ ਡਟ ਕੇ। ਥੈਂਕ ਯੂ ਤੁਹਾਡਾ ਗਿਲ ਸਾਹਿਬ, ਤੁਸੀਂ ਇਹ ਵੇਖ ਕੇ ਲੋਕਾਂ। ਧੰਨਵਾਦ ਜੀ। ਸਰਜੀਤ ਸਿੰਘ ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਰਜੀਤ ਸਿੰਘ ਜੀ, ਅੱਜ ਜਿੰਨਾ ਵੀ ਮਸਲਾ ਤੁਸੀਂ ਚੁੱਕਿਆ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ। ਮੈਂ ਕਾਫੀ ਚਿਰ ਤੋਂ ਇਹ ਮਸਲਾ ਦੇਖ ਰਿਹਾ, ਗੁਰੂ ਘਰ ਮੀਟਿੰਗਾਂ ਵੇਖੀਆਂ, ਸਭ ਕੁਝ ਵੇਖਿਆ। ਇਹ ਹੁਣ ਜਿਹੜੇ ਸਰੀ ਦੀ ਸੰਗਤ ਦੇ ਜਾਗਦੇ ਜ਼ਮੀਰ ਵਾਲੇ ਆ, ਬਾਬਾ ਜਰਨੈਲ ਸਿੰਘ ਨੇ ਆਖਿਆ ਵੀ ਜਿਹੜਾ ਜ਼ਮੀਰ ਜਾਗਦਾ ਉਹ ਬੰਦਾ ਮਰ ਗਿਆ, ਜਿਹਦੀ ਜ਼ਮੀਰ ਮਰ ਗਈ ਉਹ ਬੰਦਾ ਮਰ ਗਿਆ। ਇਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੇ 5 ਪੈਰੇ ਜਿੰਨੇ ਅੰਮ੍ਰਿਤ ਸੰਚਾਰ ਵਾਲੇ ਸਿੰਘ ਆ, ਇਹ ਉਪਦੇਸ਼ ਕਰਦੇ ਆ ਵੀ ਜੇ ਤੁਹਾਨੂੰ ਲੋੜ ਪਵੇ ਧਰਮ ਵਾਸਤੇ ਸਿਰ ਦੇਣਾ। ਹੁਣ ਸਿਰ ਦੇਣ ਦਾ ਸਮਾਂ ਆ ਗਿਆ। ਇੱਥੇ ਮੈਂ ਤਾਂ ਇਹ ਬੇਨਤੀ ਕਰਦਾ ਸਾਰੀ ਸੰਗਤਾਂ ਨੂੰ, ਗੁਰੂ ਘਰ ਦੇ ਇੱਥੇ ਜਿੰਨੇ ਵੀ ਹੈਗੇ ਸਾਰੀ ਦੀਆਂ ਸੰਗਤਾਂ ਨੂੰ, ਇਹ ਤੋਂ ਵੱਡਾ ਕੋਈ ਪੰਥਕ ਇਕੱਠ ਰੱਖਿਆ ਜਾਵੇ ਸਾਰੀ ਗੁਰੂ ਘਰ ਜਾਂ ਕਿਤੇ ਵੀ ਰੱਖ ਕੇ ਇਹਦਾ ਮਸਲਾ ਆਪ ਸਿੰਘਾਂ ਨੂੰ ਅੱਗੇ ਹੋ ਕੇ ਆਉਣਾ ਚਾਹੀਦਾ ਹੈ। ਘਰਾਂ 'ਚ ਨਹੀਂ ਬੈਠੇ ਰਹਿਣਾ ਚਾਹੀਦਾ। ਇਹ ਬਹੁਤ ਵੱਡਾ ਮਸਲਾ ਆ। ਗੁਰੂ ਗ੍ਰੰਥ ਸਾਹਿਬ ਸਤਿਕਾਰ ਗੁਰੂ ਮਹਾਰਾਜ ਹਰੇਕ ਸਿੱਖ ਦਾ ਫਰਜ਼ ਬਣਦਾ ਆ ਵੀ ਹੁਣ ਘਰਾਂ 'ਚ ਨਾ ਬੈਠਾ ਜਾਵੇ ਬਸ ਟੀਵੀ ਤੇ ਜਾਂ ਰੇਡੀਓ ਤੇ ਬੋਲ ਕੇ ਬਸ ਹੁਣ ਘਰਾਂ 'ਚ ਬੈਠ ਜਾਓ। ਇਹ ਗੱਲ ਮਸਲਾ ਇੱਥੋਂ ਤੱਕ ਨਹੀਂ ਰਹਿਣਾ ਚਾਹੀਦਾ। ਇਹ ਮਸਲਾ ਹੁਣ ਇਹ ਵੱਧ ਤੋਂ ਵੱਧ ਵੱਡਾ ਇਕੱਠ ਕੀਤਾ ਜਾਵੇ। ਪੰਥ ਕੌਮ ਦਾ ਸਾਰੇ ਸਿੰਘ ਇੱਥੇ ਜਿੰਨੇ ਵੀ ਸੁਸਾਇਟੀਆਂ ਜਿੰਨੇ ਗੁਰੂ ਨਾਨਕ ਨਾਮ ਲੈਵਾ ਸਿੱਖ ਆ, ਬਹਿ ਕੇ ਇਹਦਾ ਵੱਡਾ ਇੱਕ ਇਕੱਠ ਰੱਖਿਆ ਜਾਵੇ ਤੇ ਇਹ ਮਸਲੇ ਦਾ ਹੱਲ ਕੀਤਾ ਜਾਵੇ। ਤੇ ਇਹ ਜਿਹੜਾ ਮਲਕ ਆ ਜਿਹੜਾ ਨਰੈਣੂ ਮਹੰਤ ਇਹਦੇ ਲਗਾਮ ਕੱਸੀ ਜਾਵੇ। ਤੇ ਮੇਰਾ ਇਹੋ ਬੇਨਤੀ ਆ ਸਾਰੇ। ਚਲੋ ਆਪ ਸ਼ਬਦ ਨਹੀਂ ਜੀ ਬੋਲਣੇ ਆਪਾਂ ਕਿਸੇ ਨੂੰ। ਇਹ ਮਲਕੀਤ ਸਿੰਘ ਜੀ ਇਸ ਤਰ੍ਹਾਂ ਨਹੀਂ, ਪਲੀਜ਼ ਆਪਾਂ ਆਪ ਸ਼ਬਦ ਨਹੀਂ ਬੋਲਣੇ। ਗੱਲ ਸਹੀ ਕਰੋ ਮਲਕੀਤ ਸਿੰਘ ਜੀ, ਆਪ ਸ਼ਬਦ ਨਹੀਂ ਬੋਲਣੇ ਜੀ ਕਿਸੇ ਨੂੰ। ਇਹ ਨਾ ਕਰੋ। ਤੁਸੀਂ ਆਪਣਾ ਪੱਖ ਰੱਖੋ ਤੇ ਪੱਖ ਦੇ ਤੌਰ ਤੇ ਬਿਲਕੁਲ ਠੀਕ ਆ। 5 ਪਿਆਰੇ ਜਿਹੜੇ ਇੱਥੇ ਅੰਮ੍ਰਿਤ ਸੰਚਾਰ ਕਰਾਉਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ 'ਚ ਲੱਗਦੇ ਆ, ਨਗਰ ਕੀਰਤਨਾਂ ਦੇ ਵਿੱਚ ਉਹੀ 5 ਪਿਆਰੇ ਦੇ ਨਾਲ 6ਵੇਂ ਇੱਕ ਭਾਈ ਸਾਹਿਬ ਹੁੰਦੇ ਨੇ, ਡਾਕਟਰ ਸਾਹਿਬ ਭੁਰਜੀ ਸਾਹਿਬ ਜਿਹੜੇ ਨਾਲ ਚੱਲਦੇ ਨੇ ਆਪਣੇ ਕਨਈਆ ਭਾਈ ਕਨਈਏ ਦੀ ਪਾ ਕੇ ਡਰੈਸ, ਉਹ ਵੀ ਨਾਲ ਚਾਹੀਦੇ ਵੀ ਜੇ ਗੁਰੂ ਦੇ ਸਿੱਖ ਹੋ। ਹੁਣ ਨਿੱਤਰ ਕੇ ਸਾਹਮਣੇ ਆਇਓ, ਇੱਧਰ ਉੱਧਰ ਦੀ ਨਾ ਭੱਜਿਓ, ਪਿੱਠ ਨਾ ਕਰਿਓ ਹੁਣ ਕੌਮ ਵੱਲ ਬਈ ਹੁਣ ਮੂਹਰੇ ਵੱਡਾ ਜਾਂ ਛੋਟਾ। ਹੁਣ 5 ਪਿਆਰੇ ਜਿਹੜੇ 5 ਪਿਆਰੇ ਸੇਵਾ ਜਿਹੜੇ ਵਧੀਆ ਜੀਵਨ ਵਾਲੇ ਸਿੱਖ ਨੇ, ਹੁਣ ਚੜ੍ਹਦੀ ਕਲਾ 'ਚ ਅੱਗੇ ਹੋ ਕੇ ਕੌਮ ਨੂੰ ਅਗਵਾਈ ਦਿਓ। ਇਹ ਸਮਾਂ ਹੈ ਹੁਣ। ਸਾਹਿਬ ਪਰਮਜੀਤ ਸਿੰਘ ਜੀ ਲਾਈਨ ਨੰਬਰ 3। ਹਾਂਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ। ਹਾਂਜੀ ਆਪਣੇ ਭਾਈ ਸਾਹਿਬ ਤੀਜਾ ਹਿੱਲਾ ਇਹ ਸੰਸਥਾ ਨੇ ਕੀਤਾ। ਪਹਿਲਾਂ ਹਿੱਲਾ ਹੀ ਨਹੀਂ ਕੀਤਾ ਸੀ। ਦਿੱਲੀ ਦੇ ਵਿੱਚ ਇਹਨਾਂ ਦੇ ਸਰੂਪ ਫੜੇ ਗਏ ਸੀ ਜਿਹੜੇ ਕਿ ਮਹਾਰਾਜ ਦੇ ਸਰੂਪ ਬੋਰੀਆਂ ਵਾਂਗ ਕੰਟੇਨਰ ਦੇ ਵਿੱਚ ਲੱਤੇ ਹੋਏ ਸੀ। ਉਦੋਂ ਵੀ ਸਾਡੀ ਸੰਗਤ ਨੂੰ ਨਹੀਂ ਪਤਾ ਲੱਗਾ ਕਈਆਂ ਨੂੰ। ਦੂਜਾ ਹਿੱਲਾ ਨਹੀਂ ਫਿਰ ਬੱਸ ਮੰਗਾਈ ਆਪਣੇ, ਤੁਹਾਨੂੰ ਪਤਾ ਵੀ 360 ਮਾਂ ਦੇ ਸਰੂਪ ਮੰਗਾਏ। ਕੀ ਇਹ ਦੱਸ ਸਕਦੇ ਸਾਨੂੰ ਸਰੂਪ ਕਿੱਥੇ ਕਿੱਥੇ ਗਏ ਆ? ਕਿਸੇ ਗੁਰਦੁਆਰੇ ਨੂੰ ਦੱਸ ਸਕਦੇ ਆ ਵੀ ਸਰੂਪ ਕਿੱਥੇ ਗਏ ਆ ਕਿ ਕਿਹਨੂੰ ਪਹੁੰਚਾਏ ਆ? ਤੀਜਾ ਹਿੱਲਾ ਹੀ ਨਹੀਂ ਫਿਰ ਆ ਪ੍ਰੈਸ ਲਾਉਣ ਦਾ ਕੀਤਾ। ਜਦੋਂ ਇਹਨਾਂ ਨੂੰ ਮੀਟਿੰਗ ਦੇ ਵਿੱਚ ਇਹ ਗੱਲ ਹੋਈ ਆ, ਕਰੋਨਾ ਤੋਂ ਪਹਿਲਾਂ ਮੀਟਿੰਗ ਹੋਈ ਆ ਵੀ ਅਸੀਂ ਨਹੀਂ ਛਾਪਾਂਗੇ ਜਦ ਤੱਕ ਮੀਟਿੰਗਾਂ ਦੁਬਾਰਾ ਨਹੀਂ ਹੁੰਦੀਆਂ। ਜਦ ਤੱਕ ਮੀਟਿੰਗਾਂ ਨਹੀਂ ਹੋਈਆਂ, ਇਹਨੂੰ ਕੋਈ ਪਰਮਿਸ਼ਨ ਨਹੀਂ ਮਿਲੀ, ਕਿਸੇ ਕੋਲ ਪਾਸੋਂ ਇਹਨੂੰ ਕੋਈ ਹਾਂ ਨਹੀਂ ਹੋਈ, ਤਾਂ ਕਿਉਂ ਇਹਨਾਂ ਨੇ ਛਾਪੇ? ਔਰ ਉਹ ਛਾਪੇ ਜਿਹੜੇ ਦੱਸੋ ਉਹਨਾਂ ਦੀ ਸੋਧ ਕਿਹਨ ਕੀਤੀ ਆ? ਕਿਹੜੇ ਭਾਈ ਉੱਥੇ ਬੈਠੇ ਸੀ ਮਹਾਰਾਜ ਦਾ ਸਰੂਪ ਸੋਧ ਕਰਨ ਦੇ ਲਈ? ਇਹ ਦੱਸ ਸਕਦੇ ਆ ਉਹ ਜਿਹੜੇ ਛਾਪੇ ਉਹ ਗਏ ਕਿੱਥੇ ਆ? ਇਹ ਬਹੁਤ ਬੜਾ ਇੱਕ ਮਸਲਾ ਆ ਜਿਹੜਾ ਸਾਡੀ ਕੌਮ ਦੇ ਸਾਹਮਣੇ ਦੁਆਰਾ ਪੇਸ਼ ਆਇਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤ ਵਾਰੀ ਮੰਗਾਏ ਗਏ ਆ। ਇਹ 3 ਵਾਰੀ ਸਾਡੀਆਂ ਨਜ਼ਰਾਂ 'ਚ ਆਏ ਆ। ਇਹ ਤੋਂ ਪਹਿਲਾਂ ਵੀ ਬਹੁਤ ਵਾਰੀ ਮੰਗਾਏ ਗਏ ਆ ਜਿਹੜੇ ਸਾਨੂੰ ਪਤਾ ਨਹੀਂ ਲੱਗਾ। ਸਾਨੂੰ ਦੱਸੋ, ਸਾਨੂੰ ਲਿਸਟ ਦੇਵੇ ਵੀ ਇੰਨੀ ਸੰਗਤ ਨੂੰ ਗੁਰੂ ਮਹਾਰਾਜ ਦੇ ਸਰੂਪਾਂ ਦੀ ਲੋੜ ਆ। ਤਾਂ ਕਰਕੇ ਮੈਂ ਪ੍ਰੈਸ ਲਾਈ ਇਹ ਲਿਸਟ ਭੇਜੇ ਗੁਰਦੁਆਰਿਆਂ ਵਿੱਚ। ਧੰਨਵਾਦ ਜੀ ਪਰਮਜੀਤ ਸਿੰਘ ਸਾਹਿਬ। ਮਹਿੰਦਰ ਲਾਈਨ ਨੰਬਰ 4। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਹਾਂਜੀ ਗਿੱਲ ਸਾਹਿਬ, ਬਹੁਤ ਸੰਵੇਦਨਸ਼ੀਲ ਮਸਲਾ ਹੈ। ਵੇਖੋ ਮਸਲੇ ਬਹੁਤ ਪਹਿਲਾਂ ਵੀ ਆ ਚੁੱਕੇ ਆ। ਕੁਛ
ਸਿੱਖ ਕੌਮ ਨੂੰ, ਸਾਡੀ ਕੌਮ ਨੂੰ ਤਬਾਹ ਬਰਬਾਦ ਕਰਨ ਵਾਸਤੇ ਬੜੀ ਦੇਰ ਦੇ ਮਨਸੂਬੇ ਚੱਲ ਰਹੇ ਆ। ਆ ਜਿਹੜੀਆਂ ਅਖੌਤੀ ਸੰਪਰਦਾਵਾਂ ਤੇ ਇਹ ਸੰਪਟ ਲਾ ਕੇ ਗੁਟਕੇ ਛਾਪ ਰਹੀਆਂ, ਸੰਪਟ ਪਾਠ ਕਰਾ ਰਹੀਆਂ, ਕੋਤਰੀਆਂ ਖੋਲ ਕੇ ਥੜਿਆਂ ਤੇ ਰੱਖੀ ਬੈਠੇ ਆ। ਉੱਥੋਂ ਚੱਲ ਕੇ ਹੁਣ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਆਪ ਛਾਪਣ ਦੇ, ਜਿਹੜੇ ਭਾਈ ਰਣਜੀਤ ਸਿੰਘ ਹੁਣਾਂ ਨੇ 200 ਸਰੂਪ ਉਦੋਂ ਫੜੇ ਸੀ ਜਿਨ੍ਹਾਂ ਦੇ ਵਿੱਚ ਚੇਂਜ ਕੀਤੀ ਗਈ ਸੀ, ਉਹ ਉਹਨਾਂ ਨੂੰ ਉਹਦਾ ਭੁਗਤਣਾ ਪਿਆ। ਇਸ ਤੋਂ ਬਾਅਦ ਹੁਣ ਜਿਹੜੇ ਪਿੱਛੇ ਤੁਸੀਂ ਵੀ ਲਿਆਂਦਾ ਸੀ, ਹੋਰ ਵੀ ਥਾਵਾਂ ਤੇ ਪੜ੍ਹਿਆ ਵੀ ਵਿਦੇਸ਼ਾਂ ਚੋਂ ਸਰੂਪ ਲਿਜਾ ਕੇ ਉਹਨਾਂ ਦੀ ਸਿਆਹੀ ਲਾ ਕੇ ਤੇ ਉਹ ਨਾਗਪੁਰ ਵਾਲੇ ਬੈਠੇ ਉਹ ਇਸ ਕਿਸਮ ਦੀਆਂ ਜਿਹੜੇ ਕਿਉਂਕਿ ਜਿਹੜੇ ਉਹ ਟੈਸਟ ਹੈ ਕੈਮੀਕਲ ਜਾਂ ਦੂਜੇ ਤੀਜੇ ਆ ਉਹਨਾਂ ਚੋਂ ਲੰਘ ਸਕਣ। ਜਿਵੇਂ ਪਿਸ਼ੌਰਾ ਸਿੰਘ, ਪਿਆਰਾ ਸਿੰਘ ਉਹਦੇ ਆਪਣੇ ਮਕਲਾੜ ਦੇ ਚੇਲਿਆਂ ਨੇ ਜਿਹੜੇ ਪੁਰਾਤਨ ਖਰੜੇ ਦੀ ਗੱਲ ਕੀਤੀ ਸੀ, 1.5 ਕਰੋੜ ਰੁਪਈਆ ਰਾਜਸਥਾਨ ਚੋਂ ਲਾ ਕੇ ਉਹ ਤਿਆਰ ਕੀਤਾ ਸੀ। ਯਾਨੀ ਇਹ ਇੱਕ ਬਹੁਤ ਵੱਡਾ ਇਸ਼ੂ ਹੈ, ਕੌਮ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ। ਤੁਸੀਂ ਬਹੁਤ ਵਧੀਆ ਇਸ਼ੂ ਲਿਆਂਦਾ, ਬਹੁਤ ਵਧੀਆ ਸੁਝਾਅ ਵੀ ਸੰਗਤਾਂ ਨੇ, ਸਾਰੇ ਸੱਜਣਾਂ ਨੇ ਦਿੱਤੇ ਆ। ਕੌਮ ਨੂੰ ਇਕੱਠੇ ਹੋ ਕੇ ਇਹਦਾ ਬਿਲਕੁਲ ਸਹੀ ਹੱਲ ਲੱਭਣ ਦੀ ਲੋੜ ਹੈ। ਚੋਰ ਸਾਡੇ ਅੰਦਰ ਬੈਠੇ ਆ, ਲੁਟੇਰੇ ਸਾਡੇ ਅੰਦਰ ਬੈਠੇ ਆ, ਅਸੀਂ ਜਿਨ੍ਹਾਂ ਨੂੰ ਬਾਗਡੋਰ ਸੌਂਪੀ ਆ, ਚੋਰ ਲੁਟੇਰੇ ਤਾਂ ਉਹ ਬਣੇ ਬੈਠੇ ਆ। ਯਾਨੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਕਈ ਗੱਲਾਂ ਨਿਤ ਪ੍ਰਤੀ ਦਿਨ ਅਸੀਂ ਸੁਣ ਰਹੇ ਹਾਂ, ਇਹ ਵੱਧਦੇ ਜਾ ਰਹੇ ਆ। ਦੇਖੋ ਹੁਣ ਹੱਲ ਤਾਂ ਇਹੀ ਹੈ ਨਾ ਕਿ ਕੌਮ ਇਕੱਠੀ ਹੋਵੇ, ਤੇ ਕੌਮ ਨੂੰ ਇਕੱਠੀ ਵੀ ਨਹੀਂ ਹੋਣ ਦਿੱਤਾ ਜਾ ਰਿਹਾ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੌਮ, ਸਾਰੇ ਵਿਦਵਾਨ, ਸਾਰੇ ਚਿੰਤਕ, ਸਾਰੇ ਇਕੱਠੇ ਹੋਈਏ ਆਪਾਂ, ਤੇ ਇਕੱਠੇ ਹੋ ਕੇ ਇਸ ਜਿਹੜਾ ਏਡਾ ਵੱਡਾ ਹਮਲਾ ਕੌਮ ਤੇ ਇਹਨਾਂ ਨੇ ਕੀਤਾ, ਉਸ ਹਮਲੇ ਨੂੰ ਅਸੀਂ ਠੱਲੀਏ। ਸਾਡੀ ਹੋਂਦ ਦਾ ਸਵਾਲ ਹੈ, ਮੈਂ ਤਾਂ ਸਿੱਧੀ ਜੀ ਗੱਲ ਕਰਦਾ। ਇਸ ਹੋਂਦ ਵਾਸਤੇ ਹਰ ਇੱਕ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਸਾਹਾਂ ਤੱਕ, ਆਪਣੇ ਪ੍ਰਾਣਾਂ ਤੱਕ ਜੋ ਵੀ ਲੱਗਦਾ ਸਾਡੇ ਵੱਡੇ ਵਡੇਰੇ ਲਾਉਂਦੇ ਆ, ਹਰ ਇੱਕ ਨੂੰ ਲਾਉਣਾ ਪਊ ਜੇ ਕੌਮ ਬਚਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਮਿਸ਼ਨਰੀ ਹਰ ਰੋਜ਼ ਸਾਡੀਆਂ ਸੰਪਰਦਾਵਾਂ ਨੂੰ ਤੇ ਸਾਡੇ ਗ੍ਰੰਥਾਂ ਨੂੰ ਚੈਲੰਜ ਕਰਦੇ ਆ, ਉਹਨਾਂ ਨੂੰ ਵੀ ਡੱਕਣਾ ਨਾਲ ਹੀ। ਦਲਗੀਰ ਵਰਗੇ ਡਾਕਟਰ ਲਾਈ ਫਿਰਦੇ ਆ ਉੱਥੇ ਸੰਗਤਾਂ ਇੰਗਲੈਂਡ ਦੇ ਵਿੱਚ, ਉੱਥੇ ਅੰਬੈਸੀ ਦੇ ਮੂਹਰੇ ਜਾ ਕੇ ਤਾਂ 2020 ਕਰਦੇ ਆ। ਤੁਹਾਡੇ ਤੇ ਦਲਗੀਰ ਨਾਲ ਨਹੀਂ ਗੱਲ ਹੁੰਦੀ ਲੋਕਾਂ ਤੋਂ, ਤੇ ਜਿਹੜੇ ਉੱਥੇ ਇੰਗਲੈਂਡ 'ਚ ਬੈਠੇ ਆ। ਆਪ ਤਾਂ ਰਾਜਸਥਾਨ ਦੇ ਮੰਦਰਾਂ 'ਚ ਸੰਧੂਰ ਭੁੱਖਦਾ ਫਿਰਦਾ ਤੇ ਲੋਕਾਂ ਨੂੰ ਕੌਮ ਦੀਆਂ ਗੱਲਾਂ ਦੱਸਦਾ। ਇਹ ਅੰਗ ਨਹੀਂ, ਇਹ ਅੰਕ ਨਹੀਂ, ਪਹਿਲਾਂ ਅੰਗ ਕਹਿੰਦੇ ਸੀ, ਅੰਗ ਤੋਂ ਹੁਣ ਅੰਕ ਤੇ ਹੋ ਗਏ। ਇਹ ਜਿਹੜਾ ਨਾ ਅਸੀਂ ਸਭ ਤੋਂ ਵੱਡੇ ਅਸੀਂ ਦੋਸ਼ੀ ਆ ਵੈਨਕੂਵਰ ਵਾਲੇ। ਚੱਕ ਲੋ ਜੀ, ਚੱਕ ਲੋ, ਇੱਕ ਮਲੇਸ਼ੀਆ ਤੋਂ ਆ ਗਿਆ ਜੀ, ਹੁਣ ਇਹ ਧੁੰਦਾ ਆ ਗਿਆ ਜੀ, ਹੁਣ ਦਲਗੀਰ ਆ ਗਿਆ ਜੀ, ਇਹ ਕਰਾ ਦਿਓ ਜੀ, ਇਹ ਇਹਨਾਂ ਦੇ ਸੰਵਾਦ ਕਰਾਓ ਜੀ, ਇਹ ਤਾਂ ਜੀ ਸਿਆਣੇ ਹੀ ਬਹੁਤ ਆ ਗਏ। 400 ਸਾਲਾਂ ਦੀ ਪੁਰਾਤਨ ਸਾਡੀ ਜਿਹੜੀ ਹਿਸਟਰੀ ਸੀ, ਸਾਰੀ ਨੂੰ 5 ਸਾਲਾਂ ਦੇ ਵਿੱਚ ਚੇਂਜ ਕਰਤਾ। 5 ਸਾਲਾਂ ਤੇ ਅਸੀਂ ਲਿਆਉਣ ਵਾਲੇ ਆ। ਦੇਖੋ ਜੀ, ਬੰਦਾ ਬਹਿਣ ਨੂੰ ਜਗ੍ਹਾ ਨਹੀਂ, ਇਹਨੇ ਤਾਂ ਨਵਾਂ ਹੀ ਸਭ ਕੁਛ ਬਦਲਤਾ। ਆਹ ਦੇਖੋ ਜੀ, ਹੁਣ ਮਲੇਸ਼ੀਆ ਵਾਲਾ ਆ ਗਿਆ ਜੀ, ਇਹ ਸਿਆਣਾ ਹੀ ਬਹੁਤ ਆ। ਹੁਣ ਇਹ ਘੱਗਾ ਆ ਗਿਆ ਜੀ, ਇਹਦੀਆਂ ਸੀਡੀਆਂ ਬਣਾ ਲਓ ਜੀ, ਇਹਦੀਆਂ ਵੰਡ ਦਿਓ ਜੀ। ਅਸੀਂ ਵੀ ਬਸ ਜਦ ਕੋਈ ਨਵਾਂ ਆ ਗਿਆ ਪੁਰਾਣੇ ਭੁੱਲ ਜਾਣੇ। ਨਾਲ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਦੇ ਨਾਂ ਲਈ ਜਾਂਦੇ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਅਸੀਂ ਫੋਲੋ ਕਿਹਨੂੰ ਕਰਦੇ ਹਾਂ। ਸਰ ਜਸਵਿੰਦਰ ਸਿੰਘ ਜੀ, ਲਾਈਨ ਨੰਬਰ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਭਾਈ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ, ਅਸਲੀ ਮਸਲਾ ਜਿਹੜਾ ਹੈ ਨਾ ਜੀ, ਇਹ ਬਹੁਤ ਲੰਬੇ ਸਮੇਂ ਦਾ ਇਹ ਚੱਲ ਰਿਹਾ ਜੀ। ਇਹ ਜਿਹੜਾ ਅੱਜ ਦਾ ਨਹੀਂ ਹੈਗਾ, ਇਹ ਕਈ ਡੈਕੇਡ ਹੋ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾ ਰਹੇ ਜੀ ਕੈਨੇਡਾ ਦੇ ਵਿੱਚ, ਔਰ ਸਿੱਧੇ ਜਾਂ ਸਿੱਧੇ ਤਰੀਕਿਆਂ ਨਾਲ ਆ ਰਹੇ ਆ। ਜੇ ਪਿਛਲੀਆਂ ਖਬਰਾਂ ਦੀ ਸਰਚ ਕੀਤੀ ਜਾਵੇ ਤਾਂ ਕਈ ਕੁਛ ਲੱਭ ਜਾਂਦਾ ਜੀ ਕੀ ਕੁਛ ਹੋ ਰਿਹਾ। ਇਹਦੇ ਵਿੱਚ ਜਿਹੜੀ ਆ ਖਬਰ ਦਾ ਤੁਸੀਂ ਜ਼ਿਕਰ ਕੀਤਾ ਜੀ, ਉਹਦੇ ਵਿੱਚ ਇੱਕ ਲਿਖਿਆ ਹੋਇਆ, ਉਹਦੇ ਵਿੱਚ ਥੱਲੜੀਆਂ ਲਾਈਨਾਂ ਦੇ ਵਿੱਚ ਮੈਂ ਵੀ ਉਹਨੂੰ ਪੜ੍ਹਿਆ ਹੁਣ ਚੰਗੀ ਤਰ੍ਹਾਂ। ਉਹਦੇ ਵਿੱਚ ਲਿਖਿਆ ਹੋਇਆ ਵੀ ਇਹਦੇ ਵਿੱਚ ਕੰਟੇਨਰ ਦੇ ਵਿੱਚ ਹੈ ਕੀ, ਉਹਦੇ ਤੇ ਡਿਸਕਲੋਜ਼ਰ ਜਿਹੜਾ ਲਾਇਆ ਉੱਤੇ ਲਿਖਿਆ ਹੋਇਆ ਬਿਗ ਸਕੈਚ ਬੁੱਕਸ। ਯੈਸ, ਉਹਦੇ ਤੇ ਉਸ ਕੰਟੇਨਰ ਤੇ ਲਾਇਆ ਗਿਆ। ਇਹ ਦੇਖ ਲਓ ਕਿੰਨਾ ਕੁ ਸਤਿਕਾਰ ਕਰਦੇ ਆ ਜੀ ਇਹ। ਔਰ ਦੂਸਰੀ ਗੱਲ, ਇਹ ਪਰਿਵਾਰ ਨਹੀਂ ਦੱਸ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਕੋਲੋਂ ਲੈ ਕੇ ਆਉਂਦੇ ਆ ਜੀ। ਸ਼ਰਧਾ ਬਸ ਜਿਹੜੇ ਲੋਕ ਆਪਣੇ ਘਰਾਂ 'ਚ ਰੱਖਣਾ ਚਾਹੁੰਦੇ ਵੀ ਉਹਨਾਂ ਕੋਲੋਂ ਕਿੰਨੀ ਭੇਟਾ ਵਸੂਲ ਕੀਤੀ ਜਾਂਦੀ ਹੈ। ਫ੍ਰੀ ਤਾਂ ਇਹ ਦੇਣ ਵਾਲੇ ਹੈ ਨਹੀਂ ਗੇ। ਇਹਨਾਂ ਦੇ ਪਿਛਲੀ ਹਿਸਟਰੀ ਇਹਨਾਂ ਦੀ ਦੇਖ ਲਓ, ਜਿਹੜੇ ਲੋਕ ਇਹ ਕੰਮ ਕਰ ਰਹੇ ਆ ਜੀ। ਪਰ ਜਿਹੜੀ ਸਮੱਸਿਆ ਆਈ ਜੀ 2014 ਦੇ ਵਿੱਚ, ਮੈਂ ਉਹਦੀ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਜੀ। ਉਦੋਂ 2014 ਦੇ ਵਿੱਚ ਜੋ ਕੁਝ ਹੋਇਆ, ਇਹਨਾਂ ਨੇ ਉਦੋਂ ਸ਼੍ਰੋਮਣੀ ਕਮੇਟੀ ਨੂੰ ਜਦੋਂ ਅਪਰੋਚ ਕੀਤਾ ਜੀ, ਇੱਥੋਂ ਉਦੋਂ ਇਹ ਵੀ ਗੱਲਾਂ ਉੱਠੀਆਂ ਜੀ ਵੀ ਇੱਥੇ ਦੇ ਕੁਝ ਗੁਰਦੁਆਰਾ ਸਾਹਿਬਾਨ ਨੇ ਵੀ ਇਹਦੇ ਹੱਕ ਦੇ ਵਿੱਚ ਲੈਟਰ ਦਿੱਤੇ ਸੀ ਇਹਨਾਂ ਨੂੰ ਵੀ ਇੱਥੇ ਸਰੂਪਾਂ ਦੀ ਲੋੜ ਹੈਗੀ ਆ, ਤੁਸੀਂ ਬੱਸ ਦੇ ਵਿੱਚ ਭੇਜੋ।
ਉਹ ਗੱਲ ਕੀ ਆ ਜੀ ਵੀ ਜਦੋਂ ਦਬਮੀ ਸੁਰ ਦੇ ਵਿੱਚ ਅਸੀਂ ਸਪੋਰਟ ਵੀ ਕਰੀ ਜਾਂਦੇ, ਵਿਰੋਧਤਾ ਵੀ ਕਰੀ ਜਾਂਦੇ ਪਬਲਿਕ ਦੇ ਵਿੱਚ ਆਪਣੀ ਇਮੇਜ ਬਚਾਉਣ ਲਈ। ਜਦੋਂ ਉਹਨਾਂ ਸਰੂਪਾਂ ਦੇ ਬਾਰੇ ਮੀਟਿੰਗ ਕੀਤੀ ਜੀ, ਉਦੋਂ ਆਏ ਸੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਦਲਮੇਘ ਸਿੰਘ ਜੀ, ਉਦੋਂ ਰੂਪ ਸਿੰਘ ਵੀ ਨਾਲ ਸੀਗੇ, ਸਰਦਾਰ ਰੂਪ ਸਿੰਘ, ਤੇ ਇੱਕ ਸਿੰਘ ਉਹਨਾਂ ਦੇ ਨਾਲ ਹੋਰ ਸੀ। ਮੈਂ ਅੰਕਲ ਸਰਦਾਰ ਜੀਤ ਸਿੰਘ ਬਾਦ ਉਹਨਾਂ ਦੇ ਨਾਲ, ਕੁਲਵਿੰਦਰ ਸਿੰਘ ਮੱਲੀ ਦੇ ਨਾਲ ਗਿਆ ਜੀ ਉਹਨਾਂ ਨੂੰ ਮਿਲਣ। ਉਹਨਾਂ ਨੇ ਸਾਨੂੰ ਜਿਹੜੀ ਗੱਲ ਕਹੀ ਸੀਗੀ ਜੀ, ਉਹ ਕਹਿੰਦੇ ਵੀ ਤੁਸੀਂ ਇੱਕ ਵੀ ਗੁਰਦੁਆਰਾ ਸਾਹਿਬ ਤੋਂ ਸਾਨੂੰ ਇਹ ਲੈਟਰ ਲੈ ਦਿਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਰੱਖ ਲੈਂਦੇ ਆ, ਅਸੀਂ ਉੱਥੋਂ ਸੰਗਤ ਨੂੰ ਦੇ ਦੇਵਾਂਗੇ। ਤੁਸੀਂ ਮੈਂ ਹਰਜੀਤ ਸਿੰਘ ਜੀ ਨਾਂ ਨਹੀਂ ਲੈਣੇ ਹੁਣ ਇਹਦੇ ਉੱਤੇ, ਮੈਂ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨਾਂ ਨੂੰ ਫੋਨ ਲਾਏ ਜੀ, ਕਿਸੇ ਨੇ ਜੈਸ ਨਹੀਂ ਕੀਤੀ ਐਸ ਸੜੀ ਤੇ ਐਸ ਆਪਣੇ ਨਿਊ ਵੈਸਟ ਜਾਂ ਆਪਣੇ ਇੱਧਰ ਦੇ ਏਰੀਏ ਦੇ ਕਿਸੇ ਵੀ ਪ੍ਰਧਾਨ ਨੇ ਜੈਸ ਨਹੀਂ ਕੀਤੀ। ਕਹਿੰਦੇ ਸਾਡੇ ਕੋਲ ਸਪੇਸ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣ ਲਈ। ਇਹਨਾਂ ਨੂੰ ਮੈਂ ਉਦੋਂ ਇਹ ਪੁੱਛਿਆ ਸੀ ਵੀ ਤੁਸੀਂ 20 ਬਿਲੀਅਨ ਦੀਆਂ ਬਿਲਡਿੰਗਾਂ ਕਾਹਦੇ ਲਈ ਬਣਾਈਆਂ ਜੇ ਤੁਹਾਡੇ ਕੋਲ ਸਿਰਫ 400 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣ ਲਈ ਅੱਜ ਜਗ੍ਹਾ ਹੈ ਨਹੀਂ। ਸੱਚਾਈ ਇਹ ਹੈ ਜੀ, ਇਹ ਅੱਜ ਜੋ ਮਰਜ਼ੀ ਕਹੀ ਜਾਣ, ਅੱਜ ਵੀ ਇਹ ਅਥਾਰਟੀ ਲੈਣ ਉਹਨਾਂ ਤੋਂ। ਉਹ ਕਹਿੰਦੇ ਸੀ ਅਸੀਂ ਇਹਨਾਂ ਨੂੰ ਫ੍ਰੀ ਭੇਜਾਂਗੇ ਉੱਥੋਂ ਬੱਸ ਦੇ ਵਿੱਚ, ਕੋਈ ਵੀ ਗੁਰਦੁਆਰਾ ਸਾਹਿਬ ਜ਼ਿੰਮੇਵਾਰੀ ਲੈ ਲਵੇ ਜੇ ਸੰਗਤਾਂ ਦੀ ਇੱਥੇ ਮੰਗ ਹੈਗੀ। ਵੈਸੇ ਤਾਂ ਇੱਥੇ ਮੰਗ ਹੈ ਨਹੀਂ ਜੀ, ਇਹ ਬਣਾਈ ਜਾਂਦੀ ਆ, ਫਿਰ ਉਹਨੂੰ ਉਹ ਇੱਕ ਬਿਜ਼ਨਸ ਚੱਲ ਰਿਹਾ ਜੀ। ਜਿਹੜੀ ਗੱਲ ਹੁਣ ਸੋਚਣ ਵਾਲੀ ਗੱਲ ਆ ਜੀ, ਜੇ ਇਹ ਸਾਰੀਆਂ ਸੋਸਾਇਟੀਆਂ ਉਹਨਾਂ ਨੂੰ ਲਿਖ ਰਹੀਆਂ ਵੀ ਸਾਨੂੰ ਇੱਥੇ ਮੰਗ ਹੈ ਨਹੀਂ, ਇੱਥੇ ਸਾਨੂੰ ਪ੍ਰਿੰਟਿੰਗ ਨਹੀਂ ਚਾਹੀਦੀ, SGPC ਦੇ ਅੰਡਰ ਹੀ ਰਹਿਣੀ ਚਾਹੀਦੀ ਹੈ ਇੱਕ ਸੰਸਥਾ ਦੇ, ਤਾਂ ਕਿ ਉਹ ਜਵਾਬਦੇਹ ਹੋਵੇ ਜੇ ਕੱਲ ਨੂੰ ਕੋਈ ਚੇਂਜ ਹੁੰਦੀ ਆ। ਤਾਂ ਫਿਰ ਇੱਕ ਬੰਦਾ ਇੰਨਾ ਪਾਵਰਫੁਲ ਕਿਵੇਂ ਆ ਜੀ ਵੀ ਉਹ ਸਾਰਿਆਂ ਨੂੰ ਓਵਰ ਰੂਲ ਕਰ ਜਾਂਦਾ ਉੱਥੇ ਜਾ ਕੇ। ਇਹ ਇਸ ਗੱਲ ਦਾ ਇਹਨਾਂ ਕੋਲ ਜਵਾਬ ਹੈਗਾ ਜੀ ਗੁਰਦੁਆਰਾ ਸਾਹਿਬਾਨ ਵਾਲਿਆਂ ਕੋਲ, ਸਾਰੇ ਪ੍ਰਧਾਨਾਂ ਕੋਲ? ਗੱਲ ਹੈਗੀ ਆ ਜੀ ਵੀ ਇਹ ਸਾਰਾ ਜਿਹੜਾ ਰੌਲਾ ਘਚੋਲਾ ਆ ਜੀ, ਇਹ ਪਬਲਿਕ ਫੇਸ ਦੇ ਉੱਤੇ ਕੁਛ ਹੋਰ ਆ, ਬਿਹਾਇੰਡ ਦਾ ਸੀਨ ਬੰਦੇ ਕੁਛ ਹੋਰ ਆ। 2014 ਦੇ ਵਿੱਚ ਜਿਹੜੇ ਵੀ ਸਿੰਘ ਇਨਵੋਲਵ ਸੀਗੇ, ਬਹੁਤ ਸਾਰੇ ਸਿੰਘ ਇਨਵੋਲਵ ਸੀਗੇ ਉਦੋਂ ਜਦੋਂ ਇਸ਼ੂ ਉੱਠਿਆ ਸੀ। ਪਰ ਗੱਲ ਆ ਜੀ ਵੀ ਉਦੋਂ ਐਂਡ ਰਿਜ਼ਲਟ ਕੀ ਨਿਕਲਿਆ ਜੀ, ਚਿੱਠੀਆਂ ਵੀ ਇਸ਼ੂ ਕਰਤੀਆਂ, ਸਾਰਾ ਕੁਛ ਕਰਤਾ, ਬਾਅਦ ਦੇ ਵਿੱਚ ਬੰਦੇ ਪਰਸਨਲੀ ਜਾ ਕੇ ਮਿਲ ਕੇ ਕੁਛ ਹੋਰ ਕਹਿੰਦੇ ਆ ਜੀ। ਅੱਜ ਵੀ ਸਾਰੇ ਗੁਰਦੁਆਰਾ ਸਾਹਿਬਾਨ ਜੇ ਲਿਖ ਕੇ ਦਿੰਦੇ ਆ SGPC ਨੂੰ ਇਹ ਦੱਸਦੇ ਆ ਵੀ ਇੱਥੇ ਕੋਈ ਡਿਮਾਂਡ ਹੈ ਨਹੀਂ, ਸਾਨੂੰ ਇੱਥੇ ਕੋਈ ਲੋੜ ਨਹੀਂ ਹੈਗੀ। ਕਿਉਂ ਨਹੀਂ ਫਿਰ ਰੁਕਦਾ ਜੀ ਇਹ ਕੰਮ? ਆਪਸ ਵਿੱਚ ਇਕੱਠੇ ਹੋ ਕੇ ਕਿਉਂ ਨਹੀਂ ਬਹਿੰਦੇ? ਇਹ ਕਿਤਿਓਂ ਨਾ ਕਿਤਿਓਂ ਇਹ ਫੇਵਰ ਕਰਦੇ ਆ ਜੀ, ਡਾਇਰੈਕਟਲੀ ਇਨਡਾਇਰੈਕਟਲੀ। ਜੇ ਕੋਈ ਵੀ ਸਿੰਘ SGPC ਤੋਂ ਕੋਈ ਚਿੱਠੀਆਂ ਕਢਾ ਸਕਦਾ ਪਿਛਲੇ ਸਮੇਂ 'ਚ ਜਿਹੜੀਆਂ ਗਈਆਂ, ਉੱਥੋਂ ਜ਼ਰੂਰ ਰੈਕਨ ਨਿਕਲੂਗਾ ਜੀ ਵੀ ਇੱਥੇ ਦੇ ਗੁਰਦੁਆਰਾ ਸਾਹਿਬਾਨ ਨੇ ਇਹਨਾਂ ਦੇ ਫੇਵਰ ਦੇ ਵਿੱਚ। ਗੱਲ ਇਹ ਆ ਵਿਦੇਸ਼ਾ ਸਾਹਿਬ, ਸਾਰੇ ਗੱਲਾਂ ਕਰ ਲੈਂਦੇ ਨੇ, ਜਦ ਮੀਟਿੰਗ ਹੋਣੀ ਆ, ਜਦ ਮੂਹਰੇ ਆ ਕੇ ਬੰਦੇ ਬਹਿੰਦੇ ਆ, ਸਾਰੇ ਫਿਰ ਫੋਨ ਦਾ ਬਹਾਨਾ ਲਾ ਕੇ ਕਮਰਿਆਂ ਚੋਂ ਨਿਕਲ ਜਾਂਦੇ ਤੇ ਮੁੜ ਕੇ ਉਹ ਮੀਟਿੰਗ ਕੁਝ ਹੋਰ ਕਹਿੰਦੇ ਆ, ਮੀਟਿੰਗ 'ਚ ਹੋਰ ਕੁਝ ਕਹਿੰਦੇ ਆ, ਫਿਰ ਫੋਨ ਕਰਕੇ ਸੱਚੇ ਹੁੰਦੇ ਆ। 414 ਸਰੂਪਾਂ ਦੇ ਵੇਲੇ ਜਾਂ ਵਾਈਟ ਰੌਕ ਨੂੰ ਗੱਡੀਆਂ ਚੱਲੀਆਂ, ਅੱਧਿਆਂ ਨੂੰ ਐਡਰੈਸ ਭੁੱਲ ਗਏ ਰਾਹ 'ਚ, ਕੋਈ ਖੱਬੇ ਨੂੰ ਮੁੜ ਜਵੇ, ਕੋਈ ਸੱਜੇ ਨੂੰ ਮੁੜ ਜਾਵੇ। ਯਾਰ ਐਡਾ ਤੁਹਾਡੇ ਤੇ ਗੁਲਾਮੀ ਹੋਈ ਹੈ। ਇੱਥੇ ਗੁਰਦੁਆਰੇ ਜਿਨ੍ਹਾਂ ਨੇ ਲਏ ਹੋਏ ਨੇ ਲੀਜ਼ ਤੇ, ਉਹਨਾਂ ਨੂੰ ਪੁੱਛ ਕੇ ਦੇਖੋ ਜਗਾੜ ਕੀ ਬੰਨਿਆ ਹੋਗਾ ਨਾ, ਸਰੂਪ ਦਾ ਬਹੁਤ ਲੋੜ ਹੈ, ਸਰੂਪਾਂ ਦੀ ਤਾਂ ਬਹੁਤ ਲੋੜ ਹੈ। ਇਹ ਤਾਂ ਜੀ ਬਹੁਤ ਸਭ ਇਕੱਠੇ ਹੋ ਜਾਂਦੇ। ਮੈਂ ਤਾਂ ਹੁਣ ਬੇਨਤੀ ਕੀਤੀ ਸੀ ਪੰਜਾਂ ਪਿਆਰਿਆਂ ਨੂੰ, ਜਿਹੜੇ ਅੰਮ੍ਰਿਤ ਛਕਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ 'ਚ ਰਹਿੰਦੇ ਨੇ, ਜਿਹੜੇ ਨਗਰ ਕੀਰਤਨਾਂ ਤੇ 5 ਪਿਆਰੇ ਹਰ ਜਗ੍ਹਾ ਅੱਗੇ ਹੁੰਦੇ ਨੇ, ਉਹ ਹੋਣ ਅੱਗੇ ਹੁਣ ਤੇ ਹੁਣ ਕੌਮ ਨੂੰ ਅਗਵਾਈ ਦੀ ਲੋੜ ਹੈ। ਹੁਣ ਆਪਣਾ ਜੀਵਨ ਦਿਖਾਉਣ, ਆਪਣੀ ਬਾਣੀ ਤੇ ਬਾਣੇ ਦਾ ਸਰੂਪ ਤੇ ਆਪਣੀ ਹੁਣ ਚੜ੍ਹਦੀ ਕਲਾ ਸੱਚ ਤੇ ਖੰਡ ਹੁਣ ਨਿੱਤਰਨ ਜ਼ਰੂਰ। ਇਹ ਮੈਂ ਬੇਨਤੀ ਕਰਦਾ। ਹੁਣ ਸਮਾਂ ਸਾਨੂੰ, ਹੁਣ ਪ੍ਰਧਾਨਗੀਆਂ ਨੂੰ ਕਿਸੇ ਨੂੰ ਛੱਡ ਦਿਓ, ਗੁਰਦੁਆਰਿਆਂ ਨੂੰ ਛੱਡ ਦਿਓ, ਹੁਣ ਉਹ 5 ਪਿਆਰੇ ਜਿਹੜੇ ਸਾਡੇ ਨਗਰ ਕੀਰਤਨਾਂ ਦੇ ਵਿੱਚ ਸੇਵਾ 'ਚ ਲੱਗਦੇ ਆ, ਹੁਣ ਦਿਖਾਇਓ ਆਪਣਾ ਜੀਵਨ ਤੇ ਆਪਣੀ ਬਾਣੀ ਤੇ ਬਾਣਾ ਤੇ ਇਕੱਠੇ ਹੋ ਕੇ ਹੁਣ ਕਰੋ ਵੀ ਆਓ ਵੀ ਕੌਮ ਜੀ ਇਕੱਠੇ ਹੋਈਏ ਤੇ ਅਸੀਂ ਨਹੀਂ ਇਹ ਹੋਣ ਦੇਣੇ ਸ਼ਬਦ। ਹੁਣ ਪਤਾ ਲੱਗੂ। ਨਹੀਂ ਅਗਲੀ ਵਾਰ ਨੂੰ ਨਗਰ ਕੀਰਤਨਾਂ ਤੇ ਜਦ ਕਰੋਗੇ ਨਾ ਅਗਵਾਈ, ਤੁਹਾਡੀ ਗੱਲ ਰੇਡੀਓ ਤੇ ਮੈਂ ਕਰੂੰਗਾ। ਫਿਰ ਇਹ ਜਿਹੜੀ ਬਾਣੀ ਬਸ ਰੱਬ ਵਾਹਿਗੁਰੂ ਵਾਹਿਗੁਰੂ, ਇਹ ਤੁਹਾਡੀ ਆਪਣੇ ਜੀਵਨ ਲਈ ਹੋਊ। ਜੇ ਅੱਜ 5 ਪਿਆਰਿਆਂ ਨੇ ਆਪਣੀ ਇੱਥੇ ਭੂਮਿਕਾ ਨਿਭਾਉਣੀ ਹੈ, 5 'ਚ ਗੁਰੂ, 5 ਪ੍ਰਣਾਲੀ, 5 ਪ੍ਰਧਾਨੀ ਦੀ ਗੁਰੂ ਸਾਹਿਬ ਨੇ ਗੱਲ ਕੀਤੀ ਹੈ, ਅੱਜ ਆਗੂ ਹੋ ਕੇ ਕੌਮ ਦਾ ਇਕੱਠ ਕਰੋ ਤੇ ਬੈਠੋ ਆ ਕੇ। ਨਹੀਂ ਤਾਂ ਨਗਰ ਕੀਰਤਨਾਂ ਤੇ ਢਾਡੀਆਂ ਦੇ ਤੇ ਮੂਹਰੇ ਉੱਪਰ ਸਟੇਜ ਤੇ ਬੈਠ ਕੇ ਅੱਖਾਂ ਮੀਚ ਕੇ ਲੋਕਾਂ ਨੂੰ ਆਪਣਾ ਜੀਵਨ ਨਾ ਦਿਖਾਇਓ। ਹੁਣ ਸਮਾਂ, ਹੁਣ ਦਿਖਾਓ। ਸਤਿੰਦਰ ਸਿੰਘ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੂੰ ਬੇਨਤੀ ਕਰਨੀ ਵੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਜਿਹੜਾ ਮਹਾਰਾਜ ਆਪ ਜੀ ਮੁੱਦਾ ਲੈ ਕੇ ਆਏ ਹੋ ਰੇਡੀਓ ਤੇ ਦੂਸਰੀ ਬੇਨਤੀ ਇਹ ਭਾਈ ਸਾਹਿਬ ਜੀ, ਜਿਵੇਂ ਭਾਈ ਮਨਿੰਦਰ ਸਿੰਘ ਵੀ ਆਪ ਜੀ ਨੂੰ ਦੱਸ ਕੇ ਗਏ ਵੀ ਜਿਹੜੀ ਗੁਰੂ
ਗੁਰਦੁਆਰਾ 8 ਗੁਰਦੁਆਰਾ ਸਾਹਿਬਾਂ ਦੀ ਇਹਨਾਂ ਦੀ ਮੀਟਿੰਗ ਜਦੋਂ ਆਪਾਂ ਨੂੰ ਪਤਾ ਲੱਗਾ ਵੀ ਇਹ ਛੱਪਣ ਦੀ ਗੱਲ ਹੋ ਰਹੀ ਆ, ਅਸੀਂ ਉਦੋਂ ਇਹਨਾਂ ਨਾਲ ਮੀਟਿੰਗ ਕੀਤੀ ਸੀਗੀ ਔਰ ਉਸ ਵਕਤ ਇਹਨਾਂ ਨੂੰ ਇਹ ਕਿਹਾ ਗਿਆ ਸੀਗਾ ਵੀ ਇਹ ਜਿਹੜਾ ਤੁਸੀਂ ਕੰਮ ਆ ਬਿਲਕੁਲ ਇਹਨੂੰ ਇੱਥੇ ਰੋਕ ਦਿੱਤਾ ਜਾਵੇ ਵੀ ਜਿੰਨਾ ਚਿਰ ਆਪਾਂ ਮਤਲਬ ਕਾਂ ਕੋਈ ਸ਼੍ਰੋਮਣੀ ਕਮੇਟੀ ਦੇ ਨਾਲ ਜਾਂ ਅਕਾਲ ਤਖਤ ਸਾਹਿਬ ਦੇ ਨਾਲ ਕੋਈ ਇਹਦੇ ਦੇ ਉੱਤੇ ਆਪਣੀ ਗੱਲ ਨਹੀਂ ਹੁੰਦੀ। ਇਹ ਫਰਮ ਦੀ ਗੱਲ ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਮਹਾਰਾਜ ਆਪ ਜੀ ਨੂੰ ਪਤਾ ਵੀ ਪ੍ਰੋਗਰਾਮ ਇਹ ਬਣਿਆ ਸੀਗਾ ਉਸ ਵੇਲੇ ਵੀ ਅਪ੍ਰੈਲ ਦੇ ਵਿੱਚ ਜਦੋਂ ਇੱਥੇ ਨਗਰ ਕੀਰਤਨ ਹੁੰਦਾ ਆ ਵੀ ਉਦੋਂ ਇੱਥੇ ਜਿਹੜੀਆਂ ਸਾਰੀਆਂ ਕਮੇਟੀਆਂ ਬੀਚ ਦੀਆਂ ਜਾਂ ਅਲਬਰਟਾ ਦੀਆਂ ਇੱਧਰਲੀ ਵੈਸਟ ਸਾਈਡ ਆ ਉਹਨਾਂ ਦੀ ਮੀਟਿੰਗ ਸੱਦੀ ਜਾਊਗੀ। ਮਈ ਦੇ ਵਿੱਚ ਜਿਹੜਾ ਨਗਰ ਕੀਰਤਨ ਆਪਣੇ ਹੁੰਦਾ ਹੈਗਾ ਜੀ ਬਰੈਂਪਟਨ ਦੇ ਵਿੱਚ, ਉੱਥੇ ਗੁਰਦੁਆਰੇ ਅੰਟੇਰੀਓ ਜਿਹੜੀ ਉੱਤਲੀ ਸਾਈਡ ਹੈ ਈਸਟ ਸਾਈਡ ਉਹਨਾਂ ਦੀ ਮੀਟਿੰਗ ਸੱਦੀ ਜਾਊਗੀ। ਠੀਕ ਹੈ ਜੀ। ਉਹ COVID-19 ਕਰਕੇ ਤੁਹਾਨੂੰ ਪਤਾ ਜੀ ਸਾਰੇ ਪ੍ਰੋਗਰਾਮ ਰੱਦ ਹੋ ਗਏ, ਉਸ ਕਰਕੇ ਹੋ ਨਹੀਂ ਸਕਿਆ। ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਜੀ ਇਹਨੀ ਮਾਲਕ ਸਾਹਿਬ ਨਾਲ ਸਾਡੀ ਦੁਬਾਰਾ ਜਦੋਂ ਮੀਟਿੰਗ ਸਾਨੂੰ ਪਤਾ ਲੱਗਾ ਵੀ ਇਹਨੀ ਸਰੂਪ ਛਾਪ ਲਏ ਆ, ਇਹ ਗੱਲ ਹੈਗੀ ਹੈ ਜੀ ਜੁਲਾਈ ਦੀ। ਜਦੋਂ ਪਤਾ ਲੱਗਾ ਵੀ ਛਾਪ ਲੈ ਉਦੋਂ ਇਹਨਾਂ ਨਾਲ ਮੀਟਿੰਗ ਸੱਦੀ ਗਈ। ਇਹਨਾਂ ਨੂੰ ਪੁੱਛਿਆ ਗਿਆ ਵੀ ਹਾਂ ਵੀ ਦੱਸੋ ਵੀ ਸਾਡੇ ਕੋਲ ਖਬਰ ਪਹੁੰਚੀ ਆ ਵੀ ਤੁਸੀਂ ਸਰੂਪ ਛਾਪ ਲਏ ਆ। ਇਹ ਉਦੋਂ ਮੰਨ ਕੇ ਗਏ ਜੀ, ਕਹਿੰਦੇ ਵੀ ਹਾਂਜੀ ਸਰੂਪ ਅਸੀਂ ਛਾਪੇ ਆ, 15 ਤੋਂ 20 ਸਰੂਪ ਇਹਨੇ ਕਿਹਾ ਜੀ ਅਸੀਂ ਛਾਪੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਜੀ ਮੈਨੂੰ 2-3 ਦਿਨਾਂ ਬਾਅਦ ਮੁੜ ਕੇ ਕਿਸੇ ਸਿੰਘ ਦਾ ਫੋਨ ਆਇਆ, ਉਹਨੇ ਮੈਨੂੰ ਇਹ ਦੱਸਿਆ ਕਹਿੰਦਾ ਜੀ 15 ਤੋਂ 20 ਸਰੂਪ ਨਹੀਂ ਤਕਰੀਬਨ 50 ਸਰੂਪ ਜਿਹੜੇ ਆ ਉਹ ਛਾਪੇ ਗਏ ਆ। ਠੀਕ ਹੈ ਜੀ। ਅੱਛਾ ਹੁਣ ਭਾਈ ਸਾਹਿਬ ਜੀ ਦੇਖੋ ਬੇਨਤੀ ਇਹ ਆ ਵੀ ਇਹ ਹੈਗਾ ਬਹੁਤ ਵੱਡਾ ਇੱਕ ਮਤਲਬ ਮਸਲਾ ਮਹਾਰਾਜ ਦੇ ਸਰੂਪਾਂ ਦਾ। ਠੀਕ ਹੈ ਜੀ। ਹੁਣ ਜਿਹੜੇ ਸਰੂਪ ਇਹਨੇ ਛਾਪੇ ਆ ਹੁਣ ਇਹ ਦੱਸਣ ਵੀ ਉਹਦੀ ਜਿਹੜੀ ਪ੍ਰੂਫ ਰੀਡਿੰਗ ਆ ਉਹ ਇਹਨੇ ਕਿਹਨਾਂ ਕੋਲੋਂ ਕਰਾਈ ਆ, ਕਿਹੜੇ ਜਥੇਬੰਦੀ ਤੋਂ ਕਰਾਈ ਆ। ਠੀਕ ਹੈ ਜੀ। ਜਾਂ ਸ਼੍ਰੋਮਣੀ ਕਮੇਟੀ ਤੋਂ ਜਾਂ ਕਿਹੜੀ ਸੰਸਥਾ ਤੋਂ ਇਹਨੇ ਪ੍ਰੂਫ ਰੀਡਿੰਗ ਕਰਾਈ ਆ। ਮਸਲਾ ਭਾਈ ਸਾਹਿਬ ਜੀ ਇਹ ਹੈਗਾ ਆ ਵੀ ਸਾਨੂੰ ਅੱਜ ਸੁਚੇਤ ਹੋਣ ਦੀ ਲੋੜ ਆ। ਠੀਕ ਹੈ ਜੀ। 1947 ਤੋਂ ਲੈ ਕਰਕੇ ਤੁਹਾਡੀ ਜਵਾਨੀ ਜਿਹੜੀ ਆ ਉਹ ਰੋਲ ਦਿੱਤੀ ਗਈ ਆ। ਠੀਕ ਹੈ ਜੀ। ਆਜ਼ਾਦੀ ਦੇ ਲਈ ਲੱਖਾਂ ਹੀ ਸ਼ਹੀਦੀਆਂ ਪਾ ਚੁੱਕੇ ਆ। ਠੀਕ ਹੈ ਜੀ। ਤੁਹਾਡੀਆਂ ਮਾਵਾਂ ਭੈਣਾਂ ਧੀਆਂ ਉਹਨਾਂ ਦੀ ਬੇਬਤੀ ਰੋਲ ਦਿੱਤੀ ਗਈ ਆ ਔਰ ਤੁਹਾਡੇ ਕੋਲ 2 ਚੀਜ਼ਾਂ ਭਾਈ ਸਾਹਿਬ ਜੀ ਬਚੀਆਂ ਨੇ ਅੱਜ ਦੀ ਤਰੀਕ ਦੇ ਵਿੱਚ। ਇੱਕ ਮਹਾਰਾਜ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ ਜੀ। ਤੇ ਦੂਜੀ ਜਿਹੜੀ ਸਾਡੇ ਹੈਗੇ ਆ ਗੁਰਧਾਮ ਸ਼੍ਰੀ ਹਰਿਮੰਦਰ ਸਾਹਿਬ ਔਰ ਜਿਹੜੇ ਮਹਾਰਾਜ ਹੈਗੇ RSS ਵਾਲੇ ਹੋ ਗਏ, ਰਾ ਵਾਲੇ ਹੋ ਗਏ, ਇਹਨਾਂ ਦੇ ਨਾਲ ਇਹ ਮਾਲਕ ਸਾਹਿਬ ਮੀਟਿੰਗਾਂ ਕਰਕੇ ਆਏ ਆ। ਠੀਕ ਹੈ ਜੀ। ਉਹਨਾਂ ਦੀ ਅੱਖ ਆਉਣ ਵਾਲੇ ਸਮੇਂ ਦੇ ਉੱਤੇ ਤੁਹਾਡੇ ਦਰਬਾਰ ਸਾਹਿਬ ਦੇ ਉੱਪਰ, ਤੁਹਾਡੇ ਮਹਾਰਾਜ ਦੇ ਸਰੂਪ ਦੇ ਉੱਪਰ ਆ। ਠੀਕ ਹੈ ਜੀ। ਔਰ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਈ ਸਾਹਿਬ ਜੀ ਗੱਲ ਚੇਤੇ ਰੱਖ ਲਵੇ ਸਾਰੀ ਸੰਗਤ ਵੀ ਤੁਹਾਡੇ ਜਿਹੜੇ ਮਹਾਰਾਜ ਦੇ ਸਰੂਪ ਆ ਉਹਦੇ ਵਿੱਚ ਅਦਲਾ ਬਦਲੀ ਹੋਊਗੀ ਔਰ ਅਦਲਾ ਬਦਲੀ ਮਹਾਰਾਜ ਇਹੋ ਜਿਹੇ ਬੰਦਿਆਂ ਨੇ ਕਰਾਉਣੀ ਜਿਹੜੇ ਆਪਣੇ ਘਰਾਂ ਦੇ ਵਿੱਚ ਸਰੂਪ ਛਾਪਦੇ ਆ। ਠੀਕ ਹੈ ਜੀ। ਅਸੀਂ ਮੀਟਿੰਗ ਦੇ ਵਿੱਚ ਮਹਾਰਾਜ ਇਹਨਾਂ ਨੂੰ ਕਿਹਾ ਸੀ, ਬੇਨਤੀ ਕੀਤੀ ਵੀ ਤੁਸੀਂ ਨਾਸ਼ਤਾ ਕਰੋ ਔਰ ਇਹ ਮੀਟਿੰਗ ਦੇ ਵਿੱਚ ਮੈਂ ਇਹ ਵੀ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਜਿਵੇਂ ਭਾਈ ਮਨਿੰਦਰ ਸਿੰਘ ਜੀ ਵੀ ਆਪ ਜੀ ਨੂੰ ਕਹਿ ਕੇ ਗਿਆ ਨਾ ਇਹ ਗੱਲ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰੂਪ ਛਾਪਣਗੇ ਔਰ ਉਹਨੇ ਇਹ ਗੱਲ ਕਹੀ ਸਪਸ਼ਟ ਵੀ ਸ਼੍ਰੋਮਣੀ ਕਮੇਟੀ ਸਾਨੂੰ ਚਾਹੇ ਅਧਿਕਾਰ ਦੇਵੇ ਚਾਹੇ ਅਧਿਕਾਰ ਨਾ ਦੇਵੇ ਇਹ ਸਰੂਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਛਾਪਣੇ ਆ ਔਰ ਹੋ ਸਕਦਾ ਕਿ ਸਰੂਪ ਅੱਜ ਵੀ ਛਾਪਦੇ ਹੋਣ। ਠੀਕ ਹੈ ਕਿ ਇਸ ਕਰਕੇ ਮਹਾਰਾਜ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ ਮਸਲਾ ਆ ਇਹ ਇਕੱਲਾ 8 ਕਮੇਟੀਆਂ ਦਾ ਮਸਲਾ ਨਹੀਂ ਹੈਗਾ ਭਾਈ ਸਾਹਿਬ ਜੀ, ਇਹ ਮਸਲਾ ਹੈਗਾ ਆ ਸਾਰੀ ਸੰਗਤ ਦਾ। ਠੀਕ ਹੈ। ਇਸ ਕਰਕੇ ਸਾਰੀ ਸੰਗਤ ਨੂੰ ਇਸ ਮਸਲੇ ਤੇ ਇਕੱਠੇ ਹੋਣਾ ਚਾਹੀਦਾ, ਅੱਗੇ ਆਉਣਾ ਚਾਹੀਦਾ ਔਰ ਜਿਵੇਂ ਭਾਈ ਮਲਕੀਤ ਸਿੰਘ ਜੀ ਹੁਣੀ ਵੀ ਕਹਿ ਕੇ ਗਏ ਆ ਵੀ ਇੱਕ ਵੱਡਾ ਜਿਹੜਾ ਇਸ ਮਸਲੇ ਦੇ ਉੱਤੇ ਇਕੱਠ ਇੱਥੇ ਬੈਨਕੋਟ ਦੀ ਧਰਤੀ ਦੇ ਉੱਤੇ ਆਉਣਾ ਚਾਹੀਦਾ ਤਾਂ ਕਿ ਇਹੋ ਜਿਹੇ ਮਸਲਿਆਂ ਨੂੰ ਠੱਲ ਪਾਈ ਜਾ ਸਕੇ। ਠੀਕ ਹੈ ਜੀ। ਮੈਂ ਗੱਲਬਾਤ ਕਹਿਣਾ ਚਾਹੁੰਦਾ ਸੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ ਸੈਕਟਰੀ ਨੇ ਗੁਰਦੁਆਰਾ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ। ਕੁਲਵੰਤ ਕੌਰ ਜੀ ਲਾਈਨ ਨੰਬਰ 3। ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਹੋਮ ਕੇਅਰ ਦਾ ਕੰਮ ਕਰਦੀ ਹਾਂ ਜਿੱਦਾਂ ਹਨਾ ਜਿਹੜੇ ਹੁਣ ਤੁਸੀਂ ਗੱਲ ਕਰਦੇ ਆ ਜਿਨ੍ਹਾਂ ਨੇ ਘਰਾਂ 'ਚ ਮਹਾਰਾਜ ਦੇ ਸਰੂਪ ਰੱਖੇ ਹੋਏ ਆ। ਮੈਂ ਅੱਖੀਂ ਦੇਖਿਆ ਜੀ ਸਾਊਥ ਸਰੀ 'ਚ ਘਰ ਹੈ ਤੇ ਜਦੋਂ ਮੈਂ ਉੱਥੇ ਗਈ ਤੇ ਜਿਹੜੀ ਬਜ਼ੁਰਗ ਮਾਤਾ ਦੀ ਕਰਨੀ ਸੀ ਕੇਅਰ ਉਹਨਾਂ ਨੇ ਮੈਨੂੰ ਕਿਹਾ ਜੀ 2 ਅੰਡਿਆਂ ਦਾ ਆਮਲੇਟ ਬਣਾ ਦਿਓ ਨਾਲ ਚਾਹ ਦਾ ਕੱਪ। ਮੈਂ ਬਣਾ ਕੇ ਜਿਹੜੀ ਮੇਰੀ ਡਿਊਟੀ ਸੀ ਮੈਂ ਆਪਣੀ ਕੀਤੀ। ਦੇਖੋ ਟਾਈਮ ਥੋੜਾ ਬਚ ਗਿਆ ਤੇ ਕਹਿੰਦੇ ਤੁਸੀਂ ਬਹਿ ਜਾਓ ਇੱਥੇ ਤੇ ਮੈਂ ਮਹਾਰਾਜ ਜੀ ਦਾ ਪ੍ਰਕਾਸ਼ ਕਰਿਆ ਮਾਂ। ਦੇਖੋ ਜੀ ਇਹ ਕੰਮ ਹੁੰਦਾ ਪਿਆ। ਮੈਂ ਹੈਰਾਨ ਰਹਿ ਗਈ ਉੱਥੋਂ ਮੈਨੂੰ ਏਦਾਂ ਹੋਵੇ ਵੀ ਇਹ ਮੈਂ ਇਸ ਘਰ ਚੋਂ ਦੌੜ ਜਾਵਾਂ ਜਾਂ ਮਹਾਰਾਜ ਦਾ ਪ੍ਰਕਾਸ਼ ਆਪਣੇ ਨਾਲ ਲੈ ਜਾਵਾਂ। ਮੈਂ ਨਹੀਂ ਜਿੱਦਾਂ ਮੈਨੂੰ ਪਰੇਸ਼ਾਨੀ ਹੋਈ ਮਨ 'ਚ। ਮੈਂ ਕਿਹਾ ਬੀਜੀ ਮੈਂ ਨਹੀਂ ਇੱਥੇ ਰਹਿ ਸਕਦੀ, ਸੌਰੀ ਤੁਸੀਂ ਕੰਪਨੀ ਨੂੰ ਫੋਨ ਕਰਨਾ ਤਾਂ ਕਰ ਦਿਓ ਵੀ ਮੈਂ ਘਰ ਤੋਂ ਬਾਹਰ ਚੱਲੀ ਹਾਂ।
ਮੈਂ ਉਹਨਾਂ ਨੂੰ ਆਂਡੇ ਮਾਤਾ ਆਂਡੇ ਛਕ ਕੇ ਉਹਦੇ ਬਾਅਦ ਚਲੇ ਗਈ ਜਾ ਕੇ ਸਰੂਪ ਆਪਣੇ ਪ੍ਰਕਾਸ਼ ਕਰਨ ਚਲੇ ਗਏ ਜੀ ਉਹ। ਤੇ ਮੈਨੂੰ ਕਹਿੰਦੇ 15 ਮਿੰਟ ਜਿਹੜੇ ਤੁਹਾਡੇ ਰਹਿ ਗਏ ਤੁਸੀਂ ਇੱਥੇ ਬਹਿ ਜਾਓ। ਮੈਂ ਕਿਹਾ ਜੀ ਮੇਰੇ ਤੋਂ ਬੈਠ ਨਹੀਂ ਹੋਣਾ, ਤੁਸੀਂ ਮੈਨੂੰ ਪਰ ਇੰਨੀ ਗੱਲ ਦਾ ਜਵਾਬ ਦੇ ਦਿਓ, ਤੁਸੀਂ ਆਂਡੇ ਖਾ ਕੇ ਮਾਰਾ ਤਾਂ ਪ੍ਰਕਾਸ਼ ਕਰਨਾ ਹੈ ਨਾ, ਇਹ ਠੀਕ ਹੈ। ਕਹਿੰਦੀ ਕਿਤੇ ਵੀ ਨਹੀਂ ਲਿਖਿਆ ਹੋਇਆ ਪਈ ਨਾ ਖਾ ਕੇ ਤੁਸੀਂ ਪ੍ਰਕਾਸ਼। ਮੈਨੂੰ ਉੱਥੇ ਖੜਨੇ ਨੂੰ ਜਾਣੀ ਕਿ ਮੇਰਾ 1 ਸੈਕਿੰਡ ਮੇਰਾ ਉੱਥੇ ਕੱਟਣਾ ਔਖਾ ਹੋ ਗਿਆ। ਮੈਂ ਡੋਰ ਖੋਲ ਕੇ ਫਟਾਫਟ ਬਾਹਰ ਨੂੰ ਦੌੜੀ, ਪਰ ਮੈਂ ਬਾਅਦ 'ਚ ਕਈ ਜਗ੍ਹਾ ਤੇ ਕੰਟੈਕਟ ਕਰਨੇ ਦੀ ਕੋਸ਼ਿਸ਼ ਕੀਤੀ ਤੇ ਮੈਂ ਕਿਹਨੂੰ ਕੰਪਲੇਨ ਕਰਾਂ ਤਾਂ ਕਿ ਉੱਥੋਂ ਇਹ ਕੰਮ ਬੰਦ ਕੀਤਾ ਜਾਵੇ, ਪਰ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ। ਅੱਜ ਟੌਪਿਕ ਖੁੱਲਿਆ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਇਹ। ਮੇਰਾ ਹਾਂਜੀ। ਤੇ ਨੰਬਰ 2 ਦੇ ਉੱਤੇ ਬੱਚਾ ਸਾਡਾ ਇੱਕ ਖਾਸ ਸਕੂਲ 'ਚ ਪੜ੍ਹਦਾ ਹੈ। ਜੇ ਇਹ ਚੈਲੰਜ ਕਰਕੇ ਕਹਿ ਸਕਦੇ 8 ਕਮਿਊਨਿਟੀਆਂ ਦੇ ਮੋਹਰੇ ਤੇ ਅਸੀਂ ਪ੍ਰਕਾਸ਼ ਬੰਦ ਨਹੀਂ ਕਰਨੇ, ਤਾਂ ਸਾਡੇ ਵਰਗੇ ਜਿਹੜੇ ਨੋਰਮਲ ਪੇਰੈਂਟਸ ਬੱਚੇ ਕਮਾ ਕੇ ਜਿੱਦਾਂ ਬੱਚਿਆਂ ਦੀ ਫੀਸਾਂ ਦਿੰਦੇ ਆ, ਸਾਨੂੰ ਵੀ ਸਟੈਪ ਲੈਣਾ ਚਾਹੀਦਾ। ਅਸੀਂ ਕਹਾਂਗੇ ਅਸੀਂ ਆਪਣੇ ਬੱਚੇ ਖਾਸ ਸਕੂਲ 'ਚ ਨਹੀਂ ਪੜ੍ਹਾਉਣੇ ਜੇ ਕੰਮ ਹੋਊਗਾ। ਅੱਜ ਕਹਿ ਕੇ ਥੋੜ੍ਹੇ ਜਿਹੇ ਪੇਰੈਂਟਸ ਮੋਹਰੇ ਆਏ ਇਹਨਾਂ ਨੇ ਆਪੇ ਪਿੱਛੇ ਹਟ ਜਾਣਾ। ਬੇਨਤੀ ਹੈ ਕੰਮ ਬੰਦ ਕੀਤਾ ਜਾਵੇ ਬਸ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਬਿਜ਼ਨਸ ਹੀ ਹੁੰਦਾ ਹੈ ਨਾ ਜੀ, ਬਿਜ਼ਨਸ ਦੇ ਬਾਰੇ ਫਿਰ ਸੋਚਣਾ ਪੈਂਦਾ ਹੈ ਤੇ ਇਹਦੇ ਵਿੱਚ ਹੀ ਫਾਇਦਾ ਹੈ। ਇੱਕ ਗੱਲ ਅਖੀਰ 'ਚ ਮੈਂ ਕਹਾਂ, ਸਾਡੀ ਕੌਮ ਦੀ ਜਿਹੜੀ ਬਰਬਾਦੀ ਜਿਹੜੀ ਏਅਰ ਇੰਡੀਆ ਬੋmbਿੰਗ ਕਰਕੇ ਹੋਈ ਹੈ, ਕਦੇ ਵੀ ਜ਼ਿੰਦਗੀ 'ਚ ਆਉਣ ਵਾਲੀਆਂ ਆਸਲਾਂ ਤੱਕ ਸਾਡੇ ਮੂੰਹ ਤੇ ਦਾਗ ਜਿਹੜਾ ਉਹ ਮਲਿਆ, ਚਾਹੇ ਉਹ ਕਿਸੇ ਨੇ ਕਰਾਇਆ, ਕਿਸੇ ਨੇ ਵੀਡੀਓ ਪਾਈਆਂ, ਵੜਦੇ ਹੋ ਕਰਦੇ ਹੋ ਜੇ ਕਰਦੇ ਹੋ, ਜਾਂ ਹੱਥਾਂ ਦੇ ਜਹਾਜ਼ ਬਣਾ ਕੇ ਲੋਕਾਂ ਨੇ ਕਿਹਾ ਉਡਾ ਦੇਵਾਂਗੇ, ਉਹਨੇ ਸਾਡਾ ਉਹ ਸੱਤਿਆਨਾਸ਼ ਕੀਤਾ। ਪਰ ਇਹਦੇ ਸਾਰੇ ਵਿੱਚੋਂ ਉਹ 329 ਬੰਦਿਆਂ ਦੇ ਕਾਤਲ ਜਿਹੜੇ ਨੇ ਉਹ ਅਚੀਵ ਕਿਹਨੇ ਕੀਤਾ, ਇਹ ਤੁਸੀਂ ਸਾਰੇ ਬੈਠ ਕੇ ਸੋਚਿਓ ਵੀ ਕ੍ਰਿਸ਼ਕਾ ਦੀ ਬੰਬਿੰਗ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਇਹ ਜ਼ਰੂਰ ਸੋਚਿਓ ਕਦੇ। 11:31 ਹੋਇਆ ਜੀ। ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸਾਂ ਬਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੁਰਾਣੇ ਦਰਖਤ ਨੇ, ਪਰ ਮੈਨੂੰ ਲੱਗਦਾ ਥੋੜਾ ਜਿਹਾ ਸਮਾਂ ਘੱਟ ਆ, ਪਰ ਕੁਝ ਖਬਰਾਂ ਤੁਹਾਡੇ ਨਾਲ ਆਪਾਂ ਅੱਧੇ ਘੰਟੇ ਸਾਂਝੀਆਂ ਕਰ ਲਈਏ। ਇੱਕ ਤਾਂ ਇਹ ਕਿ ਬਿਲ ਮੋਰਨੋ ਉਹਨਾਂ ਨੇ ਅਸਤੀਫਾ ਦੇ ਦਿੱਤਾ। ਬਿਲ ਮੋਰਨੋ ਉਹਨਾਂ ਦੇ ਅਸਤੀਫੇ ਦਾ ਕਾਰਨ ਵੀ ਚੈਰਿਟੀ ਦਾ ਜਿਹੜਾ ਸਕੈਂਡਲ ਸੀ ਉਹ ਬੜਾ ਚੱਲਿਆ। ਮੋਰਨੋ ਉਹਨਾਂ ਦੀ ਗਲੋਬਲ ਮੇਲ ਨੇ ਰਿਫਟ ਦੀ ਵੀ ਗੱਲ ਛਾਪੀ ਕਿ ਮੋਰਨੋ ਤੇ ਟਰੂਡੋ ਦੀ ਚੱਲ ਨਹੀਂ ਰਹੀ। ਟਰੂਡੋ ਨੇ ਇੱਕ ਵਾਰ ਕਹਿ ਵੀ ਦਿੱਤਾ ਸੀ ਕਿ ਮੈਂ 2 ਵਾਰੇ ਬਣਨਾ, ਮੈਂ ਹੁਣ ਨਹੀਂ ਬਣਨਾ ਚਾਹੁੰਦਾ। ਗੱਲ ਕਿਤੇ ਇਹ ਵੀ ਚੱਲਦੀ ਸੀ, ਹੋ ਸਕਦਾ ਟਰੂਡੋ ਹੁਣ ਹੀ ਰਿਜ਼ਾਈਨ ਕਰ ਦੇਣ, ਪਰ ਅੰਦਰ ਜਿਹੜੇ ਥਿੰਕ ਟੈਂਕ ਨੇ ਉਹਨਾਂ ਨੇ ਫਿਰ ਕੋਸ਼ਿਸ਼ ਕੀਤੀ ਕਿ ਮੋਰਨੋ ਸਟੈਪ ਡਾਊਨ ਕਰੇ। ਹੁਣ ਬੈਕਡੋਰ ਡੀਲ ਜਿਹੜੀ ਹੋਈ ਹੈ ਵੀ ਉਸ ਨੂੰ ਅੱਗੇ ਜਿਹੜੀ ਇਕਨੋਮਿਕ ਕੋਆਪਰੇਸ਼ਨ ਤੇ ਡਿਵੈਲਪਮੈਂਟ ਹੈ ਉਹਦਾ ਸੈਕਟਰੀ ਜਨਰਲ ਬਣਾਇਆ ਜਾਵੇ। ਉਹ ਨਹੀਂ ਬਣਨਾ, ਇਹ ਚੀਜ਼ਾਂ ਨਹੀਂ ਪੋਸੀਬਲ। ਉਹ 'ਚ 30 ਤੋਂ ਵੱਧ ਦੇਸ਼ ਜਿਹੜੇ ਉਹ ਇਨਵੋਲਵ ਨੇ, ਰੌਲਾ ਪੈ ਜਾਣਾ। ਜਰਾਜ ਬਟਸ ਦੇ ਟਵੀਟ ਇਹ ਦੱਸਦੇ ਆ ਵੀ ਉਹ ਹਲੇ ਵੀ ਪਾਵਰਫੁਲ ਹੈ, ਉਹ ਹਲੇ ਵੀ ਉੱਥੇ ਅਧਿਕਾਰ ਰੱਖਦਾ ਤੇ ਇਹਦੇ ਵਿੱਚ ਹੁਣ ਉਹਨਾਂ ਦਾ ਰਾਜਨੀਤਿਕ ਕੈਰੀਅਰ ਉਹਨਾਂ ਦਾ ਖਤਮ ਹੋਵੇਗਾ ਜਾਂ ਨਹੀਂ, ਦੁਬਾਰਾ ਸਰਵਾਈਵ ਕਰਨਗੇ ਜਾਂ ਨਹੀਂ। ਪਰ ਇਹ ਅਕਸਰ ਇਹ ਹੁੰਦਾ, ਤੁਸੀਂ ਜਿਹੜੇ ਲੀਡਰ ਹੁੰਦੇ ਨੇ ਉਹ ਕਿਸੇ ਤੇ ਗੱਲ ਛੱਡਦੇ ਨੇ। ਕ੍ਰਿਸਟੀਆ ਫਰੀਲੈਂਡ ਨੈਕਸਟ ਲਾਈਨ ਜਿਹੜੀ ਸਕਸੈਸ਼ਨ ਦੀ ਲਾਈਨ ਦੇ ਵਿੱਚ ਹੈ। ਕ੍ਰਿਸਟੀਆ ਫਰੀਲੈਂਡ ਦੇ ਅਗਲਾ ਲੀਡਰ ਬਣਦੇ, ਪਰ ਉਸ ਨੂੰ ਜਿਹੜੇ ਪੋਰਟਫੋਲੀਓ ਦਿੱਤੇ ਗਏ ਬੜੇ ਖਤਰਨਾਕ ਦਿੱਤੇ ਗਏ। ਨੈਫਟਾ ਦੇ ਵਿੱਚ ਫੋਰਨ ਅਫੇਅਰਸ ਦੇ ਤੇ ਯੂਕਰੇਨ ਦੀ ਜੰਪ ਵਾਲਾ ਉਹ ਤੇ ਬਹੁਤ ਵਧੀਆ ਉਹਨੇ ਪੜ੍ਹਾਈ ਕੀਤੀ ਹੈ। ਹਾਰਵਰਡ ਦੇ ਵਿੱਚ ਵੀ ਪੜ੍ਹੀ ਹੈ, ਸੇਂਟ ਐਂਟੋਨੀ ਕਾਲਜ ਦੇ ਵਿੱਚ ਵੀ ਪੜ੍ਹੀ, ਆਕਸਫੋਰਡ ਤੇ ਪੜ੍ਹਾਈ ਉਸਨੇ ਮਾਸਟਰਸ ਤੱਕ ਕੀਤੀ ਹੋਈ ਹੈ। ਯੂਕਰੇਨ ਮੂਲ ਦੀ ਹੈ ਤੇ ਪਿਤਾ ਦਾਦਾ ਲੋਅਰ ਸੀ ਤੇ ਅਲਬਰਟਾ ਜੰਮੀ ਪਲੀ ਹੈ। ਐਨੀਵੇਜ਼, ਸੋ ਉਹ ਰਾਈਜ਼ ਕਰੇਗੀ, ਪਰ ਬਿਲ ਮੋਰਨੋ ਦਾ ਰਾਜਨੀਤਿਕ ਜਿਹੜਾ ਸਫ਼ਰ ਹੈ ਉਹ ਆਲਮੋਸਟ ਮੈਨੂੰ ਲੱਗਦਾ ਨੇੜੇ ਲੱਗ ਗਿਆ। ਪਰ ਕਈ ਵਾਰ ਨਿਕਲੇ ਆਉਂਦੇ ਆ, ਵਾਪਸ ਆ ਜਾਂਦੇ, ਲੋਕ ਭੁੱਲ ਜਾਂਦੇ ਆ ਥੋੜੇ ਸਮੇਂ ਦੇ ਵਿੱਚ। ਵੀ ਚੈਰਿਟੀ ਦੀ ਬਹੁਤ ਵੱਡੀ ਗੱਲ ਹੈ, ਚਾਹੇ ਨਹੀਂ ਲੱਗ ਰਹੀ ਲੋਕਾਂ ਨੂੰ। ਜਿਹੜਾ ਸਕੂਲ ਆਫ ਥਾਟ ਇੱਕ ਇਹ ਵੀ ਹੈ ਜਿਹੜੇ ਪਿਆਰ ਕਰਨਾ ਟੂਡੋ, ਦੇਖੋ ਜੀ ਉਹਨੂੰ ਕਿਹੜਾ ਪਤਾ ਸੀ ਉਹਦੀ ਮਾਤਾ ਨੇ $4 ਲੱਖ ਲੈ ਲਿਆ ਜੀ। 41,000 ਵਾਲੇ ਨੂੰ ਸਟੈਪ ਡਾਊਨ ਹੋਣਾ ਪੈਣਾ ਕਿਉਂਕਿ ਉਹ ਸਿੱਧਾ ਇਨਵੋਲਵ ਸੀ। ਜਿੱਥੇ 4,70,000 ਇਨਵੋਲਵ ਹੈ ਉੱਥੇ ਫਿਰ ਨਹੀਂ, ਉਹ ਨਹੀਂ ਕੋਈ ਗੱਲ। ਕਹਿੰਦੇ ਪ੍ਰਧਾਨ ਮੰਤਰੀ ਨੂੰ ਥੋੜਾ ਪਤਾ ਹੁੰਦਾ ਵੀ ਉਹਦੀ ਮਾਤਾ ਕਿੱਥੇ ਜਾ ਰਹੀ ਹੈ। ਤੇ ਇਹ ਜਿਹੜੀ
ਕਹਾਣੀ ਉਹ ਇਹ ਹੈ ਕਿ ਜੇ ਇਕੱਠੇ ਹੀ ਇਸ ਨੂੰ ਵੇਖੋ ਤੁਸੀਂ 6-7 ਪ੍ਰਿਤਪਾਲ ਸਿੰਘ ਉਹਨਾਂ ਨੇ ਕਹਿੰਦੇ 7 Day 7 ਸਕੈਮ ਵੀ ਚੈਰਿਟੀ ਤੋਂ ਸ਼ੁਰੂ ਹੋ ਕੇ ਕੇਟੀ ਟੈਲਫੋਰਡ ਦੇ ਘਰ ਵਾਲੇ ਦੀ ਗੱਲ, ਉਸ ਤੋਂ ਬਾਅਦ XMP ਨੂੰ ਵੈਂਟੀਲੇਟਰ ਬਣਾਉਣ ਲਈ ਤੇ 30,000 ਕਹਿੰਦੇ ਜੀ ਨੈਕਸਟ ਵੇਵ ਲਈ ਵੈਂਟੀਲੇਟਰ ਤਿਆਰ ਨੇ, 660 ਸੀ ਜਿੱਦਣ 30,000 ਕਿਹਾ ਸੀ ਸ਼ੁੱਕਰਵਾਰ ਨੂੰ। ਮਤਲਬ ਇਹ ਜੀ ਸਾਡੀ ਰਾਜਨੀਤੀ ਹੈ ਤੇ ਇਹੋ ਜਿਹੇ ਸਾਡੇ ਕੋਲ ਅੰਕੜੇ ਨੇ। ਗੱਲ ਇਹ ਆ ਵੀ ਜਦ ਚੱਲਦਾ ਹੋਵੇ ਤਾਂ ਅਗਲਾ ਚਲਾਊਗਾ ਹੀ, ਜਿਹਦੀ ਚੱਲੂ ਉਹ ਚਲਾਊਗਾ, ਉਹਨੇ ਕੀ ਕਮੀ ਛੱਡਣੀ ਹੈ। ਜਦ ਸਾਨੂੰ ਚਿੱਠੀਆਂ ਵਿਜ਼ਿਟ ਵੀਜ਼ੇ ਦੀਆਂ ਤੇ ਅਸੀਂ ਵੋਟ ਪਾਉਣਾ ਜਾਂ ਸਾਡੇ ਵਿਆਹਾਂ ਭੋਗਾਂ ਦੇ ਆਉਣ ਤੇ ਵੋਟਾਂ ਪਾਉਣੀਆਂ ਨੇ, ਫਿਰ ਇਹੋ ਜਿਹੇ ਜਦ ਚੁਣਨਗੇ ਉਹ 30,000 ਦੀ ਜਗ੍ਹਾ 660 ਨੂੰ 30,000 ਕਹਿਣਗੇ। ਉਹਨਾਂ ਨੇ ਕਹਿਣਾ ਕਿਉਂਕਿ ਉਹਨਾਂ ਦੀ ਗੱਲ ਚੱਲਦੀ ਹੈ। ਤੋ ਇਹ ਜਿਹੜੀ ਹੁਣ ਬਿਲ ਮੋਰਨੋ ਦੇ ਨਾਲ ਕੁਛ ਫਰਕ ਪਊ ਜਾਂ ਨਹੀਂ, ਇਹ ਰੱਬ ਜਾਣਦਾ। ਗੱਲ ਹਾਲੇ ਸਿਰ ਤੇ ਖੜੀ ਹੈ। ਇੱਥੇ ਹੀ ਇੱਕ ਸੋਗਮੀ ਸੂਚਨਾ ਦੇ ਦਈਏ ਕਿ ਸਰਦਾਰ ਗੁਰਮੀਤ ਸਿੰਘ ਧਾਲੀਵਾਲ, ਜਿਨ੍ਹਾਂ ਦਾ ਜਨਮ ਪੱਖੋਵਾਲ ਦਾ ਹੈ, ਗੁਰਮੀਤ ਸਿੰਘ ਧਾਲੀਵਾਲ ਉਹਨਾਂ ਨੇ BC ਰੇਲ ਦੇ ਵਿੱਚ ਬਹੁਤ ਚਿਰ ਕੰਮ ਕੀਤਾ। 1957 ਚ ਉਹਨਾਂ ਦਾ ਜਨਮ ਸੀ। 63 ਸਾਲ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। 17 ਸਾਲ ਦੇ ਸੀ ਜਦੋਂ ਕੈਨੇਡਾ ਆਏ ਨੇ ਤੇ ਬਹੁਤ ਵਧੀਆ ਸੁਭਾਅ ਦੇ ਸਨ ਗੁਰਮੀਤ ਸਿੰਘ ਧਾਲੀਵਾਲ ਹੋਣੀ। ਸਵਰਗਵਾਸ ਹੋ ਗਏ ਨੇ ਤੇ ਥਰਸਡੇ ਨੂੰ ਵੀਰਵਾਰ ਨੂੰ ਉਹਨਾਂ ਦਾ ਸੰਸਕਾਰ ਹੈ। ਕੋਵਿਡ ਕਰਕੇ ਬਾਲੇ ਜਾ ਨਹੀਂ ਸਕਦੇ ਤੁਸੀਂ। ਉਸੇ ਦਿਨ ਹੀ ਜਿਹੜੇ 3 ਵਜੇ ਜਿਹੜਾ ਅੰਤਮ ਅਰਦਾਸ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਦਸ਼ਮੇਸ਼ ਦਰਬਾਰ ਦੇ ਵਿੱਚ, ਗੁਰਮੀਤ ਸਿੰਘ ਧਾਲੀਵਾਲ ਉਹਨੇ ਬੜੇ ਮਲਾਪੜੇ ਤੇ ਸਾਊ ਇਨਸਾਨ ਸਨ। ਪਰਿਵਾਰ ਪਿੱਛੇ ਬਹੁਤ ਹਰਿਆ ਭਰਾ, ਚਾਹੇ ਨਾਨਾ ਤੇ ਦਾਦਾ ਉਹ ਬਣ ਚੁੱਕੇ ਸਨ, ਪਰ ਫਿਰ ਵੀ ਜਿਹੜੀ ਕਮੀ ਹੈ। BC ਰੇਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਉੱਥੇ ਨਰਸਿੰਘ ਢੀਂਡਸਾ ਹੋਣੀ ਤੇ ਉਸ ਤੋਂ ਬਾਅਦ ਆਪਣੇ ਰੰਧਾਵਾ ਸਾਹਿਬ ਦਿੱਲੇ ਵਾਲੇ, ਇਹ ਨਾਲ ਜਿਹੜੇ ਹੁਣ ਲੈਂਡਸਕੇਪ ਦਾ ਕੰਮ ਕਰਦੇ ਉਹ ਨਾਲ ਰਹੇ ਨੇ ਉੱਥੇ। ਤੇ 604 583 0937 ਤੇ ਤੁਸੀਂ ਫੋਨ ਕਰ ਸਕਦੇ ਹੋ ਪਰਿਵਾਰ ਲਈ 6045830937। ਇਹਦੇ ਨਾਲ ਹੀ ਦੱਸੀਏ ਕਿ 1161 ਲਫੀਬਰ ਰੋਡ, ਲਫੀਬਰ ਤੇ ਹਟਿੰਗਟਨ ਤੇ ਜਿਹੜਾ ਇੱਕ ਡੰਪ ਸਾਈਡ ਜਿਹੜੀ ਉਹ ਖੁੱਲ ਚੁੱਕੀ ਹੈ। ਮਿੱਟੀ ਉੱਥੇ ਬੜੀ ਵਧੀਆ 130 ਏਕੜ ਦੇ ਪਰ ਸਾਫ਼ ਮਿੱਟੀ ਉੱਥੇ ਆਉਣੀ ਹੈ ਕਿਉਂਕਿ ਖੇਤੀ ਯੋਗ ਜ਼ਮੀਨ ਬਣਾਉਣੀ ਹੈ। 778 552 0305 ਤੇ ਤੁਸੀਂ ਬਨਵੈਤ ਉਹਨਾਂ ਨਾਲ, ਜਸਵੀਰ ਸਿੰਘ ਬਨਵੈਤ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 7785520305 1161 ਲਫੀਵਰ ਰੋਡ, ਲਫੀਵਰ ਤੇ ਹਟਿੰਗਟਨ ਤੇ। ਇੱਕ ਖਾਲਸਾ ਸਕੂਲ ਐਬਸਫੋਰਡ ਵੀ ਬਣਨ ਦੀ ਗੱਲਬਾਤ ਚੱਲੀ ਹੈ। ਜਸਵੀਰ ਸਿੰਘ ਬਨਵੈਤ ਉਹਨਾਂ ਨੇ ਦੱਸਿਆ ਕਲਗੀਧਰ ਦਰਬਾਰ ਦੇ ਨੇੜੇ ਕੋਈ 5 ਕਿੱਲੇ ਜ਼ਮੀਨ ਦੇ ਵਿੱਚ ਖਾਲਸਾ ਸਕੂਲ ਬਣਨਾ। ਤਾਂ ਇੱਕ ਦਿਨ ਬਨਵੈਤ ਹੋਣੀ ਕਹਿੰਦੇ ਅਸੀਂ ਜਿੰਨਾ ਚਿਰ ਜਿਉਂਦੇ ਆ ਅਸੀਂ ਨਹੀਂ ਬਣ ਦੇਣਾ ਇੱਥੇ, ਅਸੀਂ ਕਿਵੇਂ ਬਣ ਦੇਵਾਂਗੇ, ਸਾਡੇ ਕੋਲ ਆਪਣਾ ਦਸ਼ਮੇਸ਼ ਸਕੂਲ ਆ ਤੇ ਸਾਡੇ। ਪਰ ਕਲਗੀਧਰ ਦਰਬਾਰ ਦੇ ਵਿੱਚ ਖਾਲਸਾ ਸਕੂਲ ਮੇਰਾ ਖਿਆਲ ਚੱਲਦਾ ਵੀ ਰਿਹਾ ਕਿਸੇ ਸਮੇਂ। ਗੱਲ ਇਹ ਹੈ ਜੀ ਬਈ ਜ਼ਿੰਦਗੀ ਦੇ ਵਿੱਚ ਸਟੈਂਡ ਜਿਹੜਾ ਬੰਦੇ ਦਾ ਇਹ ਕਲੀਅਰ ਹੋਣਾ ਚਾਹੀਦਾ, ਕਾਇਮ ਹੋ ਕੇ ਰਹਿਣਾ ਚਾਹੀਦਾ। ਐਸੇ ਧੇਲੇ ਵੱਧ ਘੱਟ ਇਹਦਾ ਨਹੀਂ ਮਤਲਬ ਹੁੰਦਾ ਕਿਸੇ। ਤੇ ਗੁਲਾਮ ਜਿਹੜਾ ਹੋਣਾ, ਡਬਲ ਗੱਲ ਕਰਨੀ, ਇਹ ਬੰਦਿਆਂ ਨੂੰ ਬੰਦ ਕਰਨੀ ਚਾਹੀਦੀ ਹੈ। ਜਿਹੜੇ ਆਮ ਲੋਕ ਸੱਚੇ ਸਿੱਧੇ ਖੜੇ ਨੇ, ਜਿਹੜੇ ਆ ਸਾਡੇ ਲੀਡਰ ਨੇ ਨਾ, ਹਰ ਜਗ੍ਹਾ ਤੇ ਇਹ ਡਬਲ ਗੱਲ ਕਰਦੇ, ਮੀਟਿੰਗਾਂ 'ਚ ਹੋਰ, ਬਾਹਰ ਹੋਰ, ਅੰਦਰ ਹੋਰ ਕਰ ਲਏ ਹੋਰ। ਇਹ ਜਿਨ੍ਹਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਕੀਲੇ ਤੇ ਖੜੇ ਜਿਹੜੇ 6-6 ਫੁੱਟੇ, ਜਿਨ੍ਹਾਂ ਨੂੰ ਫਿਰ ਰਾਹ ਨਹੀਂ ਸੀ ਲੱਭਦਾ, ਜਿਨ੍ਹਾਂ ਦੀਆਂ ਲੱਤਾਂ ਕੰਬਦੀਆਂ ਸੀ, ਉਹਨਾਂ ਨੂੰ ਕਾਹਦੇ ਲਈ ਉਹ ਫਿਰ ਜੀ ਕੱਲ ਨੂੰ ਕੋਈ ਲਿਸਟਿੰਗ ਲੈਣੀ ਪੈਣੀ ਆ, ਘਰ ਵੇਚਣਾ ਪੈਣਾ, ਫਿਰ ਅਸੀਂ ਵਿਗਾੜ ਨਹੀਂ ਸਕਦੇ, ਫਿਰ ਕਾਹਦੇ ਲਈ ਗਤਰੇ ਪਾ ਕੇ ਉੱਪਰ ਦੀ ਪ੍ਰਧਾਨਗੀਆਂ ਕਰਦੇ ਫਿਰਦੇ। ਇਹ ਜਿਹੜੀ ਇਹ ਕੱਲੀ ਇਹ ਨਹੀਂ ਵੀ ਪਿੱਛੇ ਬਹਿ ਕੇ ਪੋਡੀਅਮ ਤੇ ਕੁਣਕਾ ਛੱਕ ਕੇ ਵਾਹਿਗੁਰੂ ਜੀ ਕਾ ਫਤਿਹ ਬੁਲਾ ਕੇ ਆਉਣਾ। ਜਦੋਂ ਕੌਮ ਤੇ ਔਖਾ ਸਮਾਂ ਆਉਣਾ, ਚੜ੍ਹਦੀ ਕਲਾ ਤੇ ਖੜਨਾ ਵੀ ਪੈਣਾ। ਅਸਲ ਕਹਾਣੀ ਇਹ ਹੋ ਗਈ ਵੀ ਗਰੁੱਪਸ ਨੇ ਜਿਹੜੇ ਸਰੀ ਦੇ ਵਿੱਚ, ਆਹ ਗਰੁੱਪ ਨੇ ਆਹ ਸਾਂਭਲੇ ਆਏ ਨੇ, ਆਹ ਸਾਂਭਲੇ ਆਏ ਨੇ, ਆਹ ਸਾਂਭਲਿਆ। ਇਹ ਕੌਮ ਨੂੰ ਪ੍ਰਣਾਏ ਬਹੁਤ ਘੱਟ। ਕੋਈ ਰਾਜਸੀ ਲੀਡਰਸ਼ਿਪ ਦੇ ਨਾਲ, ਲਿਬਰਲ ਨਾਲ ਨੇ, ਉਹ ਕਹਿੰਦੇ ਅਸੀਂ ਆਪਣਾ ਪੋਡੀਅਮ ਸੈੱਟ ਕਰ ਲਿਆ, ਇੱਥੇ ਉਹ ਆਉਣਗੇ। ਕੋਈ ਕਹਿੰਦੇ ਸਾਰੇ ਸਾਡੇ ਵੈਲਕਮ ਨੇ, ਆਹ ਵੀ ਕਰ ਦਿਆਂਗੇ ਅਸੀਂ, ਆਹ ਵੀ ਕਰ ਦਿਆਂਗੇ, ਟਕਸਾਲੀ ਆ ਜਾਓ, ਮਿਸਰਨੀ ਆ ਜਾਓ, ਜਿਹੜੇ ਮਰਜ਼ੀ ਆ ਜਾਓ, ਪਰ ਸਾਨੂੰ ਦਮੜੇ ਜਿਹੜੇ ਆਉਣ, ਸਾਡਾ ਖਰਚਾ ਤੇ ਬਹੁਤ ਵਧੀਆ ਸਾਧਨ ਬਣ ਗਿਆ।
ਸੈੱਟ ਕਰਤਾ ਕੰਮ ਤੇ ਹਰ ਪਾਸਿਓਂ ਹੀ ਬਈ ਚਲੋ ਆ ਜਾਓ, ਤੁਸੀਂ ਵੀ ਕਰ ਦਿੰਦੇ ਆ, ਤੁਹਾਡਾ ਵੀ ਕਰ ਦਿੰਦੇ ਆ, ਆਹ ਵੀ ਕਰ ਦਿੰਦੇ ਆ, ਉਹ ਵੀ ਕਰ ਦਿੰਦੇ ਆ। ਪਰ ਜਿੱਦਣ ਕੌਮ ਨੂੰ ਜ਼ਰੂਰਤ ਪੈਣੀ ਹੈ ਉਦੋਂ ਖੱਟੀ ਬੰਨ ਲਾ ਕੇ ਚਿੱਟੀ ਬੰਨ ਲੈਣੀ ਹੈ। ਆ ਬਹੁਤਿਆਂ ਦੀ ਗੁਰੂ ਘਰ ਅਰਦਾਸਾਂ ਮੇਰੇ ਹੁਣ ਯਾਦ ਨੇ, ਦਸ਼ਮੇਸ਼ ਦਰਬਾਰ 'ਚ ਕੌਮ ਨੂੰ ਦਰ ਘਰ ਬਖਸ਼ਿਓ, ਖਾਲਿਸਤਾਨ ਬਖਸ਼ਿਓ। ਹੁਣ ਪੁੱਛਿਓ ਤਾਂ ਕਦੇ ਕਿ ਹੈ ਯਾਦ ਨਾ, ਗੱਲ ਨਿਬੜ ਗਈ। ਸੋ ਇਹ ਜਿਹੜੀ ਮਨ ਇੰਨਾ ਦੁਖੀ ਹੋ ਜਾਂਦਾ ਨਾ ਵੀ ਅਸੀਂ, ਔਰ ਜੇ ਕੌਮ ਕਾਇਮ ਹੋਵੇ, ਪਿੱਛੇ ਸੰਗਤ ਕਾਇਮ ਹੋਵੇ, ਤੁਸੀਂ ਸਿੱਧਾ ਕਰ ਸਕਦੇ ਹੋ। ਅਸੀਂ ਵੀ ਨਹੀਂ ਹੈ, ਜਾਨ ਸਾਡੇ 'ਚ ਵੀ ਹੈ ਨਹੀਂ, ਸਾਡੇ ਕੋਲ ਵੀ ਸਮਾਂ ਨਹੀਂ। ਅਸੀਂ ਵੀ ਬਸ ਜਿੱਦਣ ਇਕੱਠਾਂ ਦੇ ਉੱਪਰ ਦੀ ਬੰਨ ਕੇ ਤੇ ਅਸੀਂ ਚੋਲੇ ਪਾ ਲਓ, ਜੇ ਹੱਥਾਂ ਸ਼ਮਸ਼ੀਰਾਂ ਫੜ ਲਓ, ਅਸੀਂ ਵੀ ਦਰਸ਼ਨੀ ਘੋੜੇ ਹੀ। ਕਿਤੇ ਦਿਖਾਇਆ ਹੋਵੇ ਨਾ ਮਾੜਾ ਜਿਹਾ ਜੁਰਕਾ ਬਈ ਪੈਸੇ ਪੂਸਿਆਂ ਦੀ ਨਹੀਂ ਸਾਨੂੰ ਪਰਵਾਹ, ਪੈਸੇ ਰੱਖੀ ਆਪਣੇ ਕੋਲ, ਨਾਸਾਂ ਭੰਨਾਂਗੇ ਜੇ ਮੁੜ ਕੇ ਜੇ ਕੌਮ 'ਚ ਕੋਈ ਗਲਤ ਗੱਲ ਕੀਤੀ, ਫੇਰ ਹਟਦਾ ਅਗਲਾ। ਜਦ ਕਰਨਾ ਹੀ ਕੁਛ ਨਹੀਂ, ਹੱਥ ਜੋੜ ਦੇਣੇ ਨੇ ਤੇ ਬਸ ਉਹ ਵੀ ਚੰਗਾ, ਆ ਵੀ ਚੰਗਾ। ਜੇ ਕਹਿ ਰਹੇ ਕੋਈ ਹੋਇਆ ਹੋਵੇ, ਮੈਂ ਇੱਕੋ ਹੀ ਗੱਲ ਕਰਦਾ, ਬਿਜ਼ਨਸ ਕਰੋ, ਕੁਛ ਕਰੋ, ਘੱਟੋ ਘੱਟ ਨਾ ਕਲੀਅਰ ਸਟੈਂਡ ਰੱਖੋ ਜ਼ਿੰਦਗੀ 'ਚ। ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਇਹ ਤਾਂ ਪਲੈਨਟ ਤੇ ਆਪਾਂ ਆ ਕੇ ਤੁਰ ਜਾਣਾ, ਥੋੜਾ ਹੀ ਸਮਾਂ। ਬਾਕੀ ਅੱਜ SpaceX ਨੇ ਫਾਲਕਨ ਦੇ ਰਾਹੀਂ ਜਿਹੜੀਆਂ ਸਟਾਰਲਿੰਕ ਉਹ ਸੈਟੇਲਾਈਟਸ ਨੇ ਜਿਨ੍ਹਾਂ ਨਾਲ ਦੁਨੀਆ ਇੰਟਰਨੈਟ ਨਾਲ ਜੋੜਨੀ ਹੈ, ਅੱਜ ਫੇਰ ਇੱਕ ਅਗਲਾ ਬੈਚ ਭੇਜਿਆ ਤੇ ਉੱਪਰ ਟ੍ਰੇਨ ਵਾਂਗੂ ਉਹ ਸੈਟੇਲਾਈਟਸ ਜਿਹੜੀਆਂ ਘੁੰਮਦੀਆਂ ਤੇ ਉਹਦੇ ਨਾਲ ਸਾਰਾ ਜਿਹੜਾ ਇੰਟਰਨੈਟ ਨਾਲ ਜੋੜ ਦੇਣਾ। 3 ਉਹਨੇ ਆਪਣੀ ਰਾਈਡ ਸ਼ੇਅਰਿੰਗ ਦੇ ਲਈ ਜਿਹੜੀਆਂ ਸੈਟੇਲਾਈਟਸ ਭੇਜੀਆਂ। ਫਾਲਕਨ ਛੱਡ ਕੇ ਸਟੇਜ ਫਸਟ ਆ ਤੇ ਸਟੇਜ ਫਸਟ ਜਦ ਛੱਡ ਦਿੰਦਾ ਉੱਪਰ ਤੇ ਦੂਸਰਾ ਜਿਹੜਾ ਇੰਜਨ ਸ਼ੁਰੂ ਹੋ ਜਾਂਦਾ, ਬੂਸਟਰ ਵਾਪਸ ਆ ਜਾਂਦਾ। ਫਾਲਕਨ 9 6 ਉਡਾਨਾਂ ਹੁਣ ਤੱਕ ਭਰ ਚੁੱਕਿਆ। ਸੈਕੰਡ ਸਟੇਜ ਨਹੀਂ ਵਾਪਸ ਆਉਂਦੀ। 100 ਕਿਲੋਮੀਟਰ ਤੇ ਕੈਰਮਨ ਲਾਈਨ ਆ ਜਿਹੜੀ ਪਹਿਲੀ, ਜਿੱਥੇ ਆਊਟਰ ਸਪੇਸ ਆਪਣਾ ਸ਼ੁਰੂ ਹੁੰਦਾ। 100 ਤੋਂ 320 ਕਿਲੋਮੀਟਰ ਤੱਕ ਟਿਪੀਕਲ ਆਰਬਿਟ ਹੈ ਤੇ ਹਾਈਐਸਟ ਆਰਬਿਟ 550 ਕਿਲੋਮੀਟਰ ਤੇ ਹੈ। 300 ਤੋਂ ਲੈ ਕੇ ਜਿਹੜੀਆਂ ਤਾਂ 700 ਕਿਲੋਮੀਟਰ ਦੇ ਵਿੱਚ ਇਹ ਸਾਰੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਉਹਦੇ ਵਿੱਚ ਸੈਟੇਲਾਈਟਸ ਜਿਹੜੀਆਂ ਉੱਡੀਆਂ ਫਿਰਦੀਆਂ। ਸਮਝੋ ਇਹਨੂੰ ਕਿਵੇਂ ਘੁੱਕਦੀਆਂ ਆਲੇ ਦੁਆਲੇ, ਉਹ ਇਸ ਤਰ੍ਹਾਂ ਘੁੰਮਦੀਆਂ ਜਿਵੇਂ ਪਾਣੀ ਦਾ ਡੋਲੂ ਭਰ ਕੇ ਤੁਸੀਂ ਆਪਾਂ ਬਾਂਹ ਘੁਮਾਉਂਦੇ ਸੀ, ਪਾਣੀ ਵਿੱਚੋਂ ਡੁੱਲਦਾ ਨਹੀਂ ਸੀ ਨਾ, ਇਸ ਤਰ੍ਹਾਂ ਹੀ ਗੁਰੂਤਾ ਸ਼ਕਤੀ ਆ ਜਿਹੜੀ ਉਹ ਇਸ ਨੂੰ ਚੀਜ਼ਾਂ ਨੂੰ ਘੁਮਾਉਂਦੀ ਆ। ਵੈਲੋਸਿਟੀ ਤੇ ਗ੍ਰੈਵਿਟੀ ਦੋਨੇ ਖਿੱਚ ਕੇ ਰੱਖਦੀਆਂ, ਦੋਨੇ ਜਿਹੜੇ ਧੁਰੇ ਨੇ ਧਰਤੀ ਦੇ ਉਹ ਆਪਣੇ ਆਕਰਸ਼ਿਤ ਕਰਦੇ ਨੇ। ਤਾਂ ਇੱਕ ਵਾਰ ਜਦ ਰਾਹ ਤੇ ਉਹ ਪੈ ਜਾਂਦਾ, ਆਰਬਿਟਿੰਗ ਸ਼ੁਰੂ ਕਰ ਦਿੰਦਾ, ਤਾਂ 90 ਮਿੰਟਾਂ ਦੇ ਵਿੱਚ ਉਹ ਗੇੜਾ ਕੱਢ ਦਿੰਦਾ ਤੇ 28,000 ਕਿਲੋਮੀਟਰ ਪਰ ਆਵਰ ਉਸਦੀ ਸਪੀਡ ਹੁੰਦੀ ਹੈ। ਤੇ ਜਿੱਦਣ ਉਹਨੂੰ ਲਾਉਂਦੇ ਨੇ ਦੁਬਾਰਾ, ਇਹ ਤਾਂ ਜਿਹੜੀਆਂ ਸੈਟੇਲਾਈਟਸ ਨੇ ਖੈਰ ਉਹ ਤਾਂ ਜਿੱਦਣ ਖਤਮ ਹੋ ਜਾਣੇ ਤਾਂ ਸਾਡੇ ਧਰਤੀ ਦੇ ਜਦ ਵਾਯੂ ਮੰਡਲ ਦੇ ਵਿੱਚ ਆ ਕੇ ਉਸਨੇ ਆਉਣਾ ਤਾਂ ਉਹ ਸੜ ਜਾਣਾ। ਉਸਨੇ ਬਹੁਤ ਟੈਂਪਰੇਚਰ ਉੱਥੇ 22 ਤੋਂ 2400 ਡਿਗਰੀ ਹੈ। ਤੇ ਬਾਕੀ ਜਿਹੜੇ ਸੈਟੇਲਾਈਟਸ ਨੇ ਉਹਨਾਂ ਨੂੰ ਡੀ ਆਰਬਿਟਿੰਗ ਕਰਕੇ ਤੇ ਫਿਰ ਉਹਨੂੰ ਲਾ ਲੈਂਦੇ ਨੇ। 100 ਕਿਲੋਮੀਟਰ ਤੇ ਜਦ ਉਹ ਵੜਦਾ ਆ ਕੇ ਸ਼ਟਲ ਜਾਂ ਇਹ ਕੈਪਸੂਲ ਮੁੜ ਕੇ ਆਉਂਦੇ ਨੇ, ਐਸਟਰੋਨੌਟ ਆਉਂਦੇ ਨੇ, ਤਾਂ ਕੁਛ ਉਸ ਸਮੇਂ ਬੜਾ ਖਤਰਨਾਕ ਹੁੰਦਾ। ਉਸ ਦਿਨ ਵੀ ਤੁਹਾਨੂੰ ਦੱਸਿਆ ਸੀ। ਤੇ ਅਸਲ ਜਿਹੜਾ ਸਾਨੂੰ ਸਮਾਨ ਦਿਖਦਾ ਹੈ 10 ਕਿਲੋਮੀਟਰ ਤੇ ਟ੍ਰੋਪੋਸਫੀਅਰ ਹੈ ਜਿਹਦੇ ਥੱਲੇ ਜਹਾਜ਼ ਉੱਡਦੇ ਆ। 10 ਤੋਂ 50 ਕਿਲੋਮੀਟਰ ਤੱਕ ਸਟ੍ਰੈਟੋਸਫੀਅਰ ਹੈ, ਇਹ ਅਗਲਾ ਰੋਨ ਹੈ ਜਿਹਦੇ ਚ ਓਜ਼ੋਨ ਲੇਅਰ ਹੈ। ਇੱਥੋਂ 50 ਤੋਂ ਲੈ ਕੇ 85 ਤੱਕ ਜਿਹੜਾ ਮੈਸੋਸਫੀਅਰ ਹੈ ਜਿਹਦੇ ਵਿੱਚ ਪੂਸ਼ਲ ਤਾਰੇ ਆਪਾਂ ਨੂੰ ਦਿਖਦੇ ਨੇ ਸੜਦੇ ਜਦ ਉੱਪਰੋਂ ਆਉਂਦੇ ਨੇ, ਧਰੁਵ ਤਾਰੇ ਜਿਹੜੇ ਆਉਂਦੇ ਨੇ। ਇੱਦੋਂ ਉੱਪਰ 700 ਕਿਲੋਮੀਟਰ ਤੱਕ ਥਰਮੋਸਫੀਅਰ। ਜਿਹੜੀ ਟੈਲੀਵਿਜ਼ਨ ਦੀਆਂ ਸੈਟੇਲਾਈਟਸ ਨੇ ਉਹ 36,000 ਕਿਲੋਮੀਟਰ ਧਰਤੀ ਦੇ ਉੱਪਰ ਛੱਡੀਆਂ ਹੋਈਆਂ ਨੇ, ਜਿਹੜੀਆਂ ਸਟੇਸ਼ਨਰੀ ਨੇ, ਜਿਹੜੀਆਂ ਵੱਧ ਨਹੀਂ ਘੁੰਮਦੀਆਂ ਕਿਉਂਕਿ ਜਿਉਂ ਉੱਚੀ ਚਲੀ ਜਾਂਦੇ ਆ ਗੁਰੂਤਾ ਸ਼ਕਤੀ ਘਟ ਜਾਂਦੀ ਹੈ ਤਾਂ ਫਿਰ ਉਹ ਤੇਜ਼ ਨਹੀਂ। 2000 ਤੋਂ ਲੈ ਕੇ 36000 ਦੇ ਵਿੱਚ ਜਿਹੜੇ GPS ਨੈਵੀਗੇਸ਼ਨ ਦੀਆਂ 2000 ਕਿਲੋਮੀਟਰ ਤੋਂ 36000 ਕਿਲੋਮੀਟਰ ਦੇ ਵਿੱਚ ਉਹ ਸੈਟੇਲਾਈਟਸ ਨੇ। ਤੇ 36180 ਤੋਂ 2000 ਕਿਲੋਮੀਟਰ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਲੋ ਆਰਬਿਟਿੰਗ ਦੇ ਸੈਟੇਲਾਈਟਸ ਨੇ ਉਹ ਫਿਰਦੀਆਂ। ਮਤਲਬ SpaceX ਨੇ ਤਾਂ ਹੁਣ ਇਉਂ ਬਣਾਇਆ ਹੋਇਆ ਵੀ ਜਿਵੇਂ ਨਾ ਬੈਠੇ 3 ਵੀਲਰ ਜੋੜਿਆ ਤੇ ਚੱਲ ਘੰਟਾ ਘਰੋਂ ਜੁੱਤੀਆਂ ਲੈ ਆਈਏ ਚਾਹ, ਆਹ ਹਾਲ ਹੋਇਆ। ਇੰਨਾ ਸੌਖਾ ਕਰ ਦਿੱਤਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਗੇੜੇ ਲਾਉਣੇ ਤੇ ਸੈਟੇਲਾਈਟ ਛੱਡਣੀਆਂ। ਅੱਜ ਬਿਲਕੁਲ ਵਿਜ਼ੂਅਲਾਈਜ਼ ਦਿਖਾ ਰਹੇ ਸੀ। ਕਦ ਇੱਕ ਆ ਕੇ ਫਾਲਕਨ ਉੱਤਰ ਗਿਆ, ਸੈਕਿੰਡ ਚੱਲ ਪਈ, ਸੈਕਿੰਡ ਤੋਂ ਬਾਅਦ ਉਹਨੇ ਕੱਢ ਦਿੱਤੀਆਂ ਉੱਪਰੋਂ, ਖੁੱਲਿਆ ਟਾਪਾ ਖੁੱਲ ਕੇ ਤੇ ਸੈਟੇਲਾਈਟਸ ਬਾਹਰ ਤੱਕਤੀਆਂ।
ਤੇ ਜਦ ਨਿਕਲੀਆਂ ਖਲਾ ਦੇ ਵਿੱਚ ਬਸ ਫਿਰ ਉਹਨੇ ਆਪੇ ਲਾਈਨ 'ਚ ਲੱਗ ਕੇ ਘੁੰਮ ਰਹੀਆਂ ਤੇ ਦੁਨੀਆ ਦੇ ਵਿੱਚ ਇੰਟਰਨੈਟ ਜਿਹੜਾ ਹੁਣ ਉੱਪਰੋਂ ਸਾਰਾ ਉਹਨੇ ਕੰਟਰੋਲ ਕਰਤਾ। ਦੁਨੀਆ ਦੇ ਕਿਸੇ ਖੂੰਜੇ ਜਿੱਥੇ ਇੰਟਰਨੈਟ ਨਹੀਂ ਚੱਲਦਾ ਹੁਣ ਖੰਭਿਆਂ ਤੇ ਤਾਰਾਂ ਦੀ ਲੋੜ ਨਹੀਂ ਹੈ, ਹੁਣ ਫਾਈਬਰ ਆਪਟਿਕਸ ਦੀ ਲੋੜ ਨਹੀਂ ਹੈ। ਤੇ ਆਉਣ ਵਾਲਾ ਸਮਾਂ ਦੇਖਿਓ ਉਸਨੇ ਕਰਨਾ ਕੀ। ਇਲਨ ਮਸਕ ਲੱਗਿਆ ਹੋਇਆ ਜ਼ੋਰ ਲਾ ਕੇ। ਤੇ ਸਭ ਤੋਂ ਵੱਡੀ ਗੱਲ ਉਹਦਾ ਪਹਿਲਾ ਬੂਸਟ ਸਟੇਜ 1 ਜਦ ਵਾਪਸ ਉਤਰੇ ਆਉਂਦਾ ਤੇ ਉਹਦੀ ਬਹੁਤ ਵੱਡੀ ਜਿੱਤ ਆ। ਹੁਣ ਸਟੇਜ 2 ਨੂੰ ਵਾਪਸ ਲਿਆਉਣ ਦੀ ਇੱਕ ਪਲੈਨਿੰਗ ਚੱਲਦੀ ਹੈ ਵੀ ਉਹਨੂੰ ਕਿਵੇਂ ਲਾਇਆ ਜਾਵੇ। ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਚੱਲ ਰਿਹਾ ਉੱਪਰ, ਸ਼ਟਲਸ ਨੇ 30 ਸਾਲ 135 ਮਿਸ਼ਨ ਕੀਤੇ, ਆਰਬਿਟਰ ਵਹੀਕਲ ਤੇ ਔਰੰਜ ਟੈਂਕ ਥੱਲੇ ਹੁੰਦਾ ਸੀ ਤੇ ਸੋਲਿਡ ਰਾਕਟ ਬੂਸਟਰ। ਇਸ ਲਈ ਮੈਂ ਤੁਹਾਨੂੰ ਨਾ ਸਪੇਸ ਸ਼ਟਲ ਬਾਰੇ ਇੱਕ ਦਿਨ ਦੱਸਣਾ ਚਾਹੁੰਦਾ ਜਿਹਦੇ 'ਚ ਕੋਲੰਬੀਆ ਜਿਹੜੀ ਲਾਸਟ 2011 ਦੇ ਵਿੱਚ ਸੜੀ ਜਿਹੀ ਕਲਪਨਾ ਚਾਵਲਾ ਜੀ ਮਰੇ ਤੇ ਉਹਦੇ ਬਾਰੇ ਦੱਸਣਾ ਚਾਹੁੰਦਾ ਵੀ ਉਹ ਵਹੀਕਲ ਜਿਹੜਾ ਕਿਵੇਂ ਉਹ ਕਿਵੇਂ ਚੱਲਦਾ, ਕਿਵੇਂ ਚੜ੍ਹਦਾ, ਕਿਵੇਂ ਇਸ ਦਿਨ ਦੱਸੂਗਾ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਬਿਨਾਂ ਮਤਲਬ ਤੋਂ એનર્ਜੀ ਕੌਮ ਦੀ ਲੱਗਦੀ ਹੈ, ਬਿਨਾਂ ਮਤਲਬ ਤੋਂ ਇਹ ਪੰਗੇ ਨੇ। ਇਹ ਪੰਗਿਆਂ ਦਾ ਪੱਕਾ ਹੱਲ ਕਰੋ, ਇਹਦੇ ਤੇ ਕੁਛ ਕੀਤਾ ਜਾਵੇ, ਇਹਦੇ ਤੇ ਮਿਹਨਤ ਕਰੋ, ਅੱਗੇ ਲੱਭੋ। ਇਹਨੂੰ ਇਸ ਤਰ੍ਹਾਂ ਨਾ ਕਰੋ ਵੀ ਆਪਣੀ ਮਨਮਰਜ਼ੀ ਜਿਹੜਾ ਕੋਈ ਕਰਦਾ ਮੁੜ ਕੇ ਇੱਥੇ ਕਰਕੇ ਅਦਲਾ ਬਦਲੀਆਂ ਤੁਹਾਡੇ ਗ੍ਰੰਥਾਂ 'ਚ ਅਗਲੀ ਪੀੜ੍ਹੀ ਨੂੰ ਦੇ ਦਾਂਗੇ ਤੇ ਅਸੀਂ ਤੁਰ ਜਾਾਂਗੇ ਤੇ ਉਹ ਪੜ੍ਹੀ ਜਾਣਗੇ ਜਿਹੜਾ ਕੁਛ ਮਰਜ਼ੀ। ਕਮਰ ਗਰੇਵਾਲ ਦਾ ਇੱਕ ਗੀਤ ਤੁਹਾਡੇ ਲਈ ਤੇ ਕੱਲ ਨੂੰ ਮੁੜਦਾ 11 ਵਜੇ ਰੱਬ ਰੱਖਾ।